ਜ਼ਿੰਦਗੀ ਦੇ ਰੰਗਾਂ ਤੇ ਆਵਾਜ਼ ਦੀਆਂ ਤਰੰਗਾਂ ਨੂੰ ਮਾਣਦੇ ਹੋਏ ਇਸ ਵਕਤ ਤੁਸੀਂ ਜੁੜੇ ਹੋ ਟਿਵਾਣਾ ਰੇਡੀਓ ਦੇ ਨਾਲ। ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਸਭ ਸੱਜਣਾਂ ਦਾ ਸਵਾਗਤ ਕਰਦਾ। ਅੱਜ ਤਾਰੀਖ ਹੈ 7 ਅਗਸਤ ਸਨ 2021। ਦਿਨ ਹੈ ਸ਼ਨੀਵਾਰ ਦੀ ਸ਼ਾਮ 23 ਸੌਣ ਨਾਨਕਸ਼ਾਹੀ ਸੰਮਤ 553 ਨੂੰ। ਆਪ ਸਭ ਸੱਜਣਾਂ ਦਾ ਇਸ ਪ੍ਰੋਗਰਾਮ ਦੇ ਵਿੱਚ ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਸਵਾਗਤ ਹੈ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਹਫ਼ਤੇ ਦੇ ਵਿੱਚ 6 ਦਿਨ ਭਾਰਤੀ ਸਮਾਂ ਸਵੇਰੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਤੇ ਸ਼ਾਮ ਨੂੰ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਪਟਿਆਲਾ ਸਟੂਡੀਓ 'ਚ ਆਪਾਂ ਤੁਹਾਡੇ ਨਾਲ ਜੁੜੀਦਾ। ਵਿਰਾਸਤ, ਸਿਆਸਤ, ਕਰਮ, ਧਰਮ, ਹਰ ਵਿਸ਼ੇ ਵਸਤੂ ਤੇ ਤੁਹਾਡੇ ਨਾਲ ਸਾਂਝਾਂ ਪਾਈਦੀਆਂ ਨੇ। ਤਾਂ ਇਸ ਦੌਰਾਨ ਆਪਣੀ ਜਿਹੜੀ ਲੜੀ ਚੱਲ ਰਹੀ ਹੈ, ਆਪਾਂ ਸੰਸਾਰ ਦੇ ਤਿੰਨ ਮੁੱਖ ਧਰਮਾਂ ਦਾ ਜ਼ਿਕਰ ਕੀਤਾ ਹੈ ਤੇ ਉਸ ਦੌਰਾਨ ਕੁਲਬੀਰ ਸਿੰਘ ਕੌੜਾ ਦੀ ਕਿਤਾਬ ਦੇ ਵਿੱਚੋਂ ਕੁਝ ਹਵਾਲੇ ਨੇ। ਮੇਰੇ ਖਿਆਲ ਕਾਫੀ ਕੁਝ ਤੁਹਾਨੂੰ ਸਿੱਖਣ ਨੂੰ ਇਸ ਦੇ ਵਿੱਚੋਂ ਕੁਝ ਮਿਲਿਆ। ਇਸ ਦੇ ਵਿੱਚ ਧਰਮ ਵਿਸ਼ੇਸ਼ ਦੇ ਨਾਲ ਸੰਬੰਧਿਤ ਜਿਹੜੇ ਆਉਂਦੇ ਵਿਅਕਤੀ ਨੇ, ਭਾਵੇਂ ਉਹ ਸਿੱਖਾਂ ਦੇ ਜਥੇਦਾਰ ਹੋਣ, ਇਸਲਾਮ ਜੈਨੀਆਂ ਦੇ ਗੁਰੂ ਹੋਣ ਜਾਂ ਹਿੰਦੂ ਧਰਮ ਦੇ ਪੁਰੋਹਿਤ ਪੰਡਤ ਹੋਣ, ਸਾਡਾ ਕਿਸੇ ਜਾਤ ਵਿਸ਼ੇਸ਼ ਨਾਲ ਕੋਈ ਇਸ ਤਰ੍ਹਾਂ ਦਾ ਮਤਭੇਦ ਨਹੀਂ ਹੈ। ਪਰ ਕਿਉਂਕਿ ਬ੍ਰਾਹਮਣ ਇੱਕ ਜਾਤ ਆ ਜਾਂਦੀ ਹੈ, ਇੱਕ ਸ਼੍ਰੇਣੀ ਆ ਜਾਂਦੀ ਹੈ, ਜਿਵੇਂ ਜ਼ਿਮੀਂਦਾਰ ਹੈ, ਸੁਨਿਆਰ ਹੈ, ਤਰਖਾਣ ਹੈ, ਇਸੇ ਕਰਕੇ ਉਹ ਕਈਆਂ ਨੂੰ ਲੱਗਦਾ ਕਿ ਸ਼ਾਇਦ ਜਾਤ ਵਿਸ਼ੇਸ਼ ਨੂੰ ਟਾਰਗੇਟ ਕੀਤਾ ਗਿਆ। ਕਿਉਂਕਿ ਇਹ ਵੀ ਤੁਸੀਂ ਇਤਫਾਕ ਦੇਖੋ, ਕਿਸੇ ਵੀ ਹੋਰ ਧਰਮ ਦੇ ਪੁਜਾਰੀਆਂ ਨੇ ਆਪਣੀ ਜਾਤ ਨਹੀਂ ਬਣਾਈ। ਉਹਨਾਂ ਦੇ ਜਿਹੜੇ ਪੁਜਾਰੀ ਸੀਗੇ ਉਹ ਭਾਵੇਂ ਮੁੱਲਾ ਹੋਣ, ਮੌਲਵੀ, ਕਾਜੀ ਹੋਣ ਜਾਂ ਪੋਪ ਪ੍ਰੀਸਟ ਹੋਣ ਤੇ ਜਾਂ ਸਿੱਖ ਧਰਮ ਦੇ ਜਥੇਦਾਰ ਹੋਣ, ਤੇ ਉਹਨਾਂ ਨੇ ਕਦੇ ਆਪਣੇ ਆਪ ਨੂੰ ਸ਼੍ਰੇਣੀਬੱਧ ਨਹੀਂ ਸੀ ਕੀਤਾ। ਉਹ ਇੱਕ ਅਹੁਦਾ ਸੀ, ਕਿਸੇ ਨੂੰ ਮਿਲਦਾ ਸੀ ਤੇ ਕਿਸੇ ਨੂੰ ਨਹੀਂ ਵੀ ਸੀ ਮਿਲਦਾ। ਪਰ ਹਿੰਦੂ ਧਰਮ ਦੇ ਵਿੱਚ ਕਿਉਂਕਿ ਸਨਾਤਨ ਧਰਮ ਤੋਂ ਬਾਅਦ ਜਿਉਂ-ਜਿਉਂ ਇਹ ਸ਼੍ਰੇਣੀ ਵੰਡ ਹੋਈ, ਤਿਉਂ-ਤਿਉਂ ਉਸਨੇ ਆਪਣੀ ਜਿਹੜੀ ਸ਼੍ਰੇਣੀ ਸੀ ਉਸ ਨੂੰ ਪੂਰੀ ਸ਼੍ਰੇਣੀ ਦਾ ਫਾਇਦਾ ਉਠਾਉਣ ਦੇ ਵਾਸਤੇ ਉਸ ਨੂੰ ਜਾਤ ਵਿਸ਼ੇਸ਼ ਦੇ ਵਿੱਚ ਵੰਡ ਦਿੱਤਾ ਕਿ ਬ੍ਰਾਹਮਣ ਇੱਕ ਜਾਤ ਹੋ ਗਈ ਹੈ, ਖੱਤਰੀ ਇੱਕ ਜਾਤ ਹੋ ਗਈ ਹੈ, ਵੈਸ਼ ਇੱਕ ਜਾਤ ਹੋ ਗਈ ਹੈ ਤੇ ਸ਼ੂਦਰ ਇੱਕ ਜਾਤ ਹੋ ਗਈ ਹੈ, ਸ਼੍ਰੇਣੀ ਹੋ ਗਈ ਹੈ। ਇਸ ਵਿਅਕਤੀ ਦਾ ਕੰਮ ਭਾਵੇਂ ਕੋਈ ਵੀ ਕਰੇ, ਪਰ ਉਹ ਇਸ ਸ਼੍ਰੇਣੀ ਦੇ ਵਿੱਚ ਹੀ ਬੱਝ ਕੇ ਰਹਿ ਜਾਂਦਾ ਹੈ ਤੇ ਉਸ ਦਾ ਵਿਆਹ, ਉਸ ਦੇ ਮਰਨੇ ਜੰਮਣੇ ਸਾਰੇ ਇਸੇ ਸ਼੍ਰੇਣੀ ਦੇ ਨਾਲ ਸੰਬੰਧਿਤ ਹੋ ਜਾਂਦੇ ਨੇ। ਸੋ ਬ੍ਰਾਹਮਣ ਭਾਵੇਂ ਕੋਈ ਵੀ ਕੰਮ ਕਰੇ, ਪਰ ਉਹਦਾ ਜਿਹੜਾ ਸਾਰਾ ਰੱਖ ਰਖਾਓ ਸੁਸਾਇਟੀ ਦੇ ਵਿੱਚ, ਉਹਦਾ ਮਾਣ ਤਾਣ ਸਨਮਾਨ ਉਹਦੇ ਬ੍ਰਾਹਮਣ ਹੋਣ ਦੀ ਬਿਨਾਹ ਤੇ ਹੀ ਹੋਏਗਾ। ਉਹਨੂੰ ਜਿਹੜੇ ਬੈਨੀਫਿਟ ਮਿਲਣੇ ਨੇ ਉਹ ਬੈਨੀਫਿਟ ਉਸੇ ਆਧਾਰ ਤੇ ਹੋਣਗੇ। ਕਾਰਨ ਇਸ ਦਾ ਇਹੀ ਸੀ ਕਿ ਬ੍ਰਾਹਮਣ ਦੇ ਕੋਲ ਧਰਮ, ਸਾਹਿਤ ਤੇ ਸਿੱਖਿਆ ਤਿੰਨ ਕੰਮ ਸੀਗੇ। ਖੱਤਰੀਆਂ ਕੋਲ ਰਾਜ ਭਾਗ ਤੇ ਲੜਾਈ ਲੜਨਾ ਤੇ ਹਿਫਾਜ਼ਤ, ਵੈਸ਼ ਕੋਲ ਵਪਾਰ ਤੇ ਸ਼ੂਦਰ ਸਮਾਜ ਕੋਲ ਇਹਨਾਂ ਸਾਰਿਆਂ ਦੀ ਸੇਵਾ। ਜਾਣ ਕੇ ਸਭ ਤੋਂ ਅਤ ਸ਼ੋਸ਼ਿਤ ਵਰਗ ਸੀ ਜਿਹੜਾ ਉਹ ਸ਼ੂਦਰ ਸੀ। ਸੋ ਇਸ ਕਰਕੇ ਹਾਲਾਂਕਿ ਇਹ ਗੱਲ ਨਹੀਂ, ਖੱਤਰੀਆਂ ਤੇ ਬ੍ਰਾਹਮਣਾਂ ਦੇ ਵਿੱਚ ਵੀ ਬਹੁਤ ਮਤਭੇਦ ਰਹੇ ਨੇ। ਆਪਾਂ ਜ਼ਿਕਰ ਕੀਤਾ ਸੀ ਕਿ ਪਰਸ਼ੂਰਾਮ ਤੇ ਖੱਤਰੀ ਰਾਜਿਆਂ ਦੇ ਦਰਮਿਆਨ ਵੀ ਲਹੂ ਡੋਲਵੀਆਂ ਜੰਗਾਂ ਹੋਈਆਂ। ਇਸ ਦੌਰਾਨ ਖੱਤਰੀਆਂ ਦਾ ਖਾਤਮਾ ਵੀ ਕੀਤਾ ਗਿਆ, ਪਰ ਖੱਤਰੀ ਫਿਰ ਕਿਸੇ ਤਰ੍ਹਾਂ ਕਿਉਂਕਿ ਜਿਹੜਾ ਪਰਸ਼ੂਰਾਮ ਸੀ ਉਹ ਜਵਾਨ ਖੱਤਰੀਆਂ ਨੂੰ ਮਾਰਦਾ ਸੀ, ਬਜ਼ੁਰਗਾਂ ਜਾਂ ਖਾਸ ਕਰਕੇ ਔਰਤਾਂ ਨੂੰ ਨਹੀਂ ਸੀ ਮਾਰਦਾ। ਤੇ ਇਸ ਕਰਕੇ ਉਹ ਨਿਯੋਗ ਦੇ ਰਾਹੀਂ ਖੱਤਰੀ ਔਰਤਾਂ ਰਿਸ਼ੀਆਂ ਮੁਨੀਆਂ ਦੇ ਰਾਹੀਂ, ਜਾਣੀ ਕਿ ਗੈਰ ਵਿਆਹੁਤਾ ਸੰਬੰਧਾਂ ਦੇ ਰਾਹੀਂ ਆਪਣੀ ਔਲਾਦ ਅੱਗੇ ਵਧਾਉਂਦੀਆਂ ਗਈਆਂ। ਤੇ ਜਿਸ ਦੌਰਾਨ ਖੱਤਰੀ ਸੰਸਾਰ 'ਚੋਂ ਖਤਮ ਨਾ ਹੋਏ ਤੇ ਰਾਜ ਭਾਗ ਬਹੁਤਾ ਉਹਨਾਂ ਦੇ ਅਧੀਨ ਹੀ ਚੱਲਦਾ ਰਿਹਾ। ਇਸੇ ਤਰ੍ਹਾਂ ਜਿਹੜੇ ਕ੍ਰਾਂਤੀਕਾਰੀ ਧਰਮ ਹੋਏ ਨੇ ਉਹਨਾਂ ਦੇ ਆਪਸੀ ਮਤਭੇਦ ਵੀ ਬਹੁਤ ਹੋਏ ਨੇ। ਮਸਲਾ ਅੱਗੇ ਚੱਲ ਕੇ ਜ਼ਿਕਰ ਕਰਾਂਗੇ ਕਿ ਜੈਨ ਧਰਮ ਤੇ ਬੁੱਧ ਧਰਮ ਇੱਕ ਦੂਸਰੇ ਦਾ ਬਹੁਤ ਮਜ਼ਾਕ ਵੀ ਉਡਾਉਂਦੇ ਰਹੇ ਨੇ। ਹਾਲਾਂਕਿ ਦੋਨੇ ਹੀ ਇੱਕ ਬ੍ਰਾਹਮਣ ਵਿਸ਼ੇਸ਼ ਧਰਮ ਤੋਂ ਪੀੜਿਤ ਰਹੇ ਨੇ, ਹਿੰਦੂ ਧਰਮ ਤੋਂ ਪੀੜਿਤ ਰਹੇ ਨੇ, ਪਰ ਫਿਰ ਵੀ ਉਹ ਆਪਸ ਦੇ ਵਿੱਚ ਇੱਕ ਦੂਸਰੇ ਦੀ ਪੂਰੀ ਬਦਖੋਈ ਕਰਦੇ ਰਹੇ ਨੇ। ਜਿਵੇਂ ਅੱਜ ਕੱਲ੍ਹ ਸਿੱਖਾਂ ਦੇ ਵਿੱਚ ਵੀ ਹੈ, ਜਿਹੜੇ ਰੂੜੀਵਾਦੀਆਂ ਤੋਂ ਅਗਾਂਹ ਵਧੇ ਹੋਏ ਧਰਮ ਨੇ, ਜਾਂ ਆਪਾਂ ਅੱਜ ਕੱਲ੍ਹ ਵੀ ਵੇਖਦੇ ਹਾਂ, ਭਾਵੇਂ ਦਰਸ਼ਨ ਸਿੰਘ ਜਾਂ ਹੋਰ ਜਿਹੜੇ ਨੇ ਅਪਗ੍ਰੇਡ ਜਾਂ ਮਿਸ਼ਨਰੀ ਨੇ ਜਾਂ ਦੂਸਰੇ ਨੇ, ਇਹਨਾਂ ਦਾ ਭਾਵੇਂ ਉਹ ਰੂੜੀਵਾਦੀ ਧਰਮ ਜਾਂ ਟਕਸਾਲਾਂ ਤੋਂ ਮਤਭੇਦ ਹੈ, ਪਰ ਇਹ ਆਪਸ ਦੇ ਵਿੱਚ ਵੀ ਉਲਝਦੇ ਨੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ। ਜਿਸ ਕਰਕੇ ਇਹਦਾ ਫਾਇਦਾ ਇਹ ਹੁੰਦਾ ਕਿ ਜਿਹੜਾ ਜਿਸ ਤਰ੍ਹਾਂ ਪਹਿਲਾਂ ਪੁਰਾਤਨ ਬ੍ਰਾਹਮਣ ਨੇ, ਕੱਟੜ ਹਿੰਦੂ ਧਰਮ ਨੇ ਬੁੱਧ ਮਤ ਅਤੇ ਜੈਨ ਮਤ ਦੀ ਆਪਸੀ ਲੜਾਈ ਤੋਂ ਫਾਇਦਾ ਚੁੱਕਿਆ, ਉਹਨਾਂ ਦੀ ਲੜਾਈ ਨੂੰ ਹੋਰ ਵਧਾਇਆ। ਇਸੇ ਤਰ੍ਹਾਂ ਹੁਣ ਵੀ ਜਿਹੜੇ ਪੁਰਾਤਨ ਰੂੜੀਵਾਦੀ ਟਕਸਾਲੀ ਕੌਮ ਦੇ ਸਿੱਖ ਨੇ, ਜਿਨ੍ਹਾਂ ਨੇ ਧਰਮ ਨੂੰ ਆਪਣੇ ਮੁਤਾਬਕ ਚਲਾਉਣ ਦਾ ਅਹਿਦ ਕੀਤਾ ਹੋਇਆ, ਉਹਨਾਂ ਤੋਂ ਜਿਹੜੇ ਬਾਗੀ ਨੇ ਉਹ ਮਿਸ਼ਨਰੀਆਂ ਦੇ ਰੂਪ ਦੇ ਵਿੱਚ ਹੋਣ, ਭਾਵੇਂ ਅਪਗ੍ਰੇਡਾਂ ਦੇ ਰੂਪ ਦੇ ਵਿੱਚ ਹੋਣ, ਭਾਵੇਂ ਢੱਡੀਆਂ ਵਾਲੇ ਦੇ ਰੂਪ ਦੇ ਵਿੱਚ ਹੋਣ, ਇਹਨਾਂ ਦੀ ਆਪਸੀ ਲੜਾਈ ਨੂੰ ਉਹਨਾਂ ਨੇ ਖੂਬ ਕੈਸ਼ ਕੀਤਾ
ਤੇ ਆਪਸੀ ਲੜਾਈ ਦੇ ਵਿੱਚ ਇਹਨਾਂ ਦੀ ਜਿਹੜੀ ਤਾਕਤ ਹੈ ਉਹ ਵੀ ਜਾਇਆ ਜਾਂਦੀ ਰਹੀ। ਇਸੇ ਤਰ੍ਹਾਂ ਆਪਾਂ ਅਕਸਰ ਹੁੰਦਾ ਹੈ ਮੀਡੀਆ ਦੇ ਵਿੱਚ ਕਿ ਧਰਮ ਦੀ ਗੱਲ ਨਾ ਹੀ ਕੀਤੀ ਜਾਵੇ ਤਾਂ ਬਿਹਤਰ ਹੈ, ਇਹਦੇ ਨਾਲ ਵਿਵਾਦ ਵੱਧਦੇ ਨੇ। ਪਰ ਕਿਤੇ ਨਾ ਕਿਤੇ ਸਾਨੂੰ ਵਿਵਾਦ ਵਧਾਉਣ ਦੀ ਜ਼ਰੂਰਤ ਨਹੀਂ, ਪਰ ਇਹਨਾਂ ਵਹਿਵਤਾਂ ਨੂੰ ਜ਼ਰੂਰ ਸਮਝਣ ਦੀ ਜ਼ਰੂਰਤ ਹੈ ਕਿ ਇਹਨਾਂ ਬਹੁਤੀਆਂ ਵਧੀਆਂ ਦੇ ਪਿੱਛੇ ਕਾਰਨ ਕੀ ਨੇ, ਤੇ ਉਹ ਜਿੰਨੀ ਦੇਰ ਨਹੀਂ ਸਮਝਾਂਗੇ ਤੇ ਅਸੀਂ ਇਸ ਗੱਲ ਵਿੱਚੋਂ ਕਦੇ ਵੀ ਨਹੀਂ ਨਿਕਲ ਸਕਾਂਗੇ। ਸੋ ਇਸ ਕਰਕੇ ਇਸ ਤਰ੍ਹਾਂ ਦਾ ਜਿਹੜਾ ਪੁਜਾਰੀ ਸ਼੍ਰੇਣੀਬੱਧ ਸਿਸਟਮ ਹੈ ਉਸ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਇਸ ਦੇ ਪਿੱਛੇ ਕਾਰਨ ਕੀ ਰਹੇ ਨੇ ਤੇ ਕਿਵੇਂ ਇਸ ਤੋਂ ਬਚਣਾ ਸਾਨੂੰ ਚਾਹੀਦਾ। ਅੱਜ ਥੋੜੀ ਜੈਨ ਧਰਮ ਦੀਆਂ ਜਾਣਕਾਰੀਆਂ ਸਾਂਝੀਆਂ ਕਰਾਂਗੇ ਕਿ ਕੁਲਵੀਰ ਸਿੰਘ ਕੌੜਾ ਹੋਰਾਂ ਨੇ ਜੈਨ ਧਰਮ ਦੇ ਮੁਤਲਕ ਕੀ ਆਪਣੇ ਵਿਚਾਰ ਪੇਸ਼ ਕੀਤੇ ਨੇ। ਇਸ ਦੌਰਾਨ ਰਾਜਨੀਤਿਕ ਮਾਮਲਿਆਂ ਦੇ ਮਾਹਰ ਤੇ ਵਕਾਲਤ ਨਾਲ ਵਾਬਸਤਾ ਐਡਵੋਕੇਟ ਸੁਰਿੰਦਰ ਸਿੰਘ ਆਪਣੇ ਨਾਲ ਥੋੜੀ ਦੇਰ ਤੱਕ ਜੁੜਨਗੇ ਜਦੋਂ ਵੀ ਪ੍ਰੋਗਰਾਮ ਖਤਮ ਹੁੰਦਾ ਹੈ। ਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਦੀਆਂ ਖਬਰਾਂ ਦੀ ਮੈਂ ਤੁਹਾਨੂੰ ਮੋਟੀ ਅਪਡੇਟ ਦੇ ਦਾਂ ਕਿ ਬੜੇ ਲੰਮੇ ਸਮੇਂ ਬਾਅਦ ਅਨੁਭਵ ਬਿੰਦਰਾ ਨੇ ਜਿਸ ਤਰ੍ਹਾਂ 2008 ਦੇ ਵਿੱਚ ਓਲੰਪਿਕ ਦੇ ਵਿੱਚ ਜਿਹੜਾ ਸੋਨੇ ਦਾ ਤਗਮਾ ਜਿੱਤ ਕੇ ਦਿੱਤਾ ਸੀ। ਵੈਸੇ ਤਾਂ ਤਮਗਾ ਹੁੰਦਾ ਤੇ ਅਸੀਂ ਤਗਮਾ ਬੋਲਦੇ ਹਾਂ ਪੰਜਾਬੀ ਵਾਲੇ, ਤੇ ਸੋਹਣਾ ਵੀ ਤਗਮਾ ਹੀ ਲੱਗਦਾ ਹੈ। ਤਮਗਾ ਥੋੜਾ ਉਲਟਾ ਜਿਹਾ ਲੱਗਦਾ, ਪਤਾ ਨਹੀਂ ਕਿਉਂ, ਪਰ ਅਸਲ ਦੇ ਵਿੱਚ ਤਮਗਾ ਹੁੰਦਾ ਤੇ ਅਸੀਂ ਤਗਮਾ ਹੀ ਕਹਿੰਦੇ ਆ, ਮੈਡਲ। ਸੋ ਇਹ ਜਿਹੜਾ ਮੈਡਲ ਹੈ ਇਹ ਬੜੀ ਦੇਰ ਬਾਅਦ ਮਿਲਿਆ, ਖਾਸ ਕਰਕੇ ਜਿਹੜੀਆਂ ਇੰਡੀਵਿਜੂਅਲ ਗੇਮਸ ਨੇ ਉਹਨਾਂ ਗੇਮਸ ਦੇ ਵਿੱਚ ਇਹ ਮੈਡਲ ਜਿਹੜਾ ਭਾਰਤ ਦੀ ਝੋਲੀ ਪਿਆ ਨੇਜਾ ਸੁੱਟਣ ਦੇ ਵਿੱਚ, ਜੈਵਲਨ ਥਰੋ ਦੇ ਵਿੱਚ। ਸੋ ਭਾਰਤ ਦੇ ਨੀਰਜ ਚੋਪੜਾ ਨੇ ਟੋਕੀਓ ਓਲੰਪਿਕ ਦੇ ਵਿੱਚ ਜੈਵਲਨ ਥਰੋ ਜਿੱਤ ਕੇ ਇਹ ਇਤਿਹਾਸ ਸਿਰਜਿਆ। ਹਾਲਾਂਕਿ ਜੈਵਲਨ ਸੁੱਟਣਾ ਵੀ ਇੱਕ ਕਲਾ ਆ, ਨੇਜੇਬਾਜੀ, ਕਈ ਮੁਕਾਬਲੇ ਨੇਜੇਬਾਜੀ ਦੇ ਹੁੰਦੇ ਨੇ, ਪਰ ਜਿਸ ਤਰ੍ਹਾਂ ਇਹਦੇ ਵਾਸਤੇ ਵੀ ਇੱਕ ਖਾਸ ਕਿਸਮ ਦੀ ਤਕਨੀਕ ਹੁੰਦੀ ਹੈ। ਤੇ ਇਸ ਦੌਰਾਨ ਇਹ ਜੈਵਲਨ ਥਰੋ ਦੇ ਵਿੱਚ ਜੋ ਮੁਕਾਮ ਹਾਸਲ ਕੀਤਾ ਨੀਰਜ ਚੋਪੜਾ ਨੇ, ਸੋ ਇਹਦੇ ਪਰਿਵਾਰ ਨੂੰ, ਨੀਰਜ ਨੂੰ ਤੇ ਇਹਨਾਂ ਦੇ ਦੋਸਤਾਂ ਮਿੱਤਰਾਂ ਨੂੰ ਤੇ ਖਾਸ ਕਰਕੇ ਉਹ ਸਿਸਟਮ ਨੂੰ ਜਿਨ੍ਹਾਂ ਇਸ ਨੂੰ ਸੋਨੇ ਦਾ ਇਹ ਮੈਡਲ ਲਿਆਉਣ ਦੇ ਵਾਸਤੇ ਯੋਗਦਾਨ ਪਾਇਆ, ਸਭ ਨੂੰ ਸਲੂਟ ਹੈ, ਮੁਬਾਰਕ ਹੈ। ਤੇ ਇਹਨਾਂ ਨੇ 87.58 ਮੀਟਰ ਦੂਰੀ ਤੇ ਜੈਵਲਿਨ ਸੁੱਟ ਕੇ ਭਾਰਤ ਨੂੰ ਇਹਨਾਂ ਖੇਡਾਂ ਦੇ ਵਿੱਚ ਪਹਿਲਾ ਸੋਨ ਤਗਮਾ ਦਿਵਾਇਆ। ਹਾਲਾਂਕਿ ਐਥਲੈਟਿਕਸ ਦੇ ਵਿੱਚ ਭਾਰਤ ਦੀ ਇੱਕ ਵੱਡੀ ਪ੍ਰਾਪਤੀ ਹੈ। ਭਾਰਤ ਨੇ ਓਲੰਪਿਕ ਅੰਦਰ ਐਥਲੈਟਿਕਸ ਦੇ ਵਿੱਚ ਪਹਿਲੀ ਵਾਰੀ ਇਹ ਮੈਡਲ ਜਿੱਤਿਆ। ਤੇ ਇਸ ਤੋਂ ਪਹਿਲਾਂ ਸ਼ੂਟਿੰਗ ਦੇ ਵਿੱਚ ਅਨੁਭਵ ਬਿੰਦਰਾ ਨੇ ਪੇਚਿੰਗ ਓਲੰਪਿਕ ਦੇ ਵਿੱਚ 2008 ਦੇ ਵਿੱਚ ਇਹ ਸੋਨੇ ਦਾ ਤਗਮਾ ਜਿੱਤਿਆ ਸੀ। ਤੇ ਇਸ ਸਿਲਸਿਲੇ ਵਿੱਚ ਓਲੰਪਿਕ ਦੇ ਵਿੱਚ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੀ ਕਹਾਂਗੇ ਇਸ ਨੂੰ, ਕਿਉਂਕਿ ਇਸ ਤੋਂ ਪਹਿਲਾਂ ਭਾਰਤ ਨੇ ਕਦੇ ਵੀ ਓਲੰਪਿਕ ਦੇ ਵਿੱਚ ਇੰਨੇ ਮੈਡਲ ਨਹੀਂ ਸੀ ਜਿੱਤੇ ਜਿੰਨੀ ਇਸ ਵਾਰੀ ਟੋਕੀਓ ਦੇ ਵਿੱਚ ਜਿੱਤੇ ਨੇ। ਸੋ ਉਸ ਮੈਡਲ ਟੈਲੀ ਦੇ ਵਿੱਚ ਭਾਵੇਂ ਜਿੰਨੇ ਕੁ ਮੈਡਲ ਸਾਡੇ ਕੋਲ ਨੇ, ਇੰਨੇ ਤਾਂ ਕਈ ਇੰਡੀਵਿਜੂਅਲ ਖਿਡਾਰੀ ਕਿਸੇ ਮੁਲਕ ਦੇ ਇਕੱਲੇ ਵੀ ਲੈ ਗਏ ਨੇ। ਸਾਡੇ ਕੋਲ ਇੱਕ ਸੋਨੇ ਦਾ, 2 ਚਾਂਦੀ ਦੇ, 4 ਕਾਂਸੀ ਦੇ, ਹੁਣ ਤੱਕ 7 ਮੈਡਲ ਨੇ ਸਾਡੇ ਕੋਲ। ਪਰ 7 ਮੈਡਲ ਜੇ ਮੈਂ ਗਲਤ ਨਹੀਂ ਤੇ ਕਈ ਜਿਹੜੇ ਨੇ ਖਿਡਾਰੀਆਂ ਨੇ ਆਪਣੇ ਇਕੱਲੇ ਵਰਗ ਦੇ ਵਿੱਚ ਜਿੱਤ ਲਏ ਹੋਣੇ ਆ। ਜਿਸ ਤਰ੍ਹਾਂ ਸਤਵੀਰ ਚੌਹਾਨ ਹੋਰਾਂ ਨੇ ਜ਼ਿਕਰ ਕੀਤਾ ਸੀਗਾ ਕਿ ਉਹਨਾਂ ਦੇ ਮੁਲਕ ਦੀ ਇੱਕ ਲੜਕੀ ਹੈ ਜਿਹੜੀ ਉਹਦੇ ਕੋਲ ਇੰਨੇ ਕੁ ਮੈਡਲ ਇੰਡੀਵਿਜੂਅਲ ਨੇ ਜਿੰਨੇ ਸਾਡੇ ਕੋਲ ਸਾਰਿਆਂ ਕੋਲ ਨੇ। ਖੈਰ, ਇਸ ਤੋਂ ਇਲਾਵਾ ਹੋਰ ਕਈ ਪ੍ਰਾਪਤੀਆਂ ਨੇ, ਪਰ ਸਾਡੀਆਂ ਪ੍ਰਾਪਤੀਆਂ ਨੇ ਆਪਸੀ ਲੜੋ ਲੜਾਈ 'ਚ ਨੇ। ਪਾਣੀ ਦੀ ਵੰਡ ਨੂੰ ਲੈ ਕੇ ਅਸੀਂ ਸੂਬੇ ਲੜੇ, ਪਰ ਪਾਣੀ ਦੀ ਵੰਡ ਨੂੰ ਲੈ ਕੇ ਭਰਾ ਨੇ ਭਰਾ ਦਾ ਕਤਲ ਕਰ ਦਿੱਤਾ। ਇੱਕ ਪਾਸੇ ਪਾਣੀ ਇੰਨਾ ਵਾਫਰ ਹੋਇਆ ਪਿਆ, ਵਾਧੂ ਹੋਇਆ ਪਿਆ, ਦੂਸਰੇ ਪਾਸੇ ਮੈਂ ਵੀਡੀਓ ਤਸਵੀਰਾਂ ਵੇਖ ਰਿਹਾ ਪਟਿਆਲਾ ਦੇ ਹਸਪਤਾਲ ਦੇ ਵਿੱਚ ਮਾਨਸਾ ਦੇ ਖਿਆਲਾ ਕਲਾਂ ਦੇ ਜ਼ਿਮੀਂਦਾਰ ਦਾਖਲ ਨੇ। ਖਿਆਲਾ ਦੇ ਸਕੇ ਭਰਾ ਨਿਰਭੈ ਸਿੰਘ ਤੇ ਜੈਬ ਸਿੰਘ ਤੇ ਨੈਬ ਸਿੰਘ, ਇਹਨਾਂ ਦੇ ਦਰਮਿਆਨ ਪਾਣੀ ਦੀ ਖਾਲ ਨੂੰ ਲੈ ਕੇ ਝਗੜਾ ਹੋਇਆ। ਛੋਟੇ ਭਰਾ ਹਰਵੰਸ ਸਿੰਘ ਦੀ ਕੱਲ ਸ਼ਾਮੀ ਪਾਣੀ ਦੀ ਵਾਰੀ ਸੀ ਤੇ ਇਸ ਦੌਰਾਨ ਉਸ ਨੇ ਪਾਣੀ ਲਾ ਲਿਆ। ਜਦੋਂ ਕਿ ਅਜੈਬ ਸਿੰਘ ਆਪਣੇ ਖੇਤਾਂ ਨੂੰ ਪਾਣੀ ਲਾਉਣ ਗਿਆ ਤਾਂ ਨਿਰਭੈ ਨੇ ਉਸ ਨੂੰ ਰੋਕਿਆ, ਜਿਸ ਦੌਰਾਨ ਕੁਝ ਵਿਅਕਤੀ ਹਥਿਆਰ ਲੈ ਕੇ ਆ ਕੇ ਗੋਲੀਆਂ ਚੱਲ ਗਈਆਂ। ਇਸ ਘਟਨਾ ਦੇ ਵਿੱਚ ਮਨਦੀਪ ਸਿੰਘ, ਜਸਵਿੰਦਰ ਸਿੰਘ, ਅਜੈਬ ਸਿੰਘ ਤੇ ਨੈਬ ਸਿੰਘ ਜ਼ਖਮੀ ਹੋ ਗਏ। ਇਹਨਾਂ ਨੂੰ ਮਾਨਸਾ ਦੇ ਹਸਪਤਾਲ ਲਿਜਾਇਆ ਗਿਆ ਤੇ ਇੱਥੋਂ ਫਿਰ ਇਹਨਾਂ ਦੀ ਹਾਲਤ ਗੰਭੀਰ ਵੇਖਦਿਆਂ ਇਹਨਾਂ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ। ਤੇ ਇਸ ਸਿਲਸਿਲੇ ਵਿੱਚ ਜਿਹੜਾ ਇਹ ਵਰਤਾਰਾ ਹੈ ਕਿ ਪਾਣੀ ਦੀ ਵਾਰੀ ਨੂੰ ਲੈ ਕੇ ਇਹਨਾਂ ਭਰਾਵਾਂ ਨੇ ਇੱਕ ਦੂਸਰੇ ਦਾ ਖੂਨ ਬਹਾਇਆ, ਗੋਲੀਆਂ ਚੱਲੀਆਂ ਤੇ ਜ਼ਿੰਦਗੀ ਤੇ ਮੌਤ ਦੀ ਜੰਗ ਇਹ ਲੜ ਰਹੇ ਨੇ। ਹਾਲਾਂਕਿ ਹੁਣ ਦੋਨਾਂ ਤਰ੍ਹਾਂ ਦੇ ਕੇਸ ਹੋਣਗੇ, ਕੋਰਟ ਕਚਹਿਰੀਆਂ, ਪੁਲਿਸ ਘਰ ਲਟਾਉਣ ਦਾ ਸਿਲਸਿਲਾ। ਸੋ ਪਾਣੀ ਦੀ ਵਾਰੀ ਨੂੰ ਲੈ ਕੇ ਜਿਸ ਤਰ੍ਹਾਂ ਇਹ ਖੂਨ ਦੀ ਜੰਗ ਹੋਈ ਹੈ, ਇਹ ਨਾ ਪਹਿਲੀ ਹੈ ਨਾ ਆਖਰੀ ਹੈ, ਕਿਉਂਕਿ ਨਾ ਤਾਂ ਇਹ ਜਿੱਦਾਂ ਨਾ ਤਾਂ ਇਹ ਬਰਬਰੀਆਂ ਵੈਰ ਸਿਆਣੇ ਲੋਕਾਂ ਕੋਲ ਹਟੇ ਨੇ। ਮਹਾਭਾਰਤ ਦੀ ਜੰਗ ਕੀ ਸੀ? ਕੌਰਵਾਂ ਤੇ ਪਾਂਡਵਾਂ ਦੀ।
उस तो बाद गुरु परिवार च देखो तुसी की कुछ नहीं होया। मसलन जे पुरातन धर्मां दी जिक्र करदे हैं, इस्लाम च जिक्र देखो की होया। हजरत मुहम्मद साहब दे दोते पोते 6-6 महीने दे बच्चे किस तरह करबला दे मैदान दे विच वड्डे गए। हजरत मुहम्मद साहब दे दोते बीबी फातिमा उन्हां दी बेटी ते किस तरह हसन ते हुसैन दीयां शहादतां हुंदियां ने कि किस तरह उन्हां दे खून नूं तड़फदिਆਂ ਨੂੰ पानी भी नहीं दिता गया। सो इस करके इस तरह हिंदू धर्म ਦੇ ਵਿੱਚ ਵੀ हर धर्म ਦੇ ਵਿੱਚ ਜਿਹੜੇ ਪੁਰਾਤਨ ਸਾਡੇ ਸਿਆਣੇ ਲੋਕ ਹੋਏ ਨੇ ਉਹਨੂੰ ਭਾਵੇਂ ਤੁਸੀਂ ਵਿਧੀ ਦਾ ਵਿਧਾਨ ਕਹੀ ਜਾਓ, ਖੂਣੀਆਂ ਦੀਆਂ ਖੂਣੀਆਂ ਫੌਜ ਇਸ ਖੋਰ ਦੇ ਵਿੱਚ ਖਤਮ ਹੋਈ ਹੈ, ਇਸ ਵੈਰ ਦੇ ਵਿੱਚ ਖਤਮ ਹੋਈ ਹੈ। ਇਹ ਵਰਤਾਰਾ ਪਰ ਅਫਸੋਸ ਹੈ, मैं अक्सर कहना होना कि मार्च तो लैके सितंबर तक बड़े माड़े महीने ने। इस दौरान एक दूसरे के खून के प्यासे पंजाबी हो ही जाते हैं। सो इस तो कुछ समझण की जरूरत है। सिर्फ लालच, हैंकड़, आपसी जिद वैस, ईरखा इस दे विच वड्डा कारण है। तो इस सिलसिले विच जिहड़ी ईरखा जरूरी नहीं कि वह दमड़ियां नूं लैके होवे। ईरखा जिहड़ी किते ना किते सियासी रंजिशां दे कारण भी हुंदी है ते होर आपसी हैंकड़ मुछ दा सवाल कारण भी हुंदी है। सो इसी तरह चंडीगढ़ दे विच कतल होया। अकाली दल दी, श्रोमणी अकाली दल दी जथेबंदी है जिहड़ी स्टूडेंट ऑफ इंडिया जिन्हों SOI कहा जाता है, ये राजू खन्ना होरां ने शुरू की सी, जिहड़े अजकल MLA दी चोण भी लड़दे ने अमलोह तो। इस दा साबका प्रधान सी विक्की मिड्डू खिड़ा। मोहाली दे विच इसदा कतल हो गया। 10 गोलियां इसनूं मारियां गईयां। पूरे मोहाली दे विच दहशत अज उस वक्त वापरी ਜਦੋਂ मोहाली ਦੇ ਸੈਕਟਰ 71 ਦੀ ਕਮਿਊਨਿਟੀ ਸੈਂਟਰ ਨੇੜੇ ਇਹ ਵਾਕਾ ਵਾਪਰਿਆ। ਤੇ ਇਸ ਦੌਰਾਨ ਇਸ ਸਿਲਸਿਲੇ ਵਿੱਚ ਮਨਦੀਪ ਸਿੰਘ ਸੀ ਜਿਹੜਾ ਉਸ ਨੂੰ ਜਿਹੜਾ ਵਿੱਕੀ ਸੀ, ਇਹ ਆਪਣੇ ਸਾਥੀਆਂ ਦੀ ਮਦਦ ਨਾਲ ਵਿੱਕੀ ਨੂੰ ਪਿੰਡ ਵਾਸੀ ਸੀ ਜਿਹੜੇ ਉਸ ਇਲਾਕੇ ਦੇ ਲੋਕ ਸੀ, ਇਹਨਾਂ ਨੇ ਜ਼ਖਮੀ ਹੋਏ ਵਿੱਕੀ ਮਿੱਡੂ ਖੇੜਾ ਨੂੰ ਜਿਹੜਾ ਹਸਪਤਾਲ ਪਹੁੰਚਾਇਆ ਗਿਆ ਤੇ 2 ਘੰਟੇ ਬਾਅਦ उसकी मौत हो गई। ਮਟੌਰ ਪੁਲਿਸ ਦਾ ਜਿਹੜਾ ਥਾਣਾ ਮਟੌਰ ਹੈ ਉਹਦੇ ਕਰਮਚਾਰੀ ਵੀ ਮੌਕੇ ਤੇ ਪੁੱਜੇ। ਤੁਸੀਂ ਵੇਖੋ ਕਿ ਸ਼ਰੇਆਮ ਤੁਸੀਂ ਫੁਟੇਜ ਵੇਖੋ, ਵੀਡੀਓ ਫੁਟੇਜ, ਪਿਕਚਰਾਂ ਘੁੰਮ ਰਹੀਆਂ ਨੇ ਕਿ ਕਿਸ ਤਰ੍ਹਾਂ ਮੂੰਹ ਢਕੇ ਨੇ, ਸੂਟੜ ਬੂਟੜ ਵਧੀਆ ਘਰਾਂ ਦੇ ਨੌਜਵਾਨ ਨੇ ਕਿ ਕਿਸ ਤਰ੍ਹਾਂ ਪਿਸਟਲ ਲੈ ਕੇ ਗੋਲੀਆਂ ਇੱਕ ਦੂਸਰੇ ਤੇ ਦਾਗ ਰਹੇ ਨੇ। ਲਗਜ਼ਰੀ ਕਾਰਾਂ ਖੜੀਆਂ ਨੇ ਤੇ ਇੱਕ ਦੂਸਰੇ ਤੇ ਕਿਸ ਤਰ੍ਹਾਂ ਗੋਲੀਆਂ ਚੱਲੀਆਂ ਨੇ ਅੱਜ ਇਹ। ਸੋ ਇਹ ਸਟੂਡੈਂਟ ਆਰਗੇਨਾਈਜੇਸ਼ਨ इंडिया SOI ਦਾ ਜਿਹੜਾ ਸਾਬਕਾ ਪ੍ਰਧਾਨ ਸੀ, ਸ਼੍ਰੋਮਣੀ ਅਕਾਲੀ ਦਲ ਤੋਂ ਟਿਕਟ ਵੀ ਲੜੀ ਸੀ ਇਸ ਪਰਿਵਾਰ ਨੇ, ਤੇ ਇਸ ਦਾ ਜਿਹੜਾ ਘਿਨਾਉਣਾ ਕਤਲ ਅੱਜ ਮੋਹਾਲੀ ਦੇ ਵਿੱਚ ਹੋਇਆ। ਸੋ ਇਹ ਵਰਤਾਰੇ ਨੇ ਜਿਹੜੇ ਆਪਸੀ ਸਿਆਸੀ ਰੰਜਿਸ਼ਾਂ, ਆਪਸੀ ਜਦਵੈਂਸ ਦੇ ਨੇ। ਤੇ ਜਿਸ ਦੌਰਾਨ मोहाली ਦੇ ਵਾਰਡ ਨੰਬਰ 38 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਨਗਰ ਨਿਗਮ ਦੀ ਚੋਣ ਲੜਨ ਵਾਲੇ ਸੀਨੀਅਰ ਯੂਥ ਆਗੂ ਨੇ ਅਜੇਪਾਲ ਮਿੱਡੂ ਖੇੜਾ, ਉਸ ਦਾ ਇਹ ਛੋਟਾ ਭਰਾ ਸੀਗਾ ਵਿੱਕੀ ਮਿੱਡੂ ਖੇੜਾ ਜੋ SOI ਦਾ ਪ੍ਰਧਾਨ ਸੀ ਸਾਬਕਾ, ਉਸ ਦਾ ਕਤਲ ਅੱਜ ਹੋਇਆ। ਸੋ ਇਹ ਜਿਹੜੀਆਂ ਨਿੱਜੀ ਰੰਜਿਸ਼ਾਂ ਕਿਹੜਾਂ ਤੋਂ ਲੈ ਕੇ ਇਹ ਕਹਿਰ ਸਦੀਆਂ ਤੱਕ ਲਗਾਤਾਰ ਜਾਰੀ ਰਿਹਾ ਹੁਣ ਤੱਕ। ਖੈਰ ਇਹਦੇ ਕਾਰਨ ਸਾਨੂੰ ਪੜਚੋਲਣੇ ਹੋਣਗੇ। ਕੁਲਵੀਰ ਸਿੰਘ ਕੌੜਾ ਨੇ ਧਰਮਾਂ ਦੀ ਇਸ ਲੜਾਈ, ਧਰਮਾਂ ਦੇ ਇਸ ਵਖਰੇਵਿਆਂ ਦੇ ਬਾਰੇ, ਠੀਕ ਹੈ ਉਹਨਾਂ ਦੀ ਭਾਸ਼ਾ ਕਈ ਜਗ੍ਹਾ ਸਖਤ ਵੀ ਹੈ, ਪਰ ਮੈਂ ਤਾਂ ਉਸ ਭਾਸ਼ਾ ਨੂੰ ਫਿਰ ਆਪਣੇ ਸ਼ਬਦਾਂ ਦੇ ਵਿੱਚ ਬਦਲ ਦਿੰਦਾ ਜਾਂ ਨਕਾਰ ਦਈਦਾ। ਜੈਨ ਧਰਮ ਦੇ ਮੁਤਲਕ ਕਾਫੀ ਲੰਮੇ ਚੌੜੇ ਹਵਾਲੇ ਲਿਖੇ ਨੇ। ਹੁਣ ਜੈਨ ਧਰਮ ਦੇ ਵਿੱਚ ਜਿਹੜੇ ਸ਼ਿਵਤਾਂਬਰ ਤੇ ਪਿਤਾਂਬਰ ਨੇ, ਇਹ ਵੀ ਕਿ ਇੱਕ ਭਗਵਾਨ ਦੀਆਂ ਅੱਖਾਂ ਖੁੱਲੀਆਂ ਤੇ ਇੱਕ ਭਗਵਾਨ ਦੀਆਂ ਅੱਖਾਂ ਬੰਦ। ਇਹਨਾਂ ਗੱਲਾਂ ਨੂੰ ਲੈ ਕੇ ਹੀ ਇਹਨਾਂ 'ਚ ਇੱਕ ਦੂਸਰੇ ਦਾ ਖੂਨ ਡੋਲਿਆ ਜਾਂਦਾ। ਤੁਸੀਂ ਵੇਖੋ, ਇੱਕ ਕਹਿੰਦੇ ਖੁੱਲੀਆਂ ਅੱਖਾਂ ਵਾਲਾ ਭਗਵਾਨ ਪੂਜਣਾ, ਇੱਕ ਕਹਿੰਦੇ ਬੰਦ ਅੱਖਾਂ ਵਾਲਾ ਭਗਵਾਨ ਪੂਜਣਾ। ਦੱਸੋ ਕੀ ਧਰਮਾਂ ਨੂੰ ਤੁਸੀਂ ਕੀ ਕਰੋਗੇ? ਇੱਕ ਇਹਨਾਂ ਦਾ ਜੈਨ ਮੁਨੀ ਹੁੰਦਾ ਸੀ ਕੜਵੇ ਪ੍ਰਵਚਨਾਂ ਵਾਲਾ, ਪਿੱਛੇ ਜੇ ਉਹ ਜਿਹੜਾ ਹਰਿਆਣਾ ਦੀ ਵਿਧਾਨ ਸਭਾ 'ਚ ਵੀ ਆਇਆ ਸੀ ਜਦੋਂ ਜਿਹੜੇ ਨੇ ਡਡਵਾਨੀ ਨੇ ਆਮ ਆਦਮੀ ਪਾਰਟੀ 'ਚ ਸੀਗੇ, ਉਹਗੇ ਕੰਪੋਜ਼ਰ ਸੀਗੇ, ਉਹਨਾਂ ਨੇ ਕਿਤੇ ਕਿਉਂਕਿ ਕੱਪੜੇ ਨਹੀਂ ਪਹਿਨਦੇ, ਨੰਗੇ ਰਹਿੰਦੇ ਨੇ, ਸਿਰਫ ਆਪਣੇ ਅੱਗੇ ਮੋਰ ਦੇ ਪੰਖਾਂ ਦੀ ਪੱਖੀ ਜੀ ਕਰ ਲੈਂਦੇ ਨੇ। ਤੇ ਕੇਜਰੀਵਾਲ ਵੀ ਉਹਨਾਂ ਜੈਨ ਸਾਧੂਆਂ ਨੂੰ ਪੂਜਦੇ ਨੇ ਜਿਸ ਦੇ ਵਿੱਚ ਅਲਫ ਨੰਗੇ ਇਹ ਜੈਨ ਸਾਧੂ ਨੂੰ ਦੀ ਪੂਜਾ ਕਰ ਰਹੇ ਸੀ ਕੇਜਰੀਵਾਲ ਦੀ ਪਤਨੀ ਥਾਲੀ ਲੈ ਕੇ। ਤੇ ਉਸ ਦੌਰਾਨ ਇਹ ਜਦੋਂ ਹਰਿਆਣਾ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਇਆ ਸੀ ਤਾਂ ਇਹਨਾਂ ਦੇ ਜੈਨ ਮੁਨੀ ਸੀ ਜਿਹੜੇ ਕੜਵੇ ਪ੍ਰਵਚਨਾਂ ਵਾਲੇ, ਮੈਨੂੰ ਨਾਂ ਨਹੀਂ ਯਾਦ ਉਹਨਾਂ ਦਾ, ਬਹੁਤ ਗੁੱਸੇ 'ਚ ਆ ਜਾਂਦੇ ਸੀ ਇੱਕਦਮ। ਤੇ ਉਹ ਜਿਹੜੇ ਨੇ ਹਰਿਆਣਾ ਵਿਧਾਨ ਸਭਾ 'ਚ ਆਏ ਸੀ ਤਾਂ ਉਦੋਂ ਫਿਰ ਸਤੀਸ਼ ਡਡਵਾਨੀ ਹੋਰਾਂ ਨੇ ਕਮੈਂਟ ਕਰ ਦਿੱਤਾ ਸੀ, ਕਹਿੰਦੇ ਉਡੀਕ ਤਾਂ ਕਰਦੇ ਸੀਗੇ ਅੱਛੇ ਦਿਨਾਂ ਦੀ ਪਰ ਆ ਗਏ ਬਿਨਾਂ ਕੱਛਾ ਦਿਨ।
ਤੇ ਇਸ ਬਣਾ ਤੇ ਕਿਉਂਕਿ ਸਤਿੰਦਰ ਜੈਨ ਜੈਨੀਆਂ ਦੇ ਜਿਹੜੇ ਨੇ ਭਾਈਚਾਰੇ ਨਾਲ ਸੰਬੰਧਿਤ ਮਿਨਿਸਟਰ ਨੇ ਕੇਜਰੀਵਾਲ ਵਜ਼ਾਰਤ ਦੇ ਵਿੱਚ, ਤੇ ਫਿਰ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਜਿਹੜੀ ਹੈ ਉਹ ਮਾਫੀ ਮੰਗਵਾਈ ਸੀ ਸਤੀਸ਼ ਡਡਵਾਨੀ ਤੋਂ। ਖੈਰ, ਭਾਰਤ ਵਿੱਚ ਪੈਦਾ ਹੋਏ ਧਰਮਾਂ ਦੇ ਵਿੱਚੋਂ ਜੈਨ ਧਰਮ ਵੀ ਇੱਕ ਹੈ। ਸੋ ਜੈਨੀਆਂ ਦੇ ਗੁਰੂ ਮਹਾਵੀਰ ਵੀ ਬੁੱਧ ਧਰਮ ਦੇ ਮਹਾਤਮਾ ਤੇ ਸਿੱਖਾਂ ਦੇ 10 ਗੁਰੂਆਂ ਵਾਂਗ ਕਸ਼ਤਰੀ ਨੇ, ਤੇ ਬਾਕੀ ਜੈਨ ਧਰਮ ਦੇ 24 ਦੇ 24 ਤੀਰਥੰਕਰ ਜਾਣੀ ਉਹਨਾਂ ਦੇ ਅਗਲੇ ਗੁਰੂ ਵੀ ਖੱਤਰੀ ਨੇ। ਇਹਨਾਂ ਦੀਆਂ ਮੁੱਖ ਸੰਪਰਦਾਵਾਂ ਨੇ ਦਿਗੰਬਰ ਤੇ ਸ਼ਿਵਤਾਂਬਰ। ਦਿਗੰਬਰ ਜਿਹੜੇ ਬਿਲਕੁਲ ਬਿਨਾਂ ਕੱਪੜਿਆਂ ਤੋਂ ਰਹਿੰਦੇ ਨੇ, ਸ਼ਿਵਤਾਂਬਰ ਜੈਨ ਨੇ। ਸ਼ਿਵਤਾਂਬਰ ਸਫੈਦ ਕੱਪੜੇ ਪਾਉਂਦੇ ਨੇ, ਇਹਨਾਂ ਦਾ ਨਾਂ ਸ਼ਿਵਤਾਂਬਰ ਪੈ ਗਿਆ, ਤੇ ਦਿਗੰਬਰ ਬਿਲਕੁਲ ਨੰਗੇ ਰਹਿੰਦੇ ਨੇ। ਜਿਵੇਂ ਉਹ ਮਾਈ ਭਾਗੋ ਦਾ ਪ੍ਰਸੰਗ ਨਹੀਂ ਸੀ ਆ ਗਿਆ ਕਿ ਉਹ ਦਿਗੰਬਰ ਅਵਸਥਾ 'ਚ ਹੈ, ਕਿਉਂਕਿ ਇਹ ਮੰਨਦੇ ਨੇ ਕਿ ਜਿਹੜੀਆਂ ਚਾਰੇ ਦਿਸ਼ਾਵਾਂ ਨੇ ਉਹ ਸਾਡੇ ਕੱਪੜੇ ਨੇ, ਇਸ ਕਰਕੇ ਸਾਨੂੰ ਕੱਪੜੇ ਪਾਉਣ ਦੀ ਜ਼ਰੂਰਤ ਨਹੀਂ। ਪਰ ਉਹ ਕੜਵੇ ਪ੍ਰਵਚਨਾਂ ਵਾਲੇ ਜਾਂ ਹੋਰ ਵੀ, ਜੇ ਚਾਰੇ ਦਿਸ਼ਾਵਾਂ ਕੱਪੜੇ ਨੇ, ਕੋਈ ਪਾਰਦਰਸ਼ਤਾ ਦੀ ਲੋੜ ਨਹੀਂ, ਤਾਂ ਫਿਰ ਐਨਕਾਂ ਵੀ ਲਗਾਈਆਂ ਜਾਂਦੀਆਂ ਨੇ। ਫਿਰ ਐਨਕਾਂ ਦੀ ਵੀ ਕੀ ਜ਼ਰੂਰਤ ਹੈ ਜੇ ਕੱਪੜੇ ਨਹੀਂ ਪਾਉਣੇ, ਕਿਉਂਕਿ ਮੌਸਮ ਦੇ ਮੁਤਲਕ ਤੁਹਾਨੂੰ ਇਹ ਚੀਜ਼ਾਂ ਕਰਨੀਆਂ ਪੈਂਦੀਆਂ ਨੇ ਜ਼ਰੂਰ ਮੁਤਾਬਕ। ਜੈਨ ਧਰਮ ਦੇ ਪਹਿਲੇ ਤੀਰਥੰਕਰ ਸੀ ਜਿਹੜੇ ਉਹ ਰਿਸ਼ਵਦੇਵ ਸਨ। ਆਪਣੇ ਧਰਮ ਦੇ ਵਿੱਚ ਇਹਨਾਂ ਨੇ ਹਿੰਸਾ ਦੇ ਸਿਧਾਂਤ ਕਾਰਨ ਪ੍ਰਸਿੱਧੀ ਪ੍ਰਾਪਤ ਕੀਤੀ। ਅਸਲ ਦੇ ਵਿੱਚ ਸ਼ਬਦ ਜੈਨ ਜਿਨ ਤੋਂ ਬਣਿਆ, ਜਿਸ ਦਾ ਅਰਥ ਹੁੰਦਾ ਹੈ ਕਿ ਆਪਣੀਆਂ ਸਾਰੀਆਂ ਇਛਾਵਾਂ ਤੇ ਕਾਮਨਾਵਾਂ ਤੇ ਜਿੱਤ ਪ੍ਰਾਪਤ ਕਰਨਾ। ਜਿਨ ਤੋਂ ਜੈਨ ਬਣਿਆ। ਜਦੋਂ ਜੈਨੀ ਆਪਸ ਵਿੱਚ ਗੱਲ ਕਰਦੇ ਨੇ ਤਾਂ ਤੀਰਥੰਕਰ ਨੂੰ ਵੀ ਜਿਨ ਆਖ ਕੇ ਵਡਿਆਉਂਦੇ ਨੇ। ਤੀਰਥੰਕਰ ਤੋਂ ਭਾਵ ਧਾਰਮਿਕ ਗੁਰੂ। ਵੈਸੇ ਤਾਂ ਜੈਨ ਧਰਮ ਸਾਰੇ ਭਾਰਤ ਵਿੱਚ ਹੈ, ਪਰ ਇਸ ਦੇ ਪੂਰਬ ਦੇ ਵਿੱਚ ਮਗਧ, ਪੱਛਮ ਦੇ ਵਿੱਚ ਗੁਜਰਾਤ, ਦੱਖਣ ਦੇ ਵਿੱਚ ਕਰਨਾਟਕ ਦੇ ਵਿੱਚ ਇਸ ਦੇ ਪੈਰੋਕਾਰ ਜ਼ਿਆਦਾ ਨੇ। ਤੇ ਮਹਾਵੀਰ 24ਵੇਂ ਤੀਰਥੰਕਰ ਨੇ ਇਸ ਧਰਮ ਦੇ, ਜਿਨ੍ਹਾਂ ਨੂੰ ਵਰਧਮਾਨ ਵੀ ਕਿਹਾ ਜਾਂਦਾ ਹੈ। ਕੱਪੜੇ ਦਾ ਬਹੁਤਾ ਕਾਰੋਬਾਰ ਜਾਂ ਵਰਧਮਾਨ ਨਿਟਿੰਗ ਯਾਰਨ ਜਾਂ ਹੋਰ ਚੀਜ਼ਾਂ ਨੇ, ਇਹ ਜੈਨੀਆਂ ਦਾ ਕਾਰੋਬਾਰ ਹੈ। ਤੇ ਸਿੱਖਾਂ ਦੇ 10 ਗੁਰੂਆਂ ਬਾਅਦ ਇਹਨਾਂ ਦੇ ਵੀ 24 ਤੀਰਥੰਕਰਾਂ ਤੋਂ ਬਾਅਦ ਕੋਈ ਤੀਰਥੰਕਰ ਜਾਣੀ ਕਿ ਗੁਰੂ ਨਹੀਂ ਹੋਇਆ ਮਹਾਵੀਰ ਤੋਂ ਬਾਅਦ। ਇਹ ਇਹਨਾਂ ਦੇ 24ਵੇਂ ਆਖਰੀ ਗੁਰੂ ਸਨ। ਜੈਨੀਆਂ ਦੇ 24 ਤੀਰਥੰਕਰ ਭਾਵੇਂ ਖੱਤਰੀ ਸਨ, ਪਰ ਉਹਨਾਂ ਦੇ 11 ਦੇ 11 ਜਿਹੜੇ ਗੰਧਰਵ ਚੇਲੇ ਸਨ ਅੱਗੇ, ਉਹ ਸਾਰੇ ਬ੍ਰਾਹਮਣ ਸਨ। ਗੰਧਰਵ ਕਹਿੰਦੇ ਆ ਜਿਨ੍ਹਾਂ ਨੂੰ। ਉਹਨਾਂ ਬ੍ਰਾਹਮਣਾਂ ਨੇ ਪੂਰਾ ਜੈਨ ਧਰਮ ਬ੍ਰਾਹਮਣੀ ਰੰਗ ਦੇ ਵਿੱਚ ਰੰਗ ਦਿੱਤਾ। ਐਸਾ ਸਾਹਿਤ ਰਚਿਆ ਕਿ ਜੈਨੀਆਂ ਦੀ ਪੂਰੀ ਹੋਂਦ ਬ੍ਰਾਹਮਣ ਨੇ ਆਪਣੇ ਹੱਥਾਂ ਦੇ ਵਿੱਚ ਕਰ ਲਈ। ਜਿਸ ਤਰ੍ਹਾਂ ਜੈਨ ਧਰਮ ਦੇ 2 ਵੱਖਰੇ ਟੁਕੜੇ ਹੋ ਗਏ, ਦਿਗੰਬਰ ਤੇ ਸ਼ਿਵਤਾਂਬਰ, ਜੈਨੀ ਆਪਸ ਦੇ ਵਿੱਚ ਵੰਡੇ ਗਏ। ਜਾਣੀ ਕਿ ਹੋਇਆ ਇਹ ਕਿ ਜਿਹੜੇ ਆਖਰੀ ਤੀਰਥੰਕਰ ਸੀ ਇਹਨਾਂ ਦੇ ਜੈਨੀਆਂ ਦੇ ਮਹਾਵੀਰ, ਉਹਨਾਂ ਦੇ ਜਿਹੜੇ ਅੱਗੋਂ 11 ਦੇ 11 ਚੇਲੇ ਸੀ ਉਹ ਬ੍ਰਾਹਮਣ ਸੀ। ਉਸ ਤੋਂ ਬਾਅਦ ਇਹਨਾਂ ਦਾ ਸਾਹਿਤ ਦਾ ਰੌਲਾ, ਮਰਿਆਦਾ ਦਾ ਰੌਲਾ ਜਿਵੇਂ ਸਿੱਖਾਂ 'ਚ ਹੈ, ਪੈਂਦਾ ਗਿਆ। ਸੋ ਇਹ ਸ਼ਿਵਤਾਂਬਰ ਤੇ ਦਿਗੰਬਰ ਇੱਕ ਦੂਸਰੇ ਦੇ ਖੂਨ ਦੇ ਵੈਰੀ ਹੋ ਗਏ। ਦਿਗੰਬਰ ਨੇ ਜਿਹੜੇ ਨੰਗੇ ਰਹਿੰਦੇ ਨੇ, ਉਹ ਖੁੱਲੀ ਅੱਖ ਵਾਲੇ ਮਹਾਵੀਰ ਦੀ ਮੂਰਤੀ ਦੇ ਸਾਹਮਣੇ ਪੂਜਾ ਕਰਦੇ ਨੇ, ਜਦੋਂ ਕਿ ਚਿੱਟੇ ਕੱਪੜਿਆਂ ਵਾਲੇ ਜਿਹੜੇ ਤੁਸੀਂ ਵੇਖਿਆ ਕਿ ਉਹ ਕਈ ਵਾਰੀ ਤੁਰੇ ਜਾਂਦੇ ਹੁੰਦੇ ਆ, ਪੈਦਲ ਜਾਂਦੇ ਆ, ਜੁੱਤੀ ਨਹੀਂ ਪਾਉਂਦੇ ਕਿ ਪੈਰਾਂ ਹਟਾ ਕੇ ਕੋਈ ਜੀਵ ਨਾ ਮਾਰਿਆ ਜਾਵੇ। ਮੂੰਹ ਤੇ ਮਾਸਕ ਲਾ ਕੇ ਰੱਖਦੇ ਨੇ ਕਿ ਮੂੰਹ ਦੇ ਰਾਹੀਂ ਕੋਈ ਜੀਵ ਹੱਤਿਆ ਨਾ ਹੋ ਜੇ, ਕੋਈ ਕੀੜਾ ਪਤੰਗਾ ਅੰਦਰ ਨਾ ਚਲਿਆ ਜਾਵੇ। ਜਿਹੜੀਆਂ ਧਰਤੀ ਹੇਠਲੀਆਂ ਚੀਜ਼ਾਂ ਨੇ, ਜਿਵੇਂ ਗੰਢੇ ਹੋ ਗਏ, ਮੂਲੀ ਹੋ ਗਈ, ਲਸਣ ਹੋ ਗਿਆ, ਪਿਆਜ਼ ਹੋ ਗਿਆ, ਆਲੂ ਹੋ ਗਏ, ਕੋਈ ਵੀ ਚੀਜ਼ ਜਿਹੜੀ ਧਰਤੀ 'ਚ ਪੈਦਾ ਹੁੰਦੀ ਹੈ, ਕੰਦ ਹੈ ਜਿਹੜੀ ਕੰਦ ਮੂਲ ਹੈ, ਉਹ ਇਹ ਨਹੀਂ ਖਾਂਦੇ, ਕਿਉਂਕਿ ਇਹਨਾਂ ਨੂੰ ਲੱਗਦਾ ਕਿ ਉਸ ਦੇ ਵਿੱਚ ਕੀੜੇ ਨੇ। ਜਿਹੜੀ ਧਰਤੀ 'ਚ ਪੈਦਾ ਹੁੰਦੀ ਹੈ, ਧਰਤੀ ਦੇ ਜਿਹੜੇ ਉੱਪਰ ਅਨਾਜ ਪੈਦਾ ਹੁੰਦਾ ਨਾ, ਇਹ ਉਹ ਖਾਂਦੇ ਨੇ। ਜਿਹੜਾ ਧਰਤੀ ਦੇ ਵਿੱਚ ਅਨਾਜ ਪੈਦਾ ਹੁੰਦਾ ਉਹ ਨਹੀਂ ਖਾਂਦੇ। ਪਰ ਜੜ੍ਹਾਂ ਤਾਂ ਧਰਤੀ 'ਚੋਂ ਹੀ ਆਉਂਦੀਆਂ ਨੇ, ਕੀੜਾ ਜੜ੍ਹਾਂ 'ਚ ਹੋ ਕੇ ਫਲ 'ਚ ਕਿਉਂ ਨਹੀਂ ਆ ਸਕਦਾ। ਖੈਰ, ਮਿੱਥਾਂ ਨੇ ਆਪਣੀਆਂ। ਜੇ ਇਹ ਦਿਗੰਬਰ ਜਾਣੀ ਕਿ ਨੰਗੇ ਜੈਨੀ ਤੇ ਚਿੱਟੇ ਕੱਪੜਿਆਂ ਵਾਲੇ ਸ਼ਿਵਤਾਂਬਰ ਜੈਨੀ ਆਪਸ ਦੇ ਵਿੱਚ ਇਕੱਠੇ ਹੋ ਜਾਣ ਇੱਕ ਮੰਦਿਰ 'ਚ, ਤੇ ਉੱਥੇ ਦੋਵੇਂ ਧੜੇ ਵੱਖੋ ਵੱਖਰੀ ਪੂਜਾ ਦੀ ਜਿੱਦ ਕਰਦੇ ਨੇ, ਤੇ ਇਸ ਗੱਲ ਤੇ ਫਸਾਦ ਵੀ ਹੋਏ ਨੇ, ਡਾਂਗਾ ਸੋਟੇ ਵੀ ਚੱਲੇ ਨੇ ਤੇ ਖੂਨ ਵੀ ਚੋਇਆ। ਹਿੰਸਾ ਦੀ ਪੁਜਾਰੀ ਕੌਮ ਮਾਰਨ ਤੇ ਤੁਲ ਜਾਂਦੀ ਹੈ, ਸਿਰਫ ਇਸੇ ਗੱਲ ਤੇ ਕਿ ਇੱਕ ਨੇ ਮਹਾਵੀਰ ਖੁੱਲੀਆਂ ਅੱਖਾਂ ਵਾਲੇ ਪੂਜਣੇ ਨੇ ਤੇ ਇੱਕ ਨੇ ਬੰਦ ਅੱਖਾਂ ਵਾਲੇ। ਤੁਸੀਂ ਕੀ ਕਰੋਗੇ? ਇਸ ਗੱਲ ਤੋਂ ਬਾਅਦ ਹਾਲਾਂਕਿ ਉਹ ਕਮਿਊਨਿਟੀ ਜਿਹੜੀ ਕਿ ਹਿੰਸਾ ਦੀ ਪੁਜਾਰੀ ਹੈ, ਜਿਹੜੀ ਕਿ ਤਪਦੀਆਂ ਧੁੱਪਾਂ 'ਚ ਨੰਗੇ ਪੈਰ ਤੁਰਦੀ ਹੈ, ਪਰ ਜਦੋਂ ਇੰਨੀ ਗੱਲ ਤੇ ਕੀ ਜੇ ਭਗਵਾਨ, ਤੁਸੀਂ ਵੇਖੋ ਕਿ ਕੀ ਕਦੇ ਮਹਾਵੀਰ ਨੇ ਜ਼ਿੰਦਗੀ 'ਚ ਅੱਖਾਂ ਨਹੀਂ ਬੰਦ ਕੀਤੀਆਂ ਹੋਣਗੀਆਂ ਜਾਂ ਕਦੇ ਖੁੱਲੀਆਂ ਨਹੀਂ ਰੱਖੀਆਂ ਹੋਣਗੀਆਂ? ਮਤਲਬ ਭਗਵਾਨ ਦੀ ਮੂਰਤੀ ਤੇ ਵੀ ਇੰਨੀਆਂ ਪਾਬੰਦੀਆਂ ਨੇ ਕਿ ਖੁੱਲੀ ਤੇ ਬੰਦ ਅੱਖ ਦਾ ਬਖੇੜਾ ਖੜਾ ਕਰਕੇ ਉਹਨਾਂ 11 ਜਿਹੜੇ ਦਿਗੰਬਰ ਸੀਗੇ, ਇਹਨਾਂ ਦੇ ਗੰਧਰਵ ਚੇਲੇ ਸੀਗੇ ਮਹਾਵੀਰ ਦੇ, ਉਹਨਾਂ ਨੇ ਬਾਅਦ ਵਿੱਚ ਇਸ ਤਰ੍ਹਾਂ ਦਾ ਪੁਆੜਾ ਪਾਇਆ, ਉਹ ਸਾਰੇ ਬ੍ਰਾਹਮਣ ਸੀ, ਕਿ ਇਹ ਜਿਹੜੀ ਇੰਨੀ ਵਾਇਲੈਂਸ ਤੋਂ ਦੂਰ ਰਹਿਣ ਵਾਲੀ ਜਿਹੜੀ ਕਮਿਊਨਿਟੀ ਆਪਸ ਦੇ ਵਿੱਚ ਵਾਇਲੈਂਟ ਹੁੰਦੀ ਜਾਂਦੀ ਹੈ। ਬ੍ਰਾਹਮਣ ਨੇ ਇੱਥੋਂ ਤੱਕ ਘੁਸਪੈਠ ਕਰ ਲਈ ਕਿ ਜੈਨੀਆਂ ਨੇ ਆਪਣੇ ਆਪਣੇ ਵੱਖਰੇ ਪਖੰਡ ਬਣਾ ਲਏ। ਇਹਨਾਂ 2 ਧੜਿਆਂ ਦੀ ਲੜਾਈ ਅੱਗੋਂ ਲੰਘੀ ਤੇ 13 ਪੰਥੀ ਤੇ 18 ਪੰਥੀਆਂ ਦੇ ਵਿੱਚ ਵੰਡੀ ਗਈ।
ਜਦੋਂ ਕੋਈ ਉਹਨਾਂ ਦੇ ਖਾਣ ਲਈ ਭੋਜਨ ਪਾ ਰਿਹਾ ਹੋਵੇ ਜਾਂ ਉਹਨਾਂ ਨੂੰ ਭਿਕਸ਼ਾ ਪਾ ਰਿਹਾ ਜਾਂ ਉਹ ਆਪ ਭਿਕਸ਼ਾ ਮੰਗਣ ਗਿਆ ਹੋਵੇ ਤੇ ਉਸ ਦੇ ਭਾਂਡੇ ਦੇ ਵਿੱਚ ਕੋਈ ਐਸੀ ਸਬਜ਼ੀ ਜਾਂ ਕੋਈ ਖਾਣ ਵਾਲੀ ਚੀਜ਼ ਪੈ ਜਾਵੇ ਜੋ ਉਸ ਨੂੰ ਪਸੰਦ ਨਾ ਹੋਵੇ ਜਾਂ ਸਵਾਦ ਨਾ ਲੱਗਦੀ ਹੋਵੇ ਤਾਂ ਹੱਥ ਦਾ ਇਸ਼ਾਰਾ ਕਰਕੇ ਉਹ ਚੀਜ਼ ਪਾਉਣ ਤੋਂ ਰੋਕ ਦਿੰਦੇ ਨੇ। ਜੋ ਚੀਜ਼ ਜ਼ਿਆਦਾ ਸਵਾਦ ਲੱਗਦੀ ਹੋਵੇ ਉਸ ਨੂੰ ਹੋਰ ਪਾਉਣ ਦਾ ਵੀ ਇਸ਼ਾਰਾ ਕਰਦੇ ਨੇ। ਤੇ ਜੈਨੀਆਂ ਦੀ ਸਿੱਖਿਆ ਅਨੁਸਾਰ ਜੇ ਘਰ ਵਾਲਾ ਪਾ ਦੇਵੇ, ਜੋ ਵੀ ਘਰ ਵਾਲਾ ਪਾ ਦੇਵੇ ਤਾਂ ਚੁੱਪਚਾਪ ਲੈ ਲੈਣਾ ਚਾਹੀਦਾ, ਕਿਸੇ ਚੀਜ਼ ਦੀ ਮੰਗ ਨਹੀਂ ਕਰਨੀ ਚਾਹੀਦੀ। ਪਰ ਬ੍ਰਾਹਮਣ ਦੀ ਖੱਚਰ ਵਿਦਿਆ ਨਾਲ ਇਹ ਤਰੀਕਾ ਕੱਢ ਲਿਆ ਗਿਆ ਕਿ ਮੂੰਹੋਂ ਨਾ ਬੋਲੋ, ਹੱਥ ਦੀ ਸੈਨਤ ਨਾਲ ਸਵਾਦੀ ਭੋਜਨ ਵੱਧ ਲੈ ਲਓ, ਜਿਹੜਾ ਪਸੰਦ ਨਹੀਂ ਉਹਨੂੰ ਰੋਕ ਦਿਓ, ਕਿ ਬੋਲੋ ਨਹੀਂ, ਹੱਥ ਨਾਲ ਇਸ਼ਾਰਾ ਕਰ ਦਿਓ। ਹਾਲਾਂਕਿ ਜੈਨ ਧਰਮ ਗ੍ਰੰਥਾਂ ਦੇ ਵਿੱਚ ਇਹ ਲਿਖਿਆ ਕਿ ਭੋਜਨ ਇਸ ਤਰ੍ਹਾਂ ਖਾਓ ਜਿਵੇਂ ਮਿੱਟੀ ਖਾਈਦੀ ਹੈ। ਹਿੰਦੂ ਕਹਿੰਦੇ ਨੇ ਕਿ ਆਤਮਾ ਵੀ ਹੈ ਤੇ ਪਰਮਾਤਮਾ ਵੀ ਹੈ, ਪਰ ਜੈਨੀ ਕਹਿੰਦੇ ਨੇ ਕਿ ਆਤਮਾ ਹੈ ਪਰ ਪਰਮਾਤਮਾ ਨਹੀਂ ਹੈ। ਬੋਧੀ ਕਹਿੰਦੇ ਨੇ ਆਤਮਾ ਹੈ ਨਾ ਪਰਮਾਤਮਾ ਹੈ, ਵੀ ਕੋਈ ਚੀਜ਼ ਨਹੀਂ ਹੈ। ਇਸੇ ਲਈ ਇਹ ਵੱਖੋ ਵੱਖਰੇ ਧਰਮ ਨੇ। ਹਿੰਦੂ ਅਤੇ ਯਹੂਦੀ ਜਨਮ ਤੋਂ ਧਰਮ ਮੰਨਦੇ ਨੇ ਤੇ ਈਸਾਈ, ਮੁਸਲਮਾਨ, ਬੋਧੀ ਤੇ ਜੈਨੀ ਤੇ ਸਿੱਖ ਕਰਮ ਤੋਂ ਧਰਮ ਮੰਨਦੇ ਨੇ ਕਿ ਜਿਹੜਾ ਬੰਦੇ ਦਾ ਕਰਮ ਹੈ ਉਹੀ ਉਹਦਾ ਧਰਮ ਹੋ ਜਾਂਦਾ ਹੈ। ਜਿਸ ਤਰ੍ਹਾਂ ਦਾ ਕੋਈ ਕਰਮ ਕਰਦਾ ਉਸੇ ਤਰ੍ਹਾਂ ਦਾ ਉਹਦਾ ਧਰਮ ਹੈ। ਪਰ ਹਿੰਦੂ ਤੇ ਯਹੂਦੀ ਨੇ ਜਿਹੜੇ, ਉਹ ਜਨਮ ਤੋਂ ਹੀ ਧਰਮ ਮੰਨਦੇ ਨੇ ਕਿ ਜਿਹੜੇ ਧਰਮ 'ਚ ਪੈਦਾ ਹੋ ਗਿਆ ਉਹੀ ਉਹਦਾ ਧਰਮ ਹੈ। ਉਹ ਬ੍ਰਾਹਮਣ ਹੈ ਤਾਂ ਬ੍ਰਾਹਮਣ ਹੀ ਹੈ। ਯਹੂਦੀਆਂ ਦਾ ਵੀ ਇਹੀ ਹੈ। ਤੇ ਜੈਨੀ ਮੂੰਹ ਤੇ ਪੱਟੀ ਬੰਨ੍ਹਦੇ ਨੇ ਤੇ ਹਵਾ ਵਿੱਚ ਉੱਡਦਾ ਕੋਈ ਕੀਟ ਪਤੰਗਾ ਮਰ ਨਾ ਜਾਏ। ਨੰਗੇ ਪੈਰੀਂ ਇਸੇ ਕਰਕੇ ਤੁਰਦੇ ਨੇ ਕਿ ਕੋਈ ਕੀੜਾ ਮਕੌੜਾ ਪੈਰ ਹੇਠ ਆ ਕੇ ਨਾ ਮਰ ਜਾਏ। ਮੋਢੇ ਤੇ ਬ੍ਰਸ਼ਨੁਮਾ ਕੁੱਚ ਰੱਖਦੇ ਨੇ, ਜਿਵੇਂ ਆਪਣੇ ਕਹਿੰਦੇ ਨਾ ਦਾੜੀ ਤੇ ਕੁੱਚੀ ਫੇਰ ਦਿੱਤੀ ਉਹ ਬ੍ਰਸ਼ ਜਿਹਾ, ਇਸ ਤਰ੍ਹਾਂ ਇਹ ਕੁੱਚ ਰੱਖਦੇ ਨੇ। ਜਿੱਥੇ ਬੈਠਦੇ ਨੇ ਉਸ ਨੂੰ ਉਹ ਬ੍ਰਸ਼ ਨਾਲ ਸਾਫ਼ ਕਰਕੇ ਬੈਠਦੇ ਨੇ। ਜਿਹੜੀ ਉਹ ਪੱਖੀ ਵੀ ਰੱਖਦੇ ਨੇ ਆਪਣੇ ਕੋਲ, ਉਹ ਵੀ ਕੁੱਚ ਦਾ ਅਗਲਾ ਰੂਪ ਹੈ। ਤੇ ਬੈਠਣ ਦੇ ਨਾਲ ਦੇਹ ਦੇ ਭਾਰ ਕੋਈ ਜੀ ਜੰਤੂ ਦਬ ਨਾ ਜਾਵੇ। ਜੈਨੀ ਨਹਾਉਂਦੇ ਵੀ ਨਹੀਂ ਤਾਂ ਕਿ ਸਰੀਰ ਨਾਲ ਲੱਗੇ ਕੀੜੇ ਮਰ ਨਾ ਜਾਣ। ਇਹਨਾਂ ਦੇ ਵਿੱਚ ਬ੍ਰਸ਼ ਕਰਨਾ ਵੀ ਮਨਾ ਹੈ। ਤੁਸੀਂ ਵੇਖੋ, ਓ ਮਾਈ ਗॉड। ਤੇ ਤੁਸੀਂ ਵੇਖੋ ਕਿ ਬਹੁਤ ਪੜ੍ਹੇ ਲਿਖੀਆਂ ਕੁੜੀਆਂ ਕਈ ਵਾਰੀ ਜੈਨਿਜ਼ਮ ਜਿਹੜਾ ਨੇ ਉਹ ਅਡਾਪਟ ਕਰਦੀਆਂ ਨੇ। ਸਭ ਕੁਝ ਛੱਡ ਛਡਾ ਕੇ ਉਹ ਜੈਨੀ ਸਾਧੂ ਬਣ ਜਾਂਦੀਆਂ ਨੇ। ਜਾਣੀ ਕਿ ਬ੍ਰਸ਼ ਨਹੀਂ ਕਰਦੇ ਕਿ ਇਹਦੇ ਨਾਲ ਵੀ ਤੁਹਾਡੇ ਮੂੰਹ 'ਚ ਜੋ ਕੀੜੇ ਨੇ ਉਹ ਮਰ ਜਾਂਦੇ ਨੇ। ਤੇ ਨਹਾਉਂਦੇ ਵੀ ਨਹੀਂ ਤਾਂ ਕਿ ਤੁਹਾਡੇ ਸਰੀਰ ਨਾਲ ਲੱਗੇ ਜੋ ਕੀੜੇ ਨੇ ਉਹ ਮਰ ਨਾ ਜਾਣ। ਜਿਹੜਾ ਬੰਦਾ ਨਹਾਏਗਾ ਨਹੀਂ ਤੇ ਉਹਦੇ ਜੂਆਂ ਪੈ ਜਾਂਦੀਆਂ ਨੇ। ਉਸ ਤਰ੍ਹਾਂ ਨਾਲ ਇਸ ਕਰਕੇ ਸਿਰ ਨਹੀਂ ਮੁੰਨਦੇ ਕਿ ਜੂਆਂ ਨਾ ਵੱਢੀਆਂ ਜਾਣ। ਇਸੇ ਕਰਕੇ ਵਾਲਾਂ ਨੂੰ ਇਹ ਇੱਕ ਇੱਕ ਕਰਕੇ ਪੁੱਟਦੇ ਰਹਿੰਦੇ ਨੇ। ਜੈਨੀ ਮਹਾਤਮਾ ਗਾਂਧੀ ਨਾਲ ਬੜੇ ਖੁਸ਼ ਸਨ। ਸਭ ਤੋਂ ਵੱਧ ਜੈਨੀਆਂ ਨੇ ਮਹਾਤਮਾ ਗਾਂਧੀ ਗਾਂਧੀ ਨਾਲ ਜੈਨੀ ਜੇਲ੍ਹ ਜਾਂਦੇ ਰਹੇ ਕਿਉਂਕਿ ਉਹ ਹਿੰਸਾ ਨੂੰ ਨਿੰਦਦੇ ਸਨ। ਜੈਨੀਆਂ ਨੂੰ ਇਹ ਉਹਨਾਂ ਦਾ ਹਿੰਸਾ ਵਾਲਾ ਧਰਮ ਪਸੰਦ ਸੀ। DAV ਕਾਲਜ 'ਚ ਮੇਰੇ ਨਾਲ ਜੈਨੀ ਮੁੰਡੇ ਪੜ੍ਹਦੇ ਸੀ, ਲਿਖਦੇ ਨੇ ਕੌੜਾ ਸਾਹਿਬ। ਮੈਂ ਉਹਨਾਂ ਦੇ ਕਈ ਵਾਰੀ ਘਰ ਜਾਂਦਾ। ਅੱਜ ਕੱਲ੍ਹ ਜੈਨੀਆਂ ਦੇ ਮੁੰਡੇ ਜੈਨ ਧਰਮ ਦੇ ਨਿਯਮਾਂ ਦੀ ਪਾਲਣਾ ਉੱਕਾ ਹੀ ਨਹੀਂ ਕਰਦੇ। ਮੁੰਡੇ ਕੁੜੀਆਂ ਖੁਸ਼ਬੂ ਦਾ ਸਾਬਣ ਤੇਲਾਂ ਦੀ ਖੁੱਲ੍ਹ ਕੇ ਵਰਤੋਂ ਕਰਦੇ ਨੇ। ਤੇ ਉਹਨਾਂ ਦਿਨਾਂ ਦੇ ਵਿੱਚ ਜੈਨੀ ਕੋਈ ਵੀ ਹਰੀ ਸਬਜ਼ੀ ਜਾਂ ਫਲ ਨਹੀਂ ਸੀ ਖਾਂਦੇ। ਇਹ ਆਪਣਾ ਤਿਉਹਾਰ ਮਨਾਉਂਦੇ ਨੇ ਪਰਿਊਸ਼ਨ ਪਰਵ, ਜਾਣੀ ਕਿ ਇਹ ਇਹਨਾਂ ਦਾ ਪਰਿਊਸ਼ਨ ਪਰਵ ਬੜਾ ਮਸ਼ਹੂਰ ਤਿਉਹਾਰ ਹੈ। ਤੇ ਗੰਧਰਵ ਬ੍ਰਾਹਮਣਾਂ ਨੇ ਜੈਨੀਆਂ ਨੂੰ ਬੜੀਆਂ ਭਿੱਤੀਆਂ ਪੜ੍ਹਾ ਦਿੱਤੀਆਂ ਕਿ ਜਿਵੇਂ ਪਾਣੀ ਦੇ ਵਿੱਚ ਮਲ ਨਹੀਂ ਤਿਆਗਣਾ। ਵੈਸੇ ਤਾਂ ਜੈਨੀ ਪਾਣੀ ਨੂੰ ਵੀ ਪੁਣ ਕੇ ਪੀਂਦੇ ਨੇ। ਪਾਣੀ ਦੇ ਵਿੱਚ ਮਲ ਨਾ ਤਿਆਗਣ ਦਾ ਮਤਲਬ ਇਹ ਕੱਢਿਆ ਹੋਇਆ ਕਿ ਫਲਸ਼ ਸਿਸਟਮ ਵੀ ਨਹੀਂ ਵਰਤਦੇ, ਕਿਉਂਕਿ ਫਲਸ਼ ਦੇ ਵਿੱਚ ਥੋੜ੍ਹਾ ਜਿਹਾ ਪਾਣੀ ਤਾਂ ਥੱਲੇ ਰਹਿੰਦਾ ਹੀ ਹੈ। ਇਸ ਕਰਕੇ ਇਹ ਜਿਹੜੀ ਪਾਣੀ ਵਾਲੀ ਫਲਸ਼ ਹੈ ਨਾ, ਉਹ ਫਲਸ਼ ਨੇ ਇਹ ਯੂਜ਼ ਕਰਦੇ। ਸੋ ਮੇਰੇ ਇੱਕ ਜੈਨੀ ਮਿੱਤਰ ਜਲੰਧਰ ਸ਼ਹਿਰ ਤੋਂ ਜਾਂਦੇ ਆਪਣੇ ਦਾਦੇ ਨੂੰ, ਜਿਹੜਾ ਬੰਗਲੌਰ ਤੋਂ ਇੱਥੇ ਪੁੱਤਾਂ ਪੋਤਰਿਆਂ ਕੋਲ ਆਇਆ ਸੀ, ਮੇਰੇ ਨਾਲ ਖੇਤਾਂ ਦੇ ਵਿੱਚ ਜੰਗਲ ਪਾਣੀ ਲਈ ਲਿਆਉਂਦਾ ਸੀ। ਤੇ ਬੁੱਢਾ ਬੜਾ ਪਖੰਡੀ ਸੀ। ਜਦੋਂ ਉਸਨੇ ਕਾਰ 'ਚੋਂ ਬਾਹਰ ਨਿਕਲਣਾ ਤਾਂ ਦੋਹੇ ਪੋਤਿਆਂ ਨੇ ਨੰਗੇ ਪੈਰੀਂ ਉਹਦੇ ਨਾਲ ਤੁਰਨਾ, ਜੰਗਲ ਪਾਣੀ ਉਹਨੂੰ ਸੋਟੀ ਫੜਾ ਕੇ ਨਾਲ ਲਿਜਾਣਾ ਤੇ ਫਿਰ ਉਸਨੇ ਸੋਟੀ ਨਾਲ ਆਪਣੀ ਗੰਦਗੀ ਨੂੰ, ਮਲ ਨੂੰ ਚੰਗੀ ਤਰ੍ਹਾਂ ਫਰੋਲ ਦੇਣਾ। ਉਸ ਨੂੰ ਰਾਤੀ ਪਿਸ਼ਾਬ ਜਾਣ ਦੀ ਵੀ ਦਿੱਕਤ ਆਉਂਦੀ ਸੀ ਕਿਉਂਕਿ ਫਲਸ਼ ਦੇ ਵਿੱਚ ਪਿਸ਼ਾਬ ਨਹੀਂ ਸੀ ਕਰਦਾ, ਇਸ ਲਈ ਉਸ ਨੂੰ ਕਿਸੇ ਭਾਂਡੇ 'ਚ ਪਿਸ਼ਾਬ ਕਰਾਉਂਦੇ ਸੀ। ਤੇ ਮੇਰੇ ਮਿੱਤਰ ਦੀ ਮਾਂ ਨੇ ਮੈਨੂੰ ਵਾਰੀ ਆਖਿਆ ਕਿ ਤੁਸੀਂ ਸਿੱਖ ਚੰਗੇ ਹੋ, ਅਸੀਂ ਤਾਂ ਵਕਤਾਂ ਨੂੰ ਫੜੇ ਹਾਂ। ਜੈਨੀ ਖੇਤੀ ਨਹੀਂ ਕਰਦੇ ਕਿਉਂਕਿ ਖੇਤੀ 'ਚ ਤਾਂ ਅਰਬਾਂ ਖਰਬਾਂ ਜੀਵਾਂ ਜੰਤੂਆਂ ਦੀ ਹੱਤਿਆ ਹੁੰਦੀ ਹੈ, ਭਾਵੇਂ ਕੋਈ ਜਾਣ ਕੇ ਵੀ ਕਰੇ। ਇਸ ਲਈ ਜੈਨੀਆਂ ਨੇ ਖੇਤੀ ਛੱਡ ਕੇ ਹੋਰ ਧੰਦੇ ਸ਼ੁਰੂ ਕਰ ਲਏ, ਜਿਵੇਂ ਵਿਆਜ ਤੇ ਪੈਸਾ ਚੜਾਉਣਾ। ਬ੍ਰਾਹਮਣ ਕਿਉਂਕਿ ਸ਼ੁਰੂ ਤੋਂ ਲੁੱਟਣ 'ਚ ਵਿਸ਼ਵਾਸ ਕਰਦਾ ਸੀ, ਇਸ ਲਈ ਜਿਹੜੇ ਗੰਧਰਵ ਸੀਗੇ, ਇਹਦੇ 11 ਗੰਧਰਵ ਸੀ, ਉਹਨਾਂ ਨੇ ਵਿਆਜ, ਚੱਕਰਵਰਤੀ ਵਿਆਜ ਜਾਂ ਹੋਰ ਕਾਢਾਂ ਕਢਾ ਦਿੱਤੀਆਂ ਜੈਨੀਆਂ ਦੇ ਧੰਦਿਆਂ ਦੇ ਵਾਸਤੇ। ਅੱਜ ਜਿਹੜਾ ਕੱਪੜੇ ਦਾ ਵਪਾਰ ਹੈ ਭਾਰਤ ਦੇ ਵਿੱਚ, ਇਹਦਾ 70% ਵਪਾਰ ਜੈਨੀਆਂ ਕੋਲ ਆ। ਵਰਧਮਾਨ ਨਿਟਿੰਗ ਹੈ, ਭਾਰਤ ਵਰਧਮਾਨ ਹੌਜਰੀ ਹੈ, ਵਿਮਲ ਹੈ, ਇਹਦੇ ਮਾਲਕ ਅਰਬਾਂਪਤੀ ਜੈਨੀ ਨੇ। ਹੁਣ ਤੁਸੀਂ ਦੇਖੋ ਵੀ ਕਿ ਕੱਪੜਾ ਬਣਦਾ, ਕਪਾਹ ਬਣਦੀ ਹੈ, ਰੇਸ਼ਮ ਬਣਦਾ ਹੈ। ਉਹ ਰੇਸ਼ਮ ਇੱਕ
मतलब ਕਰੋੜਾਂ ਕੀੜੇ ਮਰਦੇ ਨੇ ਤਾਂ ਜਿਹੜਾ ਹੈਗਾ ਪਾਈਆ ਰੇਸ਼ਮ ਬਣਦਾ। ਕੀ ਉਹ ਰੇਸ਼ਮ ਕਿੱਦਾਂ ਬਣਦਾ? ਆਰਗੈਨਿਕ ਰੇਸ਼ਮਾਂ ਨਾਲ ਜਿਹੜਾ ਬਹੁਤ ਮਹਿੰਗਾ, ਤੁਸੀਂ ਸੋਚ ਵੀ ਨਹੀਂ ਸਕਦੇ। ਜਿਹੜਾ 5-7 ਹਜ਼ਾਰ ਦਾ ਸੂਟ ਰੇਸ਼ਮ ਦਾ ਉਦਾਂ ਆ ਜਾਣਾ, ਜੇ ਉਹ ਆਰਗੈਨਿਕ ਰੇਸ਼ਮ ਦਾ ਲਓ ਤਾਂ ਉਹ ਲੱਖ ਦੇ ਕਰੀਬ ਆਏਗਾ। ਆ ਹਰਭਜਨ ਭੱਜੀ ਨੇ ਜਿਹੜੇ ਇਹਨਾਂ ਦੀ ਵਾਈਫ, ਇਹਦਾ ਜਦੋਂ ਵਿਆਹ ਹੋਇਆ ਸੀ, ਉਹ ਕੁਸਮਰ ਜਈਆ ਨੇ ਮੇਰੇ ਫੇਸਬੁੱਕ ਤੇ ਵੀ ਹੈਗੇ ਨੇ, ਉਹ ਆਰਗੈਨਿਕ ਕਿਸਮ ਦਾ ਰੇਸ਼ਮ ਬਣਾਉਂਦੇ ਨੇ, ਜਾਣੀ ਕਿ ਉਹ ਕੀੜਿਆਂ ਨੂੰ ਮਾਰ ਕੇ ਰੇਸ਼ਮ ਨਹੀਂ ਕੱਢਦੇ। ਉਹ ਬਹੁਤ ਮਹਿੰਗਾ ਪੈਂਦਾ। ਇਸੇ ਤਰ੍ਹਾਂ ਜੈਨ ਧਰਮ ਦੇ ਵਿੱਚ ਹੋਰ ਬੜੇ ਪ੍ਰਸੰਗ ਨੇ। ਖੈਰ ਆਰਟੀਕਲ ਬਹੁਤ ਵੱਡਾ ਹੈ, ਆਪਾਂ ਨੂੰ ਚੈਪਟਰ ਬਣਾਉਣੇ ਪੈਣੇ ਆ। ਤੇ ਇਸ ਤਰ੍ਹਾਂ ਹੋਰ ਕਈ ਜਿਹੜੇ ਨੇ ਨਿੱਜੀ ਤੌਰ ਤੇ ਇਹਨਾਂ ਦੇ ਨਾਲ ਜਿਹੜੀਆਂ ਨੇ ਗੱਲਾਂ ਚੱਲਦੀਆਂ ਨੇ। ਹੁਣ ਇਹ ਦਹੀਂ ਵੀ ਨਹੀਂ ਖਾਂਦੇ, ਕਿਉਂਕਿ ਦਹੀਂ ਦੇ ਵਿੱਚ ਵੀ ਨਿੱਕੇ ਨਿੱਕੇ ਬੈਕਟੀਰੀਆ ਤਾਂ ਹੁੰਦੇ ਨੇ। ਸੋ ਇਸ ਕਰਕੇ ਤੁਸੀਂ ਮਤਲਬ ਜਦੋਂ ਗੱਲਾਂ ਚੱਲੀਆਂ ਕਿ ਹੁਣ ਖਾਣ ਪੀਣ ਦੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ, ਜਿਵੇਂ ਦਹੀਂ ਹੈ, ਜਾਂ ਜਦੋਂ ਦਹੀਂ ਜੰਮਦਾ ਤੇ ਤੁਸੀਂ ਖੁਰਦਬੀਨ ਨਾਲ ਵੇਖੋ, ਉਹਦੇ 'ਚ ਜਰਾਸੀਮਾ ਢੇਰ ਦਾ ਢੇਰ ਹੁੰਦਾ, ਪਰ ਫਿਰ ਵੀ ਉਹ ਦਹੀਂ ਖਾ ਲੈਂਦੇ ਨੇ। ਕਹਿੰਦੇ ਅਸੀਂ ਦੁੱਧ ਨਹੀਂ ਪੀਂਦੇ, ਦਹੀਂ ਖਾ ਲੈਂਦੇ ਹਾਂ। ਇਹਨਾਂ ਦਾ ਮੰਨਣਾ ਕਿ ਦੁੱਧ ਉਬਾਲਣ ਦੇ ਨਾਲ ਉਹਦੇ 'ਚ ਕੋਈ ਕਿਰਮ ਨਹੀਂ ਰਹਿੰਦਾ, ਪਰ ਜਿਹੜਾ ਦਹੀਂ ਹੈ ਉਹ ਕਹਿੰਦੇ ਸ਼ੁੱਧ ਹੈ। ਪਰ ਦਹੀਂ ਦੇ ਵਿੱਚ ਉਸ ਤੋਂ ਜ਼ਿਆਦਾ ਕਿੰਨੇ ਕਿਰਮ ਹੁੰਦੇ ਨੇ। ਤੇ ਇਸ ਦੌਰਾਨ ਪਿੱਛੇ ਜੇ ਉਸ ਵਕਤ ਬੰਦਾ ਹੀ ਐਸਾ ਜਾਨਵਰ ਹੈ ਜਿਹੜਾ 100 ਸਾਲ ਦੀ ਉਮਰ ਤੱਕ ਵੀ ਦੁੱਧ ਨੂੰ ਚਿੰਬੜਿਆ ਰਹਿੰਦਾ। ਟੀਵੀ ਚੈਨਲ ਦੇ ਇੱਕ ਪ੍ਰੋਗਰਾਮ ਦੇ ਦੌਰਾਨ ਸਿੱਧੀਵਾਦ ਦੇ ਵਿੱਚ ਮੇਨਕਾ ਗਾਂਧੀ ਨੇ ਕਿਹਾ ਸੀ ਕਿ ਦੁੱਧ ਤੇ ਮਾਸ ਦੋਵੇਂ ਖੂਨ ਨਾਲ ਬਣਦੇ ਨੇ, ਇਸ ਲਈ ਦੁੱਧ ਪੀਣ ਵਾਲਾ ਵੀ ਮਾਸਾਹਾਰੀ ਹੋਇਆ। ਹੁਣ ਇਸ ਦੀ ਪੁਸ਼ਟੀ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਵੀ ਕਰ ਦਿੱਤੀ ਹੈ। ਸਪਸ਼ਟ ਹੈ ਕਿ ਦੁੱਧ ਤੇ ਖੂਨ ਦੇ ਵਿੱਚ ਕੋਈ ਫਰਕ ਨਹੀਂ, ਸਿਰਫ ਰੰਗ ਦਾ ਫਰਕ ਹੈ। ਖੂਨ ਤੋਂ ਮਾਸ ਬਣਦਾ ਤੇ ਖੂਨ ਤੋਂ ਹੀ ਦੁੱਧ ਬਣਦਾ। ਜਦੋਂ ਕੋਈ ਜਾਨਵਰ ਪੱਠੇ ਖਾਂਦਾ ਹੈ ਤੇ ਉਸ ਤੋਂ ਇਹ ਸਾਰੀਆਂ ਚੀਜ਼ਾਂ ਤਿਆਰ ਹੁੰਦੀਆਂ ਨੇ। ਪਰ ਇਹ ਲੋਕ ਮਾਸ ਤਾਂ ਨਹੀਂ ਖਾਂਦੇ, ਪਰ ਦਹੀਂ ਖਾ ਲੈਂਦੇ ਨੇ। ਜੇ ਉਹ ਖੁਰਦਬੀਨ ਨਾਲ ਦਹੀਂ ਦੇ ਥੱਲੇ ਵੇਖਣ ਤਾਂ ਦਹੀਂ ਦਾ ਇੱਕ ਇੱਕ ਕਿਣਕਾ ਵਿਖਾਇਆ ਜਾਂਦਾ ਤੇ ਉਹਨਾਂ ਨੂੰ ਪਤਾ ਲੱਗੇ ਇਹ ਕਿਣਕਾ ਨਹੀਂ ਬਲਕਿ ਬੈਕਟੀਰੀਆ ਦੀ ਢੇਰੀ ਹੈ। ਇਸੇ ਤਰ੍ਹਾਂ ਮਿੰਨੀ, ਜਿਸ ਦਾ ਅਸਲੀ ਨਾਂ ਰਮੀਲਾ ਜੈਨ ਸੀ, ਦਾ ਰਿਸ਼ਤਾ ਵੀ ਬੜਾ ਅਜੀਬ ਤੇ ਨਾਟਕੀ ਹੋਇਆ। ਛੋਟੀਆਂ ਛੋਟੀਆਂ ਬਰਾਦਰੀ ਦੀਆਂ ਕੁੜੀਆਂ ਮੇਰੇ ਲਈ ਮਨਪਸੰਦ, ਮੁੰਡੇ ਤੇ ਕੁੜੀਆਂ ਲੱਭਣੀਆਂ ਔਖਾ ਹੁੰਦਾ। ਸੋ ਮਿੰਨੀ ਨੇ ਇੱਕ IAS ਦਾ ਇਮਤਿਹਾਨ ਦਿੱਤਾ ਸੀ ਪਰ ਚੁਣੀ ਨਾ ਗਈ। ਉਸਨੇ PCS ਦਾ ਇਮਤਿਹਾਨ ਦਿੱਤਾ, ਪਾਸ ਹੋ ਗਈ। ਇਹ ਕੋਈ ਇਹਨਾਂ ਦੇ ਨਜ਼ਦੀਕੀ ਸੀਗੇ, ਪਰ ਉਹਦੀ ਵਿਆਹ ਦੀ ਉਮਰ ਹੋ ਗਈ। ਜੈਨੀ ਆਪਣੀਆਂ ਕੁੜੀਆਂ ਨੂੰ ਬਹੁਤਾ ਚਿਰ ਘਰ ਨਹੀਂ ਰੱਖਦੇ। ਇੱਕ ਦਿਨ ਇੱਕ ਵਿਚੋਲੇ ਨੇ ਕੁੜੀ ਦੇ ਪਰਿਵਾਰ ਨਾਲ ਸੰਬੰਧਿਤ ਸੀ 10 ਭਾਈ, ਪਰ ਉਹਨਾਂ ਨੇ ਕਹਿ ਦਿੱਤਾ ਕਿ ਲੜਕੇ ਦੀਆਂ 2 ਸਟੀਲ ਮਿੱਲਾਂ ਨੇ ਪਰ ਬਹੁਤ ਅਮੀਰ ਹੈ। ਪਰ ਘਰਦਿਆਂ ਤੋਂ ਚੋਰੀ ਕਿਤੇ ਕਿਤੇ ਸ਼ਰਾਬ ਦੀ ਗਲਾਸੀ ਮਾਰਦਾ, ਹੋਰ ਕੋਈ ਨੁਕਸ ਨਹੀਂ ਹੈ। ਉਸ ਦੇ ਵਿਚੋਲੇ ਨੇ ਇਹ ਵੀ ਆਖਿਆ ਕਿ ਮੈਂ ਅੱਖਾਂ ਨਾਲ ਉਸ ਨੂੰ ਕਦੇ ਸ਼ਰਾਬ ਪੀਂਦੇ ਨਹੀਂ ਵੇਖਿਆ, ਪਰ ਉਸਦੇ ਇੱਕ ਦੋਸਤ ਨੇ ਇੱਕ ਵਾਰੀ ਜ਼ਿਕਰ ਕੀਤਾ ਕਿ ਮਾੜੀ ਮੋਟੀ ਪੀ ਲੈਂਦਾ। ਪਰ ਉਹ ਕੁੜੀ ਵਾਲੇ ਕਿਉਂਕਿ ਪੱਕਾ ਜੈਨੀ ਪਰਿਵਾਰ ਸੀ ਤੇ ਇਸ ਦੌਰਾਨ ਇਹਨਾਂ 3 ਭਰਾਵਾਂ ਦਾ ਇਕੱਲਾ ਮੁੰਡਾ ਸੀ ਤੇ ਉਸ ਇੱਕ ਭਰਾ ਦੀਆਂ 2 ਕੁੜੀਆਂ ਸਨ, ਇੱਕ ਦੇ ਔਲਾਦ ਨਹੀਂ ਸੀ। ਮੁੰਡਾ ਕਮਾਊ ਸੀ, ਸੁਭਾਅ ਦਾ ਚੰਗਾ ਸੀ। ਹੁਣ ਉਹ ਜਿਹੜੀ PCS ਸੀਗੀ ਮਿੰਨੀ, ਉਹ ਦੁਵਿਧਾ 'ਚ ਫਸ ਗਈ। ਦੂਜੇ ਪਾਸੇ ਮੁੰਡਾ ਵਿਆਹ ਲਈ ਤਿਆਰ ਸੀ। ਕੁੜੀ ਇੱਕ ਵਾਰੀ ਮੈਜਿਸਟਰੇਟ ਦੀ ਕੁਰਸੀ ਤੇ ਬਹਿਣ ਦੀ ਖਾਸ਼ ਵੀ ਰੱਖਦੀ ਸੀ। ਇੱਕ ਦਿਨ ਮੁੰਡਾ ਕੁੜੀ ਵਾਲਿਆਂ ਦੇ ਘਰ ਮਿਲੇ ਤੇ ਮੁੰਡੇ ਨੇ ਦੂਜੀ ਮਿਲਣੀ ਦੇ 'ਚ ਆਪਣੇ ਦੂਜੀ ਮਿਲਣੀ ਮਿਲ ਦੇ ਦਫ਼ਤਰ ਰੱਖੀ। ਜਦੋਂ ਮਿੰਨੀ ਉਸਦੇ ਮਿਲ ਦੇ ਦਫ਼ਤਰ ਗਈ ਤਾਂ ਡੌਰ ਭਰ ਹੋ ਗਈ, ਕਿਉਂਕਿ ਮੁੰਡਾ ਉਸਦੇ ਦਾਜੇ ਤੋਂ ਕਿਤੇ ਵੱਧ ਅਮੀਰ ਸੀ। ਤੇ ਇਸ ਕਰਕੇ ਰਹਿੰਦੀ ਖੂੰਦੀ ਕਸਰ ਉਦੋਂ ਨਿਕਲ ਗਈ ਜਦੋਂ ਇੱਕ ਮਿਲ ਦੇ ਕਰਮਚਾਰੀ ਨੇ ਕੁਝ ਦਸਤਖਤਾਂ ਤੇ ਪੇਪਰ ਸਾਈਨ ਕਰਾਉਣਾ ਆਇਆ ਤਾਂ ਉਸ ਮੁੰਡੇ ਨੇ ਉਸਨੂੰ ਪੁੱਛਿਆ ਕਿ ਤੁਸੀਂ PCS ਕਦੋਂ ਕੀਤੀ, ਤਾਂ ਉਸਨੇ ਮਿੰਨੀ ਨੇ ਵਿਸਤਾਰ ਨਾਲ ਦੱਸਿਆ ਕਿ ਕਿੱਥੇ ਕਿੱਥੇ ਕੀ ਅਫਸਰ ਹੋ ਰਹੀ। ਉਹ ਮੁੰਡਾ ਜਿਹੜਾ ਸਾਈਨ ਕਰਾਉਣ ਆਇਆ ਸੀ, ਜਾਣੀ ਕਿ PCS ਛੱਡ ਕੇ ਉਹਦੇ ਤੋਂ ਜਿਹੜਾ ਉਹਦਾ ਮੁਲਾਜ਼ਮ ਸੀ, PCS ਛੱਡ ਕੇ ਉਹਦੀ ਜੌਬ ਕਰਦਾ ਸੀ। ਮਿੰਨੀ ਦੀ ਉਦੋਂ ਹੀ ਫੂਕ ਨਿਕਲ ਗਈ। ਇਸ ਤੋਂ ਕੁਝ ਪਹਿਲਾਂ ਬੋਲਦੀ ਯੋਗੇਸ਼ ਨੇ ਆਖਿਆ ਕਿ ਸਾਡਾ ਇੱਕ ਹੋਰ ਕਰਮਚਾਰੀ ਵੀ PCS ਰਿਟਾਇਰ ਹੋਇਆ ਤੇ ਹੁਣ ਸਾਡੇ ਕੋਲ ਕੰਮ ਕਰਦਾ, ਵਿਚਾਰਾ ਬਹੁਤ ਚੰਗਾ ਹੈ, ਆਓ ਤੁਹਾਨੂੰ ਮਿਲਾਉਂਦੇ ਹਾਂ। ਤੇ ਇਸ ਦੌਰਾਨ ਜਰਾ ਬਿਜਲੀ ਦੇ ਦਫ਼ਤਰ ਦੇ ਕੁਝ ਬਿੱਲਾਂ ਦਾ ਝਗੜਾ ਨਿਬੇੜਨ ਗਿਆ ਹੋਇਆ, ਜਾਣੀ ਕਿ PCS ਰਿਟਾਇਰ ਹੋ ਕੇ ਉਹਦੀ ਜੌਬ ਕਰਦਾ ਐਜ਼ ਏ ਮੈਨੇਜਰ। ਸੋ ਮਿੰਨੀ ਨੇ ਇੱਕ ਦਿਨ ਆਪ ਹੀ ਦੱਸ ਦਿੱਤਾ ਕਿ ਉਸ ਦਾ ਇਹ ਸੁਣ ਕੇ ਰੋਣ ਨਿਕਲ ਗਿਆ। ਇੱਕ ਪ੍ਰਾਈਵੇਟ ਫਰਮ ਦੇ 2 ਰਿਟਾਇਰਡ PCS ਅਫਸਰ ਉਹਦੀ ਨੌਕਰੀ ਕਰਦੇ ਨੇ, ਹੋਰ ਕੀ ਹਨੇਰਾ ਆਉਣਾ, ਤੇ ਉਸ ਦਾ PCS ਦਾ ਘਮੰਡ ਉਤਰ ਗਿਆ ਤੇ ਉਹ ਵਿਆਹ ਲਈ ਰਾਜੀ ਹੋ ਗਏ ਤੇ ਵਧੀਆ ਗੁਜ਼ਰ ਬਸਰ ਕਰਦੇ ਨੇ। ਤੇ ਇਸੇ ਤਰ੍ਹਾਂ ਹੋਰ ਵੀ ਕਈ ਹਵਾਲੇ ਜਿਹੜੇ ਨੇ ਇਹਨਾਂ ਨੇ ਲਿਖੇ ਨੇ, ਬਹੁਤ ਹਵਾਲੇ ਨੇ ਇਹਨਾਂ ਪ੍ਰਸੰਗਾਂ ਦੇ ਵਿੱਚ। ਤੇ ਇਸ ਦੌਰਾਨ ਚੈਪਟਰ ਬਹੁਤ ਵੱਡਾ, ਮੇਰੀ ਕੋਸ਼ਿਸ਼ ਰਹੇਗੀ ਕਿ ਮੈਂ ਇਹਨੂੰ ਬੜੇ ਸੰਖੇਪ ਦੇ ਵਿੱਚ ਇਹਦਾ ਸਾਰਾ ਸਾਰ ਤੁਹਾਡੇ ਨਾਲ ਸਾਂਝਾ ਕਰਾਂ। ਤੇ ਕੁਲਬੀਰ ਸਿੰਘ ਕੌੜਾ ਲਿਖਦੇ ਨੇ, ਹਿੰਦੂ ਕਹਿੰਦੇ ਨੇ ਕਿ ਅਰਜੁਨ ਨੇ ਆਪਣੇ ਰਿਸ਼ਤੇਦਾਰਾਂ, ਬਾਬਿਆਂ, ਚਾਚਿਆਂ ਤੇ ਤਾਇਆਂ ਤੇ ਭਰਾਵਾਂ ਨਾਲ ਨਹੀਂ ਸੀ ਲੜਨਾ ਚਾਹੁੰਦਾ, ਪਰ ਕ੍ਰਿਸ਼ਨ ਜੀ ਨੇ ਉਸ ਨੂੰ ਲੜਨ ਲਈ ਪ੍ਰੇਰਿਆ ਤੇ ਅਰਜੁਨ ਮੰਨ ਗਿਆ।
ਹਿੰਦੂ ਇਸ ਕਿਤਾਬ ਦੀ ਫਲਸਫੀ ਨੂੰ, ਗੀਤਾ ਦੇ ਫਲਸਫੇ ਨੂੰ ਹਿੰਦੂ ਧਰਮ ਦਾ ਨਿਚੋੜ ਦੱਸਦੇ ਨੇ ਕਿ ਜੋ ਵੀ ਗੀਤਾ ਦਾ ਪਾਠ ਕਰੇਗਾ ਉਹ ਸਿੱਧਾ ਸਵਰਗ ਜਾਏਗਾ। ਪਰ ਕਹਿੰਦੇ ਨੇ ਪੰਜੇ ਪਾਂਡਵ ਭਰਾਵਾਂ ਸਮੇਤ ਤੇ ਦ੍ਰੋਪਦੀ ਤੇ ਜਦੋਂ ਉਸ ਦਾ ਕੁੱਤਾ ਸਵਰਗ ਵੱਲ ਜਾ ਰਹੇ ਸਨ, ਜਿਵੇਂ ਜਿਵੇਂ ਸਵਰਗ ਨੇੜੇ ਆਉਂਦਾ ਸੀ ਸਾਰੇ ਇੱਕ ਇੱਕ ਕਰਕੇ ਗਲਦੇ ਜਾ ਰਹੇ ਸਨ। ਸਾਰੇ ਪਾਂਡਵ ਭਰਾਵਾਂ ਨੂੰ ਹੈਰਾਨੀ ਹੋਈ ਕਿ ਸਭ ਤੋਂ ਪਹਿਲਾਂ ਅਰਜਨ ਹੀ ਗਲਿਆ, ਜਿਸ ਨੂੰ ਕ੍ਰਿਸ਼ਨ ਨੇ ਗੀਤਾ ਦਾ ਉਪਦੇਸ਼ ਦਿੱਤਾ ਸੀ। ਬਾਅਦ ਦੇ ਵਿੱਚ ਉਹਦੇ ਜਿਹੜੇ 3 ਭਰਾ ਸੀ ਤੇ ਦ੍ਰੋਪਦੀ ਸੀ ਉਹ ਵੀ ਸਵਰਗ ਨੂੰ ਜਾਂਦੇ ਜਾਂਦੇ ਗਲ ਗਏ। ਸਿਰਫ ਯੁਧਿਸ਼ਟਰ ਤੇ ਉਸ ਦਾ ਕੁੱਤਾ ਹੀ ਬਚੇ। ਜਦੋਂ ਸਵਰਗ ਪੁੱਜੇ ਤਾਂ ਧਰਮਰਾਜ ਨੇ ਕੁੱਤੇ ਨੂੰ ਸਵਰਗ ਜਾਣੋਂ ਰੋਕ ਦਿੱਤਾ ਤਾਂ ਯੁਧਿਸ਼ਟਰ ਨੇ ਵੀ ਸਵਰਗ ਦੇ ਅੰਦਰ ਜਾਣੋਂ ਨਾ ਕਰ ਦਿੱਤੀ। ਮਜਬੂਰ ਹੋ ਕੇ ਧਰਮਰਾਜ ਨੇ ਕੁੱਤੇ ਨੂੰ ਵੀ ਸਵਰਗ ਭੇਜ ਦਿੱਤਾ। ਸਾਡੇ ਲਈ ਇਹ ਸਾਰੀਆਂ ਨਵੀਆਂ ਗੱਲਾਂ ਸਨ। ਪਰ ਉਸ ਪੀਸੀਐਸ ਅਫਸਰ ਮਿੰਨੀ ਦੇ ਤਾਏ ਨੇ ਪੁੱਛਿਆ, ਪਰ ਸਾਰੀਆਂ ਅਦਾਲਤਾਂ ਦੇ ਵਿੱਚ ਤਾਂ ਗੀਤਾ ਤੇ ਹੱਥ ਰੱਖ ਕੇ ਸੱਚ ਬੋਲਣ ਦੀ ਸਹੁੰ ਚੁਕਾਈ ਜਾਂਦੀ ਹੈ। ਤੇ ਇਸ ਦੌਰਾਨ ਇਹ ਇੱਕ ਵਾਰੀ ਮੈਂ ਉਸਦੇ ਪਰਸ ਦੇ ਵਿੱਚ .25 ਬੋਰ ਦੇ ਪਿਸਟਲ ਵੇਖਿਆ ਜੋ ਇਟਲੀ ਮੇਕ ਸੀ। ਇਸੇ ਬੋਰ ਦਾ ਪਿਸਟਲ ਸ਼ਹੀਦ ਉਦਮ ਸਿੰਘ ਨੇ ਅਡਵਾਇਰ ਨੂੰ ਮਾਰਿਆ ਸੀ। ਇਹ ਪਿਸਟਲ ਸ਼ਾਇਦ ਦੁਨੀਆ ਦਾ ਸਭ ਤੋਂ ਛੋਟਾ ਪਿਸਟਲ ਗਿਣਿਆ ਜਾਂਦਾ। ਇੱਕ ਵਾਰ ਮੈਂ ਉਸ ਨੂੰ ਬੋਤਲਾਂ ਦੇ ਵਿੱਚ ਰੱਖ ਕੇ ਨਿਸ਼ਾਨੇ ਲਾਉਂਦੇ ਵੇਖਿਆ ਤੇ ਮੈਂ ਇਹੋ ਜਿਹੀਆਂ ਗੱਲਾਂ ਕਰਕੇ ਮੈਨੂੰ ਕਈ ਵਾਰੀ ਜਿਹੜੀ ਮਿੰਨੀ ਸੀ ਝਾਂਸੀ ਦੀ ਰਾਣੀ ਲੱਗਦੀ ਸੀ। ਮੈਂ ਕਈ ਵਾਰੀ ਸੋਚਦਾ ਇਹ ਕੁੜੀ ਜੈਨੀਆਂ ਦੇ ਘਰ ਤਾਂ ਐਵੇਂ ਜੰਮ ਪਈ, ਪੀਸੀਐਸ ਹੈ ਤੇ ਬੜੀ ਦਲੇਰ ਹੈ, ਇਸ ਨੂੰ ਤਾਂ ਸਿੱਖਾਂ ਦੇ ਘਰ ਜੰਮਣਾ ਚਾਹੀਦਾ। ਇੱਕ ਵਾਰੀ ਮੈਂ ਉਸਦੇ ਰੈੱਡ ਕ੍ਰਿਸੈਂਟ ਭਵਨ ਦੇ ਵਿੱਚ ਮੇਰਾ ਲਾਅ ਐਂਡ ਆਰਡਰ ਦੀ ਸਥਿਤੀ ਤੇ ਭਾਸ਼ਣ ਕਰਦੇ ਸੁਣਿਆ ਤਾਂ ਮੈਂ ਦੰਗ ਰਹਿ ਗਿਆ। ਸਾਰਾ ਹਾਲ ਇਸ ਤਰ੍ਹਾਂ ਚੁੱਪ ਸੀ ਜਿਵੇਂ ਬੇਹੋਸ਼ੀ ਤਾਰੀ ਗਈ ਹੋਵੇ। ਧਾਰਮਿਕ ਗ੍ਰੰਥ ਗੀਤਾ ਬਾਰੇ ਉਹ ਮਿੰਨੀ ਸੀ ਜਿਹੜੀ ਪੀਸੀਐਸ ਅਧਿਕਾਰੀ ਪ੍ਰਵਚਨ ਦੇ ਰਹੀ ਸੀਗੀ, ਲੈਕਚਰ ਦੇ ਰਹੀ ਸੀ, ਗੀਤਾ ਦੇ ਮੁਤਲਕ ਉਹਦਾ ਲੈਕਚਰ ਸੀਗਾ ਕਿ ਗੀਤਾ ਅਰਜਨ ਅਤੇ ਕ੍ਰਿਸ਼ਨ ਦੇ ਵਿਚਕਾਰ ਹੋਈ ਗੱਲਬਾਤ ਹੈ। ਪਤਾ ਨਹੀਂ ਕਿ ਮੈਦਾਨੇ ਜੰਗ ਦੇ ਵਿੱਚ ਇੰਨੀ ਸ਼ਾਰਟ ਹੈਂਡ ਕੌਣ ਜਾਣਦਾ ਸੀ ਕਿ ਜਿਹੜੇ ਉਹ ਡਾਇਲੌਗ ਸੀ ਉਹ ਨਾਲ ਦੀ ਨਾਲ ਲਿਖੀ ਗਿਆ, ਜਿਹਨੇ ਛੇਤੀ ਇੰਨੀ ਲਿਖ ਰਹੇ ਆਪਸੀ ਡਾਇਲੌਗ ਸੀ। ਮਹਾਭਾਰਤ ਯੁੱਧ ਵਿੱਚ ਸ਼ਾਸਤਰਾਂ ਦੇ ਅਨੁਸਾਰ 1 ਅਰਬ 15 ਕਰੋੜ ਬੰਦੇ ਮਰੇ ਦੱਸੇ ਨੇ, ਪਰ ਇਹ ਗੱਲ ਮੰਨਣ ਦੇ ਵਿੱਚ ਨਹੀਂ ਆਉਂਦੀ। ਇਹ ਨਿਰੀ ਅਤਕਥਨੀ ਜਾਪਤੀ ਹੈ। ਮਿੰਨੀ ਦੱਸ ਰਹੀ ਸੀ ਸਾਰੇ ਸੰਸਾਰ ਦੀ 2 ਅਰਬ ਆਬਾਦੀ ਤਾਂ ਸਨ 1965 ਦੇ ਵਿੱਚ ਸੀ ਜਿਸ ਕ੍ਰਿਸ਼ਨ ਜੀ ਨੇ ਗੀਤਾ ਦਾ ਉਪਦੇਸ਼ ਦਿੱਤਾ ਤੇ ਉਹਦੀ ਮੌਤ ਵੀ ਇੱਕ ਭੀਲ ਬਹੇਲੀਆ ਸ਼ਿਕਾਰੀ ਦੇ ਤੀਰ ਲੱਗਣ ਕਾਰਨ ਹੋਈ ਸੀ। ਸੋ ਹਾਲਾਂਕਿ ਧਰਮ ਦੇ ਵਿੱਚ ਇਹ ਦੱਸਿਆ ਨਹੀਂ ਜਾਂਦਾ ਕਿ ਕ੍ਰਿਸ਼ਨ ਜੀ ਦੀ ਮੌਤ ਕਿੱਦਾਂ ਹੋਈ ਆ। ਉਹ ਕਹਿੰਦੇ ਪਏ ਸੀ ਇੱਕ ਭੀਲ ਨੇ ਤੀਰ ਮਾਰਿਆ ਤੇ ਉਹ ਤੀਰ ਉਹ ਕਹਿੰਦੇ ਤਾਂ ਇਹ ਨੇ ਕਿ ਉਹਨਾਂ ਦੇ ਪੈਰਾਂ ਦੇ ਵਿੱਚ, ਕਿਉਂਕਿ ਸਿੱਖਾਂ 'ਚ ਵੀ ਕਈ ਇਦਾਂ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਦੇ ਪੈਰਾਂ ਦੇ ਵਿੱਚ ਇੱਕ ਨਿਸ਼ਾਨ, ਮੈਨੂੰ ਯਾਦ ਨਹੀਂ ਕੀ ਹੁੰਦਾ, ਕਿ ਉਹ ਹਿਰਨੀ ਦੀ ਅੱਖ ਵਾਂਗੂ ਚਮਕਦਾ ਉਹ ਨਿਸ਼ਾਨ। ਉਹ ਕਹਿੰਦੇ ਜਿਹੜੇ ਪਰਾਕਰਮੀ ਪੁਰਸ਼ ਹੁੰਦੇ ਨੇ, ਮਹਾਂਪੁਰਸ਼ ਹੁੰਦੇ ਨੇ, ਉਹਨਾਂ ਦੇ ਪੈਰਾਂ 'ਚ ਇਸ ਤਰ੍ਹਾਂ ਦਾ ਤੇਜ ਹੁੰਦਾ। ਮੈਂ ਇੱਕ ਫੋਟੋ ਵੇਖ ਰਿਹਾ ਸੀ, ਸ਼ਾਇਦ ਨਾਨਕ ਸਰੀਆਂ ਦੀ ਕਿਹਨਾਂ ਦੀ ਬਣਾਈ ਹੋਇਆ, ਉਹ 'ਚ ਵੀ ਗੁਰੂ ਨਾਨਕ ਸਾਹਿਬ ਦਾ ਪੈਰ ਦਿਖਾਇਆ ਹੋਇਆ, ਸ਼ਾਇਦ ਕਿਸੇ ਕੋਲ YouTube ਤੇ ਹੋਵੇ, ਭੇਜੋ ਵੀ ਮੈਨੂੰ। ਉਹਦੇ 'ਚ ਗੁਰੂ ਨਾਨਕ ਸਾਹਿਬ ਦੇ ਪੈਰਾਂ ਦੇ ਵਿੱਚ ਨਾ ਇੱਕ ਲਾਈਟ ਜਗਦੀ ਹੈ, ਬਹੁਤ ਤਿੱਖੀ। ਬਹੁਤ ਘੱਟ ਫੋਟੋਆਂ 'ਚ ਵੈਸੇ ਇਹ, ਕਿਉਂਕਿ ਜ਼ਿਆਦਾ ਇੱਥੇ ਪੰਜਾਬ 'ਚ ਜਿਹੜੀਆਂ ਫੋਟੋਆਂ ਨੇ ਉਹ ਸੋਭਾ ਸਿੰਘ ਦੀਆਂ ਪ੍ਰਵਾਨਿਤ ਹੀ ਨੇ, SGPC ਨੇ ਵੀ ਉਹੀ ਪ੍ਰਵਾਨਿਤ ਕੀਤੀ ਹੋਈ ਹੈ। ਪਰ ਉਹ ਮੈਨੂੰ ਹੁਣ ਯਾਦ ਨਹੀਂ ਮੈਂ ਕਿੱਥੇ ਵੇਖੀ ਹੈ ਕਿ ਗੁਰੂ ਨਾਨਕ ਸਾਹਿਬ ਦੇ ਪੈਰਾਂ ਦੇ ਵਿੱਚ ਵੀ ਇੱਕ, ਜਿਵੇਂ ਉਹ ਕੱਚ ਦੀ ਗੋਲੀ ਹੁੰਦੀ ਹੈ ਨਾ, ਇਸ ਤਰ੍ਹਾਂ ਹਿਰਨੀ ਦੀ ਅੱਖ ਵਾਂਗੂ ਚਮਕ ਹੈ ਇੱਕ ਪੈਰ ਦੇ ਵਿੱਚ। ਉਹਦੇ ਵਿੱਚ ਵੀ ਦਿਖਾਇਆ ਗਿਆ ਕਿ ਜਿਵੇਂ ਕ੍ਰਿਸ਼ਨ ਜੀ ਦੇ ਦੱਸਦੇ ਆ ਕਿ ਪੈਰਾਂ ਦੇ ਵਿੱਚ ਵੀ ਇਸ ਤਰ੍ਹਾਂ ਦੀ, ਇੱਕ ਪੈਰ ਦੇ ਵਿੱਚ ਇਸ ਤਰ੍ਹਾਂ ਦੀ ਚਮਕ ਸੀ। ਉਹਨੂੰ ਐਗਜ਼ੈਕਟ ਪੁਆਇੰਟ ਪਤਾ ਨਹੀਂ ਕੀ ਕਹਿੰਦੇ, ਤੁਸੀਂ ਦੱਸ ਸਕਦੇ ਹੋ ਜੇ ਕਿਸੇ ਨੂੰ ਪਤਾ, ਕਮੈਂਟ ਕਰ ਦਿਓ। ਤੇ ਉਹ ਕਹਿੰਦੇ ਇਸ ਤਰ੍ਹਾਂ ਪਏ ਸੀਗੇ ਲੱਤ ਲੱਤ ਰੱਖ ਕੇ, ਤੇ ਸ਼ਿਕਾਰੀ ਨੇ ਹਿਰਨੀ ਸਮਝ ਕੇ ਉਹਨਾਂ ਦੇ ਤੀਰ ਮਾਰਿਆ ਤੇ ਉਸ ਕਾਰਨ ਕ੍ਰਿਸ਼ਨ ਜੀ ਦੀ ਮੌਤ ਹੋਈ ਸਨ। ਜੋਤੀ ਜੋਤ ਸਮਾਏ ਸਨ ਉਹ। ਕ੍ਰਿਸ਼ਨ ਦੇ ਮਰਨ ਤੋਂ ਬਾਅਦ ਦੁਆਰਕਾ ਦੇ ਵਿੱਚ ਉਹਦੇ ਅਨਜਾਈ ਸ਼ਰਾਬ ਪੀ ਕੇ ਲੜ ਮਰੇ ਤੇ ਸਮੁੰਦਰ ਦਾ ਪਾਣੀ ਲਾਲ ਹੋ ਗਿਆ। ਜਿਹੜੇ ਕ੍ਰਿਸ਼ਨ ਜੀ ਨੇ ਗੀਤਾ ਲਿਖਵਾਈ ਸੀ ਉਹਨਾਂ ਆਪਣੇ ਚੇਲਿਆਂ ਨੂੰ ਇਹ ਨਾ ਦੱਸਿਆ ਕਿ ਆਪਸ ਵਿੱਚ ਨਹੀਂ ਲੜੀਦਾ। ਤੇ ਹਿੰਦੂ ਕਹਿੰਦੇ ਨੇ ਕਿ ਅਰਜਨ ਨੇ ਆਪਣੇ ਰਿਸ਼ਤੇਦਾਰਾਂ, ਬਾਬਿਆਂ, ਚਾਚਿਆਂ, ਤਾਰਿਆਂ ਦੱਸਿਆ ਕਿ ਧਰਮ ਲਈ ਲੜਨਾ ਚੰਗਾ। ਪਰ ਇਹਦੇ 'ਚ ਇਹ ਵੀ ਸੱਚ ਹੈ ਕਿ ਸ਼ਾਇਦ ਉਹ ਮੇਰੇ ਇੱਕ ਮਿੱਤਰ ਨੇ, ਹਿੰਦੂ ਵੀਰ ਨੇ, ਉਹ ਵੀ ਪੰਡਤ ਜੀ, ਉਹਨਾਂ ਨੇ ਦੱਸਿਆ ਸੀਗਾ ਕਿ ਪਾਂਡਵਾਂ ਦੇ ਵਿੱਚੋਂ ਸ਼ਾਇਦ ਕੋਈ ਜਾ ਹੀ ਨਹੀਂ ਸੀ ਸਕਿਆ, ਪਰ ਯੁਧਿਸ਼ਟਰ ਦੇ ਸਵਰਗ ਜਾਣ ਦਾ ਚਰਚਾ ਤਾਂ ਆਉਂਦਾ। ਕਹਿੰਦੇ ਅਜੇ ਜਿਹੜੇ ਕੌਰਵ ਸੀਗੇ ਉਹ ਸ਼ਾਇਦ ਸਵਰਗ ਧਾਮ ਪਹੁੰਚ ਗਏ ਸੀ। ਇਹਦੇ ਬਾਰੇ ਮੈਨੂੰ ਅਜੇ ਕਲੀਅਰ ਨਹੀਂ ਹੈ, ਫੈਕਟ ਨਹੀਂ ਮੇਰੇ ਕੋਲ, ਪਰ ਮੈਂ ਸੁਣਿਆ ਇਹ ਸ਼ਾਇਦ। ਤੇ ਉਹ ਮਿੰਨੀ ਜਿਹੜੀ ਪੀਸੀਐਸ ਸੀ ਗੰਭੀਰ ਹੋ ਕੇ ਕਹਿ ਰਹੇ ਸੀ ਵੱਡਾ ਪਾਪ ਜਿਨ੍ਹਾਂ ਦੀ ਗੀਤਾ ਹੈ ਉਹਨਾਂ ਦੀਆਂ ਅਦਾਲਤਾਂ ਨੇ। ਕਹਿਣ ਨੂੰ ਭਾਰਤ ਧਰਮ ਨਿਰਪੱਖ ਹੈ, ਪਰ ਸਾਰਾ ਰਾਜਕਾਜ ਸਾਰਾ ਹਿੰਦੂ ਅਸੂਲਾਂ ਨਾਲ ਚੱਲਦਾ ਕਿ ਮੈਂ ਜੋ
गीता पर हाथ रख के कहूँगा, जो कहूँगा सच के सिवा कुछ नहीं कहूँगा। सो इस तरह के वरतारे ने। ਤੇ ਹੁਣ ਵੇਖੋ, ਭਾਰਤ ਤੇ ਪਾਕਿਸਤਾਨ ਦੇ ਵਿੱਚ ਇੱਕੋ ਹੀ ਅਵਾਰਡ ਹੁਕਮ ਨਾਲ ਆਜ਼ਾਦ ਹੋਏ ਨੇ, ਪਰ ਭਾਰਤ ਦੇ ਵਿੱਚ ਆਜ਼ਾਦੀ ਦਾ ਦਿਨ 15 ਅਗਸਤ ਨੂੰ ਮਨਾਇਆ ਜਾਂਦਾ, ਜਦੋਂ ਕਿ ਪਾਕਿਸਤਾਨ 14 ਅਗਸਤ ਨੂੰ। ਕਾਰਨ ਇਹ ਹੈ ਕਿ ਜੋਤਸ਼ੀਆਂ ਨੇ ਦੱਸਿਆ ਸੀ ਕਿ 14 ਅਗਸਤ ਦਾ ਦਿਨ ਰਾਜ ਭਾਗ ਸੰਭਾਲਣ ਲਈ ਸ਼ੁਭ ਨਹੀਂ, ਇਸ ਲਈ ਕਿਸੇ ਨਾ ਕਿਸੇ ਤਰੀਕੇ ਨਾਲ ਅਗਲੇ ਦਿਨ ਤੱਕ ਇਸ ਨੂੰ ਟਾਲਿਆ ਜਾਵੇ। ਸਾਰੇ ਲੀਡਰਾਂ ਨੇ ਇਉਂ ਕੀਤਾ ਕਿ 12:01 ਤੇ ਨਹਿਰੂ ਜੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਈ ਗਈ। ਉਸ ਤੋਂ ਪਹਿਲਾਂ ਨਹਿਰੂ ਜੀ ਨੂੰ 7 ਦਰਿਆਵਾਂ ਦੇ ਪਾਣੀ ਨਾਲ ਚੰਦਨ ਦੀ ਚੌਂਕੀ ਤੇ ਬਿਠਾ ਕੇ ਇਸ਼ਨਾਨ ਕਰਵਾਇਆ ਗਿਆ। ਸਹੁੰ ਚੁੱਕਣ ਤੇ ਨਾਰੀਅਲ ਭੰਨਿਆ ਗਿਆ ਤੇ ਪੰਡਤ ਨਹਿਰੂ ਜੀ ਰਾਜ ਸਿੰਘਾਸਨ ਤੇ ਬੈਠੇ। ਹੁਣ ਕੋਈ ਵੀ ਸਮੁੰਦਰੀ ਜਹਾਜ਼ ਪਾਣੀ 'ਚ ਉਤਾਰਨਾ ਹੋਵੇ, ਹਵਾਈ ਜਹਾਜ਼ ਉਠਾਉਣਾ ਹੋਵੇ, ਕਿਸੇ ਡੈਮ ਦਾ ਉਦਘਾਟਨ ਕਰਨਾ ਹੋਵੇ, ਕੁਝ ਹੋਰ ਕਰਨਾ ਹੋਵੇ ਤਾਂ ਨਾਰੀਅਲ ਹੀ ਭੰਨਿਆ ਜਾਂਦਾ ਹੈ, ਹਵਨ ਜਗ ਕਰਾਇਆ ਜਾਂਦਾ ਹੈ। ਤੇ ਜੇ ਅਜੇ ਵੀ ਇਸ ਨੂੰ ਹਿੰਦੂ ਸਟੇਟ ਨਾ ਕਿਹਾ ਜਾਵੇ ਤਾਂ ਹੋਰ ਕੀ ਕਿਹਾ ਜਾਵੇ। ਪਰ ਗੱਲ ਇਹ ਹੈ ਕਿ ਉਹਨਾਂ ਦੇ ਨਾਰੀਅਲ ਉੱਦਾਂ ਭੰਨਿਆ ਜਾਂਦਾ ਤੇ ਸਿੱਖਾਂ ਦੇ ਨਾਰੀਅਲ ਘੜੇ ਤੇ ਨਹੀਂ ਰੱਖਿਆ ਜਾਂਦਾ। ਸੋ ਇਹ ਕਿਉਂਕਿ ਅਸਲ ਦੇ ਵਿੱਚ ਬਲੀਦਾਨ ਹੈ, ਜਿਹੜਾ ਬਲੀ ਹੈ, ਬਲੀ ਦਾ ਰੂਪ ਹੈ ਨਾਰੀਅਲ, ਹੈ ਨਾ। ਅੱਗੇ ਬਲੀ ਦਿੱਤੀ ਜਾਂਦੀ ਸੀ। ਸੋ ਨਰੇਲ ਦੇ ਮੈਂ ਤੁਹਾਨੂੰ ਜ਼ਿਕਰ ਕਰਾਂਗਾ ਕਦੇ ਕਿ ਨਾਰੀਅਲ ਦੀ ਭੰਨਣ ਦਾ ਕਾਰਨ ਵੀ ਉਹ ਨਾਰੀਅਲ ਦੀ ਬਲੀ ਹੈ, ਜਿਹੜਾ ਨਾਰੀਅਲ ਭੰਨਿਆ ਜਾਂਦਾ, ਕਿਉਂਕਿ ਇਹ ਮਨੁੱਖ ਦੇ ਨਾਲ ਜੁੜਦਾ। ਤੁਸੀਂ ਵੇਖੋ ਕਿ ਇਹਨੂੰ ਜਦੋਂ ਇਹਨੂੰ ਕੱਢੋ, ਇਹਦੀ ਐਂ ਲੱਗਦਾ ਜਿਵੇਂ ਖੋਪਰੀ ਤੇ 2 ਅੱਖਾਂ ਤੇ ਨੱਕ ਹੁੰਦਾ। ਇਹ ਇੱਕ ਮਿੱਥ ਹੈ ਵੈਸੇ। ਤੇ ਸਿੱਖਾਂ ਨੇ ਘੜੇ ਤੇ ਰੱਖਣਾ ਸ਼ੁਰੂ ਕਰ ਦਿੱਤਾ ਪਾਠ ਕਰਦੇ ਆ ਜਦੋਂ। 5 ਪੈਸੇ ਤੇ ਨਰੇਲ ਰੱਖ ਕੇ ਮੱਥਾ ਟੇਕਿਆ, ਬਲਾ ਬਲਾ। ਸਿੱਖਾਂ 'ਚ ਵੀ ਆਉਂਦਾ, ਹਜ਼ੂਰ ਸਾਹਿਬ ਦਾ ਲਿਟਰੇਚਰ ਪੜ੍ਹ ਲਓ, ਗੁਰੂ ਸਾਹਿਬ ਦੀ ਗੁਰਗੱਦੀ ਦਾ। ਤੇ ਮੈਂ ਮਿੰਨੀ ਨੂੰ ਆਖਿਆ, ਪਰ ਬੇਟਾ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਜੈਨੀ ਤੇ ਬੋਧੀ ਤਾਂ ਸਿੱਖ ਤਾਂ ਗੀਤਾ ਨੂੰ ਮੰਨਦੇ ਨਹੀਂ, ਉਹਨਾਂ ਨੂੰ ਇਹਨਾਂ ਦੀ ਸਹੁੰ ਚੁਕਾਉਣ ਨਾਲ ਕੀ ਫਰਕ ਪੈਂਦਾ? ਉਹ ਕਹਿੰਦੀ, ਵੱਡੇ ਪਾਪਾ, ਕਾਨੂੰਨ ਅਨੁਸਾਰ ਸੰਵਿਧਾਨ ਦੇ ਵਿੱਚ ਮੁਸਲਮਾਨਾਂ ਤੇ ਈਸਾਈਆਂ ਨੂੰ ਛੱਡ ਕੇ ਬਾਕੀ ਸਾਰੇ ਹਿੰਦੂ ਨੇ। ਰਹੀ ਗੱਲ ਗੀਤਾ ਨੂੰ ਨਾ ਮੰਨਣ ਦੀ, ਤਾਂ ਮੰਨ ਹੀ ਰਹੇ ਨੇ। ਹਰ ਰੋਜ਼ ਅਦਾਲਤਾਂ ਦੇ ਵਿੱਚ ਗੀਤਾ ਤੇ ਹੱਥ ਰੱਖ ਕੇ ਤਾਂ ਸਹੁੰ ਖਾਂਦੇ ਨੇ, ਹੋਰ ਕਿਵੇਂ ਮੰਨਣ? ਇਹ ਤਾਂ ਮਜਬੂਰੀ ਹੈ। ਖੈਰ, ਇਸੇ ਤਰ੍ਹਾਂ ਸਾਰੇ ਭਾਰਤੀਆਂ ਨੂੰ ਹਿੰਦੂਆਂ ਦੇ ਵਿੱਚ ਵਿਲੀਨ ਕੀਤਾ ਜਾਂਦਾ, ਉਹ ਭਾਵੇਂ ਮੰਨਣ ਭਾਵੇਂ ਨਾ ਮੰਨਣ। ਤੇ ਇਹ ਸੀ ਕੁਛ ਪ੍ਰਸੰਗ ਇਸ ਮੁਤਲਕ ਜੋ ਜੈਨ ਧਰਮ ਦੇ ਜਿਹੜੇ ਅਗਾਂਹਵਧੂ ਲੋਕ ਨੇ ਉਹਨਾਂ ਦੇ ਜਿਹੜੇ ਵਰਤਾਰੇ ਨੇ ਉਸ ਮੁਤਲਕ ਜਿਹੜੇ ਨੇ ਕੁਲਬੀਰ ਸਿੰਘ ਕੌੜਾ ਨੇ ਗੱਲਾਂ ਬਾਤਾਂ ਕੀਤੀਆਂ ਨੇ। ਤੇ ਇਸੇ ਤਰ੍ਹਾਂ ਜੈਨ ਧਰਮ ਦੇ ਨਾਲ ਜਿਹੜੀਆਂ ਨੇ ਮਿੰਨੀ ਦੇ ਰਾਹੀਂ ਬਹੁਤ ਸਾਰੇ ਪ੍ਰਸੰਗ ਨੇ ਜਿਹੜੇ ਉਹ ਦੱਸੇ ਗਏ ਨੇ। ਇਸੇ ਤਰ੍ਹਾਂ ਸਿੱਖ ਧਰਮ ਦੇ ਵਿੱਚ ਵੀ ਇਸ ਤਰ੍ਹਾਂ ਦੇ ਵਰਤਾਰੇ ਆਉਂਦੇ ਨੇ। ਅਸਲ ਦੇ ਵਿੱਚ ਹਿੰਦੂਆਂ ਵਾਂਗ ਜੈਨ ਧਰਮ ਦੇ ਵਿੱਚ ਵੀ ਪਾਪ ਤੇ ਪਾਪ ਦੀ ਸਜ਼ਾ ਇੰਨੀ ਵਾਰ ਲੋਕਾਂ ਦੇ ਸਾਹਮਣੇ ਦੁਹਰਾਈ ਗਈ ਹੈ ਕਿ ਜੈਨੀ ਆਪਣੇ ਆਪ ਨੂੰ ਕਸੂਰਵਾਰ ਤੇ ਸਜ਼ਾ ਦਾ ਭਾਗੀ ਸਮਝਦਾ, ਘੋਰ ਨਰਕ ਤੋਂ ਡਰਦਿਆਂ ਰਹਿੰਦਾ। ਮਿੰਨੀ ਦੀਆਂ ਇਸ ਤਰ੍ਹਾਂ ਦੀਆਂ ਚੜ੍ਹਦੀ ਕਲਾ ਵਾਲੀਆਂ ਗੱਲਾਂ ਉਸ ਨੂੰ ਹੌਸਲਾ ਦਿੰਦੀਆਂ, ਪਰ ਇਹ ਤਰੰਗ ਥੋੜ੍ਹੇ ਸਮੇਂ ਦੀ ਸੀ। ਜਦੋਂ ਉਸ ਨੂੰ ਖਿਆਲ ਆਉਂਦਾ ਕਿ ਗੱਲਾਂ ਤਾਂ ਕਿਸੇ ਬਰਟਰੈਂਡ ਰਸਲ ਨੇ ਕਹੀਆਂ ਨੇ ਕਿ ਜੈਨੀਆਂ ਦੇ ਕਿਸੇ ਗੁਰੂ ਨੇ ਥੋੜ੍ਹੋ ਆਖੀਆਂ ਨੇ, ਇਹ ਤਾਂ ਵਿਚਾਰ ਆਉਂਦਿਆਂ ਹੀ ਉਹਨਾਂ ਦਾ ਮੂੰਹ ਪੈੜਾ ਹੋ ਜਾਂਦਾ ਤੇ ਨਰਕ ਦਾ ਡਰ ਉਹਨਾਂ ਤੇ ਭਾਰੂ ਹੋ ਜਾਂਦਾ। ਤੇ ਇਹੋ ਹੀ ਗੱਲ ਕੋਈ ਜੈਨੀ ਗੁਰੂ ਕਹਿੰਦਾ ਤਾਂ ਉਹ ਮੰਨਣਯੋਗ ਹੋਣੀ ਸੀ। ਈਸਾਈਆਂ ਦਾ ਕੀ ਹੈ, ਉਹ ਤਾਂ ਐਵੇਂ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਨੇ। ਈਸਾਈ ਧਰਮ ਜਾਂ ਕੋਈ ਹੋਰ ਧਰਮ ਜੈਨ ਧਰਮ ਦੇ ਪਾਏ ਹੋਏ ਥੋੜ੍ਹੇ ਨੇ। ਬਸ ਇਹੋ ਗੱਲ ਸਿੱਖ ਧਰਮ ਦੀ ਵੀ ਹੈ। ਸਿੱਖ ਪਰਿਵਾਰਾਂ ਦੇ ਵਿੱਚ ਵੀ ਲਗਭਗ ਇਹੋ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਕਿ ਸਿੱਖ ਕਿਸੇ ਵਿਦਵਾਨ ਦੀ ਗੱਲ ਨਾਲੋਂ ਅਨਪੜ੍ਹ ਕਥਾਵਾਚਕ ਦੀ ਗੱਲ ਨੂੰ ਜ਼ਿਆਦਾ ਧਿਆਨ ਨਾਲ ਸੁਣਦੇ ਨੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਈ ਥਾਵਾਂ ਤੇ ਸਵਰਗ ਨਰਕ ਦਾ ਖੰਡਨ ਹੈ ਤੇ ਕਈ ਥਾਈਂ ਨਹੀਂ ਹੈ। ਡਰ ਤੇ ਅਣਜਾਣ ਭਾਵ ਸਿੱਖਾਂ ਦੇ ਮਨ ਦੇ ਵਿੱਚ ਬੈਠਿਆ ਹੋਇਆ। ਇਸੇ ਲਈ ਸਿੱਖ ਵੀ ਇੱਥੋਂ ਤੱਕ ਕਿ ਅੰਮ੍ਰਿਤਧਾਰੀ ਸਿੰਘ ਵੀ ਸਮਾਧਾਂ ਤੇ ਮੜੀਆਂ ਤੇ ਮੱਥਾ ਟੇਕਦੇ ਨੇ। ਵਡਭਾਗ ਸਿੰਘ ਦੇ ਡੇਰੇ, ਧੀਰ ਮੱਲੀਆਂ, ਰਾਮ ਰਾਈਆਂ ਦੇ ਡੇਰੇ ਤੇ ਜਿੱਥੇ ਜਾਣੇ ਤਾਂ ਕਿ ਸੁਪਨੇ ਦੇ ਵਿੱਚ ਵੀ ਇਹਨਾਂ ਥਾਵਾਂ ਦਾ ਧਿਆਨ ਮਨ ਦੇ ਵਿੱਚ ਲਿਆਉਂਦੇ ਨੇ ਤੇ ਇਹਨਾਂ ਦੇ ਨਾਲ ਕੋਈ ਮੇਲ ਮਿਲਾਪ ਰੱਖਣਾ ਸਿੱਖ ਧਰਮ ਦੇ ਵਿੱਚ ਮਨ੍ਹਾ ਹੈ। ਉੱਥੇ ਅੰਮ੍ਰਿਤਧਾਰੀ ਸਿੰਘ ਸ਼ਬਦ ਪੜ੍ਹਨ ਜਾਂਦੇ ਨੇ। ਇਸ ਤਰ੍ਹਾਂ ਵਿਗਿਆਨਕ ਯੁੱਗ ਦੇ ਵਿੱਚ ਵੀ ਕਈ ਸਿੱਖ ਕਹਿੰਦੇ ਨੇ ਕਿ ਸੁਲਤਾਨਪੁਰ ਲੋਧੀ ਦੇ ਪਿੰਡ ਡੱਲਾ ਦੇ ਵਿੱਚ ਇੱਕ ਐਸੀ ਜਗ੍ਹਾ ਜਿੱਥੇ ਤਈਏ ਤਾਪ ਨੂੰ ਕੈਦ ਕੀਤਾ ਹੋਇਆ। ਹੁਣ ਕਿਸੇ ਵੀ ਸਿੱਖ ਨੂੰ ਤਈਏ ਬੁਖਾਰ ਚੜ੍ਹ ਜਾਂਦਾ ਤੇ ਉਹ ਇਲਾਜ ਕਰਾਉਣ ਦੀ ਥਾਂ ਉੱਥੇ ਡੱਲਾ ਪਿੰਡ, ਤੁਸੀਂ ਜੇ ਕਿਸੇ ਨੇ ਜਾਣਦੇ ਉਸ ਇਲਾਕੇ ਤੇ ਦੱਸ ਦਿਓ, ਉੱਥੇ ਤਈਏ ਤਾਪ ਤੋਂ ਨੱਕ ਰਗੜਦੇ ਨੇ। ਇਸ ਵਿਗਿਆਨਕ ਯੁੱਗ ਦੇ ਵਿੱਚ ਵੀ ਸਿੱਖਾਂ ਦੀ ਅਨਪੜ੍ਹਤਾ ਦੇ ਦਲਦਲ ਦੇ ਵਿੱਚ ਨਿੱਘਰ ਜਾਣ ਦੀਆਂ ਬੜੀਆਂ ਨਿਸ਼ਾਨੀਆਂ ਮੌਜੂਦ ਨੇ। ਅਸਲ ਦੇ ਵਿੱਚ ਸਿੱਖ ਉਹ ਰਿਹਾ ਹੀ ਨਹੀਂ ਜੋ ਗੁਰੂ ਨਾਨਕ ਜੀ ਨੇ ਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਖੰਡੇ ਬਾਟੇ ਨਾਲ ਅੰਮ੍ਰਿਤ ਛਕਾ ਕੇ ਸਜਾਇਆ ਸੀ। ਹੁਣ ਤੇ ਭੁਲੇਖਿਆਂ, ਭੇਖ, ਗਲਤਫਹਿਮੀ ਦਾ ਸ਼ਿਕਾਰ ਨੇ। ਇੱਕ ਪੁਤਲਾ ਮਾਤਰ ਪ੍ਰਾਣੀ ਹੈ ਜੋ ਲਾਈਲਗ ਪ੍ਰਵਿਰਤੀ ਦਾ ਬਣ ਜਾਂਦਾ। ਇਸ ਕਰਕੇ ਆਵਾਗੌਣ ਕਰਮ ਕਾਂਡਾਂ ਦੇ ਵਿੱਚ ਬ੍ਰਾਹਮਣਵਾਦ ਦੇ ਵਿੱਚ ਫਸਿਆ ਹੋਇਆ। ਕਿਰਪਾਨ ਦਾ ਸੰਵਿਧਾਨਕ ਹੱਕ ਇਹਦਾ ਗਿਆ, ਪਰਸਨਲ ਲਾ ਸਿੱਖ ਦਾ ਗਿਆ, ਲੈ ਦੇ ਕੇ ਇੱਕ ਹਿੰਦੂ ਹੀ ਹੈ ਜਿਵੇਂ ਜੈਨੀ ਤੇ ਬੋਧੀ ਨੇ।
ਤੇ ਹਰੀਸ਼ ਦਾ ਡੈਡੀ ਕਹਿੰਦਾ ਕਿ ਪੁਰਾਣੇ ਲੋਕ ਤੇ ਹੁਣ ਦੇ ਲੋਕਾਂ ਨਾਲੋਂ ਕਾਫੀ ਚੰਗੇ ਸਨ। ਹੁਣ ਤਾਂ ਨਸ਼ੇ ਵੱਧ ਗਏ ਨੇ। ਪਹਿਲਾਂ ਲੋਕ ਆਪਣੇ ਮਾਤਾ ਪਿਤਾ ਦੇ ਆਗਿਆਕਾਰੀ ਹੁੰਦੇ ਸੀ, ਹੁਣ ਕਿਸੇ ਨੂੰ ਕੰਮ ਆਖੋ ਅਗਲਾ ਟਕੇ ਵਰਗਾ ਜਵਾਬ ਦਿੰਦਾ। ਇਸ ਗੱਲ ਤੇ ਫਿਰ ਬਹਿਸ ਸ਼ੁਰੂ ਹੋ ਗਈ। ਪਰ ਮਿੰਨੀ ਕਹਿੰਦੀ ਪਾਪਾ ਨਸ਼ੇ ਤਾਂ ਸਤਯੁਗ ਦੇ ਵਿੱਚ ਵੀ ਹੁੰਦੇ ਸੀ। ਵੇਦਾਂ ਦੇ ਵਿੱਚ ਬਕਾਇਦਾ ਜ਼ਿਕਰ ਆਉਂਦਾ ਹੈ ਕਿ ਸੋਮਰਸ ਦੇ ਨਸ਼ੇ ਦਾ ਬਾਰ-ਬਾਰ ਜ਼ਿਕਰ ਆਉਂਦਾ। ਈਵਨ ਸੋਮ ਦੇਵਤਾ ਵੀ ਹੈ। ਜਦੋਂ ਇਹ ਜਿਹੜੇ ਵੇਦ ਨੇ, ਜਿਹੜਾ ਰਿਗ ਵੇਦ, ਜਿਹੜੇ ਮੁੱਢਲੇ ਵੇਦ ਨੇ ਨਾ ਹਿੰਦੂ ਧਰਮ ਦੇ, ਰਾਤ ਮੈਂ ਪੜ੍ਹ ਰਿਹਾ ਸੀਗਾ 2-2.5 ਘੰਟੇ ਲਾਏ, ਤੇ ਉਹ ਹਿੰਦੂ ਧਰਮ ਦੇ ਜਿਹੜਾ ਮੁੱਢਲਾ ਕੰਸੈਪਟ ਹੈ ਉਹ ਰਿਗ ਵੇਦ ਹੈ। ਰਿਗ ਵੇਦਾਂ ਦੇ ਦੌਰਾਨ ਇੰਦਰ ਦੇਵਤਾ, ਸੂਰਜ ਦੇਵਤਾ ਤੇ ਖਾਸ ਕਰਕੇ ਊਸ਼ਾ ਜਿਹੜੀ ਸਵੇਰ ਦੀ ਦੇਵੀ ਹੈ ਉਹਦੀ ਪੂਜਾ ਹੁੰਦੀ ਸੀ, ਤੇ ਸੋਮ ਦੇਵਤਾ ਦੀ ਵੀ ਪੂਜਾ ਹੁੰਦੀ ਸੀ ਜੋ ਸੋਮ ਰਸ ਦਾ ਦੇਵਤਾ ਹੈ। ਇਹਦੇ ਬਾਰੇ ਕਿਹਾ ਜਾਂਦਾ ਕਿ ਸੋਮ ਹੈ ਨਾ ਜਿਹੜਾ, ਉਹ ਆਤਮਾ ਨੂੰ ਪਵਿੱਤਰ ਕਰਦਾ, ਜਾਨੀ ਸ਼ਰਾਬ ਹੈ ਨਾ ਜਿਹੜੀ ਉਹ ਆਤਮਾ ਨੂੰ ਪਵਿੱਤਰ ਕਰਦੀ ਹੈ। ਇਸ ਕਰਕੇ ਸੋਮ ਦੇ ਦੇਵਤੇ ਦੀ ਵੀ ਪੂਜਾ ਹੁੰਦੀ ਸੀ। ਆਰੀਅਨ ਜਿਹੜੇ ਮੁੱਢਲੇ ਆਰੀਅਨ ਨੇ, ਜਿਹੜੇ ਤੁਸੀਂ ਡਿਸਕਵਰੀ ਆਫ ਇੰਡੀਆ ਵੇਖੋ ਨਹਿਰੂ ਦੀ, ਉਹਦੇ ਵਿੱਚ ਵੀ ਯੱਗਾਂ ਦੇ ਵਿੱਚ ਤੇ ਯੱਗਾਂ ਤੋਂ ਬਾਅਦ ਵੀ ਸ਼ਰਾਬ ਵਰਤਾਈ ਜਾਂਦੀ ਸੀ। ਅੱਜ ਵੀ ਬਹੁਤ ਸਾਰੇ ਹਿੰਦੂ ਮੰਦਰਾਂ ਦੇ ਵਿੱਚ, ਕਾਲੀ ਦੇਵੀ ਮੰਦਿਰ ਹੈ ਜਾਂ ਹੋਰ ਹੈ, ਉੱਥੇ ਸ਼ਰਾਬ ਤੋਂ ਬਿਨਾਂ ਮੱਥਾ ਨਹੀਂ ਟਿਕਦਾ, ਸ਼ਰਾਬ ਚੜਾਈ ਜਾਂਦੀ ਹੈ। ਖੈਰ ਮਿੰਨੀ ਤਰਕ ਦਿੰਦੀ ਕਿ ਸੋਮ ਰਸ ਦਾ ਜ਼ਿਕਰ ਤਾਂ ਸਤਯੁਗ ਦੇ ਵਿੱਚ ਵੀ ਆਉਂਦਾ। ਆਰੀਏ ਲੋਕ ਸੋਮ ਰਸ ਪੀਂਦੇ ਸੀ। LSD ਵਰਗਾ ਕੋਈ ਐਸਾ ਪਦਾਰਥ ਸੀ ਜਿਸ ਨੂੰ ਪੀ ਕੇ ਦੇਵਤੇ ਤੇ ਰਿਸ਼ੀ ਮੁਨੀ ਖਰਮਸਤੀਆਂ ਕਰਦੇ ਸੀ। ਯੱਗ ਅਤੇ ਮਹਾਯੱਗ ਹੁੰਦੇ ਸੀ ਜਿਸ ਦੇ ਵਿੱਚ ਗਊ ਭਗਤ ਗਊ ਦੀ ਤੇ ਘੋੜੇ ਦੀ ਬਲੀ ਦਿੰਦੇ ਸਨ। ਮਨੁੱਖ ਦੀ ਵੀ ਬਲੀ ਦਿੱਤੀ ਜਾਂਦੀ ਸੀ, ਜਿਵੇਂ ਕਲਕੱਤੇ ਕਾਲੀ ਮੰਦਰ ਦੇ ਵਿੱਚ ਜਾਨਵਰਾਂ ਤੇ ਬੰਦਿਆਂ ਦਾ ਜਿਹੜਾ ਡੁੱਲਿਆ ਹੋਇਆ ਖੂਨ ਆ ਉਸਦੇ ਦਰਿਆ ਭਰ ਜਾਂਦੇ ਨੇ। ਜੇ ਉਦੋਂ ਲੋਕ ਇੰਨੇ ਭਲੇ ਮਾਨਸ ਹੁੰਦੇ ਤਾਂ ਮਹਾਵੀਰ ਕਿਉਂ ਕਹਿੰਦਾ ਕਿ ਚੋਰੀ ਨਾ ਕਰੋ? ਮਹਾਵੀਰ ਨੇ ਚੋਰੀ ਨੂੰ 5 ਬੁਰੀਆਂ ਗੱਲਾਂ ਦੇ ਵਿੱਚੋਂ ਇੱਕ ਆਖਿਆ। ਇਹਦਾ ਮਤਲਬ ਮਹਾਵੀਰ ਦੇ ਵਕਤ ਵੀ ਚੋਰੀ ਹੁੰਦੀ ਸੀ। ਫਿਰ ਸਤਜੁਗ ਕਿੱਥੇ ਸੀ? ਇਹ ਸਿਰਫ ਕਹਿਣ ਦੀਆਂ ਗੱਲਾਂ ਨੇ, ਕਿਉਂਕਿ ਉਦੋਂ ਇਨਫੋਰਮੇਸ਼ਨ ਨਹੀਂ ਸੀ ਪਹੁੰਚਦੀ। ਹਾਲਾਤ ਉਦੋਂ ਵੀ ਇਹੀ ਸੀਗੇ ਜਿਹੜੇ ਸਤਲੁਜ ਦੀਆਂ ਅਸੀਂ ਗੱਲਾਂ ਕਰਦੇ ਹਾਂ। ਜਿਵੇਂ ਆਪਾਂ ਹੁਣ ਵੀ ਲੋਕ ਕਹਿ ਦਿੰਦੇ ਨੇ ਕਿ ਇਹਦੇ ਨਾਲ ਤਾਂ ਯਾਰ ਅੰਗਰੇਜ਼ ਦਾ ਰਾਜ ਚੰਗਾ ਸੀਗਾ। ਸੋ ਇਸ ਕਰਕੇ ਜੇ ਉਦੋਂ ਇਹ ਚੋਰੀਆਂ ਨਹੀਂ ਸੀ, ਬੁਰਾਈਆਂ ਨਹੀਂ ਸੀ, ਤੇ ਫਿਰ ਇਹਨਾਂ ਮਹਾਤਮਾਵਾਂ ਨੂੰ, ਜਿੰਨੇ ਹੁਣ ਤੱਕ ਧਰਮਾਂ 'ਚ ਆਏ ਨੇ, ਇਹਨਾਂ ਨੂੰ ਫਿਰ ਅਧਰਮ ਦੇ ਖਿਲਾਫ ਕਿਉਂ ਬੋਲਣਾ ਪਿਆ ਜੇ ਉਦੋਂ ਸਤਜੁਗ ਸੀ? ਤੇ ਮਹਾਤਮਾ ਬੁੱਧ ਜਿੰਨਾ ਚਿਰ ਵੀ ਜਿਉਂਦੇ ਰਹੇ ਲੋਕਾਂ ਨੂੰ ਬੁਰੇ ਕੰਮਾਂ ਤੋਂ ਹਟਾਉਂਦੇ ਰਹੇ, ਤੇ ਆਖਰ ਬੁਰੇ ਕੰਮ ਹੁੰਦੇ ਹੋਣਗੇ ਤਾਂ ਹੀ ਬੁੱਧ ਉਹਨਾਂ ਨੂੰ ਹਟਾਉਂਦੇ ਸੀ। ਕਮਿਊਨਿਸਟ ਤੇ ਦੂਜੇ ਨਸ਼ੇ ਦੀ ਗੱਲ ਹੀ ਨਹੀਂ ਕਰਦੇ। ਉਹ ਤਾਂ ਸਭ ਤੋਂ ਵੱਡਾ ਨਸ਼ਾ ਧਰਮ ਨੂੰ ਮੰਨਦੇ ਨੇ ਤੇ ਕਹਿੰਦੇ ਨੇ ਕਿ ਧਰਮ ਸਮਾਜ ਲਈ ਅਫੀਮ ਹੈ। ਐਲਡੈਕਸ ਹੈਕਸਲੇ, ਜਿਨ੍ਹਾਂ ਨੇ ਡੋਰ ਆਫ ਰਿਸੈਪਸ਼ਨ ਦਰਸ਼ਨ ਦੀ ਦੀਵਾਰ ਨਾਂ ਦੀ ਇੱਕ ਕਿਤਾਬ ਲਿਖੀ ਹੈ, ਉਹਨਾਂ ਨੇ ਸਲਾਹ ਦਿੱਤੀ ਕਿ ਭਗਤੀ ਕਰਨ ਦੀ ਕੋਈ ਲੋੜ ਨਹੀਂ। SLD ਲੈਣ ਨਾਲ ਮਨ ਉਸੇ ਹਾਲਤ ਵਿੱਚ ਪਹੁੰਚ ਜਾਂਦਾ ਹੈ ਜਦੋਂ ਜਿਵੇਂ ਰੱਬ ਦੇ ਦਰਸ਼ਨ ਹੋਣ ਲੱਗਦੇ ਨੇ। ਭਗਤੀ ਕਰਨ ਦੀ ਥਾਂ ਗੋਲੀ ਨਾਲ ਕੰਮ ਚੱਲ ਸਕਦਾ। ਨਸ਼ੇ ਦੇ ਵਿੱਚ ਜੋ ਵੀ ਸੋਚੋਗੇ ਉਹੀ ਲਾਗੂ ਹੁੰਦਾ ਲੱਗੇਗਾ। ਜਿਵੇਂ ਸਾਰਾ ਪਿੰਡ ਮਿੱਤਰਾਂ ਦਾ ਲੱਗਦਾ ਹੁੰਦਾ ਨਾ, ਪਊਗਾ ਮਾਰ ਕੇ ਬੇਬੇ ਨੂੰ। ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਤਾਂ ਹਰੀਸ਼ ਵੀ ਆ ਜਾਂਦਾ। ਉਹ ਸਿੱਧਾ ਹੀ ਕਹਿ ਦਿੰਦਾ ਕਿ ਰਾਮਰਾਜ ਦੇ ਵਿੱਚ ਤਾਂ ਬੇਕਸੂਰ ਸੀਤਾ ਨੂੰ ਵੀ ਇਨਸਾਫ ਨਾ ਮਿਲਿਆ ਤੇ ਅਗਨੀ ਪ੍ਰੀਖਿਆ ਦੇਣੀ ਪਈ, ਤੇ ਫਿਰ ਇੱਕ ਧੋਬੀ ਦੇ ਕਹਿ ਤੇ ਉਹਨੂੰ ਘਰੋਂ ਕੱਢਿਆ ਗਿਆ। ਮਹਾਰਿਸ਼ੀ ਵਾਲਮੀਕ ਦੀ ਰਮਾਇਣ ਪੜ੍ਹਨ ਤੋਂ ਇਹ ਪਤਾ ਲੱਗਦਾ ਕਿ ਇੱਕ ਬਿਰਧ ਰਾਜੇ ਵੱਲੋਂ ਜਵਾਨ ਲੜਕੀ ਕਕਈ ਦੇ ਨਾਲ ਸ਼ਾਦੀ ਕਰਕੇ ਇਹ ਸਾਰਾ ਦਿਖਾਂਤ ਵਾਪਰਿਆ ਸੀ। ਜੋ ਕਕਈ ਵਿਆਹੀ ਗਈ ਇੱਕ ਉਮਰਦਰਾਜ ਦਸ਼ਰਥ ਨੂੰ, ਪੁੱਤ ਨੂੰ ਬਨਵਾਸ ਦੇ ਦਿੱਤਾ। ਪੁੱਤ ਵੀ ਭਲਾ ਮਾਨਸ ਕੇ ਬੇਇਨਸਾਫੀ ਦੇ ਅੱਗੇ ਝੁਕਿਆ ਤੇ ਲੜਨ ਨੂੰ ਤਿਆਰ ਨਾ ਹੋਇਆ। ਸੋ ਪੀੜ੍ਹੀ ਦਰ ਪੀੜ੍ਹੀ ਸ਼੍ਰੀ ਰਾਮ ਜੀ ਦੀ ਕਦਰ ਇਸੇ ਕਰਕੇ ਹੈ ਕਿ ਉਸਨੇ ਪਿਤਾ ਦਾ ਹੁਕਮ ਮੰਨਿਆ ਤੇ ਅੱਗੋਂ ਵਿਰੋਧ ਨਹੀਂ ਕੀਤਾ। ਪਰ ਦਸ਼ਰਥ ਨੇ ਜੋ ਕੁਛ ਕੀਤਾ ਉਹ ਵੀ ਤਾਂ ਕਿਤੇ ਨਾ ਕਿਤੇ ਜ਼ਿੰਮੇਵਾਰ ਹੈ। ਖੈਰ, ਇਸ ਤਰ੍ਹਾਂ ਆਪਸੀ ਡਾਇਲੌਗ ਇਹਨਾਂ ਦਾ ਚੱਲਦਾ ਰਹਿੰਦਾ। ਹਿੰਦੂ ਧਰਮ ਦੇ ਵਿੱਚ ਸ਼ਕਤੀਸ਼ਾਲੀ ਰਾਜਾ ਪਾਪ ਤੇ ਪੁੰਨ ਤੋਂ ਪਰੇ ਜੂ ਮੰਨਿਆ ਗਿਆ। ਇਹ ਸਿਧਾਂਤ ਅਨੁਸਾਰ ਕਕਈ ਦੀ ਜੋ ਇਹਦੀ ਮਤੇਰਮਾ ਸੀ ਸ਼੍ਰੀ ਰਾਮ ਦੀ, ਕਕਈ ਦੀ ਗੱਲ ਨਾ ਮਨਜ਼ੂਰ ਵੀ ਕੀਤੀ ਜਾ ਸਕਦੀ ਸੀ। ਉਸ ਦਾ ਪੁੱਤਰ ਸੀ ਜਿਹੜਾ ਕਕਈ ਦਾ ਭਰਤ, ਉਹ ਅੱਗੇ ਹੀ ਸ਼੍ਰੀ ਰਾਮ ਜੀ ਦੇ ਨਾਲ ਸੀ, ਫਿਰ ਵੀ ਉਹ ਸਿੱਧਾ ਹੋ ਕੇ ਪੈਂਦਾ। ਤੇ ਇਸ ਦੌਰਾਨ ਇਹ ਜਿਹੜਾ ਕਿਤੇ ਨਾ ਕਿਤੇ ਆਪਸੀ ਪਰਿਵਾਰਾਂ ਦੇ ਵਰਤਾਰੇ ਵੀ ਸੀ। ਇਸੇ ਤਰ੍ਹਾਂ ਧਰਮਾਂ ਦੇ ਵਿੱਚ ਵੀ ਇੱਥੇ ਤੱਕ ਕਿ ਧਰਮਾਂ ਦੇ ਵਿੱਚ ਵੀ ਹੋਰ ਬਹੁਤ ਸਾਰਾ ਇਸ ਤਰ੍ਹਾਂ ਦਾ ਵਰਤਾਰਾ ਚੱਲਦਾ ਰਹਿੰਦਾ। ਸਿੱਖਾਂ ਦੇ ਵਿੱਚ ਵੀ ਬੱਕਰਿਆਂ ਦੀ ਕੁਰਬਾਨੀ ਜਿਹੜੀ ਹੈ ਹਜ਼ੂਰ ਸਾਹਿਬ ਜਾਂ ਹੋਰ ਥਾਵਾਂ ਤੇ ਦਿੱਤੀ ਜਾਂਦੀ ਹੈ, ਤੇ
ਤੁਹਾਡਾ ਇੱਕ ਤਬਕਾ ਡਰਾਈਵਰਾਂ ਤੇ ਟਰਾਂਸਪੋਰਟਰਾਂ ਦਾ ਵੀ ਹੈ, ਉਹ ਮੈਨੂੰ ਕਹਿਣ ਲੱਗੇ ਸਿੱਖਾਂ ਦਾ, ਜੋ ਹਰ ਵੇਲੇ ਰਿਪੇਅਰ ਤੇ ਸਪੇਅਰ ਪਾਰਟ ਦੇ ਚੱਕਰਾਂ 'ਚ ਪਿਆ ਰਹਿੰਦਾ। ਕਦੇ ਟਾਇਰ ਹੈ ਨਹੀਂ, ਕਦੇ ਇੰਜਣ ਬਹਿ ਗਿਆ, ਕਦੇ ਕੋਈ ਹੋਰ ਕੋਈ ਕੰਮ ਹੈ ਸਿੱਖਾਂ ਦੇ ਹੱਥ ਦੇ ਵਿੱਚ। ਉਹ ਜਾਣੀ ਕਿ ਮੈਨੂੰ ਜਿਹੜਾ ਟੀਚਰਾਂ ਕਰਦੇ, ਕਿਉਂਕਿ ਉਹ ਸਿੱਖ ਸੀਗਾ ਕੁਲਵੀਰ ਸਿੰਘ ਕੌੜਾ, ਉਹਦੇ ਜਿਹੜੇ ਜੈਨੀ ਸੀ ਮਿੰਨੀ ਤੇ ਉਹਦੇ ਹਸਬੈਂਡ ਜਾਂ ਉਹਨਾਂ ਦੇ ਪਿਤਾ ਜੀ, ਜਾਣੀ ਕਹਿੰਦੇ ਤੁਹਾਡਾ ਇੱਕ ਜਿਹੜਾ ਭਾਈਚਾਰਾ ਹੈ ਉਹ ਟਰਾਂਸਪੋਰਟਰ ਟਰੱਕਾਂ ਵਾਲਾ, ਉਹ ਇਸੇ ਕੰਮ 'ਚ ਪਿਆ ਰਹਿੰਦਾ, ਹੋਰ ਸਿੱਖਾਂ ਕੋਲ ਹੈ ਵੀ ਕੀ। ਤੇ ਮੈਂ ਉਹਨੂੰ ਆਖਿਆ ਹੈ ਕਿਉਂ ਨਹੀਂ, ਸ਼ਹਿਰਾਂ ਦੇ ਵਿੱਚ ਸਾਡੀਆਂ ਦੁਕਾਨਾਂ ਨੇ, ਏਜੰਸੀਆਂ ਨੇ। ਉਹ ਕਹਿੰਦੇ ਉਹ ਸ਼ਹਿਰਾਂ 'ਚ ਤੁਹਾਡੀਆਂ ਏਜੰਸੀਆਂ ਤੇ ਦੁਕਾਨਾਂ ਤਾਂ ਭਾਪੇ ਸਿੱਖਾਂ ਦੀਆਂ ਨੇ, ਭਾਪੇ ਤਾਂ ਧੰਦੇ ਦੇ ਸਿੱਖ ਨੇ। ਫਿਰ ਉਸਨੇ ਇੱਕ ਚੁਟਕਲਾ ਸੁਣਾਇਆ ਕਿ ਇੱਕ ਭਾਪੇ ਨੂੰ ਅਦਾਲਤ ਦੇ ਵਿੱਚ ਜੱਜ ਨੇ ਪੁੱਛਿਆ, ਜਦੋਂ ਤੂੰ ਦੂਜੇ ਬੰਦੇ ਤੇ ਪਿਸਤੌਲ ਤਾਣ ਲਿਆ ਸੀ ਫਿਰ ਗੋਲੀ ਕਿਉਂ ਨਾ ਚਲਾਈ? ਤਾਂ ਪਾਪਾ ਜੀ ਕਹਿਣ ਲੱਗੇ, ਹਜ਼ੂਰ ਚਲਾਉਣ ਹੀ ਲੱਗਾ ਸੀ। ਇਸਨੇ ਅੱਗੋਂ ਪੁੱਛ ਲਿਆ ਪਿਸਤੌਲ ਵੇਚਣੀ ਉਹ ਕਿੰਨੇ ਦੀ? ਤੇ ਜਦੋਂ ਵਪਾਰਿਕ ਸੌਦਾ ਹੋਣ ਲੱਗ ਪਏ ਫਿਰ ਦੁਸ਼ਮਣੀ ਕਾਹਦੀ, ਫਿਰ ਮੈਂ ਗੋਲੀ ਕਿਵੇਂ ਚਲਾਉਂਦਾ? ਫਿਰ ਤੁਹਾਡਾ ਖਿਆਲ ਹੈ ਕਿ ਤੁਹਾਡੇ ਪੁਰਾਣੇ ਜ਼ਮਾਨੇ ਦੀਆਂ ਮੁਗਲਾਂ ਨਾਲ ਹੋਈਆਂ ਲੜਾਈਆਂ ਤੇ ਹੁਣ ਆਜ਼ਾਦ ਭਾਰਤ ਦੀਆਂ ਐਜੀਟੇਸ਼ਨਾਂ ਦੇ ਵਿੱਚ ਸ਼ਹਿਰੀ ਦੁਕਾਨਦਾਰ ਸਿੱਖਾਂ ਨੇ ਕੋਈ ਯੋਗਦਾਨ ਪਾਇਆ, ਜਿਹੜੇ ਦੁਸ਼ਮਣ ਤੇ ਪਿਸਟਲ ਚਲਾਉਣ ਲੱਗਿਆ ਫਿਰ ਸੌਦਾ ਕਰਨ ਲੱਗ ਪੈਂਦੇ ਨੇ? ਨਾ ਤਾਂ ਨੌਕਰੀ ਪੇਸ਼ਾ ਲੋਕ ਸਰਕਾਰ ਨਾਲ ਪੰਗਾ ਲੈ ਸਕਦੇ ਨੇ, ਨਾ ਦੁਕਾਨਦਾਰੀ ਵਾਲੇ। ਇਸੇ ਕਰਕੇ ਜਿਹੜੇ ਸ਼ਹਿਰੀ ਸਿੱਖ ਨੇ ਉਹ ਵੀ ਮਤਲਬ ਰਾਜ ਸੱਤਾ ਦੇ ਭਾਗੀਦਾਰ ਬਣਦੇ ਨੇ। ਸੋ ਇਸ ਕਰਕੇ ਭਾਵੇਂ ਜੈਨੀ ਹੋਣ, ਹਿੰਦੂ ਹੋਣ ਜਾਂ ਮੁਸਲਮਾਨ ਜਾਂ ਸਿੱਖ ਹੋਣ, ਜਿਹੜਾ ਰਾਜ ਸੱਤਾ ਦਾ ਭਾਗੀਦਾਰ ਬਣੇਗਾ, ਵਪਾਰੀ ਹੋਏਗਾ, ਉਹ ਕਦੇ ਵੀ ਧਰਮ ਤੇ ਨਹੀਂ ਨਿਭੇਗਾ। ਵਪਾਰੀ ਦਾ ਧਰਮ ਵਪਾਰ ਹੁੰਦਾ ਹੈ। ਇਸੇ ਕਰਕੇ 5ਵੀਂ ਪਾਤਸ਼ਾਹੀ ਤੋਂ ਬਾਅਦ, ਜਿਵੇਂ ਕੁਲਵੀਰ ਕੌੜਾ ਨੇ ਸਿੱਖਾਂ ਦੇ ਬਾਰੇ ਲਿਖਿਆ ਕਿ 5ਵੀਂ ਪਾਤਸ਼ਾਹੀ ਤੱਕ ਉਹਨਾਂ ਨੂੰ ਗੁਰੂ ਜ਼ਿਆਦਾ ਸੂਟ ਕਰਦੇ ਸੀ, ਤੇ ਜਦੋਂ 6ਵੀਂ ਪਾਤਸ਼ਾਹੀ ਨੇ ਜ਼ਾਲਮ ਹਕੂਮਤ ਨਾਲ ਟੱਕਰ ਲੈਣ ਵਾਸਤੇ 2 ਤਲਵਾਰਾਂ ਧਾਰੀਆਂ, ਮੀਰੀ ਤੇ ਪੀਰੀ ਦੀ ਗੱਲ ਕੀਤੀ, ਜੰਗਾਂ ਸ਼ੁਰੂ ਕੀਤੀਆਂ, ਤੇ ਬਹੁਤ ਸਾਰੇ ਜਿਹੜੇ ਖੱਤਰੀ ਸਿੱਖ ਸੀ, ਵਪਾਰੀ ਸਿੱਖ ਸੀ, ਉਹ ਸਿੱਖੀ ਨਾਲੋਂ ਲਾਂਭੇ ਹੋਏ, ਤੇ ਫਿਰ ਉਹ ਪੀੜਤ ਜਿਹੜੀਆਂ ਜਾਤਾਂ ਸੀ ਉਹ ਗੁਰੂ ਸਾਹਿਬ ਦੇ ਨਾਲ ਖੜਨੀਆਂ ਸ਼ੁਰੂ ਹੋਈਆਂ। ਤੇ ਇਸ ਤਰ੍ਹਾਂ ਹੋਰ ਕਈ ਪ੍ਰਸੰਗ ਨੇ, ਕਈ ਹਸਾਉਣੀਆਂ ਨੇ, ਜਿਸ ਦੇ ਵਿੱਚ ਬੜੀਆਂ ਕਮਾਲ ਦੀਆਂ ਗੱਲਾਂ ਲਿਖੀਆਂ ਨੇ। ਪ੍ਰਸੰਗ ਮੈਂ ਇਹਨਾਂ ਦੇ ਸੁਣਾਉਣਾ। ਇਸੇ ਤਰ੍ਹਾਂ ਬੜਾ ਇੰਟਰਸਟਿੰਗ ਵਾਕਿਆਤ ਨੇ ਇਸ ਦੇ ਵਿੱਚੋਂ। ਜੇ ਇਹਨਾਂ ਵਾਕਿਆਤਾਂ ਦੀ ਗੱਲ ਕਰੀਏ ਤਾਂ ਕਈ ਵਾਰੀ ਤਾਂ ਬੜਾ ਅਜੀਬ ਵਰਤਾਰਾ ਸਾਹਮਣੇ ਆਉਂਦਾ, ਪਰ ਫਿਰ ਵੀ ਮੈਂ ਚਲੋ ਕੋਸ਼ਿਸ਼ ਕਰਦਾ ਵਿੱਚੋਂ ਕੁਝ ਪ੍ਰਸੰਗ ਨੂੰ ਜਿਹੜਾ ਸੋਧ ਕੇ ਤੁਹਾਡੇ ਸਾਹਮਣੇ ਰੱਖਾਂ। ਸਮਾਂ ਥੋੜਾ ਹੈ, ਮੈਟਰ ਬਹੁਤ ਹੈ। ਤੇ ਇੱਕ ਵਾਰੀ ਹਰੀਸ਼ ਦੇ ਪਿਤਾ ਨੇ ਦਿੱਤੇ ਤਾਏ ਦੇ ਖਿਆਲ ਅਨੁਸਾਰ ਪੁਰਾਣੇ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਕਿ ਕੋਈ ਗਲਤ ਨਹੀਂ ਹੋ ਸਕਦਾ, ਕਿਉਂਕਿ ਮਹਾਂਪੁਰਖਾਂ ਨੇ ਜੋ ਰੱਬ ਨੂੰ ਪਹੁੰਚੇ ਨੇ, ਉਹਨਾਂ ਦੁਆਰਾ ਜੋ ਲਿਖਿਆ ਗਿਆ ਜਾਂ ਲਿਖਾਇਆ ਗਿਆ ਉਹ ਅਟਲ ਸੱਚਾਈ ਹੁੰਦਾ। ਪਰ ਨਵੀਂ ਪੀੜ੍ਹੀ ਦਾ ਪੁੱਤ ਤੇ ਉਹਨਾਂ ਦੀ ਧੀ ਮਿਸਾਲਾਂ ਦੇ ਕੇ ਇਸ ਗੱਲ ਦੇ ਬਖੀ ਉਧਾੜਦੇ, ਤੇ ਉਹਨਾਂ ਵਿਚਾਰੇ ਬਜ਼ੁਰਗ ਬੋਲਣ ਜੋਗੇ ਨਾ ਛੱਡਦੇ। ਹਰੀਸ਼ ਦਾ ਪਾਪਾ, ਹਰੀਸ਼ ਐਕਚੁਅਲੀ ਮਿੰਨੀ ਦਾ ਪਿਤਾ ਸੀ ਜਿਹੜੀ PCSC, ਤੇ ਹਰੀਸ਼ ਜੈਨੀ ਉਦਯੋਗਪਤੀ ਸੀ, ਕੌੜਾ ਸਾਹਿਬ ਦਾ ਦੋਸਤ। ਹਰੀਸ਼ ਕਹਿੰਦਾ, ਪਾਪਾ ਗਲਤ ਕਿਉਂ ਨਹੀਂ ਹੋ ਸਕਦੇ ਪੁਰਾਣੇ ਗ੍ਰੰਥ? ਅੱਜ ਤੋਂ 3 ਸਾਲ ਪਹਿਲਾਂ ਸਾਰੀ ਦੁਨੀਆ ਇਹੀ ਮੰਨਦੀ ਸੀ ਕਿ ਧਰਤੀ ਚਪਟੀ ਹੈ, ਚੌਰਸ ਹੈ, ਪਰ ਇਹ ਗੱਲ ਉਹ ਬੜੇ ਦਾਅਵੇ ਨਾਲ ਕਹਿੰਦੇ ਸੀ ਕਿ ਇਹ ਗੱਲ ਬਾਈਬਲ 'ਚ ਲਿਖੀ ਹੈ ਕਿ ਧਰਤੀ ਗੋਲ ਨਹੀਂ ਚਪਟੀ ਹੈ। ਇਸ ਗੱਲ ਦੇ ਝੂਠੀ ਹੋਣ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਤੇ ਵਿਚਾਰੇ 80 ਸਾਲ ਦੇ ਬੁੱਢੇ ਗਲਾਲੀਓ ਨੂੰ ਫਾਂਸੀ ਦੇ ਦਿੱਤੀ ਗਈ, ਆਖੇ ਤੂੰ ਬਾਈਬਲ ਤੋਂ ਜ਼ਿਆਦਾ ਸਿਆਣਾ। ਜਦੋਂ ਉਸ ਨੂੰ ਗ੍ਰਿਫਤਾਰ ਕਰਕੇ ਗਲੀਲੀਓ ਤੇ ਮੁਕੱਦਮਾ ਚੱਲਿਆ ਤਾਂ ਜੱਜ ਨੇ ਉਸ ਨੂੰ ਆਖਿਆ ਕਿ ਜਾਂ ਤਾਂ ਬਿਨਾਂ ਸ਼ਰਤ ਇਹ ਕਹਿ ਦੇ ਕਿ ਧਰਤੀ ਚਪਟੀ ਹੈ ਜਿਵੇਂ ਬਾਈਬਲ 'ਚ ਲਿਖਿਆ, ਤੇ ਜਾਂ ਫਿਰ ਫਾਂਸੀ ਲੱਗਣ ਲਈ ਤਿਆਰ ਹੋ ਜਾ। ਸੋ 80 ਸਾਲ ਦਾ ਬਜ਼ੁਰਗ ਸਾਇੰਸਦਾਨ ਗਲੀਲੀਓ ਨੇ ਆਖਿਆ, ਮੇਰੇ ਕੋਲ ਤਾਂ ਜੋ ਮਰਜ਼ੀ ਅਖਵਾ ਲਓ, ਮੇਰੀ ਆਖੀ ਗੱਲ ਤਾਂ ਮੇਰੀ ਪਤਨੀ ਤੇ ਬੱਚੇ ਤੱਕ ਵੀ ਨਹੀਂ ਮੰਨਦੇ, ਨਾ ਹੀ ਤੁਸੀਂ ਸਾਰੇ ਮੰਨਦੇ ਹੋ। ਫਿਰ ਸੂਰਜ ਨੇ ਤੇ ਧਰਤੀ ਨੇ ਕਿੱਥੋਂ ਮੰਨਣੀ ਹੈ? ਮੇਰੇ ਤੋਂ ਜੋ ਮਰਜ਼ੀ ਲਿਖਾ ਲਓ, ਪਰ ਧਰਤੀ ਸੂਰਜ ਦੁਆਲੇ ਚੱਕਰ ਕੱਢਦੀ ਹੈ ਤੇ ਨਾਲੇ ਗੋਲ ਹੈ। ਅਸਲੀ ਗੱਲ ਇਹੋ ਹੈ, ਭਾਵੇਂ ਮੈਨੂੰ ਮਾਰ ਦਿਓ ਭਾਵੇਂ ਛੱਡਿਓ, ਉਸ ਤਰ੍ਹਾਂ ਮੇਰੇ ਕੋਲ ਲਿਖਵਾ ਜੋ ਮਰਜ਼ੀ ਲਓ, ਲਿਖ ਮੈਂ ਦੇਣਾ। ਪਰ ਈਸਾਈ ਮਤ ਨੂੰ ਇਹ ਪਤਾ ਸੀ ਕਿ ਜੇ ਇਹ ਗੱਲ ਫੈਲ ਗਈ ਕਿ ਬਾਈਬਲ ਦੇ ਵਿੱਚ ਲਿਖੀਆਂ ਗੱਲਾਂ ਦੇ ਵਿੱਚੋਂ ਇੱਕ ਗੱਲ ਗਲਤ ਨਿਕਲੀ ਤੇ ਲੋਕਾਂ ਦਾ ਬਾਈਬਲ ਤੋਂ ਵਿਸ਼ਵਾਸ ਉੱਠ ਜਾਣਾ। ਜੇ ਕਿਸੇ ਧਰਮ ਗ੍ਰੰਥ ਦੇ ਵਿੱਚ ਜਿਹੜੀ ਗੱਲ ਗਲਤ ਸਾਬਤ ਹੋ ਜਾਵੇ ਤੇ ਫਿਰ ਧਰਮ ਦੇ ਵਿੱਚ ਦੂਜੀਆਂ ਲਿਖੀਆਂ ਗੱਲਾਂ ਤੇ ਵੀ ਸਵਾਲ ਉੱਠਣਗੇ। ਇਸੇ ਕਰਕੇ ਇਹ ਜਦੋਂ ਸਾਇੰਸ ਦੇ ਤਰਕ ਦੇ ਆਧਾਰ ਤੇ ਗੱਲ ਆਈ ਕਿ ਧਰਤੀ ਭਾਈ ਚੌਰਸ ਨਹੀਂ ਹੈ, ਧਰਤੀ ਗੋਲ ਹੈ, ਗਲੀਲੀਓ ਨੇ ਇਹ ਸੱਚ ਸਾਹਮਣੇ ਲਿਆਂਦਾ, ਤੇ ਉਸ ਤੋਂ ਬਾਅਦ ਫਿਰ ਗਲੀਲੀਓ ਨੂੰ ਫਾਂਸੀ ਲਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਤੇ ਇਸ ਲਈ ਧਰਮ ਦੇ ਸਾਰੇ ਲੋਕ ਇਸੇ ਗੱਲ ਤੇ ਪਚੀਡੇ ਕੱਢ ਕੇ
ਕਹਿਣ ਵਾਲੇ ਦੇ ਡੇਲਿਆਂ ਨੂੰ ਪੈ ਜਾਂਦੇ ਨੇ ਕਿ ਇਸ ਗੱਲ ਤੇ ਪਰਦਾ ਪਿਆ ਰਹੇ। ਅਖੀਰ ਵਿਚਾਰੇ ਗੈਲੀਲੀਓ ਨੂੰ ਇਹ ਸੱਚ ਸਾਹਮਣੇ ਲਿਆਉਣ ਤੇ ਫਾਂਸੀ ਦੇ ਦਿੱਤੀ ਗਈ ਕਿ ਧਰਤੀ ਚੌਰਸ ਦਾ ਤੂੰ ਝੂਠ ਕਿਉਂ ਸਾਹਮਣੇ ਲਿਆਂਦਾ, ਕਿ ਧਰਤੀ ਗੋਲ ਦਾ ਸੱਚ ਕਿਉਂ ਸਾਹਮਣੇ ਲਿਆਂਦਾ। ਹੁਣ ਤੁਸੀਂ ਵੇਖੋ, ਜਦੋਂ ਇਹ ਟੈਸਟਾਮੈਨ ਹੋਏ, ਪ੍ਰੋਟੈਸਟੈਂਟ ਤੇ ਕੈਥੋਲਿਕ ਦਾ ਜਿਹੜਾ ਪਾੜਾ ਪਿਆ, ਤੇ ਕੈਥੋਲਿਕ ਅੱਜ ਵੀ ਕਿੰਨੇ ਮੁਲਕਾਂ ਦੇ ਵਿੱਚ ਡਟੇ ਨੇ। ਉਹ ਅਜੇ ਵੀ ਮੈਂ ਨਾ ਮੰਨੂ, ਜਿਵੇਂ ਟਕਸਾਲੀ ਮੰਨਦੇ ਹੀ ਨਹੀਂ, ਅੱਜ ਵੀ ਤੁਸੀਂ ਵੇਖੋ ਕਿ ਟਕਸਾਲ ਦੀ ਤੇ ਰਜਨਾਲਾ ਆ। ਹੁਣ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸ਼ਹੀਦ ਹੁੰਦੇ ਨੇ ਉਸ ਲੜਾਈ ਦੇ ਵਿੱਚ, ਪਰ ਉਹ 21-22 ਸਾਲ ਟਕਸਾਲ ਝੂਠ ਬੋਲੇਗੀ ਤੇ ਆਖਰ ਨੂੰ ਮੰਨੇ। ਤੇ ਹੁਣ ਜਿਹੜੇ ਨੇ ਅਮਰੀਕ ਸਿੰਘ ਜਨਾਲਾ, ਉਹ ਅਜੇ ਵੀ ਨਹੀਂ ਮੰਨਦੇ, ਉਹ ਕਹਿੰਦੇ ਸੰਤ ਆਉਣਗੇ। ਇਸੇ ਤਰ੍ਹਾਂ ਬਾਈਬਲ ਦੇ ਵਿੱਚ ਜਦੋਂ ਇਹ ਗੱਲ ਆ ਗਈ ਕਿ ਭਾਈ ਧਰਤੀ ਚੌਰਸ ਨਹੀਂ ਹੈ, ਧਰਤੀ ਗੋਲ ਹੈ, ਪਰ ਗੱਲ ਇਹ ਹੈ ਨਾ ਵੀ ਕਈਆਂ ਦੀ ਚੌਰਸ ਵੀ ਰੁੜਦੀ ਹੈ। ਤੇ ਕੀ ਉਹ ਧਿਰ ਜਿਹੜੀ ਕਹਿੰਦੀ ਸੀ, ਜਿਨ੍ਹਾਂ ਨੇ ਚੱਕ ਚਕਾ ਕੇ ਉਸ ਬਜ਼ੁਰਗ ਸਿਆਸਤਦਾਨ ਨੂੰ ਫਾਂਸੀ ਚੜਾਇਆ ਗੈਲੀਲੀਓ ਨੂੰ, ਉਹ ਅੱਜ ਵੀ ਕਾਇਮ ਹੈ? ਉਹਨਾਂ ਦਾ ਝੂਠ ਅੱਜ ਵੀ ਚੱਲਦਾ ਹੈ। ਅੱਜ ਇਸ ਤਰਕ ਦੇ ਯੁੱਧ ਦੇ ਵਿੱਚ ਉਹਨਾਂ ਨੂੰ ਵੀ ਭੇਡਾਂ ਮਿਲੀਆਂ ਹੋਈਆਂ ਨੇ। ਕੀ ਕਰੋਗੇ ਤੁਸੀਂ, ਹੈ ਨਾ? ਸੋ ਸ਼ਰਧਾ ਉੱਲੂਆਂ ਦੀ ਕੋਈ ਖਾਤਮਾ ਨਹੀਂ ਹੁੰਦਾ। ਇਸੇ ਕਰਕੇ ਜਦੋਂ ਦੁਨੀਆ ਦੇ ਸਭ ਤੋਂ ਵੱਡੇ ਧਰਮ ਬਾਈਬਲ ਦੇ ਵਿੱਚ ਕ੍ਰਿਸਚੈਨਿਟੀ ਦੇ ਵਿੱਚ ਇਹ ਗੱਲ ਐਡਾ ਵੱਡੀ ਆ ਗਈ, ਉਹਨਾਂ ਨੇ ਸੁਧਾਰ ਵੀ ਕਰ ਲਏ। ਹੁਣ ਇਸੇ ਤਰ੍ਹਾਂ ਸਿੱਖ ਧਰਮ ਦੇ ਵਿੱਚ ਹੁਣ ਸਾਡੇ 10ਵੇਂ ਗ੍ਰੰਥ ਹੈ ਜਾਂ ਹੋਰ ਹੈ, ਇਸ ਵਰਤਾਰੇ ਨੂੰ ਲੈ ਕੇ ਅਜੇ ਮੰਨਦੇ ਥੋੜੀ ਹੈ ਲੋਕੀ। ਇਦਾਂ ਕਿਵੇਂ ਹੋ ਜਾਊਗਾ ਜੋ ਲਿਖਤਾ, ਹੈ ਨਾ? ਜਿਹੜੇ ਸ਼ਾਤਰ ਲੋਕ ਨੇ ਉਹ ਇਸ ਨੂੰ ਕੈਸ਼ ਕਰਦੇ ਨੇ। ਖੈਰ, ਹਰੀਸ਼ ਦੀ ਗੱਲ ਬਿਲਕੁਲ ਸੱਚੀ ਹੈ ਕਿ 1995 ਦੇ ਵਿੱਚ ਪੋਪ ਨੇ ਗੈਲੀਲੀਓ ਦੀ ਰੂਹ ਕੋਲੋਂ ਮਾਫੀ ਮੰਗੀ ਕਿ ਭਰਾਵਾ ਤੈਨੂੰ ਫਾਂਸੀ ਦੇਣੀ ਗਲਤ ਸੀ, ਤੂੰ ਸੱਚਾ ਸੀ, ਅਸੀਂ ਝੂਠੇ ਸਾਂ। ਇਹ ਲਫ਼ਜ਼ ਕਿ ਧਰਤੀ ਚਪਟੀ ਹੈ, ਸੂਰਜ ਦੁਆਲੇ ਘੁੰਮਦੀ ਚੱਕਰ ਲਾਉਂਦੀ ਹੈ, ਅਜੇ ਵੀ ਬਾਈਬਲ ਦੇ ਵਿੱਚੋਂ ਨਹੀਂ ਕੱਢੇ ਗਏ। ਹੁਣ ਵੀ ਚੌਥੀ ਵਿੱਚ ਪੜ੍ਹਦੇ ਨਿਆਣੇ ਨੂੰ ਪਤਾ ਹੈ, ਪਰ ਈਸਾਈ ਅਜੇ ਵੀ ਬਾਈਬਲ ਦੀ ਦਰੁਸਤੀ ਕਰਨ ਦੀ ਜੁਰਤ ਨਹੀਂ ਰੱਖਦੇ। ਕਈ ਹੋਰ ਧਰਮਾਂ ਦੇ ਗ੍ਰੰਥਾਂ ਦੇ ਵਿੱਚ ਵੀ ਬਹੁਤ ਗਲਤ ਹੈ, ਪਰ ਬਾਈਬਲ ਵਾਂਗ ਮੰਨੇਗਾ ਕੋਈ ਨਹੀਂ। ਜੇ ਬਾਈਬਲ ਦਾ ਜਿਹੜਾ ਲਿਖਿਆ ਕੋਟ ਗਲਤ ਹੋ ਗਿਆ ਤੇ ਫਿਰ ਦੂਜੇ ਧਰਮਾਂ ਵਾਲੇ ਕਦੋਂ ਮੰਨਣ ਲੱਗੇ ਨੇ? ਜਿਹੜੇ ਸਿਆਣੇ ਲੋਕ ਨੇ, ਕਿਉਂਕਿ ਜ਼ਿਆਦਾ ਕ੍ਰਿਸਚੈਨਿਟੀ ਦੇ ਵਿੱਚ ਪੜ੍ਹੇ ਲਿਖੇ ਜਾਂ ਅਗਾਂਹ-ਵਧੂ ਦੇਸ਼ ਇਸ ਨੂੰ ਫਾਲੋ ਕਰਦੇ ਨੇ। ਇਸੇ ਤਰ੍ਹਾਂ ਕੋਲੰਬਸ ਨੇ ਵੀ ਕਿਹਾ ਧਰਤੀ ਗੋਲ ਹੈ ਤਾਂ ਲੋਕ ਬੜੇ ਹੱਸੇ। ਕੋਲੰਬਸ ਸਪੇਨ ਦੀ ਮਹਾਰਾਣੀ ਕੋਲ ਆਪਣੇ ਸਫ਼ਰ ਦੀ ਆਗਿਆ ਲੈਣ ਗਿਆ। ਸਿਰਫ 90 ਮਲਾਹ ਹੀ ਉਸ ਦੇ ਨਾਲ ਜਾਣ ਲਈ ਤਿਆਰ ਹੋਏ। ਉਸ ਦੀ ਵਿਰੋਧਤਾ ਕਰਨ ਵਾਲਿਆਂ ਦਾ ਕਹਿਣਾ ਸੀ ਕਿ ਇਸ ਕੋਲੰਬਸ ਨੂੰ ਸਫ਼ਰ ਦੀ ਆਗਿਆ ਨਹੀਂ ਦੇਣੀ ਚਾਹੀਦੀ, ਕਿਉਂਕਿ ਇਹ ਤਾਂ ਸਿਰਫ ਰਹੀ ਹੈ, ਇਸਨੇ ਹੋਰ ਮਲਾਹਾਂ ਦੀਆਂ ਜਾਨਾਂ ਵੀ ਲੈ ਲੈਣੀਆਂ ਨੇ। ਤਾਂ ਉਸ ਨੂੰ ਆਗਿਆ ਨਹੀਂ ਸੀ ਮਿਲਣੀ ਤੇ ਸਪੇਨ ਦੀ ਰਾਣੀ ਬੜੀ ਦਲੇਰ ਸੀ। ਉਸਨੇ ਆਖਿਆ ਕਿ ਉਦਾਂ ਵੀ ਤਾਂ ਬੰਦੇ ਮਰਦੇ ਰਹਿੰਦੇ ਨੇ, ਜੇ 90 ਮਲਾਹ ਮਰ ਵੀ ਜਾਣਗੇ ਤਾਂ ਕਿਹੜਾ ਲੋੜਾ ਚੱਲਿਆ, ਕੀ ਪਤਾ ਕੋਈ ਨਵਾਂ ਮੁਲਕ ਲੱਭ ਹੀ ਜਾਵੇ। ਕਈ ਮਹੀਨਿਆਂ ਦੇ ਸਫ਼ਰ ਤੋਂ ਬਾਅਦ ਇੱਕ ਦਿਨ ਕੋਲੰਬਸ ਨੇ ਅੱਧੀ ਰਾਤ ਨੂੰ ਵੇਖਿਆ ਕਿ ਜਹਾਜ਼ ਤੇ ਚੁੱਪ ਚਾਂ ਸੀ, ਕੋਈ ਵੀ ਬੰਦਾ ਡੈਕ ਤੇ ਨਹੀਂ ਸੀ ਨਜ਼ਰ ਆ ਰਿਹਾ ਤੇ ਉਸ ਨੂੰ ਸ਼ੱਕ ਪਿਆ ਤੇ ਉਸਨੇ ਅੱਗੇ ਜਾ ਕੇ ਵੇਖਿਆ ਜਹਾਜ਼ ਦੇ ਇੱਕ ਕਮਰੇ ਦੇ ਵਿੱਚ ਦਰਵਾਜ਼ਾ ਬੰਦ ਕਰਕੇ ਮੀਟਿੰਗ ਚੱਲ ਰਹੀ ਸੀ ਤੇ ਉਸਦੇ ਸਾਰੇ ਸਾਥੀਆਂ ਨੇ ਮਤਾ ਪਾਸ ਕਰ ਦਿੱਤਾ ਸੀ ਕਿ ਕੋਲੰਬਸ ਨੂੰ ਚੁੱਕ ਕੇ ਸਮੁੰਦਰ 'ਚ ਸੁੱਟੋ ਤੇ ਆਪਣਾ ਜਹਾਜ਼ ਵਾਪਸ ਮੋੜੋ, ਇਹ ਆਪ ਤੇ ਮਰੂਗਾ, ਸਾਨੂੰ ਵੀ ਮਰਾਏਗਾ। ਸੋ ਕੋਲੰਬਸ ਨੂੰ ਆਪਣੀ ਮੌਤ ਨਿਸ਼ਚਿਤ ਸੀ ਕਿ ਹੁਣ ਮੇਰੇ ਸਾਥੀ ਮੇਰੇ ਖਿਲਾਫ ਇਹ ਸਾਜ਼ਿਸ਼ਾਂ ਰਚ ਰਹੇ ਨੇ, ਮੇਰਾ ਬਚਣਾ ਮੁਸ਼ਕਿਲ ਹੈ। ਤੇ ਫਿਰ ਉਸਨੇ ਦਰਵਾਜ਼ਾ ਖੋਲ੍ਹਿਆ ਤੇ ਆਪਣੇ ਸਾਥੀਆਂ ਨੂੰ ਆਖਿਆ ਕਿ ਜਰਾ ਸੋਚੋ, ਜੇ ਸਿਰਫ 3 ਦਿਨ ਦਾ ਰਾਸ਼ਨ ਸਾਡੇ ਕੋਲ ਬਾਕੀ ਹੈ, ਤੁਸੀਂ ਵਾਪਸ ਜਾਂਦੇ ਹੋਏ ਭੁੱਖੇ ਮਰ ਜਾਓਗੇ। 3 ਦਿਨ ਦੇ ਵਿੱਚ ਕੀ ਪਤਾ ਧਰਤੀ ਲੱਭ ਲਏ। ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਜੇ 3 ਦਿਨ ਦਾ ਆਪਣੇ ਕੋਲ ਰਾਸ਼ਨ ਹੈ, ਜੇ ਆਪਾਂ ਅੱਜ ਤੋਂ ਵਾਪਸ ਵੀ ਮੁੜਦੇ ਹਾਂ ਤਾਂ ਆਪਾਂ ਰਾਹ 'ਚ ਭੁੱਖੇ ਮਰਾਂਗੇ। ਸੋ ਇਸ ਕਰਕੇ ਮਰਨਾ ਤੇ ਹੈ ਹੀ। 3 ਦਿਨ ਆਪਣੇ ਕੋਲ ਹੋਰ ਆ, ਆਪਾਂ ਅੱਗੇ ਚੱਲਦੇ ਹਾਂ ਬਜਾਏ ਪਿੱਛੇ ਮੁੜਨ ਦੇ, ਤੇ ਹੋ ਸਕਦਾ ਆਪਾਂ ਨੂੰ ਕੋਈ ਕੰਢਾ ਕਿਨਾਰਾ ਮਿਲ ਜਾਵੇ। ਇਹ ਉਸ ਦਾ ਤੀਰ ਚੱਲ ਗਿਆ, ਕਿਉਂਕਿ ਵਾਪਸ ਆਪਾਂ ਜਾ ਨਹੀਂ ਸਕਦੇ, ਰਾਸ਼ਨ ਘੱਟ ਹੈ। ਜ਼ਿਆਦਾ ਦੱਸ ਦਿਓ ਕਿ 3 ਦਿਨ ਦੇ ਰਾਸ਼ਨ ਨਾਲ ਤੁਸੀਂ ਵਾਪਸ ਪਹੁੰਚ ਜਾਓਗੇ ਆਪਣੇ ਟਿਕਾਣੇ ਤੇ ਇਹ ਜਿਹੜਾ ਉਹਦਾ ਵਿਚਾਰ ਸੀ ਉਹ ਉਹਨਾਂ ਦੇ ਸਾਥੀਆਂ ਨੂੰ ਭਾ ਗਿਆ ਤੇ ਸੱਚਮੁੱਚ 3 ਦਿਨਾਂ ਬਾਅਦ ਉਹਨਾਂ ਨੂੰ ਉੱਡਦਾ ਕਾਂ ਦਿਸਿਆ, ਜਿਸ ਦਾ ਮਤਲਬ ਸੀ ਕਿ ਜੇ ਕਾਂ ਉੱਡਦਾ ਤਾਂ ਫਿਰ ਧਰਤੀ ਵੀ ਲਾਗੇ ਹੈ। ਇਸੇ ਤਰ੍ਹਾਂ ਅੰਜੀਲ ਈਸਾ ਮਸੀਹ ਦੀ ਮੌਤ ਤੋਂ ਬਾਅਦ ਦੂਸਰੀ ਸਦੀ ਦੇ ਅੰਤ ਦੇ ਵਿੱਚ ਲਿਖੀ ਗਈ ਸੀ। ਕੁਰਾਨ ਵੀ ਮੁਹੰਮਦ ਸਾਹਿਬ ਦੇ ਪਿੱਛੋਂ ਹਾਫਜ਼ਾਂ ਨੂੰ ਇਕੱਠਿਆਂ ਕਰਕੇ ਲਿਖਾਈ ਗਈ ਸੀ, ਜਿਹੜੇ ਧਾਰਮਿਕ ਆਗੂ ਸੀ ਹਾਫਜ਼। ਈਸਾਈ ਜਦ ਤੱਕ ਯਹੂਦੀਆਂ ਤੋਂ ਵੱਖ ਨਹੀਂ ਹੋਏ ਤਦ ਤੱਕ ਭੈੜੀ ਹਾਲਤ ਦੇ ਵਿੱਚ ਰਹੇ। ਇੱਕ ਵਾਰ ਤਾਂ ਈਸਾਈ ਧਰਮ ਬਹੁਤ ਘੱਟ ਗਿਣਤੀ ਦੇ ਵਿੱਚ ਰਹਿ ਗਿਆ ਸੀ ਤੇ ਅੰਤ ਨੂੰ ਈਸਾਈਆਂ ਨੇ ਸੋਚ ਸਮਝ ਕੇ ਆਪਣੇ ਆਪ ਨੂੰ ਯਹੂਦੀਆਂ ਤੋਂ ਵੱਖ ਕੀਤਾ।
इत्थों तक कि खुदा दे हुक्म दे विरुद्ध शनिवार की थां ऐतवार नूं पवित्र दिन भी थाप दिता। तां किते जाके ईसाई धर्म वधिया फुलिया। नहीं वो शनिवार नूं पवित्र मानते सी, ऐतवार नूं नहीं, संडे ने। ते ਇਹ ਤਾਂ ਜਾ ਕੇ ਜਦੋਂ ਈਸਾਈਆਂ ਨੇ ਯਹੂਦੀਆਂ ਤੋਂ ਆਪਣਾ ਖਹਿੜਾ ਛੁਡਾਇਆ ਤਾਂ ਜਾ ਕੇ ਈਸਾਈਅਤ ਪ੍ਰਫੁੱਲਤ ਹੋਈ। ਪਵਿੱਤਰ ਬਾਈਬਲ ਦੇ ਕੁਝ ਪੰਨੇ ਇੰਨੇ ਅਸ਼ਲੀਲ ਨੇ ਕਿ ਪੜ੍ਹਨ ਯੋਗ ਨਹੀਂ ਹੈ। ਇੱਕ ਅਮਰੀਕਨ ਨੇ ਉਹ ਸਫ਼ੇ ਵੱਖਰੇ ਵੱਖਰੇ ਕਰਕੇ ਛਾਪ ਦਿੱਤੇ ਤੇ ਉਸ ਦਾ ਨਾਂ ਪਵਿੱਤਰ ਬਾਈਬਲ ਦਾ ਟੁਕੜਾ ਰੱਖ ਦਿੱਤਾ। ਅਕਬਰ ਦਾ ਧਰਮ ਦੀਨ ਇਲਾਹੀ ਇਸ ਖਿਆਲ ਨਾਲ ਚਲਾਇਆ ਗਿਆ ਸੀ ਕਿ ਮੁਸਲਮਾਨ, ਹਿੰਦੂ ਤੇ ਹੋਰ ਸਾਰੇ ਛੋਟੇ ਛੋਟੇ ਧਰਮ ਇਸ ਦੇ ਪੈਰੋਕਾਰ ਬਣ ਜਾਣਗੇ। ਪਰ ਉਹ ਅਕਬਰ ਦਾ ਧਰਮ ਜਿਹੜਾ ਬੜਾ ਲਿਬਰਲ ਸੀ, ਵਧੀਆ ਸੀ, ਉਹ ਬੁਰੀ ਤਰ੍ਹਾਂ ਫੇਲ ਹੋ ਗਿਆ। ਜੀਸਸ ਦਾ ਪਾਲਣ ਪੋਸ਼ਣ ਜਿਸ ਸੰਪਰਦਾਇ ਦੇ ਵਿੱਚ ਹੋਇਆ ਤੇ ਜਿੱਥੋਂ ਉਹ ਦੀਕਸ਼ਿਤ ਹੋਏ ਉਸ ਦਾ ਨਾਂ ਅਸੈਨੀਸ ਸੀਗਾ ਤੇ ਉਥੋਂ ਈਸਾਈ ਨਾਂ ਉਥੋਂ ਬਣਿਆ, ਕਿਉਂਕਿ ਉਹ ਜਿਸ ਭਾਈਚਾਰੇ ਦੇ ਵਿੱਚ ਉਸ ਦੀ ਦੀਕਸ਼ਾ ਹੋਈ, ਉਹ ਸੰਪਰਦਾ ਦੇ ਵਿੱਚ ਉਹਨੂੰ ਪਾਲਣ ਪੋਸ਼ਣ ਹੋਇਆ, ਉਸ ਸੰਪਰਦਾ ਦਾ ਨਾਂ ਅਸਾਇਨਿਸ ਸੀਗਾ, ਜਿੱਥੋਂ ਈਸਾਈ ਨਾਂ ਬਣਿਆ ਈਸਾ। ਤੇ ਉਹ ਤਬਕਾ ਹੁਣ ਖਤਮ ਹੋ ਚੁੱਕਾ ਹੈ। ਸਾਰੇ ਧਰਮ ਕਹਿੰਦੇ ਨੇ ਕਿ ਪ੍ਰਮਾਤਮਾ ਪ੍ਰਕਾਸ਼ ਹੈ, ਪਰ ਈਸਾਈਨਿਸ ਕਹਿੰਦੇ ਨੇ ਕਿ ਪ੍ਰਮਾਤਮਾ ਘੁੱਪ ਹਨੇਰਾ। ਮੁਹੰਮਦ ਸਾਹਿਬ ਨੇ ਜਦੋਂ ਇਸਲਾਮ ਦਾ ਪ੍ਰਚਾਰ ਕੀਤਾ ਤਾਂ ਉਹਨਾਂ ਦਾ ਵਿਰੋਧ ਸ਼ੁਰੂ ਹੋਇਆ। ਉਹਨਾਂ ਦੇ ਵਿਰੋਧੀਆਂ ਦੇ ਵਿੱਚੋਂ ਉਹਨਾਂ ਦਾ ਵਿਰੋਧ ਦਾ ਇੱਕ ਕਾਰਨ, ਇੱਕ ਉਹਨਾਂ ਦੀ ਉਮਰ, ਉਹਨਾਂ ਦੇ ਵਿਰੋਧੀਆਂ ਦੇ ਵਿੱਚੋਂ ਇੱਕ ਉਮਰ ਸੀ ਜਿਸ ਦੀ ਭੈਣ ਨੇ ਵੀ ਇਸਲਾਮ ਕਬੂਲ ਕਰ ਲਿਆ ਸੀ। ਇੱਕ ਦਿਨ ਉਮਰ ਗੁੱਸੇ ਨਾਲ ਭਰਿਆ ਮੁਹੰਮਦ ਸਾਹਿਬ ਦੇ ਘਰੇ ਗਿਆ ਤੇ ਉਹਨਾਂ ਨੂੰ ਕਤਲ ਕਰਨ ਪਹੁੰਚ ਗਿਆ ਤੇ ਬਾਕੀ ਤਾਂ ਸਾਰੇ ਡਰ ਗਏ। ਪਰ ਮੁਹੰਮਦ ਸਾਹਿਬ ਨੇ ਆਖਿਆ ਕਿ ਉਮਰ, ਤੂੰ ਕਦ ਤੱਕ ਖੁਦਾ ਤੇ ਉਸਦੇ ਰਸੂਲ ਦੇ ਖਿਲਾਫ ਲੜਦਾ ਰਹੇਗਾ। ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਨੇ ਸਿੱਖ ਧਰਮ ਦੀ ਨੀਂਹ ਰੱਖੀ, ਡਾਕਟਰ ਮਾਰਟਨ ਲੂਥਰ, ਜਿਨ੍ਹਾਂ ਨੇ ਈਸਾਈ ਧਰਮ ਦੇ ਵਿੱਚ ਇੱਕ ਅਲੱਗ ਫਿਰਕੇ ਦੇ ਤੌਰ ਤੇ ਪ੍ਰੋਟੈਸਟੈਂਟ ਧਰਮ ਦੀ ਨੀਂਹ ਰੱਖੀ ਤੇ ਕੈਥੋਲਿਕ ਧਰਮ ਤੋਂ ਬਿਲਕੁਲ ਵੱਖਰੀ ਵਿਚਾਰਧਾਰਾ ਦਿੱਤੀ, ਤੇ ਹਿੰਦੂ ਬ੍ਰਾਹਮਣ ਤੁਲਸੀਦਾਸ, ਜਿਸ ਨੇ ਮਹਾਰਿਸ਼ੀ ਵਾਲਮੀਕ ਦੀ ਪ੍ਰਚਲਿਤ ਰਮਾਇਣ ਦੀ ਥਾਂ ਨਵੀਂ ਰਮਾਇਣ ਲਿਖੀ, ਇਹ ਤਿੰਨੇ ਸਮਕਾਲੀ ਸਨ ਅੱਜ ਤੋਂ 500 ਸਾਲ ਪਹਿਲਾਂ। ਸੋ ਆਪਣੇ ਆਪਣੇ ਢੰਗ ਨਾਲ ਇਹਨਾਂ ਨੇ ਸੁਧਾਰ ਲਿਆਉਣ ਦੀ ਕੋਸ਼ਿਸ਼ ਕੀਤੀ। ਗੁਰੂ ਨਾਨਕ ਜੀ ਕਰਕੇ ਹੀ ਸਿੱਖ ਵੱਖਰੇ ਧਰਮ ਦੇ ਤੌਰ ਤੇ ਜਾਣੇ ਜਾਣ ਲੱਗੇ। ਡਾਕਟਰ ਮਾਰਟਨ ਲੂਥਰ, ਜਿਸ ਕਰਕੇ ਪ੍ਰੋਟੈਸਟੈਂਟ ਧਰਮ ਦੇ ਵੱਖਰੇ ਗਿਰਜੇ ਚਰਚ ਸਥਾਪਿਤ ਹੋ ਗਏ, ਤੇ ਤੁਲਸੀਦਾਸ ਦੀ ਰਮਾਇਣ ਨੇ ਵਾਲਮੀਕ ਰਮਾਇਣ ਦਾ ਸਥਾਨ ਲੈ ਲਿਆ। ਅੱਜ ਹਿੰਦੂ ਮੰਦਰਾਂ ਦੇ ਵਿੱਚ ਵਾਲਮੀਕ ਰਮਾਇਣ ਦੇ ਨਾਲੋਂ ਤੁਲਸੀ ਰਮਾਇਣ ਹੀ ਜ਼ਿਆਦਾ ਪ੍ਰਵਾਨਿਤ ਹੈ, ਜਦੋਂ ਕਿ ਪਹਿਲਾਂ ਇਸ ਨੂੰ ਲੋਕ ਤੁਲਸੀ ਰਮਾਇਣ ਨੂੰ ਜਾਣਦੇ ਤੱਕ ਨਹੀਂ ਸੀਗੇ। ਰਾਮਲੀਲਾ ਵੀ ਇਸੇ ਰਮਾਇਣ ਚੋਂ ਖੇਡੀ ਜਾਂਦੀ ਹੈ। ਤੁਲਸੀਦਾਸ ਦੀ ਰਮਾਇਣ ਨੇ ਹੀ ਰਾਜਾ ਰਾਮ ਨੂੰ ਭਗਵਾਨ ਸ਼੍ਰੀ ਰਾਮ ਬਣਾਇਆ। ਜਦੋਂ ਕਿਸੇ ਗੱਲ ਦਾ ਠੋਸ ਉੱਤਰ ਮਿਲ ਜਾਂਦਾ ਹੈ ਤਾਂ ਤਾਇਆ ਉਸੇ ਵੇਲੇ ਲੰਮਾ ਪੈ ਜਾਂਦਾ। ਮੈਨੂੰ ਜੈਨ ਧਰਮ ਬਾਰੇ ਕੋਈ ਖਾਸ ਪਤਾ ਨਹੀਂ ਸੀ। ਮੇਰਾ ਦੋਸਤ ਜਾਂ ਉਸਦੇ ਪਿਤਾ ਗੱਲ ਕਰਦੇ ਕਰਦੇ ਕਿ ਮੈਨੂੰ ਕਦੇ ਲਾਂਭਾ ਵੀ ਦਿੰਦੇ, ਉਲਝਾ ਲੈਂਦੇ। ਜਿਵੇਂ ਇਹ ਗੱਲ ਹੋਈ ਕਿ ਮਹਾਵੀਰ ਜੈਨ ਦੇ ਕੰਨਾਂ ਦੇ ਵਿੱਚ ਇੱਕ ਵਾਰੀ ਡੰਗਰ ਚਾਰਨ ਵਾਲੇ ਨੇ ਲੱਕੜਾਂ ਠੋਕ ਦਿੱਤੀਆਂ ਤੇ ਉਸ ਤੇ ਭਿਆਨਕ ਕੁੱਤੇ ਛੱਡ ਦਿੱਤੇ। ਮੈਂ ਪੁੱਛਿਆ ਕਿਉਂ? ਉਹ ਇਸ ਲਈ ਕਿ ਡੰਗਰ ਚਾਰਨ ਵਾਲੇ ਕੋਲ ਸਮਾਧੀ ਲਾ ਕੇ ਜੰਗਲ ਦੇ ਵਿੱਚ ਬੈਠੇ ਭਗਵਾਨ ਮਹਾਵੀਰ ਨੇ ਕਿਹਾ ਕਿ ਮੈਂ ਪਾਣੀ ਪੀ ਕੇ ਆਉਂਦਾ, ਉਹਨੇ ਚਿਰ ਮੇਰੇ ਡੰਗਰਾਂ ਦਾ ਧਿਆਨ ਰੱਖੀ। ਮਹਾਵੀਰ ਨੇ ਉਦਾਂ ਹੀ ਸਿਰ ਸਲਾ ਦਿੱਤਾ, ਪਰ ਭਗਤੀ ਚ ਲੀਨ ਹੋ ਗਿਆ। ਜਦੋਂ ਉਹ ਬੰਦਾ ਆਇਆ ਤੇ ਡੰਗਰ ਜੰਗਲ ਦੇ ਵਿੱਚ ਖਿੰਡ ਪੁੰਡ ਗਏ ਤੇ ਉਸ ਗਵਾਰ ਡਾਂਗਰੀ ਨੂੰ ਇੰਨਾ ਗੁੱਸਾ ਆਇਆ ਕਿ ਉਸਨੇ ਭਗਵਾਨ ਮਹਾਵੀਰ ਦੇ ਕੰਨ ਦੇ ਵਿੱਚ ਲੱਕੜਾਂ ਠੋਕ ਦਿੱਤੀਆਂ। ਫਿਰ ਮੈਂ ਉਹਨਾਂ ਨੂੰ ਪੁੱਛਿਆ, ਤੁਹਾਡੇ ਵੀ ਤਾਂ 2 ਗੁਰੂ ਨੂੰ ਮਾਰਿਆ ਸੀ ਨਾ? ਤੇ ਫਿਰ ਉਹਨਾਂ ਮੈਨੂੰ ਪੁੱਛਿਆ ਕਿ ਤੁਹਾਡੇ ਵੀ ਤਾਂ 2 ਗੁਰੂਆਂ ਨੂੰ ਮਾਰਿਆ ਗਿਆ ਸੀ, ਸ਼ਹੀਦ ਕੀਤਾ ਗਿਆ ਸੀ। ਮੈਂ ਕਹਿੰਦਾ ਹਾਂਜੀ, ਸਾਡੇ ਗੁਰੂਆਂ ਨੂੰ ਮੁਸਲਮਾਨ ਰਾਜਿਆਂ ਨੇ ਸ਼ਹੀਦ ਕਰ ਦਿੱਤਾ ਸੀ। ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਲੀ ਦੇ ਚਾਂਦਨੀ ਚੌਕ 'ਚ ਸ਼ਹਾਦਤ ਦਿੱਤੀ। ਫਿਰ ਉਹ ਬਜ਼ੁਰਗ ਜੈਨੀ ਮੈਨੂੰ ਪੁੱਛਦਾ, ਯਾਰ ਉਹ ਤੁਹਾਡਾ ਕੌਣ ਸੀ ਜਿਸ ਦਾ ਸਿਰ ਵੱਢਿਆ ਗਿਆ ਸੀ? ਉਹ ਵੀ ਭੱਜਾ ਜਾਂਦਾ ਸੀ ਤੇ ਫੌਜਾਂ ਨੂੰ ਮਾਰਦਾ ਜਾਂਦਾ ਸੀ। ਅੰਮ੍ਰਿਤਸਰ ਤੁਹਾਡੇ ਮੰਦਿਰ ਦੇ ਵਿੱਚ ਉਸ ਦਾ ਸਿਰ ਜਾ ਡੁੱਗਾ ਸੀ। ਮੈਂ ਉਸ ਜੈਨੀ ਬਜ਼ੁਰਗ ਨੂੰ ਆਖਿਆ, ਹਾਂਜੀ ਉਹ ਬਾਬਾ ਦੀਪ ਸਿੰਘ ਸਨ, ਜਾਣੀ ਕਿ ਉਹ ਹਰੀਸ਼ ਤੇ ਜਿਹੜਾ ਮਿੰਨੀ ਦਾ ਸਹੁਰਾ ਹੈ ਨਾ, ਹਰੀਸ਼ ਦਾ ਪਿਤਾ, ਉਹ ਬਜ਼ੁਰਗ ਇਹਨਾਂ ਨੂੰ ਪੁੱਛ ਰਿਹਾ ਸੀ। ਕੁਲਵੀਰ ਸਿੰਘ ਕੌੜਾ ਦੇ ਨਾਲ ਇਹ ਡਾਇਲਾਗ ਨੇ। ਮੈਂ ਆਖਿਆ, ਬਜ਼ੁਰਗੋ ਉਹ ਬਾਬਾ ਦੀਪ ਸਿੰਘ ਸਨ ਜਿਨ੍ਹਾਂ ਦੀ ਉਮਰ 80 ਸਾਲ ਸੀ ਤੇ ਉਹਨਾਂ ਦਾ ਖੰਡਾ 18 ਸੇਰ ਦਾ ਸੀ, ਜਿਸ ਨੂੰ ਅੱਜ ਕੋਈ ਚੁੱਕ ਵੀ ਨਹੀਂ ਸਕਦਾ, ਤੇ ਉਹਨਾਂ ਦਾ ਸੀਸ ਵੱਢਿਆ ਗਿਆ ਸੀ ਤੇ ਵੱਡੇ ਸੀਸ ਨਾਲ ਵੱਡੇ ਸੀਸ ਨਾਲ ਹੀ ਜਿਹੜਾ ਉਹਨਾਂ ਨੇ ਆਖਿਆ ਸੀ ਕਿ ਮੇਰਾ ਸਿਰ ਮੇਰੇ ਹੱਥ ਤੇ ਰੱਖ ਦਿਓ। ਤੇ ਇਸ ਤਰ੍ਹਾਂ ਲੜਦੇ ਹੋਏ ਹਰਿਮੰਦਰ ਸਾਹਿਬ ਤੋਂ 2 ਫਰਲਾਂਗ ਉਰੇ ਡਿੱਗ ਪੈਣ ਲੱਗੇ ਤੇ ਕਿਸੇ ਨੇ ਉਹਨਾਂ ਨੂੰ ਚੇਤਾ ਕਰਾਇਆ ਕਿ ਬਾਬਾ ਜੀ ਤੁਸੀਂ ਹਰਿਮੰਦਰ ਸਾਹਿਬ ਪਹੁੰਚ ਕੇ ਸਿਰ ਦੇਣਾ ਸੀ, ਹੁਣ ਇੱਥੇ ਕਿਉਂ ਡਿੱਗਣ ਲੱਗੇ ਹੋ? ਤਾਂ ਉਹਨਾਂ ਜ਼ੋਰ ਨਾਲ ਆਪਣੇ ਸੀਸ ਨੂੰ ਭਗਾ ਮਾਰਿਆ
ਤੇ ਲੱਥਾ ਹੋਇਆ ਸੀਸ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਜਾ ਡਿੱਗਾ ਤੇ ਉੱਥੇ ਉਹਨਾਂ ਦੀ ਇੱਕ ਯਾਦਗਾਰ ਬਣੀ ਹੋਈ ਹੈ। ਸਾਰੇ ਬੜੇ ਗੰਭੀਰ ਹੋ ਕੇ ਮੇਰੀ ਇਸ ਗੱਲ ਨੂੰ ਸੁਣਦੇ, ਪਰ ਸਿਰ ਇੱਕ ਵਾਰੀ ਕੱਟ ਕੇ ਥੱਲੇ ਡਿੱਗ ਪੈਣ ਤੇ ਫਿਰ 6 ਮੀਲ ਲੜਦੇ ਜਾਣਾ ਤੇ 2 ਫਰਲਾਂਗ ਤੋਂ ਸੀਸ ਸੁੱਟਣਾ ਉਹਨਾਂ ਦੇ ਮੰਨਣ 'ਚ ਨਾ ਆਉਂਦਾ। ਹਰੀਸ਼ ਨੇ ਕੋਈ ਖੁੱਲ੍ਹ ਕੇ ਟਿੱਪਣੀ ਤਾਂ ਨਾ ਕੀਤੀ, ਕਿਉਂਕਿ ਉਸ ਨੂੰ ਪਤਾ ਸੀ ਕਿ ਸਿੱਖ ਆਪਣੇ ਧਰਮ ਦੇ ਮਾਮਲੇ 'ਚ ਬੜੇ ਕਪੱਤੇ ਹੁੰਦੇ ਨੇ ਤੇ ਫਿਰ ਕਿਸੇ ਦੀ ਕੋਈ ਦਲੀਲ ਜਾਂ ਗੱਲ ਸੁਣਨ ਤੋਂ ਪਹਿਲਾਂ ਹੀ ਮਾਰੋ ਮਾਰੀ ਤੇ ਉੱਤਰ ਆਉਂਦੇ ਨੇ। ਤੇ ਉਹ ਸਿਰਫ ਇੰਨਾ ਕਹਿੰਦਾ, ਦੇਖ ਬਾਈ ਕੁਲਵੀਰ, ਕਿਸੇ ਡਾਕਟਰ ਨੂੰ ਪੁੱਛ ਕੇ ਵੇਖ ਲੈ, ਸਾਰੇ ਕਹਿਣਗੇ ਕਿ ਜਦੋਂ ਕਿਸੇ ਬੰਦੇ ਦਾ ਸਿਰ ਦਾ ਕਨੈਕਸ਼ਨ ਧੜ ਨਾਲੋਂ ਕੱਟਿਆ ਜਾਵੇ, ਜਿਵੇਂ ਕਿ ਪਾਣੀ ਦੇ ਵਿੱਚ ਡੁੱਬ ਕੇ ਬੰਦੇ ਦਾ ਸਾਹ ਬੰਦ ਹੋ ਜਾਂਦਾ ਜਾਂ ਸਿਰ ਕੱਟ ਜਾਣ ਤੇ ਆਕਸੀਜਨ ਦੀ ਸਪਲਾਈ ਦਿਮਾਗ ਤੱਕ ਨਹੀਂ ਪਹੁੰਚਦੀ, ਤਾਂ ਦਿਮਾਗ ਦੀਆਂ ਲੱਖਾਂ ਹੀ ਬਰੀਕ ਨਾੜੀਆਂ 5 ਮਿੰਟ ਤੋਂ ਬਾਅਦ ਟੁੱਟਣ ਲੱਗ ਪੈਂਦੀਆਂ ਨੇ ਤੇ ਉਸ ਤੋਂ ਬਾਅਦ 1.5-2 ਮਿੰਟ ਦੇ ਵਿੱਚ ਪੂਰੀ ਤਰ੍ਹਾਂ ਟੁੱਟ ਜਾਂਦੀਆਂ ਨੇ। ਇੱਕ ਵਾਰੀ ਨਾੜਾਂ ਦਾ ਜਾਲ ਟੁੱਟ ਜਾਵੇ, ਬੰਦਾ ਬਚ ਨਹੀਂ ਸਕਦਾ। ਪੱਥਰ ਤੇ ਬੰਦੇ ਦੇ ਵਿੱਚ ਕੋਈ ਫਰਕ ਨਹੀਂ, ਬਸ ਡੁੰਨ ਵੱਟਾ ਬਣ ਜਾਂਦਾ। ਤਾਂ ਵੀ ਡਾਕਟਰ ਦਿਲ ਫੇਲ ਹੋਣ ਤੇ ਛੇਤੀ ਮਰੀਜ਼ ਦੇ ਮੂੰਹ ਦੇ ਵਿੱਚ ਮੂੰਹ ਪਾ ਕੇ ਬਨਾਵਟੀ ਸਾਹ ਦੇਣ ਦੀ ਕੋਸ਼ਿਸ਼ ਕਰਦੇ ਨੇ ਤਾਂ ਕਿ ਦਿਮਾਗ ਦੀਆਂ ਨਾੜੀਆਂ ਨਾ ਟੁੱਟ ਜਾਣ। ਫਿਰ ਉਹ ਗੱਲ ਵਿੱਚੇ ਛੱਡ ਕੇ ਕਹਿੰਦਾ, ਤੈਨੂੰ ਦੱਸਣ ਦਾ ਫਾਇਦਾ ਕੀ ਹੈ, ਤੂੰ ਕਿੱਡਾ ਸਮਝਦਾਰ ਹੈ। ਤੇ ਮੈਂ ਫਟਾਫਟ ਕਹਿੰਦਾ, ਸ਼ਰਮ ਕਰ ਸ਼ਰਮ, ਆ ਪਿਛਲੇ ਇਮਤਿਹਾਨ 'ਚ ਮੇਰੇ ਨਾਲੋਂ ਤੇਰੇ ਜ਼ਿਆਦਾ ਨੰਬਰ ਸੀ, ਤੂੰ ਤਾਂ ਇਸ ਸਾਇੰਸ ਸਬਜੈਕਟ 'ਚੋਂ ਵੀ ਫੇਲ ਹੋ ਗਿਆ ਸੀ। ਫਿਰ ਹਰੀਸ਼ ਢੀਠ ਜਿਹਾ ਹੋ ਕੇ ਕਹਿੰਦਾ, ਲੈ ਨੰਬਰਾਂ ਦਾ ਕੀ ਹੈ। ਇਸ ਗੱਲ ਨੂੰ ਲੈ ਕੇ ਰਾਜਸਥਾਨੀ ਬੋਲੀ ਦੇ ਵਿੱਚੋਂ ਦੋਹਰਾ ਕੇ ਹੱਥ ਨਚਾਉਂਦਾ, ਇਸੇ ਕਿਆ ਹੋਵੇ। ਤੇ ਉਹ ਗੱਲਾਂ ਨੂੰ ਤੇ ਇਹ ਗੱਲ ਉਹ ਝੇਪ ਮਟਾਉਣ ਦੀ ਕੋਸ਼ਿਸ਼ ਕਰਦਾ, ਕਿਉਂਕਿ ਪਿਓ ਦੇ ਸਾਹਮਣੇ ਮੈਂ ਉਸ ਦੀ ਨਲਾਇਕੀ ਜੋ ਜ਼ਾਹਰ ਕੀਤੀ ਸੀ। ਤੇ ਫਿਰ ਆਪਣੀ ਭੈਣ ਨੂੰ ਕਹਿੰਦਾ, ਮਿੰਨੀ, ਇਹ ਸਾਡੇ ਕਾਲਜ ਦਾ ਨੰਬਰ 1 ਮੂੰਹ ਫੱਟ ਸੀ ਤੇ ਇਹਦੇ ਕੋਲ ਤੇ ਬਾਬੇ ਸਾਰੇ ਪ੍ਰੋਫੈਸਰ ਵੀ ਡਰਦੇ। ਇੱਕ ਦਿਨ ਪ੍ਰਿੰਸੀਪਲ ਸਾਹਿਬ ਨੂੰ ਵੀ ਪੈ ਗਿਆ ਸੀ। ਖੈਰ, ਇਹ ਸੀ। ਵੈਸੇ ਹੋਰ ਇਹਦੇ 'ਚ ਕਾਫੀ ਪ੍ਰਸੰਗ ਨੇ ਜਿਹਦੇ 'ਚ ਧਰਮਾਂ ਦੇ ਵਿੱਚ ਜਿਹੜੀਆਂ ਮਿੱਥਾਂ ਨੇ, ਉਹਨਾਂ ਦੇ ਮਿੱਥਾਂ ਦੇ ਮੁਤਲਕ ਜਿਹੜੀ ਗੱਲਬਾਤ ਇਸ ਦੇ ਵਿੱਚ ਦਰਜ ਕੀਤੀ ਗਈ ਹੈ। ਤੇ ਇਸ ਕਰਕੇ ਧਰਮ ਦਾ ਮਸਲਾ ਉਹ ਕਿਸੇ ਨੇ ਲਿਖਿਆ, ਜਿਹਨੇ ਉਹ ਮਹਾਰਾਜਾ ਰਣਜੀਤ ਸਿੰਘ ਦੀ ਕਿਤਾਬ ਨਹੀਂ ਲਿਖੀ, ਮੁੰਡਾ ਸਿੱਧੂ ਹੈ, ਉਹ ਕਹਿੰਦਾ ਧਰਮ ਤੇ ਚਰਚਾ ਕਰਨੀ, ਧਰਮ ਤੇ ਕਟਾਕਸ਼ ਕਰਨਾ ਤੇ ਕੁੜੀ ਛੇੜਨੀ ਇੱਕੋ ਹੀ ਗੱਲ ਆ, ਛਿੱਤਰ ਖਾਣ ਦੇ ਬਰਾਬਰ ਹੁੰਦਾ ਕੰਮ। ਜ਼ਿੰਦਗੀ ਦੇ ਰੰਗਾਂ ਤੇ ਵਾਦੀਆਂ ਤਰੰਗਾਂ ਨੂੰ ਮਾਣਦੇ ਹੋਏ ਤੁਸੀਂ ਇਸ ਵਕਤ ਜੁੜੇ ਹੋ ਟਿਵਾਣਾ ਰੇਡੀਓ ਦੇ ਨਾਲ। ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਸਭ ਸੱਜਣਾਂ ਦਾ ਸਵਾਗਤ ਕਰਦਾ ਇਸ ਪ੍ਰੋਗਰਾਮ ਦੇ ਅਗਲੇ ਘੰਟੇ ਦੇ ਵਿੱਚ। ਤੇ ਸਾਡੇ ਇਹਨਾਂ ਪ੍ਰੋਗਰਾਮਾਂ ਦੀ ਰੂਪਰੇਖਾ ਕਿ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਭਾਰਤੀ ਸਮਾਂ ਸਵੇਰੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਤੇ ਸ਼ਾਮ ਨੂੰ 6:30 ਤੋਂ ਲੈ ਕੇ 8:30 ਵਜੇ ਤੱਕ ਪਟਿਆਲਾ ਸਟੂਡੀਓ 'ਚ ਆਪਾਂ ਲਾਈਵ ਤੁਹਾਡੇ ਨਾਲ ਜੁੜਦੇ ਹਾਂ। ਇਸ ਦੌਰਾਨ ਰਾਜਨੀਤਿਕ ਚਰਚਾ ਦੇ ਵਾਸਤੇ ਐਡਵੋਕੇਟ ਸੁਰਿੰਦਰ ਸਿੰਘ ਜੁੜਦੇ ਨੇ। ਤੇ ਹੁਣ ਤੱਕ ਤੁਸੀਂ ਸੁਣ ਰਹੇ ਸੀ ਕੁਲਵੀਰ ਸਿੰਘ ਕੌੜਾ ਦੀ ਕਿਤਾਬ ਸਿੱਖ ਵੀ ਨਿਗਲਿਆ ਗਿਆ ਦੇ ਵਿੱਚੋਂ ਕੁਝ ਪ੍ਰਸੰਗ ਜੋ ਜੈਨ ਧਰਮ ਨਾਲ ਸੰਬੰਧਿਤ ਪ੍ਰਸੰਗ ਸੀਗੇ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਅਗਲੇ ਵੀਕਐਂਡ ਤੇ ਕੋਈ ਹੋਰ ਇਸ ਮੁਤਲਕ ਅਪਡੇਟ ਤੁਹਾਨੂੰ ਦੇਵਾਂਗੇ, ਕਿਉਂਕਿ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਆਪਾਂ ਧਰਮ, ਕਰਮ, ਸਿਆਸਤ, ਵਿਰਾਸਤ ਸਾਰੇ ਪੱਖਾਂ ਤੇ ਗੱਲਬਾਤ ਕਰੀਦੀ ਹੈ। ਤੇ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ ਸਾਡੀ ਵੈਬਸਾਈਟ tivanaradio.com ਦੇ ਜ਼ਰੀਏ ਵੀ ਸੁਣ ਸਕਦੇ ਹੋ ਤੇ ਉੱਥੇ ਤੁਹਾਨੂੰ ਸਾਡੇ ਆਈਫੋਨ ਤੇ ਐਂਡਰਾਇਡ ਐਪਸ ਦੇ ਲਿੰਕ ਮਿਲਣਗੇ। ਇਹਨਾਂ ਨੂੰ ਵੀ ਇੰਸਟਾਲ ਕਰੋ, ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰੋ। ਟਿਵਾਣਾ ਰੇਡੀਓ ਦਾ ਫੇਸਬੁੱਕ ਪੇਜ, ਟਿਵਾਣਾ ਰੇਡੀਓ ਦਾ YouTube ਪੇਜ ਵੀ ਤੁਸੀਂ ਸਾਂਝਾ ਕਰ ਸਕਦੇ ਹੋ। ਤੇ ਸਾਡੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਅਗਰ ਗੱਲਬਾਤ ਕਰਨੀ ਹੈ ਤਾਂ ਉਸ ਦੇ ਵਾਸਤੇ ਆਪਣਾ ਜਿਹੜਾ ਸਟੂਡੀਓ ਦਾ ਨੰਬਰ ਹੈ ਤੇ ਮੇਰਾ ਸੰਪਰਕ ਨੰਬਰ ਵੀ ਹੈ ਤੇ ਇਸੇ ਨੰਬਰ ਤੇ ਤੁਸੀਂ WhatsApp ਗਰੁੱਪ ਆਪਾਂ ਬਣਾਇਆ ਹੋਇਆ ਤੇ ਇਸੇ ਨੰਬਰ ਤੇ ਤੁਸੀਂ WhatsApp ਦੇ ਰਾਹੀਂ ਵੀ ਜਿਹੜਾ ਪ੍ਰੋਗਰਾਮ ਮੰਗਵਾ ਸਕਦੇ ਹੋ। ਉਹ ਨੰਬਰ ਹੈ 9876309655 9876309655। ਤੇ ਇਸ ਦੌਰਾਨ ਸਾਡੇ ਇਹਨਾਂ ਪ੍ਰੋਗਰਾਮਾਂ ਦੇ ਜਿਹੜੇ ਸਪਾਂਸਰ ਨੇ ਉਹਨਾਂ ਦਾ ਵੀ ਧੰਨਵਾਦ ਹੈ। ਅੰਟਾਰੀਓ ਪ੍ਰੋਵਿੰਸ ਦੇ ਵਿੱਚ ਹੋਮ ਅਤੇ ਆਟੋ ਇੰਸ਼ੋਰੈਂਸ ਚਾਹੀਦੀ ਹੈ, ਕੈਨੇਡਾ ਨਵੇਂ ਆਏ ਹੋ, ਡਰਾਈਵਿੰਗ ਦੇ ਵਿੱਚ ਜਾਂ ਰਿਨਿਊਵਲ ਹੋਣ ਵਾਲੀ ਹੈ ਤਾਂ ਟੋਰਾਂਟੋ ਦੇ ਵਿੱਚ ਪੈਣ ਵਾਲੀ ਮਨਦੀਪ ਕੌਰ ਨੂੰ ਸੰਪਰਕ ਕਰੋ 647 615 5000 6476155000 ਨੰਬਰ ਹੈ ਮਨਦੀਪ ਕੌਰ ਦਾ। ਇਸੇ ਤਰ੍ਹਾਂ ਸਿਆਟਲ ਇਲਾਕੇ 'ਚ ਲੋਕਲ ਲੋਡ ਚਾਹੁੰਦੇ ਹੋ ਤੇ ਓਨਰ ਆਪਰੇਟਰ ਹੋ, ਡਰਾਈਵਰ ਹੋ ਤਾਂ ਤੁਹਾਨੂੰ ਸਿਆਟਲ ਇਲਾਕੇ ਦੇ ਵਾਧੂ ਲੋਡ ਮਿਲਣਗੇ। ਤੁਸੀਂ ਸੰਪਰਕ ਕਰੋ ਵਾਸ਼ਿੰਗਟਨ ਫੇਟ ਸਰਵਿਸ ਵਾਲਿਆਂ ਨਾਲ, ਜੋ ਤੁਹਾਡੀ ਸਹੂਲਤ ਵਾਸਤੇ ਡਿਸਪੈਚ ਵੀ ਅੰਗਰੇਜ਼ੀ ਪੰਜਾਬੀ ਭਾਸ਼ਾ 'ਚ ਦਿੰਦੇ ਨੇ। ਜਗਦੇਵ ਸਿੰਘ ਸੰਧੂ ਦਾ ਨੰਬਰ ਹੈ 253 266 6924 ਤੇ ਗੁਰਵਿੰਦਰ ਸਿੰਘ ਗੈਰੀ ਧਾਲੀਵਾਲ ਦਾ ਨੰਬਰ ਹੈ 206 354 4060 2063544060 ਨੰਬਰ ਹੈ ਗੈਰੀ ਧਾਲੀਵਾਲ ਦਾ।
2532666924 ਨੰਬਰ ਹੈ ਜਗਦੇਵ ਸੰਧੂ ਹੋਰਾਂ ਦਾ। ਤੇ ਇਸੇ ਦੌਰਾਨ ਕੁਝ ਸਰੋਤੇ ਵੀ ਜੁੜੇ ਨੇ, ਉਹਨਾਂ ਨਾਲ ਔਨ 에ਅਰ ਗੱਲਬਾਤ ਕਰਦੇ ਹਾਂ। ਆਲੂਵਾਲੀ ਸਾਹਿਬ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ। ਔਨ 에ਅਰ ਹੋ ਤੁਸੀਂ, ਰੇਡੀਓ ਤੇ ਕੀ ਗੱਲ ਕਰਨੀ ਚਾਹੁੰਦੇ ਹੋ? ਜੀ ਆਲੂਵਾਲੀ ਸਾਹਿਬ US ਤੋਂ ਸਵਾਗਤ ਹੈ ਤੁਹਾਡਾ ਜੀ। ਹਾਂਜੀ, ਪ੍ਰੋਗਰਾਮ ਤਾਂ ਤੁਹਾਡਾ ਬਹੁਤ ਪਹਿਲਾਂ ਸੁਣ ਰਿਹਾ, ਬਹੁਤ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਜੀ। ਮਿਹਰਬਾਨੀ, ਥੈਂਕ ਯੂ ਆਲੂਵਾਲੀ ਸਾਹਿਬ। ਹਾਂਜੀ, ਮਗਰ ਇੱਕ ਦੋ ਗੱਲਾਂ ਮੈਂ ਤੁਹਾਡੇ ਨਾਲ ਕਰਨਾ ਚਾਹੁੰਦਾ ਸੀ। ਇਹ ਜਿਹੜੇ ਜੀਵਨ ਦੇ ਤੱਥ ਦੱਸ ਰਹੇ ਨੇ ਕਿ ਬਾਬਾ ਦੀਪ ਸਿੰਘ ਦਾ, ਇੱਥੇ ਦੇ ਬੱਚੇ ਵੀ ਜਿਹੜੇ ਅਮਰੀਕਾ ਦੇ ਵਿੱਚ ਨੇ ਜੀ, ਬੱਚੇ ਉਹ ਪੁੱਛਦੇ ਨੇ ਕਿ ਕਿਵੇਂ ਹੋ ਸਕਦਾ ਕਿ ਇੱਕ ਬੰਦੇ ਦਾ ਸਿਰ ਵੱਢਾ ਗਿਆ ਤੇ ਹੱਥ ਰੱਖ ਕੇ ਤੁਰਿਆ ਜਾਵੇ ਜੀ। ਤੇ ਇਹ ਚੀਜ਼ਾਂ ਸਾਨੂੰ ਆਪਣੇ ਧਰਮ ਦੇ ਚੋਂ ਇਹਨਾਂ ਨੂੰ ਲੌਜੀਕਲੀ ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਜਿਨ੍ਹਾਂ ਕੋਲ ਸਾਨੂੰ ਅਵੋਇਡ ਕਰਨਾ ਚਾਹੀਦਾ। ਇਹਨਾਂ ਨੂੰ ਜੇ ਅਸਲੀਅਤ ਹੈ ਉਹ ਸਾਹਮਣੇ ਲਿਆਉਣੀ ਚਾਹੀਦੀ ਹੈ। ਆਲੂਵਾਲੀ ਸਾਹਿਬ, ਤੁਸੀਂ ਦੇਖਿਆ ਹੋਣਾ ਪੁਰਾਣੀਆਂ ਜਿਹੜੀਆਂ ਬਾਬਾ ਦੀਪ ਸਿੰਘ ਦੀਆਂ ਜਿੰਨੀਆਂ ਵੀ ਤਸਵੀਰਾਂ ਨੇ, ਉਹਦੇ ਚ ਉਹ ਹੈ ਕਿ ਇੱਕ ਹੱਥ ਖੰਡਾ ਤੇ ਇੱਕ ਤਲੀ ਤੇ ਸੀਸ ਰੱਖਿਆ, ਉਹ ਲੜਦੇ ਜਾ ਰਹੇ ਨੇ। ਉਸ ਤੋਂ ਬਾਅਦ ਹੁਣ ਤੁਸੀਂ ਵੇਖੋ ਕਿ ਇੰਟਰਨੈਟ ਤੇ ਬਾਬਾ ਦੀਪ ਸਿੰਘ ਦੀਆਂ ਫੋਟੋਆਂ ਦੀ ਸਰਚ ਮਾਰੋ ਕਿ ਉਹ ਦੋਨੇ ਹੱਥਾਂ ਦੇ ਨਾਲ ਆਪਣਾ ਸੀਸ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਭੇਂਟ ਕਰ ਰਹੇ ਨੇ, ਉਹਨਾਂ ਕੋਲ ਖੰਡਾ ਨਹੀਂ ਹੈ। ਇਹ ਤਸਵੀਰ 2-4 ਸਾਲਾਂ ਚ ਬਣੀ ਹੈ ਜਿਹਦੇ ਚ ਉਹਨਾਂ ਦੇ ਹੱਥ ਚ ਖੰਡਾ ਨਹੀਂ ਹੈ, ਪਰ ਦੋਨੇ ਹੱਥਾਂ ਨਾਲ ਉਹਨਾਂ ਨੇ ਆਪਣਾ ਸੀਸ ਫੜਿਆ ਹੋਇਆ ਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਆਪਣਾ ਸੀਸ ਭੇਟ ਕਰ ਰਹੇ ਨੇ। ਸੋ ਇਸ ਤਰ੍ਹਾਂ ਤਸਵੀਰਾਂ ਨਾ ਜਿਹੜੀਆਂ ਵਕਤ ਦਰ ਵਕਤ ਬਣਦੀਆਂ ਨੇ, ਇਹ ਜਿਹੜੀ ਬਾਬਾ ਦੀਪ ਸਿੰਘ ਦੀ ਤਸਵੀਰ ਬਣੀ ਹੈ ਇਹ ਮੇਰੇ ਖਿਆਲ 100-150 ਸਾਲ 200 ਸਾਲ ਦੇ ਵਿੱਚ ਬਣੀ ਹੈ, ਹੌਲੀ ਹੌਲੀ ਇੰਪਰੂਵ ਹੋਈ ਹੈ। ਕਿਉਂਕਿ ਇਹਨੂੰ ਬਣਾਇਆ ਕਿਹਨੇ? ਹੁਣ ਸੋਭਾ ਸਿੰਘ ਦੀ ਤਸਵੀਰ ਹੈ ਗੁਰੂ ਨਾਨਕ ਸਾਹਿਬ ਦੀ, ਜਾਂ 9ਵੀਂ ਪਾਤਸ਼ਾਹੀ ਦੀ ਜਿਹੜੀ ਤਸਵੀਰ ਦਿੱਲੀ ਸੀਸਗੰਜ ਲੱਗੀ ਹੋਈ ਹੈ, ਉਹਦੇ ਚ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਚਿਹਰਾ ਵੇਖੋ ਕਿਦਾਂ ਦਾ। ਉਹ ਜਿਸ ਤਰ੍ਹਾਂ ਦੇ ਮੁਗਲ ਬਾਦਸ਼ਾਹਾਂ ਦੇ ਚਿਹਰੇ ਨੇ ਉਸੇ ਤਰ੍ਹਾਂ ਦਾ ਉਹਨਾਂ ਦੇ ਪਟਕਾ ਬੰਨਿਆ ਜਾਂ ਪੱਗ ਬੰਨੀ ਹੈ, ਤੇ ਉਸੇ ਤਰ੍ਹਾਂ ਦੀ ਜਿਹੜੀ ਉਹਨਾਂ ਦੀ ਖਾਸ ਕਰਕੇ ਦਾੜੀ ਦੀ ਸ਼ੇਪ ਹੈ, ਉਹ ਜਿਵੇਂ ਨਾਮਧਾਰੀਆਂ ਚ ਤਿਰਛੀ ਦਾੜੀ ਹੁੰਦੀ ਹੈ, ਤਿੱਖੀ, ਜਿਵੇਂ ਮੁਗਲ ਬਾਦਸ਼ਾਹਾਂ ਦੇ ਆ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਵੀ ਜਿਹੜੀ ਦਾੜੀ ਦੀ ਸ਼ੇਪ ਹੈ ਉਹ ਹੇਠੋਂ ਚੌਰਸ ਨਹੀਂ ਜਿਵੇਂ ਆਪਣੇ ਪੰਜਾਬੀਆਂ ਦੇ, ਬਲਕਿ ਤਿਰਛੀ ਹੈ। ਸੋ ਇਹ ਫੋਟੋਆਂ ਨੇ ਜਿਹੜੀਆਂ ਇਹ ਬਹੁਤ ਬਾਅਦ ਦੀਆਂ ਨੇ, ਇਹਨਾਂ ਫੋਟੋਆਂ ਨੂੰ ਆਧਾਰ ਨਹੀਂ ਬਣਾਇਆ ਜਾ ਸਕਦਾ ਜੀ। ਆਲੂਵਾਲੀ ਸਾਹਿਬ, ਫੋਟੋ ਤਾਂ ਹੋਣੀਆਂ ਨਹੀਂ ਚਾਹੀਦੀਆਂ ਜੀ, ਫੋਟੋ ਹੈ ਹੀ ਨਹੀਂ। ਗੁਰੂ ਸਾਹਿਬ ਨੇ ਕੋਈ ਫੋਟੋ ਉਸ ਟਾਈਮ ਕਿਸੇ ਵੀ ਸਰਵਰ ਨੇ ਬਣਾਈ ਨਹੀਂ ਹੈ ਔਰ ਹੈ ਵੀ ਨਹੀਂ ਹੈ। ਇਹ ਸਾਰੀਆਂ ਮਨ ਘੜਤ ਨੇ ਜੀ। ਗੁਰੂ ਨਾਨਕ ਸਾਹਿਬ ਦੀਆਂ ਮਾਰਕੀਟ 'ਚ 36 ਫੋਟੋ ਨਹੀਂ 36 ਜਿਹੜੀਆਂ ਕਿ ਡਿਫਰੈਂਟ ਫੇਸ ਪ੍ਰੈਡਿਕਟ ਕਰਦੀਆਂ ਨੇ। ਔਰ ਪਤਾ ਨਹੀਂ ਲੋਕ ਕਿਉਂ ਇਹ ਮੂਰਤੀਆਂ ਦੇ ਇਹਨਾਂ ਨੂੰ ਮੱਥਾ ਟੇਕਦੇ ਨੇ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਆ ਕੇ ਤਾਂ ਮੱਥਾ ਟੇਕਦੇ ਨਹੀਂ, ਤੇ ਮੂਰਤੀਆਂ ਨੂੰ ਐਵੇਂ ਟੇਕੀ ਜਾਂਦੇ ਨੇ ਜਿਨ੍ਹਾਂ ਨੂੰ ਤੁਹਾਨੂੰ ਕੋਈ ਦੇਣਾ ਨਹੀਂ, ਗਿਆਨ ਕੁਝ ਲੈਣਾ ਨਹੀਂ ਲੋਕਾਂ ਨੇ, ਤੇ ਬਸ ਮੱਥਾ ਟੇਕਣਾ ਜੀ। ਹਾਂ ਜੀ। ਅੱਛਾ, ਮੈਨੂੰ ਦੱਸਿਆ ਇਹਨਾਂ ਨੇ, ਕਮੈਂਟ ਕੀਤਾ ਬਾਈ ਅਮਨਪ੍ਰੀਤ ਹੋਰਾਂ ਨੇ, ਹਾਂ ਜਿਵੇਂ ਕ੍ਰਿਸ਼ਨ ਜੀ ਦੇ ਕਹਿੰਦੇ ਵੀ ਉਹਨਾਂ ਦੀ ਜਦੋਂ ਮੌਤ ਹੁੰਦੀ ਹੈ, ਜੋਤੀ ਜੋਤ ਸਮਾਉਂਦੇ ਨੇ, ਤੇ ਉਦੋਂ ਵੀ ਉਹਨਾਂ ਦੇ ਪੈਰ ਦੇ ਵਿੱਚ ਇੱਕ ਸ਼ਿਕਾਰੀ ਨੇ ਤੀਰ ਮਾਰਿਆ ਸੀ ਕਿਉਂਕਿ ਉਹਨਾਂ ਦੇ ਪੈਰ ਦੇ ਵਿੱਚ ਪਦਮ ਦਾ ਨਿਸ਼ਾਨ ਸੀ, ਅਮਨਪ੍ਰੀਤ ਨੇ ਲਿਖਿਆ। ਇਸੇ ਤਰ੍ਹਾਂ ਮੈਂ ਵੇਖ ਰਿਹਾ ਕਿਸੇ ਦੀ ਸ਼ਾਇਦ ਨਾਨਕ ਸਰੀਆਂ ਦੀ ਹੈ ਜਾਂ ਹੋਰਾਂ ਦੀ ਹੈ, ਉਹਨਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਇੱਕ ਪੈਰ ਉਹਨਾਂ ਨੇ ਆਪਣੇ ਲੱਤ ਤੇ ਰੱਖਿਆ ਹੋਇਆ ਪੱਟ ਤੇ, ਜਿਵੇਂ ਚੌਂਕੜ ਮਾਰਦੇ ਆ। ਤੇ ਉਹ ਜਿਵੇਂ ਧਰਮ ਸਿੰਘ ਗੰਢੇ ਨੇ ਵੀ ਲਿਖਿਆ, ਉਹ ਗੁਰੂ ਨਾਨਕ ਸਾਹਿਬ ਦੇ ਪੈਰ ਦੇ ਵਿੱਚ ਵੀ ਪਦਮ ਰੇਖਾ ਦਿਖਾਈ ਹੋਈ ਹੈ ਨਾ। ਸੋ ਉਹ ਤੁਸੀਂ ਵੇਖੋ ਕਿ ਪਦਮ ਰੇਖਾ ਵਾਲੀ ਫੋਟੋ ਗੁਰੂ ਨਾਨਕ ਸਾਹਿਬ ਦੇ ਵੀ ਘੜਤੀ, ਇਹ ਵੀ ਆ ਹੁਣੇ ਸਾਹਮਣੇ ਆਈ ਹੋਣੀ ਆ, ਪਹਿਲਾਂ ਨਹੀਂ ਸੀ ਇਹ, ਮੈਂ ਤਾਂ ਪਿਛਲੇ ਸਾਲ ਵੇਖੀ ਹੈ ਇਹ ਜੀ। ਹਾਂਜੀ ਹਾਂਜੀ, ਇਹ ਨਾਨਕ ਸਰੀਆਂ ਦੇ ਵਿੱਚ ਤਰ੍ਹਾਂ ਕੀਤਾ ਹੋਇਆ ਜੀ, ਪਰ ਨਾਨਕ ਸਰੀਆਂ ਦਾ ਸਾਰਾ ਕੰਮ ਹੀ ਅਲੱਗ ਹੈ ਜੀ। ਇਹ ਤਾਂ ਕਿਸੇ ਤੇ ਮਰਿਆਦਾ ਕੋਈ ਹੈ ਹੀ ਨਹੀਂ, ਪਤਾ ਨਹੀਂ ਕੀ ਹੈ ਕੀ ਨਹੀਂ, ਰੱਬ ਜਾਣੇ। ਇਹ ਬਹੁਤ ਲੰਮਾ ਟੌਪਿਕ ਹੈ, ਆਪਾਂ ਨਾ ਡਿਸਕਸ ਕਰੀਏ। ਪਰ ਮੈਂ ਟਵਾਣਾ ਸਾਹਿਬ ਤੁਹਾਨੂੰ 2-3 ਗੱਲਾਂ ਕਹਿੰਦਾ ਸੀ, ਹੋ ਸਕੇ ਤੇ ਇਸ ਟੌਪਿਕ ਤੇ ਕਿਸੇ ਦਿਨ ਗੱਲ ਕਰਨਾ ਜੀ ਪਲੀਜ਼। ਇੱਕ ਤਾਂ ਇਹ ਜਿਹੜੇ ਪੋਲੀਟੀਸ਼ੀਅਨ ਹੈ ਜੀ, ਤੁਸੀਂ ਮੈਨੂੰ ਦੱਸੋ ਜਿਹੜੇ ਬਾਦਲ ਨਾਲ ਅੱਡ ਹੋ ਕੇ ਤੇ ਵੱਖਰਾ ਆਪਣਾ ਬਣਾ ਰਹੇ ਨੇ, ਕਿ ਇਹਨਾਂ ਨੂੰ ਪਹਿਲਾਂ 25 ਸਾਲ ਕਦੇ ਯਾਦ ਆ ਕਿ ਬਾਦਲ ਇਸ ਤਰ੍ਹਾਂ ਦਾ, ਇਹਨਾਂ ਉਦੋਂ ਕਿਉਂ ਨਹੀਂ ਕੋਈ objection ਕਰੀ? ਨੰਬਰ 2 ਜੀ, ਜਿਹੜਾ ਹੁਣ ਜਿਹੜਾ ਕੋਈ ਨਹੀਂ ਜੀ ਜੀ ਹਾਂਜੀ, ਇੱਕ ਗੱਲ ਹੋਰ ਜੀ, 1-2 ਗੱਲਾਂ ਹੋਰ ਮੈਂ ਤੁਹਾਨੂੰ ਕਹਿਣਾ ਪਲੀਜ਼ ਕਿ ਡਿਸਕਸ ਕਰਨਾ। ਨੰਬਰ 2, ਇਹ ਜਿਹੜਾ ਰਾਮ ਮੰਦਿਰ ਦਾ ਆਇਆ ਹੈ ਫੈਸਲਾ ਆਇਆ ਹੈ, ਇਹ 'ਚ ਇਹਨਾਂ ਨੇ ਇਹ ਕਿਉਂ ਲਿਖਿਆ ਕਿ ਗੁਰੂ ਨਾਨਕ ਸਾਹਿਬ ਵੀ ਉੱਥੇ ਆਏ ਸੀਗੇ, ਜਦ ਕਿ ਐਸਾ ਕੋਈ ਟਰੁੱਥ ਨਹੀਂ। ਇਸ ਫੈਸਲੇ ਆਉਣ ਤੋਂ ਬਾਅਦ ਜੀ ਸਾਡੇ ਕੋਲ ਟਾਈਮ ਸੀਗਾ ਕਿ ਕੋਈ ਨਾ ਕੋਈ ਸੁਪਰੀਮ ਕੋਰਟ ਦੇ ਵਿੱਚ ਰਿਟ ਪਾਉਂਦਾ ਕਿ ਇਹ ਗਲਤ ਹੈ, ਇਸ ਨੂੰ ਕੱਢਿਆ ਜਾਵੇ। ਮਗਰ ਦੇਖੋ ਇੰਡੀਆ 'ਚ ਇੰਨੇ ਵਕੀਲ ਤੇ ਇੰਨੇ ਇਤਿਹਾਸਕਾਰ ਬੈਠੇ ਨੇ, ਕਿਸੇ ਨੇ ਕੋਈ ਰਿਟ ਨਹੀਂ ਪਾਈ ਜੀ, ਕਿਸੇ ਨੇ ਕੁਝ ਨਹੀਂ ਕੀਤਾ। ਕਿਉਂ ਨਹੀਂ ਕੀਤਾ? ਅਸੀਂ ਕਿਹੜੀ ਗੱਲੋਂ ਆਪਣੇ ਆਪ ਨੂੰ ਗੁਰੂ ਦੇ ਸਮਰਪਿਤ ਕਰਨੇ ਆ ਜੇ ਇਹ ਚੀਜ਼ਾਂ ਅਸੀਂ ਪਾ ਨਹੀਂ ਸਕੇ? ਹੁਣ KTS ਇੱਕ ਗੱਲ ਪਾਣੀ ਦਾ ਜੀ, ਜਿਹੜਾ ਪਾਣੀ ਦਾ ਮਸਲਾ ਤੇ ਖੈਰ ਹੁਣ ਤੇ ਹਰਿਆਣੇ ਨਾਲ ਕੋਈ ਪੰਗਾ ਨਹੀਂ ਹੈਗਾ, ਪਰ ਪਾਣੀ ਤੇ ਉਹ ਵੀ ਜਾ ਰਿਹਾ। ਜਿਹੜਾ ਹਾਂਸੀ ਨਦੀ, ਜਿਹੜਾ ਉਹ ਹਾਂਸੀ ਦੇ ਉੱਤੇ ਜਿਹੜਾ ਪੁਲ ਬਣਾਇਆ ਜੀ ਇਹਨਾਂ ਨੇ, ਉਹ ਦੇਖੋ ਉੱਥੋਂ ਕਿੰਨਾ ਪਾਣੀ ਜਾ ਰਿਹਾ, ਉਸਦੀ ਕੋਈ ਗਿਣਤੀ ਮਿੰਤੀ ਹੈ? SYL ਨੂੰ ਕਾਊਂਟ ਕਰ ਰਹੇ ਨੇ, ਉਹਨੂੰ ਕੋਈ ਨਹੀਂ ਕਰਦਾ। ਉਸ ਨੂੰ ਜਿੰਨੇ ਪੋਲੀਟੀਸ਼ੀਅਨ ਨੇ ਇਹਨਾਂ ਸਾਰਿਆਂ ਨੂੰ ਪਤਾ ਕਿ ਇੱਥੋਂ ਪਾਣੀ ਜਾ ਰਿਹਾ,
और बादल साहब ने ਉਹਦੀਆਂ ਸਾਈਡ ਦੀਆਂ ਕੰਨਾਂ ਹੋਰ ਉੱਚੀਆਂ ਕਰਤੀਆਂ ਕਿ ਪਾਣੀ ਹੋਰ ਜ਼ਿਆਦਾ ਨਿਕਲ ਜਾਏ। ਮਗਰ ਇਸ ਨੂੰ ਟਾਪਿਕ ਨੂੰ ਕਦੇ ਕੋਈ ਛੇੜਦਾ, ਇਹ ਸਾਰੇ ਪੋਲੀਟੀਸ਼ੀਅਨ ਨੂੰ ਪਤਾ ਹੈ, ਇਸ ਤੇ ਕਿਉਂ ਨਹੀਂ ਰਿਐਕਸ਼ਨ ਕਰਦੇ ਜੀ? ਜੀ ਜੀ ਇਹ ਚੀਜ਼ਾਂ ਨੂੰ ਵੀ ਤਾਂ ਹੋਣਾ ਚਾਹੀਦਾ। ਥੈਂਕ ਯੂ ਮਿਹਰਬਾਨੀ ਥੈਂਕ ਯੂ। ਤੇ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਬਾਈ ਜੀ ਸੁੱਖੀ ਕੋਮਣ, ਜਿਨ੍ਹਾਂ ਦਾ ਬੇਕਰਸਫੀਲਡ ਦੇ ਵਿੱਚ ਯੂਨੀਅਨ ਵਿਲੇਜ ਟਰੱਕ ਸ਼ਾਪ ਹੈ, ਨਾਲ ਇੰਡੀਅਨ ਰੈਸਟੋਰੈਂਟ ਹੈ, ਦੇਸੀ ਘਿਓ ਦੇ ਪਰੌਂਠੇ ਦਹੀਂ ਨਾਲ ਇਹਨਾਂ ਦੀ ਵਿਸ਼ੇਸ਼ਤਾ। ਹੋਰ ਭਾਰਤੀ ਵਿਦੇਸ਼ੀ ਖਾਣੇ ਛਕੋ ਛਕਾਓ। 2201 100 ਯੂਨੀਅਨ ਐਵਨਿਊ, ਬੇਕਰਸਫੀਲਡ, ਕੈਲੀਫੋਰਨੀਆ, ਜ਼ਿਪ ਕੋਡ 93-307। ਇੱਥੇ ਟਰੱਕ ਵਾਸ਼ ਕਰਾਓ, ਡੀਜ਼ਲ ਪਾਓ। ਤੇ ਰੋਡਵੇਜ਼ ਟਰਾਂਸਪੋਰਟ ਵਾਲੇ ਸੁੱਖੀ ਕੋਮਣ ਹੋਰਾਂ ਦਾ ਨੰਬਰ ਹੈ 661 304 7500 661 304 7500। ਇਸੇ ਤਰ੍ਹਾਂ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਬਾਈ ਜੀ ਬਲਵੀਰ ਸਿੰਘ ਉਸਮਾਨਪੁਰ ਪਰਿਵਾਰ, ਜਿਨ੍ਹਾਂ ਦੇ ਅਮਰੀਕਾ 'ਚ ਨੇ ਕਈ ਸਾਰੇ ਕਾਰੋਬਾਰ। ਵਾਸ਼ਿੰਗਟਨ ਦੇ ਵਿੱਚ ਹੈ ਉਹਨਾਂ ਦਾ ਅਰਲਿੰਗਟਨ ਫਿਊਲ ਸਟਾਪ, 1801 ਪਾਇਨੀਅਰ ਈਸਟ ਹਾਈਵੇ, ਐਗਜ਼ਿਟ 208 ਤੇ। ਇੱਥੇ ਫ੍ਰੀ ਕਾਫੀ, ਈਮੇਲ, ਫੈਕਸ ਤੇ ਟਰੱਕ ਪਾਰਕਿੰਗ ਦੀ ਸੁਵਿਧਾ ਮਿਲੇਗੀ। ਟਰੱਕਾਂ ਦਾ ਸਮਾਨ ਸਮੱਗਰੀ ਇੱਥੋਂ ਖਰੀਦ ਸਕਦੇ ਹੋ। ਦੂਜੀ ਲੋਕੇਸ਼ਨ ਹੈ ਇਹਨਾਂ ਦੀ ਕੈਲੀਫੋਰਨੀਆ ਦੇ ਵਿੱਚ, ਲੌਸਟਿਲ ਟਰੈਵਲ ਸੈਂਟਰ, 14814 ਅਲੋਮਾ ਸਟਰੀਟ, ਲੌਸਟਿਲ, ਐਗਜ਼ਿਟ 278 ਤੇ। ਇੱਥੇ ਤੁਹਾਨੂੰ ਫ੍ਰੀ ਚਾਹ, ਸ਼ਾਵਰ, ਲਾਂਡਰੀ ਤੇ ਓਵਰਨਾਈਟ ਟਰੱਕ ਪਾਰਕਿੰਗ ਫ੍ਰੀ ਹੈ। ਨਾਲ ਲਿਕਰ ਸ਼ਾਪ ਵੀ ਫ੍ਰੀ ਨਹੀਂ ਹੈ, ਸਦ ਉਪਯੋਗ ਕਰੋ। ਤੇ ਇਸੇ ਤਰ੍ਹਾਂ ਬਲਵੀਰ ਸਿੰਘ ਉਸਮਾਨਪੁਰ ਪਰਿਵਾਰ ਦਾ ਫਿਊਲ ਕੰਪਨੀਆਂ ਦਾ ਕਾਰੋਬਾਰ ਹੈ, ਡੈਲਟਾ ਫਿਊਲ ਕੰਪਨੀ ਤੇ ਮੋਬਿਲ ਐਕਸ਼ਨ ਮੈਰਾਥਨ ਫਿਊਲ ਕੰਪਨੀਆਂ ਨੇ, ਜਿਸ ਦੌਰਾਨ ਤੁਸੀਂ ਇਹਨਾਂ ਕੰਪਨੀਆਂ ਤੋਂ ਜਿਹੜੇ ਗੈਸ ਸਟੇਸ਼ਨ ਓਨਰ ਆਪਰੇਟਰ ਵੀਰ ਨੇ ਉਹ ਫਿਊਲ ਫਰੈਂਚਾਈਜ਼ ਚੁੱਕ ਸਕਦੇ ਨੇ। ਤੇ ਇਸ ਤੋਂ ਇਲਾਵਾ ਇਹਨਾਂ ਕੋਲ ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਵੀ ਤੁਸੀਂ ਲੈ ਸਕਦੇ ਹੋ। ਕੋਈ ਡੀਲ ਬਣਾਉਣੀ ਹੈ, ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦੇ ਭਰਾ ਹਰਜਾਪ ਸਿੰਘ ਦਾ ਨੰਬਰ ਹੈ 425 232 8413 425 232 8413। ਇਸੇ ਤਰ੍ਹਾਂ ਅਮਰੀਕਨ ਟੈਕਸ ਫਰਮਾਂ ਦੇ ਵਿੱਚ 5 ਸਾਲ ਕੰਮ ਕਰਨ ਦੇ ਤਜਰਬੇ ਯਾਫਤਾ ਸਾਥ ਤਰਸੇਮ ਸਿੰਘ ਗਿੱਲ, ਜਿਨ੍ਹਾਂ ਕੋਲੋਂ ਤੁਸੀਂ ਇੰਡੀਵਿਜੂਅਲ ਬਿਜ਼ਨਸ ਕਾਰੋਬਾਰ ਦੀ ਰਿਟਰਨ ਭਰਵਾ ਸਕਦੇ ਹੋ। ਕਿਸੇ ਰਿਸ਼ਤੇਦਾਰ ਨੂੰ ਅਮਰੀਕਾ ਸੱਦਣਾ, ਗ੍ਰੀਨ ਕਾਰਡ, ਵਰਕ ਪਰਮਿਟ ਜਾਂ ਹੋਰ ਸੇਵਾਵਾਂ ਲੈਣੀਆਂ ਨੇ ਤਾਂ ਵੀ ਤੁਸੀਂ ਸੰਪਰਕ ਕਰੋ ਤਰਸੇਮ ਸਿੰਘ ਗਿੱਲ ਹੋਰਾਂ ਨੂੰ। ਨੰਬਰ ਹੈ ਉਹਨਾਂ ਦਾ 484 764 9861, 484 764 9861 ਨੰਬਰ ਹੈ ਤਰਸੇਮ ਸਿੰਘ ਗਿੱਲ ਸੀਪੀ ਦਾ। ਨਿਊ ਜਰਸੀ ਦੇ ਲਾਗੇ ਈਸਟਰਨ ਸਿਟੀ ਪੈਂਸਲਵੇਨੀਆ ਦੇ ਵਿੱਚ ਵਸਦੇ ਨੇ। ਦੋ ਸਰੋਤੇ ਲਾਈਨ ਤੇ ਨੇ, ਉਸ ਤੋਂ ਬਾਅਦ ਸੁਰਿੰਦਰ ਜੀ ਵੀ ਲਾਈਨ ਤੇ ਨੇ ਕਾਫੀ ਦੇਰ ਤੋਂ। 29 ਨੰਬਰ ਸਵਾਗਤ ਹੈ ਜੀ ਤੁਹਾਡਾ, ਵੈਲਕਮ। ਬਾਈ ਜੀ ਸਤਿ ਸ਼੍ਰੀ ਅਕਾਲ, ਤੁਹਾਡਾ ਸਾਹਿਬ ਪੂਨੀਆ ਬੇਨਤੀ ਕਰਦਾ ਜੀ। ਜੀ ਪੁਣੇ ਸਾਹਿਬ ਆ ਜਾਓ ਸੰਖੇਪ ਚ ਪਲੀਜ਼। ਇੱਕ ਜਿਹੜਾ ਤੁਸੀਂ ਗਲੈਲੀਓ ਦੀ ਗੱਲ ਕਰ ਰਹੇ ਸੀਗੇ, ਇੱਕ ਗਲੈਲੀਓ ਬਾਰੇ ਮੈਂ ਵੀ ਸੁਣਿਆ ਪੜਿਆ ਤਾਂ ਨਹੀਂ ਵੀ ਉਹਨਾਂ ਨੂੰ ਫਾਂਸੀ ਦੇਣ ਤੋਂ ਪਹਿਲਾਂ ਸ਼ਾਇਦ ਸ਼ਹਿਰ ਦੇ ਵਿੱਚ ਘੁਮਾਇਆ ਵੀ ਗਿਆ ਸੀਗਾ ਵੀ ਇਹਦੇ ਕੋਰੜੇ ਮਾਰੇ ਜਾਣ, ਵੀ ਇਹਨੂੰ ਜਲੀਲ ਕੀਤਾ ਜਾਵੇ। ਫਿਰ ਉਹਦੇ ਕਿਸੇ ਦੋਸਤ ਨੇ ਕੋਰੜਾ ਜਾਂ ਡੰਡਾ ਸੋਟਾ ਤਾਂ ਨਹੀਂ ਮਾਰਿਆ, ਆਪਣੀ ਜੇਬ ਚੋਂ ਕੱਢ ਕੇ ਉਹਦੇ ਹਿੱਕ ਦੇ ਉੱਤੇ ਪੋਲਾ ਜਾਂ ਫੁੱਲ ਮਾਰਿਆ ਸੀ। ਇੱਥੋਂ ਸਾਡੇ ਕਵੀਆਂ ਨੇ ਕਹਿੰਦੇ ਉਹ ਗੀਤ ਬਣਾਇਆ ਸੀ, ਲੋਕਾਂ ਦੇ ਪੱਥਰਾਂ ਦੀ ਮੈਨੂੰ ਰਤਾ ਪੀੜਨਾ ਹੋਈ, ਫੁੱਲ ਮਾਰੇ ਤੂੰ ਮਿੱਤਰਾਂ ਮੇਰੀ ਰੂਹ ਅੰਬਰਾਂ ਤੱਕ ਰੋਈ। ਕੀ ਇਹ ਗੱਲ ਸੱਚ ਹੈ ਟਵਾਣਾ ਸਾਹਿਬ? ਮੈਂ ਉਹ ਦੇਖੋ ਉਹ ਵਰਤਾਰਾ ਉਹ ਲੈਲਾ ਮਜਨੂ ਨਾਲ ਵੀ ਜੁੜਦਾ ਹੈ, ਹੋਰ ਵਰਤਾਰੇ ਵੀ ਜੁੜਦੇ ਨੇ। ਇਹ ਮਤਲਬ ਮਿਥਿਕ ਨੇ, ਇਹਨਾਂ ਦੀ ਕੋਈ ਅਥੈਂਟਿਸਿਟੀ ਨਹੀਂ। ਇਸ ਤਰ੍ਹਾਂ ਦੇ ਕਈ ਜੁੜਦੇ ਨੇ ਏਦਾਂ। ਪਰ ਇਹ ਠੀਕ ਹੈ ਜਦੋਂ ਗਲੈਲੀਓ ਨੂੰ ਏਦਾਂ ਜਲੀਲ ਕੀਤਾ ਗਿਆ, ਜਿਵੇਂ ਈਸਾ ਮਸੀਹ ਨੂੰ ਵੀ ਜਦੋਂ ਸੂਲੀ ਚੜਾਇਆ ਗਿਆ ਉਹਦੇ ਨਾਲ ਵੀ ਬੜਾ ਵਿਵਹਾਰ ਹੋਇਆ। ਸੋ ਇਹ ਫਿਰ ਕਰਦੀ ਹੈ ਨਾ ਇੱਕ ਕਮਿਊਨਿਟੀ ਜਦੋਂ ਦੂਜੇ ਨੂੰ ਟਾਰਗੇਟ ਕਰਦੀ ਹੈ ਦੋਸ਼ੀ ਦੇ ਤੌਰ ਤੇ। ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਨਾਲ ਦੇਖੋ ਕੀ ਬੜਾ ਵਰਤੀਰਾ ਸੀ, ਏਦਾਂ ਅਪਣਾਇਆ ਜਾਂਦਾ। ਥੈਂਕ ਯੂ। ਹੁਣ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜੋ ਕੁਛ ਵਾਪਰਿਆ ਉਹ ਮਨੁੱਖਤਾ ਰੂਹ ਕੰਬ ਜਾਂਦੀ ਹੈ ਉਹ ਗੱਲਾਂ ਨੂੰ ਸੁਣ ਕੇ। ਬਰਾੜ ਸਾਹਿਬ ਸਵਾਗਤ ਹੈ, ਸੰਖੇਪ ਚ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਟਵਾਣਾ ਸਾਹਿਬ ਜੀ, ਮੈਂ ਤੁਹਾਡੇ ਵਿਚਾਰ ਸੁਣ ਰਿਹਾ ਸੀ। ਮੈਂ ਤੁਹਾਨੂੰ ਇਹ ਆਪਣੇ ਧਰਮ ਦੇ ਵਿੱਚ ਵੀ ਚੈਲੰਜ, ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਚ ਵੀ ਚੈਲੰਜ ਕਰਾਂਗੇ ਤਾਂ ਲੋਕਾਂ ਨੇ ਬੁਰਾ ਕਹਿਣਾ। ਪਰ ਇੱਕ ਗੱਲ ਤਾਂ ਟਵਾਣਾ ਸਾਹਿਬ ਸਮਝਦਾ ਵੀ ਜੇ ਨਾ ਅੰਕਿਤ ਕੀਤਾ ਹੁੰਦਾ ਧਰਮ ਰਾਜ ਬਾਰੇ, ਜੇ ਨਾ ਅੰਕਿਤ ਕੀਤਾ ਹੁੰਦਾ ਭੂਤ ਪ੍ਰੇਤ ਬਾਰੇ, ਤਾਂ ਮੈਨੂੰ ਲੱਗਦਾ 50% ਸੁਸਾਈਡ ਆਪਣੇ ਇੰਡੀਆ ਚ ਘਟ ਸਕਦੇ ਸੀ। ਜਦੋਂ ਹੁਣ ਆਹ ਲਵਰ ਜਿਹੜੇ ਹੁੰਦੇ ਆ ਸੁਸਾਈਡ ਕਰਦੇ ਆ ਜਾਂ ਹੋਰ ਕਰਦੇ ਆ, ਉਹ ਕਹਿੰਦੇ ਵੀ ਇਸ ਧਰਤੀ ਸਾਡੇ ਕੋਲ ਚੰਗੀ ਜੀਵਨੀ ਹੈ ਨਹੀਂ, ਅਸੀਂ ਧਰਮ ਰਾਜ ਕੋਲ ਦੁਬਾਰਾ ਜਾਣਾ, ਉੱਥੇ ਰੀਅਪਲਾਈ ਕਰਨਾ ਤੇ ਮੇਰੀ ਸੋਲ ਦੀ ਰੀਸਾਈਕਲਿੰਗ ਹੋਏਗੀ, ਮੈਂ ਦੁਬਾਰਾ ਧਰਤੀ ਤੇ ਆਊਂਗਾ। ਇਹ ਜਿਹੜੀ ਮਿਥ ਹੈਗੀ ਆ, ਸਾਨੂੰ 50% ਸਾਡੇ ਸੁਸਾਈਡ ਇੰਡੀਆ ਚ ਘਟ ਸਕਦੇ ਜੇ ਇਹ ਮਿਥ ਨਾ ਹੁੰਦੀ। ਮੇਰੇ ਕਹਿਣ ਦਾ ਭਾਵ ਜੇ ਅਸੀਂ ਬੋਲਾਂਗੇ, ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ, ਜੇ ਅਸੀਂ ਬੋਲਾਂਗੇ ਤਾਂ ਸਾਨੂੰ ਲੋਕੀ ਗੱਲ ਨੂੰ ਆਉਣਗੇ। ਪਰ ਲੋਕਾਂ ਨੂੰ ਇਹ ਐਕਸੈਪਟ ਕਰਨਾ ਚਾਹੀਦਾ ਕੋਈ ਧਰਮ ਰਾਜ ਨਹੀਂ, ਕੋਈ ਭੂਤ ਪ੍ਰੇਤ ਨਹੀਂ,
ਜੇ ਤੁਸੀਂ ਇਹ ਚ ਨਿਕਲੋ ਦੁਬਦਾ ਚ ਨਿਕਲੋ ਕਿ ਤੁਸੀਂ ਇਸ ਜੀਵਨ ਨੂੰ ਜਿਹੜਾ ਚੰਗਾ ਸਮਝੋਗੇ, ਇਹਨੂੰ ਇੰਜੋਏ ਕਰੋਗੇ, ਹਰੇਕ ਦਿਨ ਦਾ ਮਾਣੋਗੇ, ਪਰ ਤੁਸੀਂ ਸੁਸਾਈਡ ਨਹੀਂ ਕਰੋਗੇ। ਸੁਸਾਈਡ ਕਰਨ ਦਾ ਇੱਕ ਕਾਰਨ ਇਹ ਵੀ ਆ ਵੀ ਇਹ ਧਰਤੀ ਮਾੜੀ ਆ, ਅਸੀਂ ਰੀਅਪਲਾਈ ਕਰਨਾ, ਸਾਡੀ ਸੋਲ ਜਿਹੜੀ ਰੀਸਾਈਕਲ ਹੋਊਗੀ, ਅਸੀਂ ਹੇਅਰ ਟੂ ਗੋ, ਅਗਲੀ ਪੀੜ੍ਹੀ ਚ ਆ ਜਾਵਾਂਗੇ ਅਸੀਂ ਜੀ। ਥੈਂਕ ਇਹ ਯੂ, ਮੈਥ ਖਤਮ ਕਰਨੀ। ਥੈਂਕ ਯੂ, ਥੈਂਕ ਯੂ ਸੋ ਮਚ। ਥੈਂਕ ਯੂ। ਬਿਲਕੁਲ ਉਹ ਹੈ ਕਿ ਜਿੰਦ ਜਾਰ ਦੀ ਬੁੱਕਲ ਵਿੱਚ ਨਿਕਲੇ ਸੁਰਗਾਂ ਨੂੰ ਜਾਣ ਹੱਡੀਆਂ, ਇਹ ਗੱਲ ਹੈਗੀ ਆ। ਕਿੰਨੇ ਸੁਸਾਈਡ ਕਰਦੇ ਨੇ ਪ੍ਰੇਮੀ, ਉਹਨਾਂ ਨੂੰ ਇਹ ਮਿੱਥ ਦਾ ਵਹਿਮ ਹੈਗਾ। ਜੋਗਿੰਦਰ ਮਲੇਸ਼ੀਆ ਤੋਂ ਸਵਾਗਤ ਹੈ ਤੁਹਾਡਾ। ਸੋ ਇਹ ਦੂਸਰਾ, ਧਰਮ ਨੇ ਚੰਗਾ ਰੋਲ ਵੀ ਬਹੁਤ ਨਿਭਾਇਆ। ਇਹ ਗੱਲ ਨਹੀਂ ਕਿ ਧਰਮ ਨੇ, ਜਿਹੜਾ ਲੋਕਾਂ ਦੇ ਮਨ 'ਚ ਡਰ ਹੈ, ਇਹ ਠੀਕ ਹੈ ਕਿ ਸਿਆਸਤਦਾਨਾਂ ਨੇ, ਰਾਜਿਆਂ ਨੇ ਧਰਮ ਨੂੰ ਕੈਸ਼ ਕੀਤਾ, ਬ੍ਰਾਹਮਣ ਪੁਜਾਰੀ ਨੇ, ਮੁਲਾਣਿਆਂ ਨੇ, ਜਥੇਦਾਰਾਂ ਨੇ ਧਰਮ ਨੂੰ ਕੈਸ਼ ਕੀਤਾ, ਪਰ ਧਰਮ ਦਾ ਨਿੱਘਰ ਰੋਲ ਵੀ ਹੈ ਇਨਸਾਨੀਅਤ ਨੂੰ ਬਿਹਤਰ ਬਣਾਉਣ ਕੇ, ਕਿਸੇ ਦੇ ਹੱਕ ਤੇ ਡਾਕਾ ਨਹੀਂ ਮਾਰਨਾ, ਇੱਕ ਸਪਿਰਿਟ ਪੈਦਾ ਕੀਤੀ ਜਿਹੜੀ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੰਮ੍ਰਿਤਪਾਨ ਕਰਾਇਆ, ਬਾਬਰ ਨੂੰ ਜਾਬਰ ਕਹਿਣ ਦੀ ਜੋ ਜ਼ਰੂਰਤ ਦਿਖਾਈ, ਇਹ ਕਿ ਭਾਈ ਮੌਤ ਕੋਈ ਐਡੀ ਗੱਲ ਨਹੀਂ ਹੈ, ਧਰਮ ਲਈ ਲੜਦੇ ਸ਼ਹੀਦ ਹੋਣਾ ਚੰਗੀ ਗੱਲ ਹੈ। ਉਹਦੇ 'ਚ ਇੱਕ ਜੁਰਤ ਵੀ ਪੈਦਾ ਕੀਤੀ। ਧਰਮ ਦੀਆਂ ਅਛਾਈਆਂ ਵੀ ਬਹੁਤ ਨੇ, ਪਰ ਪੁਜਾਰੀ ਨੇ ਧਰਮ ਨੂੰ, ਭਾਵੇਂ ਕਿਸੇ ਵੀ ਧਰਮ ਦਾ, ਉਹਨੇ ਧਰਮ ਦਾ ਬੇੜਾ ਡੋਬਿਆ। ਧਰਮ ਆਪਣੇ ਆਪ 'ਚ ਬਹੁਤ ਅੱਛੀ ਚੀਜ਼ ਹੈ, ਕੋਈ ਵੀ ਧਰਮ ਹੈ ਮਾੜਾ ਨਹੀਂ ਹੈ। ਇਸਲਾਮ 'ਚ ਹੈ ਕਿ 4 ਔਰਤਾਂ ਨਾਲ ਵਿਆਹ ਕਰਾ ਲਓ। ਗੱਲ ਕੀ ਸੀ ਕਿ ਲੋੜਵੰਦ ਔਰਤਾਂ ਜਾਣ ਕਿੱਥੇ, ਜਿਹਦੇ ਸਿਰ ਦਾ ਸਾਈਂ ਨਹੀਂ, ਉਹਦੀ ਦੁਰਗਤ ਕਿੰਨੀ ਹੁੰਦੀ ਹੈ। ਧਰਮ ਦੇ ਵਿੱਚ ਅੱਛੀਆਂ ਚੀਜ਼ਾਂ ਨੇ, ਪਰ ਅਸੀਂ ਉਹਦਾ ਮਿਸਯੂਜ਼ ਕੀਤਾ। ਅੱਜ ਚੰਦਰਮੋਹਨ ਨੇ, ਹਰਿਆਣੇ ਵਾਲੇ ਮਿਨਿਸਟਰ ਨੇ, ਕਿਵੇਂ ਚਾਂਦ ਮੁਹੰਮਦ ਬਣ ਕੇ ਜਿਹੜੀ ਫਿਜ਼ਾ ਨਾਲ ਸ਼ਾਦੀ ਰਚਾਈ। ਦਿੱਲੀ ਦੇ ਵਿੱਚ ਇੱਕ ਜੱਜ ਦੇ ਮੁੰਡੇ ਨੇ ਆਪਣਾ ਧਰਮ ਕ੍ਰਿਸਚਨਟੀ ਬਣਾਇਆ ਤਾਂ ਜੋ ਦੂਜਾ ਵਿਆਹ ਕਰਾ ਸਕੇ। ਸੋ ਇਸ ਕਰਕੇ ਵਰਤਾਰੇ। ਤੁਸੀਂ ਆਨਰ ਹੋ, ਸਵਾਗਤ ਹੈ ਸਰ, ਵੈਲਕਮ। ਹੈਲੋ, ਤੁਸੀਂ? ਹਾਂਜੀ ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ? ਸਵਾਗਤ ਤੁਹਾਡਾ। ਹਾਂਜੀ, ਮੈਂ ਗੁਰਪ੍ਰੀਤ ਸਿੰਘ ਬੋਲ ਰਿਹਾ ਚੰਡੀਗੜ੍ਹ ਤੋਂ। ਹਾਂਜੀ ਗੁਰਪ੍ਰੀਤ ਜੀ, ਕੀ ਕਹਿਣਾ ਚਾਹੁੰਦੇ ਹੋ ਸੰਖੇਪ ਚ ਪਲੀਜ਼? ਹਾਂਜੀ ਸੰਖੇਪ ਚ ਇੱਕ ਗੱਲ ਮੈਂ ਕਰਨੀ ਸੀ, ਦੁਕਾਨਦਾਰ ਦੀ ਗੱਲ ਕਰ ਰਹੇ ਸੀ। ਮੈਂ ਨਾ ਡੇਲੀ ਮਤਲਬ ਆਪਣਾ ਵੀਰ ਭਾਖੜਾ ਨਹਿਰ ਹੈ ਖੰਡ ਦੇ ਕੋਲ, ਖੰਡ ਮਾਨਪੁਰ ਕੋਲ, ਮੈਂ ਰੋਜ਼ ਉੱਥੋਂ ਕਰੋਸ ਕਰਦਾ ਜੀ। ਉੱਥੇ ਨਾ ਮਤਲਬ ਹਰ ਰੋਜ਼ ਬੰਦੇ ਜਿਹੜਾ ਆਪਣਾ ਸਮਾਨ ਹੁੰਦਾ ਉਹ ਬਾਹਰ ਨਾ ਆਉਂਦੇ ਪਾਣੀ ਚ, ਪਾਣੀ ਨੂੰ ਬਹੁਤ ਗੰਦਾ ਕਰਦੇ ਜੀ। ਮਤਲਬ ਮੇਰਾ ਦਿਲ ਬਹੁਤ ਦੁਖੀ ਹੁੰਦਾ ਦੇਖ ਕੇ। ਮੈਂ ਰੋਜ਼ ਸੋਚਦਾ ਵੀ ਕੀ ਮਤਲਬ ਕੰਮਾਂ ਚ ਪਏ ਹੋਏ ਲੋਕੀ ਆਪਣੇ ਉੱਥੇ ਜਾ ਕੇ ਉਹ ਬਹਾ ਦਿੰਦੇ ਆ। ਕੋਈ ਆਪਣਾ ਜਿਹੜਾ ਝੂਠ ਦਾ ਸਮਾਨ ਹੁੰਦਾ ਉਹ ਜੋ ਪੰਡਤਾਂ ਵਗੈਰਾ ਉਹਨਾਂ ਨੂੰ ਕਿਹਾ ਹੋਇਆ, ਮਤਲਬ ਪਾਣੀ ਨੂੰ ਗੰਦਾ ਕਰਦੇ ਜੀ ਬਹੁਤ ਜ਼ਿਆਦਾ। ਹਾਂਜੀ ਹਾਂ, ਥੈਂਕ ਯੂ ਗੁਰਪ੍ਰੀਤ, ਥੈਂਕ ਯੂ। ਆ ਦੇਖੋ ਹੁਣ ਜਦੋਂ ਗਣੇਸ਼ ਵਿਸਰਜਨ ਹੁੰਦਾ, ਕਿੰਨੀ ਵੱਡੀ ਤਾਦਾਦ ਦੇ ਵਿੱਚ ਤੁਸੀਂ ਵੇਖੋ ਕਿ ਉੱਥੇ ਜਿਹੜਾ ਇਹ ਵਰਤਾਰੇ ਵਾਪਰਦੇ ਨੇ। ਖੈਰ ਲਓ, ਰਾਜਨੀਤਿਕ ਚਰਚਾ ਦੇ ਵਾਸਤੇ ਐਡਵੋਕੇਟ ਸੁਰਿੰਦਰ ਸਿੰਘ ਆਪਣੇ ਨਾਲ ਜੁੜ ਚੁੱਕੇ ਨੇ। ਧਰਮ ਦਾ ਇਹਨਾਂ ਨੂੰ ਵੀ ਬਹੁਤ ਨਿੱਠ ਕੇ ਗੱਲ ਕਰਦੇ ਨੇ। ਥੋੜਾ ਜਿਹਾ ਇਨਪੁਟ ਇਹਨਾਂ ਤੋਂ ਵੀ ਲਵਾਂਗੇ। ਸੁਰਿੰਦਰ ਵੀਰ, ਪਿਛਲੇ ਦਿਨਾਂ ਤੋਂ ਆਪਣੀ ਜਿਹੜੀ ਲੜੀ ਚੱਲ ਰਹੀ ਹੈ ਕੁਲਬੀਰ ਸਿੰਘ ਕੌੜਾ ਦੀ ਕਿਤਾਬ ਕਿ ਵੱਖ-ਵੱਖ ਧਰਮਾਂ ਦੇ ਵਿੱਚ ਜਿਹੜੀਆਂ ਬੁਰਾਈਆਂ ਆਈਆਂ ਨੇ, ਸੱਚ ਕਹਿਣ ਵਾਲਿਆਂ ਨੂੰ ਫਾਂਸੀ ਚੜ੍ਹਦੀ ਆਈ ਹੈ ਧਰਮਾਂ ਦੇ ਵਿੱਚ, ਹਮੇਸ਼ਾ ਇਹ 'ਚ ਕੋਈ ਦੋ ਰਾਵਾਂ ਨਹੀਂ ਹੈ। ਤੇ ਵਿਗਿਆਨਕ ਤਰਕ ਤੇ ਬਹੁਤ ਸਾਰਾ ਧਰਮ ਨਹੀਂ ਠਹਿਰਦਾ, ਮਿੱਥਾਂ ਨਹੀਂ ਰੁਕਦੀਆਂ। ਇਸ ਦੌਰਾਨ ਕੀ ਕਹਿਣਾ ਚਾਹੋਗੇ ਕਿ ਮੇਰੇ ਖਿਆਲ 'ਚ ਜਿਸ ਤਰ੍ਹਾਂ ਸਿੱਖਾਂ ਦੇ ਵਾਸਤੇ ਜੇ ਆਪਾਂ ਗੱਲ ਕਰੀਏ ਤਾਂ ਜਿਹੜੇ ਮੂਲ ਗ੍ਰੰਥ ਨੇ ਧਰਮ ਦੇ, ਜੇ ਉਹਨਾਂ ਤੱਕ ਮੁਨੱਸਰ ਰਹੀਏ, ਜਿਵੇਂ ਗੀਤਾ, ਕੁਰਾਨ ਸ਼ਰੀਫ ਹੈ, ਰਮਾਇਣ ਹੈ, ਜੇ ਮੂਲ ਗ੍ਰੰਥ ਤੱਕ ਵੀ ਲੋਕ ਸੀਮਤ ਰਹਿਣ ਤਾਂ ਵਿਵਾਦ ਜਾਂ ਅਧਰਮ ਨਾ ਵਧੇ। ਪਰ ਜਦੋਂ ਜਿਹੜੇ ਸੈਕੰਡਰੀ ਗ੍ਰੰਥ ਨੇ, ਜਿਹੜੀਆਂ ਸਿੱਖਾਂ ਦੇ ਰਹਿਤਨਾਮੇ ਹੋ ਗਏ, ਮੁਸਲਮਾਨਾਂ ਦੀਆਂ ਜਿਹੜੀਆਂ ਬਾਕੀ ਆਇਤਾਂ ਹੋ ਗਈਆਂ ਜਾਂ ਹੋਰ ਉਹਨਾਂ ਦੇ ਵਿਚਾਰਧਾਰਾ ਹੋ ਗਈ, ਹਿੰਦੂਆਂ ਦੇ ਅੱਡ-ਅੱਡ ਗ੍ਰੰਥ ਹੋ ਗਏ, ਦਰਸ਼ਨ ਸ਼ਾਸਤਰ ਹੋ ਗਏ, ਜਿਵੇਂ ਟਕਸਾਲ ਦੀਆਂ ਕਿਤਾਬਾਂ ਕਈ ਵਿਵਾਦਤ ਨੇ, ਉਹ ਚੀਜ਼ਾਂ ਜਿਹੜੀਆਂ ਨੇ ਜੇ ਉਹਨਾਂ ਤੇ ਬੰਦਾ ਜ਼ਿਆਦਾ ਪਹਿਰੇਦਾਰੀ ਨਾ ਕਰੇ ਜਾਂ ਉਹਨਾਂ ਨੂੰ ਫਾਲੋ ਨਾ ਕਰੇ, ਸਿਰਫ ਕਿਸੇ ਵੀ ਧਰਮ ਦਾ ਜਿਹੜਾ ਮੂਲ ਗ੍ਰੰਥ ਹੈ, ਜਿਵੇਂ ਹੁਣ ਸਿੱਖਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਉੱਥੋਂ ਤੱਕ ਸੀਮਤ ਰਹਿਣ, ਉਹਦੇ 'ਚ ਦਸਮ ਗ੍ਰੰਥ, ਬਚਿੱਤਰ ਨਾਟਕ, ਸੂਰਜ ਪ੍ਰਕਾਸ਼ ਜਾਂ ਹੋਰ ਕਿਤਾਬਾਂ ਤੇ ਬਹੁਤੀ ਟੇਕ ਨਾ ਰੱਖਣ ਤਾਂ ਮੇਰੇ ਖਿਆਲ ਬਹੁਤ ਸਾਰਾ ਟਕਰਾਅ ਰੁਕ ਸਕਦਾ। ਸੰਪਰਦਾਵਾਂ ਦੇ ਆਪਣੇ ਆਪਣੇ ਜਿਹੜੇ ਲੀਡਰ ਨੇ, ਆਪਣੇ ਆਪਣੇ ਜਿਹੜੇ ਧਾਰਮਿਕ ਆਗੂ ਨੇ, ਉਹਨਾਂ ਨੇ, ਮਸਤੂਆਣਾ ਵਾਲੇ ਨੇ ਆਪਣੀ, ਨਾਨਕਸਰੀਆਂ ਨੇ ਆਪਣੀ, ਰਾੜੇ ਵਾਲਿਆਂ ਨੇ ਆਪਣੀ, ਹਰ ਇੱਕ ਨੇ ਆਪਣੀ ਮਰਿਆਦਾ ਘੜ ਲਈ ਆ। ਇਸ ਕਰਕੇ ਮੈਂ ਸਮਝਦਾ ਕਿ ਹਰ ਧਰਮ ਵਾਲੇ ਨੂੰ ਆਪਣੇ ਮੂਲ ਗ੍ਰੰਥ ਤੇ ਜ਼ਿਆਦਾ ਮੁਨੱਸਰ ਕਰਨਾ ਚਾਹੀਦਾ। ਸ਼ਾਇਦ ਇਹਦੇ ਨਾਲ ਬਹੁਤ ਸਾਰੇ ਟਕਰਾਅ ਨੇ ਜਿਹੜੇ ਉਹ ਘਟ ਜਾਣ। ਜੀ ਸੁਰਿੰਦਰ ਵੀਰ, ਕੀ ਨਜ਼ਰੀਆ? ਦੇਖੋ ਗੱਲ ਇਹ ਹੈ ਕਿ ਜੇ ਤਾਂ ਤੁਸੀਂ ਮੂਲ ਗ੍ਰੰਥ ਤੱਕ ਰਹਿੰਦੇ ਹੋ ਤਾਂ ਬਹੁਤ ਵਧੀਆ ਗੱਲ ਹੈ, ਪਰ ਹੁਣ ਬਦਕਿਸਮਤੀ ਅਸੀਂ ਉੱਥੋਂ ਤੱਕ ਰੁਕੇ ਹੀ ਨਹੀਂ। ਅਸੀਂ ਤਾਂ ਉਹ, ਕਿਉਂਕਿ
ਉਹਨੂੰ ਸਮਝਣਾ ਸਾਡੇ ਲਈ ਬਹੁਤ ਔਖਾ। ਠੀਕ ਆ, ਅਸੀਂ ਸੌਖਾ ਜਰੀਆ ਲੱਭਦੇ ਆ। ਜਿਹੜੇ ਸਾਨੂੰ ਸਮਝਾਉਣ ਵਾਲੇ ਆ ਉਹ ਵੀ ਸੋਚਦੇ ਆ ਕਿ ਸੌਖਾ ਜਰੀਆ ਕਿੱਦਾਂ, ਇਹਨਾਂ ਨੂੰ ਮੂਲ ਗ੍ਰੰਥ ਨਾਲੋਂ ਤੋੜ ਕੇ ਆਪਣੇ ਮਗਰ ਕਿੱਦਾਂ ਲਾਉਣਾ। ਇਹ ਨਹੀਂ ਹੈ ਕਿ ਸਾਨੂੰ ਮੂਲ ਗ੍ਰੰਥ ਦੀ ਜਿਹੜੀ ਸਿੱਖਿਆ ਦੇ ਰਿਹਾ ਕਿ ਉਹਦੇ ਵਿੱਚ ਕੀ ਆ, ਉੱਥੋਂ ਤੱਕ ਨਹੀਂ। ਉਹਦੇ ਚੋਂ ਵੀ ਉਹ ਸਾਨੂੰ ਇਸ ਤਰੀਕੇ ਨਾਲ ਲਿਆਉਂਦੇ ਆ ਕਿ ਇਹਨਾਂ ਨੂੰ ਗ੍ਰੰਥ ਨਾਲੋਂ ਤੋੜ ਕੇ ਆਪਣੇ ਮਗਰ ਲਾਉਣਾ। ਉਸ ਕਰਕੇ ਸਾਰਾ ਕੁਝ ਮਨ ਘੜਤਾ, ਤੇ ਜਿਹੜਾ ਮਨ ਘੜਤਾ ਉਹ ਫਿਰ ਕਿਤੇ ਨਾ ਕਿਤੇ ਮਨ ਘੜਤੀ ਰਹਿ ਜਾਣਾ। ਠੀਕ ਹੈ, ਉਹ ਸਮੇਂ ਦੇ ਨਾਲ ਮੇਲ ਜਿਹੜਾ ਉਹ ਨਹੀਂ ਖਾਂਦਾ। ਤੁਸੀਂ ਇੱਥੇ ਗੱਲਾਂ ਕਰ ਰਹੇ ਸੀਗੇ ਕਿ ਗੁਰੂ ਤੇਗ ਬਹਾਦਰ ਜੀ ਦੀ ਪਹਿਲੀ ਜਿਹੜੀ ਇੱਕ ਦਿੱਲੀ ਤਸਵੀਰ ਲੱਗੀ ਉਹ ਕਿੱਦਾਂ ਦੀ, ਇੱਥੋਂ ਵਾਲੀ ਕਿਹੜੀ, ਤੁਸੀਂ ਬਾਬਾ ਦੀਪ ਸਿੰਘ ਜੀ ਦੀ ਗੱਲ ਕੀਤੀ। ਪਹਿਲੀ ਤਾਂ ਗੱਲ ਬੜੀ ਸਪਸ਼ਟ ਆ, ਠੀਕ ਹੈ, ਕਿ ਕੀ ਇਹਦਾ ਸਾਡੇ ਕੋਲ ਪੁਖਤਾ ਸੋਰਸ ਕੀ ਆ ਕਿ ਕਿਹਨੇ ਬਣਾਈਆਂ ਤੇ ਕਦੋਂ ਦੀਆਂ ਬਣਾਈਆਂ ਹੋਈਆਂ। ਠੀਕ ਹੈ, ਕਿ ਉਸ ਵਕਤ ਜਦੋਂ ਇਹ ਤਸਵੀਰਾਂ ਬਣੀਆਂ, ਪਹਿਲੀ ਗੱਲ ਤੇ ਸਿੱਖ ਧਰਮ 'ਚ ਮੂਰਤੀ ਪੂਜਾ ਜਿਹੜੀ ਉਹ ਹੀ ਵਰਜਿਤ ਆ। ਠੀਕ ਹੈ, ਸਿੱਖ ਧਰਮ ਇਹਦੀ ਇਜਾਜ਼ਤ ਹੀ ਨਹੀਂ ਦਿੰਦਾ। ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਕਿਸੇ ਦੇ ਮੂਹਰੇ ਮੱਥਾ ਟੇਕਣ ਦੀ ਇਜਾਜ਼ਤ ਨਹੀਂ ਦਿੰਦਾ। ਤੇ ਫਿਰ ਇਹ ਫੋਟੋਆਂ ਕਿਉਂ ਆ ਗਈਆਂ? ਪਹਿਲਾ ਸਵਾਲ ਤੇ ਇੱਥੇ ਆ ਕੇ ਖੜਾ ਹੁੰਦਾ। ਠੀਕ ਹੈ, ਦੂਸਰੀ ਗੱਲ, ਜੇ ਆ ਗਈਆਂ ਤੇ ਆਉਣ ਦਾ ਕਿਹਨੇ ਬਣਾਈਆਂ, ਕਿੱਥੋਂ ਆਈਆਂ, ਕਿਹੜਾ ਉਹ ਵਿਅਕਤੀ ਸੀ ਜਿਹਨੇ ਉਸ ਵੇਲੇ ਚਿੱਤਰ ਹੂਬਹੂ ਘੜਿਆ। ਅੱਜ ਕੀ ਆ, ਸਾਡੇ ਕੋਲ ਆ ਕੈਮਰਾ, ਸਾਰਾ ਕੁਝ ਆ, ਅੱਜ ਅਸੀਂ ਲਈ ਫਿਰਦੇ ਆ। ਠੀਕ ਆ, ਅਗਲੀ ਗੱਲ, ਸਾਡੇ ਕੋਲ ਚਿੱਤਰਕਾਰ ਬੈਠਾ, ਉਹਦੇ ਸਾਹਮਣੇ ਫੋਟੋ ਰੱਖ ਦੀ, ਆਹ ਬਣਾ ਦੋ, ਹੂਬਹੂ ਬਣ ਗਈ। ਜਿਹਨੇ ਉਸ ਵਕਤ ਬਣਾਈਆਂ ਉਹ ਕੌਣ ਆ? ਠੀਕ ਹੈ, ਘੱਟੋ ਘੱਟ ਇਹ ਆ, ਹਰ ਤਸਵੀਰ ਜਿਹੜੇ ਮਰਜੀ ਗੁਰੂ ਸਾਹਿਬਾਨ ਦੀ ਚੱਕ ਲਓ, ਜਿਹੜੀ ਪਟਨਾ ਸਾਹਿਬ ਲੱਗੀ ਹੋਏਗੀ, ਜਿਹੜੀ ਹਜੂਰ ਸਾਹਿਬ ਨੰਦੇੜ ਲੱਗੀ ਹੋਏਗੀ, ਜਿਹੜੀ ਦਿੱਲੀ ਲੱਗੀ ਹੋਏਗੀ, ਜਿਹੜੀ ਪੰਜਾਬ 'ਚ ਹੋਏਗੀ, ਆਪਸ 'ਚ ਮੇਲ ਹੀ ਨਹੀਂ ਖਾਂਦੀਆਂ। ਤੇ ਫਿਰ ਤੁਸੀਂ ਭਰੋਸਾ ਕਿਹੜੀ ਤੇ ਕਰੋਗੇ? ਕੀ ਕੁਝ ਕਰੋਗੇ? ਕਿੱਧਰ ਜਾਓਗੇ? ਇਸ ਕਰਕੇ ਬਹੁਤਾ ਕੁਛ ਕੱਚ ਘਰੜ ਜਿਹੜਾ ਉਹ ਜੋੜਿਆ ਗਿਆ। ਮੇਰੇ ਇੱਕ ਆਪਣੇ ਸਰੋਤੇ ਹੁੰਦੇ ਸੀ ਜੱਜ ਸਾਹਿਬ, ਉਹ ਆਸਟ੍ਰੇਲੀਆ ਆਪਣੇ ਬੱਚਿਆਂ ਕੋਲ ਰਹਿੰਦੇ ਸੀ, ਚੰਡੀਗੜ੍ਹ ਦੇ ਸੀਗੇ ਉਹ, ਤੇ ਉਹਨਾਂ ਨੇ ਮੈਨੂੰ ਗੱਲ ਸੁਣਾਈ ਸੀ, ਹਰਮਨ ਰੇਡੀਓ ਤੇ ਸੀ ਮੇਰਾ ਖਿਆਲ ਹੈ। ਕਹਿੰਦੇ ਵੀ ਜਦੋਂ ਨਾ ਸੋਭਾ ਸਿੰਘ ਹੋਰਾਂ ਨੇ ਆਪਣੀ ਜਿਹੜੀ ਆ ਸਿੱਖ ਧਰਮ 'ਚ ਸਭ ਤੋਂ ਪ੍ਰਵਾਨਿਤ ਹੈ ਗੁਰੂ ਨਾਨਕ ਸਾਹਿਬ ਦੀ ਤਸਵੀਰ, ਸੋਭਾ ਸਿੰਘ ਨੇ ਹੁਣ ਸੋਹਣੀ ਬੈਕ ਟੂ ਹੈਵਨ, ਉਹ ਵੀ ਕਮਾਲ ਦੀ ਤਸਵੀਰ ਬਣਾਈ, ਕਿਉਂਕਿ ਮਾਝੇ 'ਚ ਮਸਵਰੀ ਦੇ ਸਿਰਾਂ ਨੇ ਉਹ, ਪੰਜਾਬੀ ਮਸਵਰੀ ਦੇ ਸਿਰਾਂ ਨੇ ਉਹ ਚਿੱਤਰਕਾਰੀ ਦੇ। ਜਦੋਂ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਤਸਵੀਰ ਬਣਾਈ, ਜਦੋਂ ਕਹਿੰਦੇ ਉਹਨੂੰ ਰਿਲੀਜ਼ ਕਰਨ ਲੱਗੇ, ਸ਼ਾਇਦ ਟੋੜਾ ਸਾਹਿਬ ਦਾ ਸੀ ਉਦੋਂ ਪ੍ਰਧਾਨ, ਕਹਿੰਦੇ ਵੀ ਮੈਂ ਖੜਾ ਹੋ ਗਿਆ। ਕਹਿੰਦੇ ਮੈਂ ਕਿਹਾ ਸੋਭਾ ਸਿੰਘ ਜੀ, ਤੁਸੀਂ ਦੱਸ ਦਿਓ ਕਿ ਇਹ ਵਾਕਈ ਗੁਰੂ ਨਾਨਕ ਸਾਹਿਬ ਦੀ ਤਸਵੀਰ ਹੈ, ਮੈਂ ਆਪਣੀ ਸਾਰੀ ਜਾਇਦਾਦ ਤੁਹਾਡੇ ਨਾਂ ਕਰਾ ਦਊਂ। ਹੁਣ ਸੋਭਾ ਸਿੰਘ ਗੁਰੂ ਨਾਨਕ ਸਾਹਿਬ ਦੀ ਅਸਲੀ ਤਸਵੀਰ ਕਿਵੇਂ ਬਣਾ ਸਕਦਾ? ਜਿਹੜੀ ਬਗਦਾਦ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਤਸਵੀਰ ਹੈ ਉਹ ਹੋਰ ਰੂਪ 'ਚ, ਹਾਲਾਂਕਿ ਬਗਦਾਦ ਵਾਲੀ ਦੀ ਵੀ ਅਥੈਂਟਿਸਿਟੀ ਨਹੀਂ ਹੈ, ਕਿਉਂਕਿ ਉਹਦਾ ਕਲਮਕਾਰ ਦੀ ਜਾਂ ਜਿਹੜਾ ਕਲਾਕਾਰ ਹੈ, ਜੋ ਮੁਸੱਵਰ ਹੈ, ਉਹ ਤਾਂ ਉਹਨੇ ਜੋ ਮੁਸੱਵਰੀ ਕੀਤੀ ਹੈ, ਉਹਦੀ ਜਿਹੜੀ ਕਲਪਨਾ ਹੈ। ਹੁਣ ਇਹਦੇ 'ਚ ਸੋਭਾ ਸਿੰਘ ਦੇ ਮੁਤਲਕ ਦੱਸਿਆ ਜਾਂਦਾ ਕਿ ਉਹਨਾਂ ਨੇ ਜਦੋਂ ਗੁਰੂ ਨਾਨਕ ਸਾਹਿਬ ਦਾ ਪੋਰਟਰੇਟ ਉਹ ਬਣਾ ਰਹੇ ਸੀ, ਕਹਿੰਦੇ ਸਾਰਾ ਕੁਝ ਬਣਾ ਲਿਆ ਉਹਨਾਂ ਨੇ। ਉਹਨਾਂ ਦੀ ਬੇਟੀ ਕਿਤੇ ਹਵਾਲਾ ਦਿੰਦੀ ਹੈ ਕਿਸੇ ਦੇ ਰਾਹੀਂ, ਇਹ ਸੀਨਾ ਬਸੀਨਾ ਗੱਲ ਹੈ ਕਿ ਉਹ ਜਦੋਂ ਉਹਨਾਂ ਦਾ ਤਸਵੀਰ ਜਦੋਂ ਬਣਾ ਰਹੇ ਸੀ, ਕਿਉਂਕਿ ਇੱਕ ਦਿਨ 'ਚ ਤਾਂ ਬਣਨੀ ਨਹੀਂ, ਉਹਨਾਂ ਦਾ ਜਿਹੜਾ ਹੱਥ ਵੀ ਬਣਾਇਆ, ਉਹਦੇ ਵਿੱਚ ਵੀ ਜਿਹੜੀਆਂ ਰਖਾਵਾਂ ਘੜੀਆਂ ਗਈਆਂ, ਉਹਦੇ 'ਚ ਦੱਸਿਆ ਗਿਆ ਕਿ ਇੱਕ ਪਰਾਕਰਮੀ ਬੰਦਾ ਜਿਹੜਾ ਮਹਾਂਪੁਰਸ਼ ਹੈ, ਉਹਦੇ ਹੱਥ ਦੀਆਂ ਰਖਾਵਾਂ ਕਿੱਦਾਂ ਦੀਆਂ ਹੋਣ, ਕਿਉਂਕਿ ਕਈਆਂ ਨੇ ਪੰਡਤਾਂ ਨੇ ਉਹਨਾਂ ਦੀਆਂ ਰਖਾਵਾਂ ਤੋਂ ਹੀ ਟੇਵਾ ਲਾਉਣਾ ਕਿ ਆਹ ਦੇਖੋ ਗੁਰੂ ਨਾਨਕ ਸਾਹਿਬ ਦੇ ਵੀ ਇਦਾਂ ਲਕੀਰ ਸੀ, ਤੇਰੇ ਵੀ ਇਦਾਂ ਦੀ ਲਕੀਰ ਹੈ, ਤੂੰ ਵੀ ਮਹਾਨ ਬੰਦਾ ਬਣੇਗਾ, ਕਰਮ ਵਾਲਾ। ਸੋ ਉਹ ਜਦੋਂ ਮਤਲਬ ਹੱਥ ਜਿਹੜਾ ਉਹ ਆਸ਼ੀਰਵਾਦ ਦੇ ਰਹੇ ਨੇ, ਉਹ ਹੱਥ ਬਣਾਉਣ 'ਚ ਵੀ ਉਹਨਾਂ ਨੂੰ ਕਾਫੀ ਸੋਚ ਵਿਚਾਰ ਕਰਨਾ ਪਿਆ। ਤੇ ਜਿਹੜੀਆਂ ਖਾਸ ਕਰਕੇ ਉਹਨਾਂ ਦੀਆਂ ਅੱਖਾਂ ਸੀ, ਕਿਉਂਕਿ ਮਹਾਂਪੁਰਸ਼ ਦੀਆਂ ਜਿਹੜੀਆਂ ਅੱਖਾਂ ਨੇ ਉਹ ਇੱਕ ਬਹੁਤ ਵੱਡਾ ਸੋਰਸ ਹੁੰਦਾ ਆਸ਼ੀਰਵਾਦ ਦਾ। ਉਹ ਨੂਰਾਨੀ ਚਿਹਰਾ, ਉਹ ਅੱਖਾਂ ਦੀ ਕਸ਼ਿਸ਼ ਵੱਖਰੀ ਹੁੰਦੀ ਹੈ। ਇਸ ਦੌਰਾਨ ਉਹ ਕਹਿੰਦੇ ਅੱਖਾਂ ਤੋਂ ਬਿਨਾਂ ਤਸਵੀਰ ਬਹੁਤ ਪੈਂਡਿੰਗ ਰਹੀ। ਕਿਤੇ ਇਹਨਾਂ ਦਾ ਪਰਿਵਾਰਕ ਮੈਂਬਰ ਜ਼ਿਕਰ ਕਰਦੇ ਨੇ ਸੋਭਾ ਸਿੰਘ ਦੇ, ਤੇ ਇੱਕ ਦਿਨ ਫਿਰ ਉਹ ਕਿਤੇ ਬਜਾਜੀ ਦੇ ਗਏ, ਕੋਈ ਦੁਕਾਨ ਤੇ ਗਏ ਕਿਤੇ, ਉੱਥੇ ਉਹਨਾਂ ਨੇ ਪਤਾ ਨਹੀਂ ਕਿਹਨੂੰ ਵੇਖਿਆ ਤੇ ਆਉਣ ਸਾਰ ਗੁਰੂ ਨਾਨਕ ਸਾਹਿਬ ਦੀਆਂ ਅੱਖਾਂ ਉਹਨਾਂ ਨੇ ਬਣਾ ਦਿੱਤੀਆਂ। ਉਸ ਤੋਂ ਬਾਅਦ ਬਾਬਾ ਦੀਪ ਸਿੰਘ ਦਾ ਤੁਸੀਂ ਵੇਖੋ, ਆ ਮੈਂ 2 ਸਾਲ ਦਾ ਵੇਖ ਰਿਹਾ, ਸਾਲ 2 ਸਾਲ ਦਾ। ਪਹਿਲਾਂ ਤਾਂ ਪ੍ਰਵਾਨਿਤ ਤਸਵੀਰ ਜਿਹੜੀ ਹੈਗੀ ਸੀ ਚੱਲਦੀ ਬਾਬਾ ਦੀਪ ਸਿੰਘ ਹੋਰਾਂ ਦੀ, ਉਹਦੇ 'ਚ ਉਸ ਤੋਂ ਬਾਅਦ ਫਿਰ ਹੁਣ ਬਾਬਾ ਦੀਪ ਸਿੰਘ ਦੋਨੇ ਹੱਥਾਂ ਦੇ ਨਾਲ ਆਪਣਾ ਕੱਟਿਆ ਹੋਇਆ ਸਿਰ ਜਿਹੜਾ ਭੇਟ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ, ਉਹਨਾਂ ਕੋਲ ਖੰਡਾ ਨਹੀਂ ਹੈ ਉਸ ਵਕਤ, ਉਹਨਾਂ ਨੇ ਦੋਨੇ ਹੱਥਾਂ ਨਾਲ ਤਲੀਆਂ ਜੋੜ ਕੇ ਸੀਸ ਰੱਖਿਆ ਹੋਇਆ। ਇਹ ਤਸਵੀਰ 2-4 ਸਾਲ ਦੀ ਆਈ ਹੈ ਕਿਤੇ,
मैं शायद साल 2 साल पहला देखी है। सो इदां ये लेटेस्ट बनी है, इंटरनेट ते बनी है। इदां ही ਜਿਹੜੇ ਹੁਣ ਬਾਈ ਜੀ ਪ੍ਰਚਾਰਕ ਨੇ, ਜਿਹੜੇ ਵਿਦਵਾਨ ਨੇ, ਡਾਕਟਰ ਨੇ, ਤੁਰੇ ਫਿਰਦੇ ਨੇ, ਉਹ ਵੀ ਗੱਲ ਉਹੀ ਹੈ ਕਿ ਉਹਨਾਂ ਦੀ ਗੱਲ ਕਿਵੇਂ, ਉਹਨਾਂ ਦਾ ਚੈਨਲ ਕਿਵੇਂ ਚੱਲੇ, ਉਹਨਾਂ ਦੇ ਲੈਕਚਰ ਕਿਵੇਂ ਕਰਾਏ ਜਾਣ। ਉਹਨਾਂ ਨੇ ਕੋਈ ਅਜਿਹੀ ਗੱਲ ਕੱਢਣੀ ਹੈ ਜਿਹ 'ਚ ਪੂਰਾ ਮਸਾਲਾ ਭਰਿਆ ਹੋਵੇ, ਜਿਹੜੀ ਲੋਕਾਂ ਨੂੰ ਅਟਰੈਕਟ ਕਰੇ। ਹੁਣ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਸਭ ਤੋਂ ਵਧੀਆ ਚੀਜ਼ ਹੈ। ਜੇ ਤੁਸੀਂ ਉਹ ਵਿਆਖਿਆ ਸਾਹਿਤ ਪੜ੍ਹਦੇ ਹੋ, ਧਰਮ ਦਾ ਅਸਲ ਫਲਸਫਾ ਤੁਹਾਨੂੰ ਉੱਥੋਂ ਸਮਝ ਆਉਂਦਾ। ਪਰ ਉਹਨਾਂ ਦੀ ਵਿਆਖਿਆ ਨੂੰ ਵੀ ਕਈ ਆਪਣੇ ਮੁਤਾਬਕ ਤੋੜ ਮੋੜ ਲੈਂਦੇ ਨੇ, ਹੈ ਨਾ। ਜੇ ਆਵੇ ਸਿਰ ਨਹਾਵਣੀ ਬਾਰੰਬਾਰ ਵਾਲਾ ਜਿਹੜਾ ਮਹਾਵਾਕ ਹੈ, ਉਹਨੂੰ ਆਪਣੇ ਹਿਸਾਬ ਦੇ ਨਾਲ ਉਹ ਇੰਟਰਪ੍ਰੇਟ ਕਰਦੇ ਨੇ, ਆਪਣੇ ਹਿਸਾਬ ਦੇ ਨਾਲ ਉਹਦਾ ਵਿਖਿਆਨ ਕਰਦੇ ਨੇ। ਪ੍ਰੋਬਲਮ ਇਸ ਗੱਲ ਦੀ ਹੈ ਜੀ। ਸੁਰਿੰਦਰ ਵੀਰ, ਮੈਂ ਇੱਥੇ ਛੋਟੀ ਜੀ ਗੱਲ ਕਹਾਂਗਾ। ਦੇਖੋ, ਤੁਸੀਂ ਗੁਰੂ ਗ੍ਰੰਥ ਸਾਹਿਬ ਤੋਂ ਪਹਿਲਾਂ ਤੁਸੀਂ ਇਕੱਲੇ ਜਪਜੀ ਸਾਹਿਬ ਤੇ ਆ ਜਾਓ। ਜਪਜੀ ਸਾਹਿਬ ਦੇ ਵਿੱਚ ਕੀ ਆ, ਵਿਆਖਿਆ ਕਿੰਨੇ ਵਿਅਕਤੀਆਂ ਨੇ ਹੁਣ ਤੱਕ ਕੀਤੀ ਆ, ਠੀਕ ਹੈ, ਕੋਈ ਗਿਣਤੀ ਹੈ? ਜੇ ਨਹੀਂ ਗਿਣਤੀ ਆ, ਇਹਦਾ ਮਤਲਬ ਵੀ ਉਹ ਸਾਡੀ ਸਮਝ ਤੋਂ ਵੀ ਬਾਹਰ ਆ। ਜਿਨ੍ਹਾਂ ਨੇ ਵਿਆਖਿਆ ਕੀਤੀ ਉਹਨਾਂ ਦੀ ਸਮਝ ਤੋਂ ਵੀ ਬਾਹਰ ਆ। ਯਾਨੀ ਕਿ ਇਹ ਕਹਿ ਦੋ ਕੋਈ ਅਥਾਹ ਸਮੁੰਦਰ ਹੈ, ਠੀਕ ਹੈ, ਵੀ ਉਹ ਅਸੀਂ ਤਾਂ ਪੜ੍ਹ ਰਹੇ ਹਾਂ, ਜਿਹੜੀ ਵਿਆਖਿਆ ਕੀਤੀ ਅਸੀਂ ਤਾਂ ਉਹਨੂੰ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ, ਠੀਕ ਹੈ। ਮੈਂ ਇੱਥੇ ਸੰਥਿਆ ਲਈ ਇਹਨਾਂ ਨੇ ਦੁੱਖ ਨਿਵਾਰਨ ਸਾਹਿਬ ਜਿਹੜੀ ਸੀਗੀ ਇਹ ਸੰਥਿਆ ਦਿੰਦੇ ਸੀਗੇ। ਉੱਥੇ ਮੈਂ ਦੇਖਿਆ ਕਿ ਸੰਥਿਆ ਦਿੰਦੇ ਜਿਹੜੇ ਹੈਡ ਗ੍ਰੰਥੀ ਸੰਥਿਆ ਦੇ ਰਹੇ ਸੀ, ਗਿਆਨੀ ਜੋਗਿੰਦਰ ਸਿੰਘ ਵਨਾਤੀ ਹੁਣ ਇਸ ਦੁਨੀਆ 'ਚ ਨਹੀਂ ਰਹੇ, ਉਹ ਬੈਠੇ ਸੀ। ਉਸੇ ਵੇਲੇ ਗਲਤੀ ਪਕੜ ਲੈਂਦੇ ਸੀ ਹੈਡ ਗ੍ਰੰਥੀ ਦੀ ਵੀ। ਜਿਹੜੇ ਦਰਬਾਰ ਸਾਹਿਬ ਦੇ ਵੀ ਗ੍ਰੰਥੀ ਸੀਗੇ ਉੱਥੇ ਜਿਹੜੇ ਆਏ ਹੋਏ ਸੀ, ਉਹ ਵੀ ਜਦੋਂ ਸੰਥਿਆ ਦਿੰਦੇ ਸੀ ਨਾਲ ਦੀ ਨਾਲ ਉਹ ਪਕੜ ਲੈਂਦੇ ਸੀ, ਕਹਿੰਦੇ ਇੱਥੇ ਗਲਤ ਹੋ, ਸੋਧ ਕਰੋ, ਸੁਧਾਈ ਹੋਣੀ ਚਾਹੀਦੀ ਨਾਲ ਦੀ ਨਾਲ। ਯਾਨੀ ਕਿ ਇਹ ਆ ਕਿ ਅਸੀਂ ਤੇ ਇਹ ਗੁਟਕਾ ਸਾਹਿਬ ਫੜਿਆ, ਅਸੀਂ ਪੰਜਾਬੀ ਪੜ੍ਹੀ ਹੋਈ ਹੈ, ਉਸੇ ਹਿਸਾਬ ਨਾਲ ਮਤਲਬ ਪੜ ਗੱਡੀ ਲੱਦੀ ਵਾਲਾ ਸਾਡਾ ਤਾਂ ਹਿਸਾਬ ਬਣਿਆ ਹੋਇਆ, ਅਸੀਂ ਚੱਲੀ ਜਾਂਦੇ ਹਾਂ। ਹੁਣ ਗੱਲ ਤਾਂ ਸਭ ਤੋਂ ਵੱਡੀ ਇਹ ਆ ਕਿ ਜਿਨ੍ਹਾਂ ਨੇ ਸੰਥਿਆ ਇਹ ਕੀ ਕਹਿੰਦੇ ਹੁੰਦੇ ਆ, ਜਿਨ੍ਹਾਂ ਨੇ ਇਹਦੀ ਵਿਆਖਿਆ ਕੀਤੀ ਆ, ਠੀਕ ਹੈ ਨਾ, ਉਹ ਹੁਣ ਵਿਆਖਿਆ ਕਰਨ ਵਾਲੇ ਜਿਹੜੇ ਆ, ਇਹਦਾ ਮਤਲਬ ਵੀ ਜੇ ਉਹਨਾਂ ਦੀ ਸਾਰਿਆਂ ਦੀ ਵਿਆਖਿਆ ਇੱਕ ਦੀ ਦੂਜੇ ਨਾਲ ਮਿਲੇ, ਇਹਨੂੰ ਕਹਿੰਦੇ ਟੀਕਾ ਕੀਤਾ, ਟੀਕਾ ਕਹਿ ਦਿੰਦੇ ਆ। ਹੁਣ ਉਹ ਜਿਨ੍ਹਾਂ ਨੇ ਕੀਤਾ ਇੱਕ ਦੀ ਦੂਜੇ ਨਾਲ ਨਹੀਂ ਮਿਲਦੀ। ਇਹ ਨਹੀਂ ਹੈ ਕਿ ਉਹਨਾਂ 'ਚ ਕੋਈ ਗਲਤ ਅਸੀਂ ਕਹਿ ਦਿੰਦੇ, ਇਹਦਾ ਮਤਲਬ ਉਹਨਾਂ ਦੀ ਵੀ ਸਮਝ ਤੋਂ ਪਰੇ ਆ। ਜਿੰਨੀ ਕੁ ਉਹਨਾਂ ਨੂੰ ਸਮਝ ਪਈ ਉਹਨਾਂ ਨੇ ਓਨੀ ਕੁ ਕਰ ਦਿੱਤੀ ਆ, ਪਰ ਉਹਨਾਂ ਦੀ ਸਮਝ ਤੋਂ ਵੀ ਇਹ ਅੱਗੇ ਦੀ ਗੱਲ ਆ। ਇਹਦਾ ਜੇ ਅੱਗੇ ਦੀ ਗੱਲ ਆ, ਇਹਦਾ ਮਤਲਬ ਅਥਾਹ ਸਮੁੰਦਰ ਆ, ਫਿਰ ਉੱਥੇ ਹੀ ਆਵਾਂਗੇ ਨਾ। ਇਸ ਕਰਕੇ ਪਹਿਲੀ ਗੱਲ ਤੇ ਇੱਥੇ। ਦੂਸਰੀ ਗੱਲ, ਕਿਸੇ ਨੇ ਵੀ ਹੁਣ ਤੱਕ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਦੀ ਗੱਲ ਨਹੀਂ ਕੀਤੀ। ਤੁਸੀਂ ਬਾਬਾ ਦੀਪ ਸਿੰਘ ਦੀ ਗੱਲ ਕੀਤੀ, ਤੁਸੀਂ ਤਰਨ ਸਾਹਿਬ ਤੋਂ ਚੱਲ ਪਓ ਅੰਮ੍ਰਿਤਸਰ ਤੱਕ। ਤਰਨ ਸਾਹਿਬ ਤੋਂ ਚੱਲ ਕੇ ਕਿੰਨੇ ਗੁਰਦੁਆਰਾ ਸਾਹਿਬ ਆਉਂਦੇ, ਉਹ ਟਾਹਲਾ ਸਾਹਿਬ ਵੀ ਆਉਂਦਾ ਜਿਹਦਾ ਕਿਤੇ ਦੂਸਰਾ ਕੀ ਕਹਿੰਦੇ ਬਾਬਾ ਦੀਪ ਸਿੰਘ ਦਾ ਪੁੱਤਰ ਜਿਹੜਾ ਸਾਰੀਆਂ ਸਟੇਜਾਂ ਤੇ ਗੱਲ ਕਰਦਾ ਸੀ, ਕਹਿੰਦੇ ਮੈਂ ਬਾਬਾ ਦੀਪ ਸਿੰਘ ਦਾ ਪੁੱਤਰ ਹਾਂ। ਹਾਂ, ਉੱਥੇ ਆਉਂਦੀਆਂ। ਇੱਕ ਉਹ ਬਾਬਾ ਨੌਜ ਸਿੰਘ ਦੀ ਵੀ ਉੱਥੇ ਸਮਾਧ ਆਉਂਦੀ ਆ, ਉੱਤੇ ਉਹਦੇ ਬਣੀ ਹੋਈ ਆ, ਰੋਡ ਦੇ ਉੱਤੇ ਬਣੀ। ਔਰ ਉੱਥੇ ਇੰਨੀ ਟ੍ਰੈਫਿਕ ਜਾਮ ਹੁੰਦੀ, ਹਰ ਬੰਦਾ ਰੋਕ ਕੇ ਉੱਤੇ ਗੋਲਕ 'ਚ ਪੈਸੇ ਪਾ ਕੇ ਨਿਕਲਦਾ, ਠੀਕ ਹੈ। ਹੁਣ ਕੀ ਸੀ ਕਿ ਲੜਾਈ ਹੋਈ, ਲੜਾਈ ਹੁੰਦੀ ਆਉਂਦੇ ਉਹਨਾਂ ਨੇ ਇਹ ਕਿਹਾ ਸੀਗਾ, ਜਿਹੜਾ ਇਤਿਹਾਸ ਦੱਸਦਾ ਉਹ ਇਹ ਸੀਗੇ ਕਿ ਮੈਂ ਦਰਬਾਰ ਸਾਹਿਬ ਨੂੰ ਆਜ਼ਾਦ ਕਰਾ ਕੇ ਜਿਹੜਾ ਉਹ ਆਜ਼ਾਦ ਕਰਾ ਕੇ ਫੇਰ ਪ੍ਰਾਣ ਤਿਆਗਾਂਗਾ, ਠੀਕ ਹੈ। ਜਾਂ ਇਹ ਕਿਹਾ ਸੀ ਕਿ ਮੈਂ ਦਰਬਾਰ ਸਾਹਿਬ ਨੂੰ ਆਜ਼ਾਦ ਕਰਾਵਾਂਗਾ ਭਾਵੇਂ ਮੇਰੀ ਸ਼ਹੀਦੀ ਹੋ ਜਾਵੇ, ਠੀਕ ਹੈ। ਜਦੋਂ ਇੱਥੇ ਆ ਕੇ ਕੀ ਕਹਿੰਦੇ ਹੁੰਦੇ ਆਪਣਾ ਲੜਾਈ ਹੋ ਰਹੀ ਆ, ਲੜਾਈ ਹੁੰਦੇ ਜਿਸ ਵੇਲੇ ਉਹਨਾਂ ਦਾ ਸੀਸ ਜਿਹੜਾ ਉਹ ਅਲੱਗ ਹੋਇਆ, ਉਸ ਤੋਂ ਤੱਕ ਉਹ ਇਤਿਹਾਸ ਦੇ ਮੁਤਾਬਕ ਭਾਵੇਂ ਕੋਈ ਵੱਖ-ਵੱਖ ਲਿਖੀ ਜਾਣ, ਪਤਾ ਨਹੀਂ ਕੀ ਕੁਛ ਹੁਣ ਤੱਕ ਲਿਖਿਆ, ਪਰ ਸ਼ਹੀਦਾਂ ਦੇ ਗੁਰਦੁਆਰਾ ਸਾਹਿਬ ਤੱਕ ਉਹ ਪਹੁੰਚ ਚੁੱਕੇ ਸੀਗੇ, ਜਿੱਥੇ ਸ਼ਹੀਦਾਂ ਦਾ ਹੁਣ ਗੁਰਦੁਆਰਾ ਸਾਹਿਬ ਬਣਿਆ ਹੋਇਆ ਵਾ। ਉੱਥੋਂ ਆ ਹੁਣ ਇਤਿਹਾਸ ਤਾਂ ਇਹ ਦੱਸਦਾ ਕਿ ਉੱਥੋਂ ਅੱਗੇ ਨਹੀਂ ਜਾ ਸਕੇ। ਉੱਥੋਂ ਉਹਨਾਂ ਨੇ ਸੀਸ ਜਿਹੜਾ ਸੀਗਾ ਉਹ ਮਤਲਬ ਉੱਥੋਂ ਤੱਕ ਪਹੁੰਚਾਤਾ, ਦਰਬਾਰ ਸਾਹਿਬ ਪ੍ਰਕਰਮਾਂ ਤੱਕ ਪਹੁੰਚਾਤਾ। ਪ੍ਰਕਰਮਾਂ 'ਚ ਉਹ ਜਗ੍ਹਾ ਵੀ ਬਣੀ ਹੋਈ ਆ, ਠੀਕ ਹੈ। ਹੁਣ ਉਹਦੇ ਬਾਅਦ ਇਹ ਜੋ ਮਰਜ਼ੀ ਕਹੀ ਜਾਓ ਕਿ ਉਹਨਾਂ ਨੇ ਦੋਨਾਂ ਹੱਥਾਂ ਨਾਲ ਜਾ ਕੇ ਸੀਸ ਭੇਟ ਕੀਤਾ। ਜੇ ਇਤਿਹਾਸ ਇਹ ਕਹਿੰਦਾ ਫਿਰ ਉਹ ਸ਼ਹੀਦਾਂ ਦਾ ਗੁਰਦੁਆਰਾ ਕਿਉਂ ਆ? ਜੇ ਸੀਸ ਉੱਥੇ ਅਲੱਗ ਹੋਇਆ ਤੇ ਉੱਥੋਂ ਲੈ ਕੇ ਬਾਅਦ 'ਚ ਗੁਰੂ ਸਾਹਿਬ ਦਰਬਾਰ ਸਾਹਿਬ, ਆਪਾਂ ਬਾਬਾ ਦੀਪ ਸਿੰਘ ਦਰਬਾਰ ਸਾਹਿਬ ਆ ਗਏ, ਇੱਥੇ ਆ ਕੇ ਭੇਟ ਕਰਨ ਲੱਗ ਗਏ। ਮਤਲਬ ਇਹ ਹੈ ਜਿਹੜਾ ਗੱਲ ਇਹ ਹੈ ਵੀਰ ਕਿ ਕੋਈ ਵੀ ਕਿਸੇ ਦਾ ਵੀ ਸ਼ਰਧਾਲੂ ਹੋਵੇ, ਫਾਲੋਅਰ ਹੋਵੇ, ਭਗਤ ਹੋਵੇ, ਉਹ ਕਦੇ ਵੀ ਆਪਣੇ ਗੁਰੂ ਨੂੰ, ਆਪਣੇ ਰੋਲ ਮਾਡਲ ਨੂੰ, ਆਪਣੇ ਕੈਪਟਨ ਨੂੰ ਹਾਰਦਾ ਨਹੀਂ ਵੇਖਣਾ ਚਾਹੁੰਦਾ। ਮੈਂ
ਇੱਕ ਨਹੀਂ ਅਨੇਕਾਂ ਮਿਸਾਲਾਂ ਨੇ ਕਿ ਤੁਹਾਡਾ ਜਿਹੜਾ ਰੋਬਨ ਹੁੱਡ ਹੈ, ਤੁਹਾਡਾ ਜਿਹੜਾ ਕੈਪਟਨ ਹੈ, ਤੁਹਾਡਾ ਜਿਹੜਾ ਗੁਰੂ ਹੈ, ਉਹ ਉਸ ਨੂੰ ਮਤਲਬ ਆਪਣੇ ਕੀਤੇ ਹੋਏ ਜੋ ਉਹਨੇ ਕਰਮ ਲਿਆ ਸੀ ਕਿ ਮੈਂ ਇਹ ਸਹੁੰ ਖਾਧੀ ਹੈ, ਮੈਂ ਪੂਰੀ ਕਰਨੀ ਹੈ। ਉਹ ਠੀਕ ਹੈ, ਉਸ ਮਿਸ਼ਨ ਦੇ ਵਿੱਚ ਉਹਨਾਂ ਨੇ ਆਪਣੀ ਜਾਨ ਵਾਰ ਦਿੱਤੀ, ਉਹਨਾਂ ਦੀ ਜਿਹੜੀ ਘਾਲਣਾ ਉਹ ਪ੍ਰਵਾਨ ਹੈ। ਪਰ ਜਿਹੜਾ ਭਗਤ ਹੈ ਨਾ, ਉਹ ਨਹੀਂ ਚਾਹੁੰਦਾ ਕਿ ਉਹਨਾਂ ਦਾ ਮਿਸ਼ਨ ਅਧੂਰਾ ਦਿਸੇ। ਹੁਣ ਤੁਸੀਂ ਵੇਖੋ, ਔਨ ਰਿਕਾਰਡ ਹੈ ਹਿਸਟਰੀ ਦੇ ਵਿੱਚ, ਜਿਉਣਾ ਮੋੜ ਕਿੰਨੀਆਂ ਫਿਲਮਾਂ ਆਈਆਂ, 100 ਦੇ ਕਰੀਬ ਕਿੱਸੇ ਜਿਉਣੇ ਮੋੜ ਤੇ ਲਿਖੇ ਗਏ। ਅੰਗਰੇਜ਼ਾਂ ਨੇ ਵੀ ਕਿੱਸੇ ਨੇ ਜਿਹੜੇ ਭਗਵਾਨ ਸਿੰਘ ਹੋਰਾਂ ਤੋਂ, ਪੇਡ ਪੱਤਰਕਾਰਾਂ ਤੋਂ ਜਿਵੇਂ ਲਿਖਾਉਂਦੇ ਆ, ਉਦੋਂ ਪੇਡ ਗ੍ਰੰਥੀਆਂ ਤੋਂ ਭਗਵਾਨ ਸਿੰਘ ਹੋਰਾਂ ਤੋਂ ਕਿੱਸੇ ਲਿਖਾਏ ਗਏ। ਮੰਗਲਵਾਰ ਨੂੰ ਜੰਮਿਆ ਸੀ, ਇਹ ਇਸੇ ਕਰਕੇ ਇਹਨੇ ਮਾਂ-ਬਾਪ ਦਾ ਨਾਂ ਬਦਨਾਮ ਕੀਤਾ, ਇਹ ਮਹਾਰਾਣੀ ਜਿਹੜੀ ਰੱਬੀ ਰੂਪ ਆ ਉਹਦੇ ਖਿਲਾਫ ਲੜਿਆ। ਇਹ ਪੀੜੀ ਪੱਤਰਕਾਰੀ ਉਦੋਂ ਕਿੱਸਿਆਂ 'ਚ ਵੀ ਹੈ। ਭਗਵਾਨ ਸਿੰਘ ਦਾ ਕਿੱਸਾ ਤੁਸੀਂ ਵੇਖ ਲਓ, ਹੋਰ ਬਹੁਤ ਕਿੱਸੇ, ਕਿਉਂਕਿ ਉਹ ਬੰਦਾ ਪਾਪੂਲਰ ਹੀ ਇੰਨਾ ਹੋ ਗਿਆ, ਹੀਰੋ ਬਣ ਗਿਆ ਲੋਕਾਂ ਦਾ। ਇਸੇ ਤਰ੍ਹਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸੀ, ਉਹ ਭਾਰਤ ਦੀ ਫੌਜ ਨਾਲ ਲੜਦੇ ਨੇ, ਜਿਸ ਨੇ 90,000 ਪਾਕਿਸਤਾਨੀਆਂ ਨੂੰ ਤਾਂ ਸਰੈਂਡਰ ਕਰਾ ਲਿਆ, ਪਰ ਉਹ ਜਿਹੜੇ 200-400 ਬੰਦੇ ਸੀ ਉਹਨਾਂ ਨੇ ਸਰੈਂਡਰ ਨਹੀਂ ਕੀਤਾ, ਉਹਨਾਂ ਨੇ ਆਪਣੀ ਜਾਨ ਵਾਰੀ, ਉਹ ਆਖਰੀ ਦਮ ਤੱਕ ਲੜੇ। ਇਸੇ ਕਰਕੇ ਸੰਤਾਂ ਦੇ ਨਾਲ ਵੀ ਹੋਣਾ, ਜਿਹੜੀ ਮੈਂ ਸੁਰਗ ਮੈਂ ਤੁਹਾਨੂੰ ਵੀਡੀਓ ਭੇਜੀ ਸੀ, ਇੱਕ ਹਿੰਦੂ ਆ ਉੱਥੇ, ਉਹ ਦੁਕਾਨ ਕਰਦਾ ਸ਼ਨੀ ਮੰਦਰ ਦੇ ਲਾਗੇ, ਉਹ ਕਹਿੰਦਾ ਜੀ ਇੱਥੋਂ ਸੁਰੰਗ ਜਾਂਦੀ ਸੀ ਪਾਕਿਸਤਾਨ ਤੱਕ। ਹੁਣ ਜਿਹੜੇ ਕਈ ਉੱਦਾਂ ਕੱਚ ਘਰ ਨੇ ਜਿਨ੍ਹਾਂ ਨੇ ਗੱਲ ਤੇ ਟਾਰਗੇਟ ਕਰਨਾ ਕਿ SGPC ਜਾਂ ਬਾਦਲ ਕਿਵੇਂ ਬਦਨਾਮ ਹੋਣ, ਉਹਨਾਂ ਨੇ ਕਹਿਣਾ ਜੀ ਇਸ ਸੁਰੰਗ ਰਾਹੀਂ ਨਾ ਸੰਤ ਪਾਕਿਸਤਾਨ ਵੀ ਪਹੁੰਚ ਗਏ। ਅਮਰੀਕ ਸਿੰਘ ਜਨਾਲਾ ਉਹ ਤਾਂ ਮੰਨਦੇ ਨੇ ਨਾ, ਇਹ ਇਤਿਹਾਸਕ ਸੁਰੰਗ ਹੈ ਜੀ, ਇਸ ਕਰਕੇ ਇੱਥੇ ਵੀ ਹੇਠਾਂ ਵੀ ਗੁਰਦੁਆਰਾ ਬਣੇ, ਗੋਲਕ ਲੱਗੇ, SGPC ਨੂੰ ਕੀ ਮਾੜਾ, ਉੱਥੇ ਮੱਥਾ ਟੇਕੀ ਜੋ ਸਰਾਂ 'ਚ। ਤੇ ਹਾਲਾਂਕਿ ਉਹ ਪਤਾ ਕਿ ਉਹ ਇੱਕ ਰਿਹਾਇਸ਼ ਸੀ ਉਹਨਾਂ ਦੀ, ਉਹ ਬਜ਼ੁਰਗ ਜਿਨ੍ਹਾਂ ਦੇ ਸੀ ਉਹਨਾਂ ਦਾ ਘਰ ਸੀਗਾ ਉਹ, ਹੈ ਨਾ। ਤੇ ਇਸ ਦੌਰਾਨ ਉੱਥੇ ਹੁਣ ਸੁਰੰਗ, ਇੱਕ ਪਤਾ ਕੀ ਕਹਿੰਦਾ ਉੱਥੇ, ਮੈਂ ਕਮੈਂਟ ਵੇਖਿਆ, ਕਹਿੰਦਾ ਇਸ ਸੁਰੰਗ ਦੇ ਰਾਹੀਂ ਨਾ, ਕਹਿੰਦਾ ਇਹ ਜਿਹੜੇ ਬਾਦਲ ਕਿਨੇ ਅਮੀਰ ਹੋਏ ਨੇ, ਇਸ ਸੁਰੰਗ ਦੇ ਰਾਹੀਂ ਨਾ, ਇਹ ਕਹਿੰਦਾ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਂਦੇ ਰਹੇ ਨੇ। ਵੀ ਭਾਈ ਜੇ ਉਹ ਪਾਕਿਸਤਾਨ ਤੋਂ ਹੈਰੋਇਨ ਇਸ ਸੁਰੰਗ ਰਾਹੀਂ ਮੰਗਵਾਉਂਦੇ ਨੇ ਤਾਂ ਫਿਰ ਹੁਣ ਕਿਉਂ ਬੰਦ ਕਰਨ ਉਹ? ਮਤਲਬ ਇੱਕ ਉੱਥੇ ਬੰਦੇ ਨੇ ਲਿਖਿਆ ਉਹਨਾਂ, ਜਿਹੜਾ ਉਹ ਚੈਨਲ ਜਿਹਾ ਹੈਗਾ, ਮੈਂ ਨਾਂ ਨਾ ਲਵਾਂ, ਕਿ ਇਸ ਸੁਰੰਗ ਦੇ ਰਾਹੀਂ ਆ ਚਿੱਟੇ ਦੇ ਸਮਗਲਰ ਇਸ ਸੁਰੰਗ ਦੇ ਰਾਹੀਂ ਹੈਰੋਇਨ ਪਾਕਿਸਤਾਨ ਤੋਂ ਕਹਿੰਦਾ ਸਿੱਧੀ ਮੰਗਵਾਉਂਦੇ ਰਹੇ ਨੇ। ਭਾਈ ਜੇ ਹੈਰੋਇਨ ਮੰਗਾਉਂਦੇ ਰਹੇ ਨੇ ਤੇ ਫਿਰ ਅਗਲਿਆਂ ਨੂੰ ਤਾਂ ਹੋਰ ਲੋੜ ਆ, ਉਹ ਬੰਦ ਕਿਉਂ ਕਰਨਗੇ? ਮਿੱਟੀ ਕਿਉਂ ਪਾਉਂਦੇ ਨੇ, ਉਹਨੂੰ ਢਾਉਂਦੇ ਕਿਉਂ ਨੇ? ਇਹ ਇੱਥੇ ਵੀ ਜਿੰਨੇ ਮੂੰਹ ਓਨੇ ਹੀ ਗੱਲਾਂ। ਹੁਣ ਤੁਸੀਂ ਵੇਖੋ ਕਿ ਜਿਉਣਾ ਮੋੜ ਸੀ, ਉਹ ਸ਼ਰੇਆਮ ਮਾਰਚ 1893 ਦੇ ਵਿੱਚ ਹਿਸਾਰ ਜੇਲ੍ਹ ਦੇ ਵਿੱਚ ਫਾਂਸੀ ਲਾਏ ਗਏ। ਪਰ ਉਹਨੇ ਅਖੇ ਜੀ ਨੈਣਾ ਦੇਵੀ ਛਤਰ ਚੜਾਇਆ ਸੀ ਤੇ ਨੈਣਾ ਦੇਵੀ ਨੇ ਉਹਨੂੰ ਵਰਦਾਨ ਦਿੱਤਾ ਸੀ ਕਿ ਪਿੱਛੇ ਮੁੜ ਕੇ ਨਾ ਵੇਖੀ, ਜੇ ਪਿੱਛੇ ਮੁੜ ਕੇ ਵੇਖਿਆਂਗਾ ਤਾਂ ਮਾਰਿਆ ਜਾਵਾਂਗਾ। ਤੇ ਉੱਥੇ ਆਉਂਦਾ ਕਿ ਉਹਨੇ ਜੀ ਜਦੋਂ ਪੁਲਿਸ ਦਾ ਘੇਰਾ ਪੈ ਗਿਆ, ਉੱਥੇ ਹਾਲਾਂਕਿ ਸਮਾਧ ਬਣੀ ਹੋਈ ਆ, ਆਖੇ ਜੀ ਉਹ ਚਤਰੇ ਦੀ ਸਮਾਧ ਹੈ ਜਿਹੜਾ ਮਜ਼੍ਹਬੀ ਸੀਗਾ, ਤੇ ਉਹ ਜਦੋਂ ਪੁਲਿਸ ਦਾ ਘੇਰਾ ਪੈ ਗਿਆ, ਹੁਣ ਵੱਡੇ ਵੱਡੇ ਕਮਾਂਡਰ ਮਰਦੇ ਆਏ ਬਾਈ ਜੀ, ਆਖਰ ਨੂੰ ਰਾਮ ਗਿਓ, ਰਾਵਣ ਗਿਓ, ਜਾਕੋਬਾ ਪਰਿਵਾਰ ਸਭ ਨੇ ਖਤਮ ਹੋਣਾ, ਗੁਰੂ ਖਤਮ ਹੋਏ, ਸਭ ਖਤਮ ਹੋਏ, ਸਭ ਬੰਦਿਆਂ ਨੇ ਖਤਮ ਹੋਣਾ ਜੋ ਇਸ ਸੰਸਾਰ ਤੇ ਆਏ। ਇਸ ਦੌਰਾਨ ਜਦੋਂ ਪੁਲਿਸ ਦਾ ਘੇਰਾ ਜਿਉਣੇ ਮੋੜ ਨੂੰ ਪੈ ਗਿਆ ਤੇ ਗੋਲੀ ਚੱਲ ਗਈ, ਤੇ ਆਖਰ ਉਹ ਕੱਲਾ ਦੋ ਸੀਗੇ, ਚਤਰਾ ਸੀ, ਉਹਦਾ ਭਤੀਜਾ ਸੀ, ਇੱਕ ਜਿਉਣਾ ਸੀ, ਉਹਨਾਂ ਦੀ ਮੌਤ ਹੋ ਜਾਂਦੀ ਹੈ। ਅਖੇ ਮੋੜ ਨੇ ਪਹਾੜੀ ਤੋਂ ਛਾਲ ਮਾਰਤੀ, ਪਰ ਉਹ ਪਿੱਛੇ ਦੇਖਣ ਲੱਗ ਗਿਆ। ਜੇ ਉਹ ਪਿੱਛੇ ਨਾ ਦੇਖਦਾ ਤਾਂ ਉਹ ਫਿਰ ਬਚ ਨਿਕਲਦਾ, ਜਾਣੀ ਉੱਥੇ ਉਹਦੀ ਡੈਥ ਦਿਖਾ ਦਿੱਤੀ, ਤਾਂ ਜੋ ਦੇਵੀ ਦਾ ਵਰਦਾਨ ਝੂਠਾ ਨਾ ਪਵੇ ਜੋ ਨੈਣਾ ਦੇਵੀ ਨੇ ਦਿੱਤਾ ਸੀਗਾ। ਹੁਣ ਜੇ ਦੇਵੀ ਦਾ ਵਰਦਾਨ ਝੂਠਾ ਨਹੀਂ ਪੈਂਦਾ ਤੇ ਭਾਈ ਉਹ ਪੰਡਤ ਜਿਹੜੇ ਗੁਰੂ ਸਾਹਿਬ ਨੂੰ ਕਹਿੰਦੇ ਸੀ ਕਿ ਚੰਡੀ ਪ੍ਰਗਟ ਕਰਨੀ ਆ, ਉਹ ਭੱਜੇ ਕਿਉਂ ਸੀ? ਕਿ ਫਿਰ ਉੱਥੋਂ ਗੁਰੂ ਗੋਬਿੰਦ ਸਿੰਘ ਤੋਂ ਰਾਸ਼ਨ ਲੈ ਕੇ ਰਾਤ ਨੂੰ ਭੱਜ ਗਏ ਸੀ ਪੰਡਤ ਧੋਤੀਆਂ ਚੁੱਕ ਕੇ। ਉਹਦੇ ਵਿੱਚ ਵੀ ਬੜਾ ਅਜੀਬ ਪ੍ਰਸੰਗ ਹੈ, ਬੜਾ ਵਿਵਾਦਤ ਹੈ, ਕਦੇ ਗੱਲ ਕਰਾਂਗੇ। ਹੁਣ ਜਿਉਣਾ ਮੋੜ ਸ਼ਰੇਆਮ ਫਾਂਸੀ ਲੱਗਦਾ, ਤੇ ਸਾਡੀ ਜਿਹੜਾ ਫੋਕਲੋਰ ਆ, ਸਾਡਾ ਲਿਟਰੇਚਰ ਆ, ਤੁਸੀਂ ਪੰਜਾਬ 'ਚ ਪੁੱਛ ਲਓ, 99.99% ਬੰਦੇ, ਮੈਨੂੰ ਨਹੀਂ ਲੱਗਦਾ ਕਿਸੇ ਮੀਡੀਆ ਨੇ ਕਦੇ ਕਿਹਾ ਹੋਵੇ ਵੀ ਭਾਈ ਨਹੀਂ ਉਹ ਤਾਂ ਹਿਸਾਰ ਜੇਲ੍ਹ 'ਚ ਫਾਂਸੀ ਲਾ ਗਿਆ, ਔਨ ਰਿਕਾਰਡ ਪਿਆ ਸਾਰਾ ਕੁਛ। ਪਰ ਉਹ ਸਾਰੇ ਹੁਣ ਤੱਕ ਇਹੀ ਕਹੀ ਜਾਂਦੇ ਨੇ, ਸਿਵਾਏ ਗੀਤਾਂ 'ਚ, ਓਪੇਰਿਆਂ 'ਚ, ਫਿਲਮਾਂ 'ਚ, ਨਾਟਕਾਂ 'ਚ, ਕਿਤਾਬਾਂ 'ਚ, ਪੋਇਟਰੀ 'ਚ, ਕਿ ਜਿਉਣਾ ਮੋੜ ਇੱਥੇ ਮਾਰਿਆ ਗਿਆ ਨੈਣਾ ਦੇਵੀ ਦੇ ਵਿੱਚ। ਕਿਉਂਕਿ ਆਪਣੇ ਰੋਲ ਮਾਡਲ ਨੂੰ, ਆਪਣੇ ਤੁਸੀਂ ਰੋਬਨ ਹੁੱਡ ਨੂੰ ਹਰਦਾ ਨਹੀਂ ਵਿਖਾਉਣਾ, ਇਹ ਸਾਡੀ ਫਿਤਰਤ ਹੈ ਜੀ। ਸੁਰਿੰਦਰ ਵੀਰ, ਤੁਸੀਂ ਜਿਉਣਾ ਮੋੜ ਤੇ ਪਿਛਲੀਆਂ ਗੱਲਾਂ ਕਰ ਲਈਆਂ, ਛੱਡੋ। 37 ਸਾਲ ਪਹਿਲਾਂ ਦੀ ਗੱਲ ਆ,
37 ਸਾਲ ਤੋਂ ਥੋੜਾ ਵਕਤ ਹੀ ਉੱਪਰ ਹੋਇਆ। ਹਾਲਾਤ ਕੀ ਬਣੇ, ਸੰਤਾਂ ਨੂੰ ਜਿਉਂਦਿਆਂ ਕਿਸੇ ਨੇ ਗੱਲ ਨਹੀਂ ਕੀਤੀ ਕਿ ਉਹਨਾਂ ਦੇ ਪੈਰ 'ਚ ਕੀ ਆ ਕੀ ਨਹੀਂ ਆ। ਜੂਨ ਤੋਂ ਬਾਅਦ, ਇਹ ਵੈਸੇ ਜੁਲਾਈ ਦੇ ਐਂਡ 'ਚ, ਅਗਸਤ 'ਚ ਇਹ ਗੱਲ ਉੜਨੀ ਸ਼ੁਰੂ ਹੋਈ। ਸਾਰੀਆਂ ਜੇਲ੍ਹਾਂ 'ਚ ਉੜ ਗਈ, ਪੂਰੇ ਪੰਜਾਬ 'ਚ ਲਾਲਾ ਲਾਲਾ ਹੋ ਗਈ। ਸੰਤਾਂ ਦੇ ਪੈਰ 'ਚ ਪਦਮ ਸੀ, ਠੀਕ ਹੈ, ਪਦਮ ਸੀ। ਸੰਤ ਤਾਂ ਬਸ ਹਵਾ 'ਚ ਉੜ ਕੇ ਪਾਕਿਸਤਾਨ ਪਹੁੰਚ ਗਏ। ਏਡਾ ਕੱਚ ਕਰੜ ਲਾਣਾ ਸੀਗਾ, ਮਤਲਬ ਏਡਾ ਕੱਚ ਕਰੜ ਲਾਣਾ ਜਿਹਦਾ ਕੋਈ ਅੰਤ ਹੀ ਨਹੀਂ, ਠੀਕ ਹੈ। ਜਿਹਨੂੰ ਕੀ ਕਹਿੰਦੇ ਹੁੰਦੇ ਆ, ਨੱਕ ਪੂੰਝਣ ਦਾ ਨਹੀਂ ਪਤਾ, ਉਹ ਵੀ ਇਹੀ ਭਕਾਈ ਮਾਰੀ ਜਾਂਦਾ ਸੀਗਾ, ਠੀਕ ਹੈ। 1988 ਤੱਕ ਇਹੀ ਚੱਲਦਾ ਰਿਹਾ। 1988 ਜੁਲਾਈ ਦੇ ਵਿੱਚ ਆ ਕੇ ਇਹ ਚੱਲਿਆ ਕਿ ਨਹੀਂ, ਏਦਾਂ ਕਰੋ ਕਿ ਇੱਕ ਫੈਸਲਾ ਲੈ ਲਓ, ਕਹਿ ਦੋ ਸੰਤ ਸ਼ਹੀਦ ਹੋ ਗਿਆ, ਠੀਕ ਹੈ। ਫੈਸਲਾ ਲੈ ਲਿਆ ਗਿਆ, ਸਟੇਟਮੈਂਟ ਆ ਗਈ। ਉਹ ਸਟੇਟਮੈਂਟ ਤੇ ਤਾਂ ਕੋਈ ਨਾ ਬੋਲੇ, ਉੱਥੇ ਤਾਂ ਕਿਸੇ ਦੀ ਹਿੰਮਤ ਨਹੀਂ ਸੀ। ਪਰ ਗੱਲ ਇਹ ਸੀ, ਜਿਨ੍ਹਾਂ ਦੀਆਂ ਰੋਟੀਆਂ ਚੱਲਦੀਆਂ ਸੀ ਉਹਨਾਂ ਨੇ ਇੰਨਾ ਗਾਹ ਪਾਇਆ ਜਿਹਦਾ ਕੋਈ ਅੰਤ ਨਹੀਂ ਸੀ, ਠੀਕ ਆ। ਉਹ ਕਹਿਣ ਜੀ ਇਹਦੇ ਕੀੜੇ ਪੈਣਗੇ, ਉਹਦੇ ਕੀੜੇ ਪੈਣਗੇ, ਸੰਤਾਂ ਨੂੰ ਸ਼ਹੀਦ ਕਹਿਤਾ, ਇਹ ਕਰਤਾ, ਉਹ ਕਰਤਾ, ਯਾਨੀ ਕਿ ਹਟੀ ਨਹੀਂ। ਮਤਲਬ ਇੱਕ ਦੇ ਬਾਅਦ ਇੱਕ, ਮਤਲਬ ਇੰਨਾ ਕੁਝ ਕੀਤਾ ਜਿਹਦਾ ਕੋਈ ਅੰਤ ਨਹੀਂ ਸੀ। ਇਸ ਕਰਕੇ ਇਹ ਆ ਕਿ ਦੇਖੋ ਜਿਹੜੇ ਕੱਚ ਕਰੜ ਨੇ ਉਹਨਾਂ ਨੇ ਇਹੀ ਕੁਝ ਕਰਨਾ। ਹੁਣ ਮੈਨੂੰ ਲੱਗਦਾ ਦੀਪ ਦੇ ਪੈਰ ਚੈੱਕ ਕਰ ਲੈਣ ਭਾਈ, ਉਹਦੇ ਵੀ ਕਿਤੇ ਪਦਮ ਨਾ ਹੋਵੇ। ਇੱਕ ਕਾਲ ਲੈਣੇ ਆਪਾਂ ਅੰਮ੍ਰਿਤਸਰ ਤੋਂ, ਹੋਲਡ ਰੱਖਿਓ ਜਰਾ ਪਲੀਜ਼। ਸੁਖਚੈਨ ਜੀ ਤੁਸੀਂ ਆਨਰ ਹੋ, ਮਿਹਰਬਾਨੀ, ਸਵਾਗਤ ਹੈ ਤੁਹਾਡਾ। ਅੰਮ੍ਰਿਤਸਰ ਤੋਂ ਬੋਲ ਰਹੇ ਹੋ ਜੀ ਸੁਖਚੈਨ ਜੀ? ਬਸ ਬੜੀ ਵਧੀਆ ਪ੍ਰੋਗਰਾਮ ਲੱਗਦਾ ਤੁਹਾਡਾ, ਮੈਂ ਦੇਖਦਾ ਹਾਂ। ਮਿਹਰਬਾਨੀ ਸੁਖਚੈਨ ਸਿੰਘ ਜੀ। ਹਾਂਜੀ, ਤੇ ਪਰ ਮੈਂ ਸੋਚਦਾ ਹਾਂ ਕਿ ਮਤਲਬ ਜਿਵੇਂ ਧਰਮ ਬਾਰੇ ਜ਼ਿਆਦਾ ਨਹੀਂ ਆਪਾਂ ਬੋਲਦੇ, ਕਿਸੇ ਵੀ ਧਰਮ ਬਾਰੇ ਜ਼ਿਆਦਾ ਹੀ ਬੋਲਦੇ ਆ। ਇਹ ਗੱਲ ਦਾ ਮੈਨੂੰ ਥੋੜਾ ਜਿਹਾ ਮੈਂ ਲੱਗਦਾ ਵਾ ਸ਼ਾਇਦ ਹੋ ਸਕਦਾ ਤੁਸੀਂ ਸਹੀ ਹੋ। ਨਹੀਂ, ਸਿੱਖੀ ਦੇ ਤੁਸੀਂ ਸਿੱਖ ਧਰਮ ਨੂੰ ਮੰਨਦੇ ਹੋ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਸਾਹਿਬ ਨੇ ਉਸ ਵਕਤ ਜਿਹੜਾ ਧਰਮਾਂ 'ਚ ਪਖੰਡ ਸੀਗਾ, ਕੀ ਉਸ ਪਖੰਡ ਦੀ ਆਲੋਚਨਾ ਨਹੀਂ ਕੀਤੀ? ਨਹੀਂ ਮੈਂ ਉਸ ਗੱਲ ਨਹੀਂ, ਉਹ ਗੱਲ ਨਾਲ ਮੈਂ ਸਹਿਮਤ ਹਾਂ। ਪਰ ਜਿਵੇਂ ਹੁਣ ਆਪਾਂ ਕਿਸੇ ਵੀ ਧਰਮ ਦੇ ਖਿਲਾਫ ਬੋਲਦੇ ਹਾਂ ਤੇ ਆਪਾਂ ਨੂੰ ਨਹੀਂ ਲੱਗਦਾ ਕਿ ਆਪਾਂ ਥੋੜਾ ਜ਼ਿਆਦਾ ਹੀ ਬੋਲਦੇ ਹਾਂ? ਜਿਵੇਂ ਹੁਣ ਆਪਾਂ ਦੇਖਿਆ ਤੇ ਆਪਾਂ ਥੋੜਾ ਜ਼ਿਆਦਾ ਹੀ ਬੋਲਦੇ ਹਾਂ ਕਿਸੇ ਦੇ ਖਿਲਾਫ। ਨਹੀਂ ਜ਼ਿਆਦਾ ਨਹੀਂ ਬੋਲਣਾ ਚਾਹੀਦਾ ਜੀ। ਚਲੋ ਥੈਂਕ ਯੂ, ਮਿਹਰਬਾਨੀ, ਮਿਹਰਬਾਨੀ, ਥੈਂਕ ਯੂ। ਦੇਖੋ ਸੁਖਚੈਨ ਬਾਈ ਜੀ, ਠੀਕ ਹੈ, ਤੁਹਾਡੇ ਮੈਂ ਭਾਵਨਾਵਾਂ, ਤੁਹਾਡੇ ਜਜ਼ਬਾਤਾਂ ਦੀ ਕਦਰ ਕਰਦਾ, ਪਰ ਪ੍ਰੋਬਲਮ ਇਹ ਹੈ ਨਾ ਕਿ ਧਰਮ ਦੇ ਖਿਲਾਫ ਨਹੀਂ ਆਪਾਂ ਬੋਲਦੇ। ਧਰਮ ਦੇ ਵਿੱਚ ਜਿਹੜਾ ਅਧਰਮ ਜਾਂ ਰਲੇਵਾਂ ਪੈ ਰਿਹਾ, ਜਿਹਨੇ ਆਉਣ ਵਾਲੇ ਸਮੇਂ 'ਚ ਧਰਮ ਨੂੰ ਨੁਕਸਾਨ ਪਹੁੰਚਾਉਣਾ ਹੈ ਨਾ। ਹੁਣ ਮੋਦੀ ਕਦ ਚਾਹੇਗਾ ਕਿ ਉਸ ਦੀ ਧਾਰਮਿਕ ਨੀਤੀਆਂ ਦੀ ਆਲੋਚਨਾ ਨਾ ਕੀਤੀ ਜਾਵੇ, ਹੈ ਨਾ। ਬਾਦਲ ਕਦੋਂ ਚਾਹਣਗੇ, ਅਸਦੁੱਦੀਨ ਅਵੈਸੀ ਕਦੋਂ ਚਾਹੇਗਾ, ਇਮਰਾਨ ਖਾਨ ਕਦੋਂ ਚਾਹੇਗਾ ਕਿ ਉਹਦੇ ਧਾਰਮਿਕ ਨੀਤੀਆਂ ਦੀ ਆਲੋਚਨਾ ਕੀਤੀ ਜਾਵੇ। ਹੁਣ ਜੇ ਗੁਰਬਾਣੀ ਸਾਨੂੰ ਜਦੋਂ ਕਹਿੰਦੀ ਹੈ ਕਿ ਧਰਮ ਪੰਖ ਕਰ ਉੱਡਿਆ, ਹੈ ਨਾ, ਸੋ ਉਹ ਜੋ ਧਰਮ ਦੇ ਵਿੱਚ, ਕਿਸੇ ਵੀ ਧਰਮ ਦੇ ਵਿੱਚ ਆਰੀਆ ਸਮਾਜ ਲਹਿਰ ਆਈ, ਹਿੰਦੂ ਧਰਮ ਦੇ ਵਿੱਚ ਵੀ ਸਮਾਜ ਸੁਧਾਰਕ ਪੈਦਾ ਹੋਏ। ਸੋ ਆਪਾਂ ਨੂੰ ਲੱਗਦਾ, ਪਰ ਉਹਦੇ 'ਚ ਜਿਹੜਾ ਵਿਅਕਤੀ ਉਹੀ ਹੈ ਨਾ ਜਿਹੜਾ ਪੁਰਾਣੇ ਖਿਆਲਾਤ ਨੇ, ਜਾਂ ਜਿਹੜਾ ਕਮਜ਼ੋਰ ਹੈ, ਜਿਹੜਾ ਡਰਦਾ, ਉਹਨੂੰ ਲੱਗਦਾ ਜੋ ਉਹ ਰੱਬ ਦੀ ਆਲੋਚਨਾ ਕੀਤੀ, ਤੁਹਾਨੂੰ ਡਰਾਇਆ ਇੰਨਾ ਹੋਇਆ। ਧਰਮ ਆਪਣੇ ਆਪ ਦੇ ਵਿੱਚ ਬਹੁਤ ਚੰਗੀ ਚੀਜ਼ ਹੈ। ਧਰਮ ਕਹਿੰਦਾ ਕਿਸੇ ਦਾ ਹੱਕ ਨਾ ਖਾਓ, ਪਰ ਹੁਣ ਜਿਵੇਂ ਇਹ ਵੀਰ ਜੀ ਵਿਚਾਰ ਦੇ ਕੇ ਗਏ ਨੇ, ਮੈਂ ਇਹਨਾਂ ਦੀ ਭਾਵਨਾਵਾਂ ਸਮਝਦਾ। ਬਹੁਤ ਸਾਰੇ ਲੋਕਾਂ ਦਾ ਇਹ ਮਾਮਲਾ ਕਿ ਆਪਾਂ ਯਾਰ ਧਰਮ ਦੇ ਖਿਲਾਫ ਬੋਲਦੇ ਹਾਂ, ਫਿਰ ਪਤਾ ਘੜਿਆ ਇਹੋ ਜਿਹੇ ਕਾਮਰੇਡ ਨੇ, ਨਾਸਤਕ ਨੇ। ਹੁਣ ਨਾਸਤਕ ਕੀ ਲਫ਼ਜ਼ ਹੈ? ਨਾਸਤਕ ਉਸ ਨੂੰ ਕਿਹਾ ਗਿਆ ਕਿ ਜਿਹੜਾ ਵੇਦਾਂ ਦੀ ਆਲੋਚਨਾ ਕਰਦਾ, ਹਿੰਦੂ ਰਿਚਾਂ ਦੀ ਆਲੋਚਨਾ ਕਰਦਾ, ਉਹ ਨਾਸਤਕ ਹੈ। ਨਾਸਤਕ ਲਫ਼ਜ਼ ਉੱਥੋਂ ਘੜਿਆ ਗਿਆ। ਹੁਣ ਹਿੰਦੂ ਧਰਮ 'ਚ ਜੋ ਬੁਰਾਈਆਂ ਆਈਆਂ, ਉਹਨਾਂ ਬੁਰਾਈਆਂ ਦੇ ਖਿਲਾਫ ਲੋਕਾਂ ਨੂੰ ਇੱਕ ਵਧੀਆ ਧਰਮ ਬੁੱਧ ਨੇ ਦਿੱਤਾ, ਤੇ ਵਧੀਆ ਧਰਮ ਜਿਹੜਾ ਹੈਗਾ ਫਿਰ ਮਹਾਂਵੀਰ ਨੇ ਦਿੱਤਾ। ਉਸ ਤੋਂ ਬਾਅਦ ਆਰੀਆ ਸਮਾਜ ਨੇ ਸੁਧਾਰ ਕੀਤੇ। ਫਿਰ ਗੁਰੂ ਨਾਨਕ ਸਾਹਿਬ ਨੇ ਇਸ ਦੌਰਾਨ ਜੋ ਧਰਮ ਦੇ ਵਿੱਚ ਜੇ ਪਖੰਡ ਆਇਆ, ਜੋ ਬ੍ਰਾਹਮਣਵਾਦ ਨੇ, ਪੁਜਾਰੀ ਨੇ ਫੈਲਾਇਆ। ਹੁਣ ਇਸੇ ਤਰ੍ਹਾਂ ਸਿੱਖ ਧਰਮ ਦੇ ਵਿੱਚ ਸਿੰਘ ਸਭਾ ਲਹਿਰ ਕਿਉਂ ਪੈਦਾ ਹੋਈ? ਜਦੋਂ ਉੱਥੇ ਤੁਸੀਂ ਮੂਰਤੀਆਂ ਰੱਖ ਦਿੱਤੀਆਂ, ਜਿਸ ਚੀਜ਼ ਦਾ ਗੁਰੂ ਫਲਸਫੇ ਨੇ ਵਿਰੋਧ ਕੀਤਾ, ਤੇ ਤੁਸੀਂ ਉੱਥੇ ਮੂਰਤੀਆਂ ਰੱਖ ਕੇ ਉਹੀ ਕੁਝ ਫੜ ਲਿਆ, ਤੇ ਫਿਰ ਸਿੰਘ ਸਭਾ ਲਹਿਰ ਆਈ, ਤਾਂ ਸਿੱਖੀ ਬਚੀ, ਨਹੀਂ ਤਾਂ ਹੁਣ ਨੂੰ ਖਤਮ ਸੀ ਜੇ ਸਿੰਘ ਸਭਾ ਲਹਿਰ ਨਾ ਆਉਂਦੀ। ਸਵਾਗਤ ਹੈ ਸਰ ਤੁਹਾਡਾ, ਵੈਲਕਮ ਜੀ। ਹਾਂਜੀ ਸਰ, ਸੰਮੇ ਵਾਲੀ ਬੋਲਦਾ। ਬੇਨਤੀ ਹੈਗੀ ਵੀ ਜੇ ਗੁਰੂ ਨਾਨਕ ਦੇਵ ਜੀ ਨੂੰ ਇਹ ਗੱਲ ਆਖੀ ਜਾਂਦੀ ਵੀ ਤੂੰ ਕੋਈ ਜ਼ਿਆਦਾ ਹੀ ਨਹੀਂ ਹਿੰਦੂ ਧਰਮ ਬਾਬਤ ਤਰਕ ਕਰਦਾ ਜਾਂ ਮੁਸਲਮਾਨ ਬਾਬਤ ਤਰਕ ਕਰਦਾ,
ਜਿਸ ਗੱਲ ਤੇ ਤਰਕ ਹੋਣਾ ਚਾਹੀਦਾ ਜੀ। ਬਿਲਕੁਲ ਬਾਣੀ ਨਹੀਂ ਮੰਨਦੀ ਨਰਕ ਸਵਰਗ ਨੂੰ। ਬਾਣੀ ਆਂਦੀ ਕੌਣ ਨਰਕ ਕਿਆ ਸਰਗ ਵਿਚਾਰਾ ਸੰਤਨ ਦੋ ਇਰਾਦੇ। ਸੱਚ ਨੇ ਦੋਵੇਂ ਰੱਦ ਦਿੱਤੇ ਨੇ ਜੀ, ਵੀ ਨਾ ਕੋਈ ਨਰਕ ਤੇ ਨਾ ਸਵਰਗ ਹੈ ਜੀ। ਤੇ ਬਾਕੀ ਜੀ ਪਖੰਡ ਦੀ ਆਲੋਚਨਾ ਹਮੇਸ਼ਾ ਹੁੰਦੀ ਰਹੀ ਹੈ। ਜਿਹੜੇ ਸੰਜੀਦਾ ਬੰਦੇ ਸੀ ਤੇ ਹਮੇਸ਼ਾ ਕਰਦੇ ਰਹਿਣਗੇ। ਥੈਂਕ ਯੂ ਸਰ। ਮਿਹਰਬਾਨੀ ਮਿਹਰਬਾਨੀ। ਹੁਣ ਜੇ ਗੈਲੀਲੀਓ ਨਾ ਕਹਿੰਦਾ ਕਿ ਭਾਈ ਧਰਤੀ ਚਪਟੀ ਨਹੀਂ ਹੈ, ਧਰਤੀ ਗੋਲ ਹੈ, ਫਿਰ ਕਿ ਸਾਰੀ ਸਾਇੰਸ ਉੱਥੇ ਰੁਕੀ ਸੀ? ਉਸ ਬੰਦੇ ਨੂੰ ਆਪਣੀ ਜਾਨ ਵਾਰ ਨਹੀਂ ਪਈ? ਉਹਦਾ ਕੀ ਦਿਮਾਗ ਫਿਰਿਆ ਸੀਗਾ? ਜਾਂ ਉਹ ਧਰਮ ਦਾ ਵਿਰੋਧੀ ਸੀ? 80 ਸਾਲ ਦਾ ਬਜ਼ੁਰਗ ਆਪਣੀ ਜਾਨ ਕੁਰਬਾਨ ਕਰ ਜਾਂਦਾ, ਸ਼ਹਾਦਤ ਦੇ ਜਾਂਦਾ ਲੋਕਾਂ ਨੂੰ। ਹੁਣ ਜੇ ਧਰਤੀ ਗੋਲ ਦਾ ਕਨਸੈਪਟ ਨਾ ਸ਼ੁਰੂ ਹੁੰਦਾ, ਉਸ ਤੇ ਗੱਲ ਨਾ ਤੁਰਦੀ, ਕਿਉਂਕਿ ਬਰਸਾਤ ਦੀ ਪਹਿਲੀ ਬੂੰਦ ਨੂੰ ਕੁਰਬਾਨੀ ਦੇਣੀ ਪੈਂਦੀ ਹੈ। ਇਸੇ ਕਰਕੇ ਧਰਮ ਦਾ ਬੇੜਾ ਗਰਕ ਪੁਜਾਰੀ ਕਰਦੇ ਆ ਬਹੁਤੇ। ਸਵਾਗਤ ਸਰ, ਤੁਸੀਂ ਆਨਰ ਹੋ, ਵੈਲਕਮ। ਹਾਂਜੀ ਸਵਾਗਤ ਸਰ। ਸਤਿ ਸ੍ਰੀ ਅਕਾਲ ਜੀ ਦੋਵੇਂ ਭਰਾਵਾਂ ਨੂੰ ਜੀ। ਮੈਂ ਯੂਐਸਏ ਤੋਂ ਬੋਲ ਰਿਹਾ, ਜਸਵੰਤ ਸਿੰਘ। ਹਾਂਜੀ ਜਸਵੰਤ ਸਿੰਘ ਜੀ, ਸਵਾਗਤ ਭਾਜੀ ਤੁਹਾਡਾ। ਕੀ ਕਹਿਣਾ ਚਾਹੁੰਦੇ ਹੋ? ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਜੀ। ਮੈਂ ਤਕਰੀਬਨ ਕੰਮ ਕਰਦਾ 4 ਘੰਟੇ ਮੇਰੇ ਐਵੇਂ ਲੰਘਦੇ ਆ ਨਾ, ਬਹੁਤ ਹੀ ਵਧੀਆ ਜੀ। ਥੈਂਕ ਯੂ ਸੋ ਮਚ। ਮਿਹਰਬਾਨੀ ਜਸਵੰਤ ਜੀ, ਮਿਹਰਬਾਨੀ। ਤੁਹਾਡੇ ਲਈ ਮੈਂ ਭੇਜੂਗਾ ਜੀ ਉਹ ਚੰਦਾ ਫੰਡ ਫੁੰਡ ਜਿਹੜਾ। ਥੈਂਕ ਯੂ, ਮਿਹਰਬਾਨੀ ਸਰ, ਮਿਹਰਬਾਨੀ। ਮੈਂ ਤੁਹਾਡਾ ਗੁਆਂਢੀ ਹੈ ਉਦਾਂ ਟਵਾਣਾ ਸਾਹਿਬ। ਮੈਂ ਖਾਲਸਾ ਕਾਲਜ ਸੀਗਾ ਟੀਚਰ। ਅੱਛਾ, ਇੱਥੇ ਪ੍ਰੋਫੈਸਰ ਸੀ ਇੱਥੇ ਆਪਣਾ ਖਾਲਸਾ ਕਾਲਜ ਪਟਿਆਲਾ? ਹਾਂ ਜੀ, ਮੈਂ ਖਾਲਸਾ ਕਾਲਜ ਸੀਗਾ ਜੀ ਟੀਚਰ। ਅੱਛਾ ਅੱਛਾ। ਕਿਹੜੇ ਸੰਚ ਜੀ, ਕਿਸ ਸਬਜੈਕਟ ਦੇ ਟੀਚਰ ਹੋ ਆਪ ਜੀ? ਮੈਂ ਕੈਮਿਸਟਰੀ ਪੜ੍ਹਾਉਂਦਾ ਸੀਗਾ ਜੀ। ਸਿੱਧੂ ਸਾਹਿਬ ਮੇਰੇ ਪ੍ਰਿੰਸੀਪਲ ਸੀ, ਫਿਰ ਡਾਕਟਰ ਹਰਬੀਰ ਸਿੰਘ ਰਹੇ ਆ, ਫਿਰ 2005 ਚ ਆ ਗਿਆ ਸੀਗਾ। ਅੱਛਾ, ਫਿਰ ਇਹ ਕਾਫੀ ਉਮਰ ਹੈ ਤੁਹਾਡੀ ਹੈ ਨਾ ਜਸਵੰਤ ਸਿੰਘ ਜੀ, ਹੈ ਨਾ? ਕਿੰਨੀ ਉਮਰ ਹੈ ਜੀ? ਮੈਂ 69 ਹੈਗਾ ਜੀ ਹੁਣ। ਅੱਛਾ 69। ਅੱਛਾ ਅੱਛਾ ਅੱਛਾ, ਠੀਕ ਹੈ ਸਰ। ਬਹੁਤ ਬਹੁਤ ਧੰਨਵਾਦ ਸਾਹਿਬ, ਮਿਹਰਬਾਨੀ। ਅੱਛਾ ਲੱਗਿਆ ਜੀ, ਬਹੁਤ ਹੀ ਵਧੀਆ ਤੁਹਾਡਾ ਪ੍ਰੋਗਰਾਮ ਹੈ ਜੀ। ਰੀਅਲੀ ਆਈ ਐਪਰੀਸ਼ੀਏਟ, ਆਈ ਲਵ ਇਟ। ਥੈਂਕ ਯੂ ਸਰ, ਥੈਂਕ ਯੂ ਸਰ, ਮਿਹਰਬਾਨੀ ਮਿਹਰਬਾਨੀ। ਚਲੋ ਮੈਂ ਪਟਿਆਲੇ ਤਕਰੀਬਨ ਹਰ ਸਾਲ ਆਉਂਦਾ ਜੀ। ਮੈਂ ਕਿਸੇ ਦਿਨ ਜੇ ਕਰੋਨਾ ਕਰਨਾ ਠੀਕ ਹੋ ਗਿਆ ਤੁਹਾਡੇ ਦਰਸ਼ਨ ਕਰੂੰਗਾ, ਜ਼ਰੂਰ ਆਉਂਗਾ। ਨਹੀਂ ਸਰ, ਦਰਸ਼ਨ ਵਾਲੀ ਕੋਈ ਗੱਲ ਨਹੀਂ, ਤੁਸੀਂ ਵੱਡੇ ਹੋ, ਸਤਿਕਾਰ ਹੋ। ਥੈਂਕ ਯੂ ਸਾਹਿਬ, ਮਿਹਰਬਾਨੀ ਜੀ, ਮਿਹਰਬਾਨੀ ਸਰ। ਆਪਣਾ ਸਿਕੰਦਰ ਸਿੰਘ ਔਜਲਾ ਸਾਹਿਬ, ਸਵਾਗਤ ਹੈ ਤੁਹਾਡਾ, ਵੈਲਕਮ ਔਜਲਾ ਸਾਹਿਬ। ਸਤਿ ਸ੍ਰੀ ਅਕਾਲ ਟਵਾਣਾ ਬਾਈ ਤੇ ਸਿੰਦਰ ਬਾਈ ਦੇ ਸਤਿਕਾਰ ਦੇ ਸਰੋਤਿਆਂ ਨੂੰ। ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ, ਆ ਜਿਹੜਾ ਤੁਸੀਂ ਵਿਸ਼ਾ ਛੇੜਿਆ ਹੈ। ਜਦੋਂ ਨਾ ਅਸੀਂ ਨਿਊਯਾਰਕ ਟੈਕਸੀ ਚਲਾਉਂਦੇ ਸੀ, ਮੋਸਟਲੀ ਅਸੀਂ ਸਾਰੇ ਅਨਮੈਰਿਡ ਸੀ। ਅਸੀਂ ਇੱਕ ਦਿਨ ਸੋਚਿਆ ਵੀ ਚਲੋ ਲੰਗਰ ਕਰਾਇਆ ਕਰੀਏ ਗੁਰਦੁਆਰਾ ਸਾਹਿਬ ਇਕੱਠੇ ਹੋ ਕੇ ਸਾਲ ਚ ਇੱਕ ਵਾਰੀ ਜੀ। ਉਹ ਕਰਦੇ ਸਾਨੂੰ ਭਾਈ ਸਾਹਿਬ ਕਹਿੰਦੇ ਗੁਰਦੁਆਰੇ ਦੇ, ਕਹਿੰਦੇ ਵੀ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਬੜੀ ਧੂਮ-ਧਾਮ ਨਾਲ ਮਨਾਉਂਦੇ ਨੇ ਸਾਰੇ ਗੁਰੂ ਘਰ। ਵੀ ਉਦੋਂ 2 ਮਹੀਨੇ ਬਾਅਦ ਜਨਵਰੀ ਦੇ ਪਹਿਲੇ ਵੀਕ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਹੁੰਦਾ। ਉਹ ਬਾਹਲਾ ਕੋਈ ਤਵੱਜੋ ਨਹੀਂ ਦਿੱਤੀ ਜਾਂਦੀ ਉਹਨੂੰ, ਵੀ ਤੁਸੀਂ ਉਦੋਂ ਅਖੰਡ ਪਾਠ ਕਰਾ ਦਿਆ ਕਰੋ। ਅਸੀਂ ਜੀ ਚਲੋ ਕਿਹਾ ਵੀ ਬਹੁਤ ਵਧੀਆ ਗੱਲ ਆ। ਅਸੀਂ ਚਲੋ ਪਹਿਲਾਂ ਜਿੰਨੇ ਕੁ ਪੈਸੇ ਕਰਦੇ $50 ਹੋਰ ਪਾ ਲਏ, ਅਸੀਂ ਅਖੰਡ ਪਾਠ ਸਾਹਿਬ ਕਰਾਉਣ ਲੱਗ ਗਏ ਜੀ। ਤੇ ਸਾਡੀ ਨਾ 5-7 ਬੰਦਿਆਂ ਦੀ ਰਾਤ ਨੂੰ ਡਿਊਟੀ ਲੱਗੀ ਤੇ ਅਸੀਂ ਬੈਠੇ ਸੋਚਿਆ ਵੀ ਚਲੋ ਕਿਉਂ ਨਾ ਗੁਰੂ ਘਰ ਨੂੰ ਸਾਫ਼ ਕਰ ਦਈਏ। ਅਸੀਂ ਟਵਾਣਾ ਸਾਹਿਬ ਗੁਰੂ ਘਰ ਸਾਫ਼ ਕਰਨ ਲੱਗ ਗਏ। ਜਦੋਂ ਅਸੀਂ ਥੱਲੇ ਗਏ, ਅਸੀਂ ਟੋਟਲ ਬੰਦੇ 5-7, ਅਸੀਂ 5-4 ਭਾਈ 12 ਬੰਦੇ ਹੋਣੇ ਆ ਜੀ। ਥੱਲੇ ਜੁੱਤੀਆਂ ਟਵਾਣਾ ਸਾਹਿਬ 150 ਜੋੜਾ ਜੁੱਤੀ ਦਾ ਥੱਲੇ। ਤੇ ਉਹ ਭਾਈ ਸਾਹਿਬ ਇੱਕ ਉੱਪਰੋਂ ਆ ਗਏ ਥੱਲੇ ਤੇ ਚਲੋ ਗਰੋਸਰੀ ਵਾਲਾ ਵੀ ਸਾਫ਼ ਕਰਿਆ। ਉੱਥੇ ਕੱਲੀ ਮਾਹਾਂ ਦੀ ਉਹ ਦਾਲ, ਦੂਜੀਆਂ ਦਾਲਾਂ ਦਾ ਇੱਕ ਪੈਕਟ, ਬਾਕੀ ਮਾਂ ਹੀ ਮਾਂ। ਉਹ ਮੈਂ ਭਾਈ ਸਾਹਿਬ ਨੂੰ ਪੁੱਛ ਲਿਆ, ਮੈਂ ਕਿਹਾ ਬਾਬਾ ਜੀ ਵੀ ਬੰਦੇ ਤੁਸੀਂ ਕਿੰਨੇ ਭਾਈ ਸਾਹਿਬ? ਉਹ ਕਹਿੰਦੇ ਅਸੀਂ 8 ਜਾਣੇ ਆ। ਮੈਂ ਕਿਹਾ 7 ਅਸੀਂ ਆ, 15 ਲਾ ਲਓ, 7 ਸਾਡੇ, ਤੁਹਾਡੇ 2-2 3 ਜੋੜੇ ਲਾ ਲਓ, ਵੀ ਇੰਨਾ ਜੁੱਤਖਾਨਾ ਇੱਥੇ ਕਿਉਂ ਹੈ? ਉਹ ਕਹਿੰਦਾ ਜੀ ਤੁਹਾਨੂੰ ਮੈਂ ਕੀ ਦੱਸਾਂ, ਵੀ ਇੱਥੇ ਜਿਹੜਾ ਬਾਵਣਵਾਦ ਚੱਲਿਆ, ਕੋਈ ਕਿਸੇ ਨੂੰ ਕਹਿੰਦਾ ਜੁੱਤੀ ਚੜ੍ਹ ਜਾਓ, ਕੋਈ ਕਿਸੇ ਨੂੰ ਕਹਿੰਦਾ ਕਾਲੇ ਮਾਂ ਚੜ੍ਹ ਜਾਓ। ਮਤਲਬ ਜੀ ਮਾਹਾਂ ਦੀ ਦਾਲ ਮਤਲਬ ਕੁਆਂਟਲ ਹੋਣੀ ਹੈ ਜੀ ਉੱਥੇ। ਤੇ ਰੂਹ ਆਫੇ ਦੀਆਂ ਬੋਤਲਾਂ ਉਹਨੇ ਸਾਨੂੰ ਦਿਖਾਈਆਂ। ਕਹਿੰਦੇ, ਮੈਂ ਕਿਹਾ ਫਿਰ ਤੁਸੀਂ ਕਿਉਂ ਨੀ ਚੱਕ ਕੇ ਸਿੱਟਦੇ ਬਾਬਾ ਜੀ? ਜਨਵਰੀ ਦਾ ਮਹੀਨਾ, ਰੂਹ ਅਫਜਾ ਕਿਹੜਾ ਪੀਊਗਾ ਇੱਥੇ? ਇਹਨਾਂ ਰੂਹ ਅਫਜੇ ਦੇ ਪੈਕਟ ਚੜਿਆ ਪਿਆ। ਅੱਛਾ, ਮੈਂ ਕਿਹਾ ਜੀ ਤੁਸੀਂ ਆਪਦੀਆਂ ਜੁੱਤੀਆਂ ਪਾਸੇ ਕਰੋ। ਮੈਂ ਕਿਹਾ ਤੁਸੀਂ ਕਿਉਂ ਨੀ ਹੱਥ ਲਾਉਂਦੇ? ਉਹ ਕਹਿੰਦੇ ਜੀ ਅਸੀਂ ਤਾਂ ਨੀ ਕਹਿੰਦੇ। ਮੈਂ ਕਿਹਾ ਤੁਸੀਂ ਕੱਢੋ ਜੀ ਆਪਦੀਆਂ ਜੁੱਤੀਆਂ ਜਿਹੜੀਆਂ ਹੈਗੀਆਂ, ਅਸੀਂ ਆਪਦੀਆਂ ਕੱਢਦੇ ਹਾਂ। ਉਹ ਕਹਿੰਦੇ ਠੀਕ ਆ। ਅਸੀਂ ਚੱਕੇ 3 ਬੋਰੇ ਜੁੱਤੀਆਂ ਦੇ ਭਰੇ, ਨਵੀਆਂ ਜੁੱਤੀਆਂ। ਪਹਿਲਾਂ ਜਿਹੜੀ ਸਾਡੇ ਕੰਮ ਦੀ ਅਸੀਂ ਰੱਖ ਲਿਆ, ਜਿਹਨੀ ਇੱਕ ਮਤਲਬ ਜਾਨੀ ਸਾਡੀ ਇੱਥੇ ਗੁਰੂ ਘਰ ਜਾ ਕੇ। ਅੱਛਾ, ਜੁੱਤੀਆਂ ਚੜਾਉਂਦੇ ਗੁਰੂ ਘਰ? ਅਸੀਂ ਭਲਾ ਕਰ ਔਜਲਾ ਸਾਹਿਬ ਜੁੱਤੀਆਂ ਕਿਉਂ ਚੜਾਉਂਦੇ? ਇਹ ਸਮਝੋ ਬਾਹਰ ਜਹਾਜ਼ ਤਾਂ ਚੜਾਉਂਦੇ ਆ ਵੀ ਵਿਦੇਸ਼ ਯਾਤਰਾ ਹੋ ਜੂ, ਥੱਲਣ ਗੁਰੂ ਘਰ ਜੁੱਤੀਆਂ ਕਿਉਂ ਚੜਾਉਂਦੇ ਯਾਰ? ਮੈਂ ਕਿ ਦੇਖੋ ਜੀ ਤੁਸੀਂ, ਮਤਲਬ ਮੈਂ ਤੁਹਾਨੂੰ ਪ੍ਰਤੱਖ ਦੱਸਦਾ, ਮੈਂ ਗੁਰੂ ਨੂੰ ਹਾਜ਼ਰ ਨਾਜ਼ਰ ਆਣ ਕੇ ਗੱਲ ਦੱਸਦਾ। ਇਹ ਗੱਲ ਹੋਣੀ ਹੈ ਜੀ 95-96 ਦੀ। ਮੈਂ ਤੁਹਾਨੂੰ ਗੱਲ ਦੱਸਣ ਲੱਗਿਆ, ਮੈਂ ਜੋ ਉਦੋਂ ਮੇਰਾ ਵਿਆਹ ਨਹੀਂ ਸੀ ਹੋਇਆ, ਉਦੋਂ ਦੀਆਂ ਗੱਲਾਂ ਨੇ ਇਹ। ਮਤਲਬ ਮੈਂ ਆਪ ਤੇ ਅਸੀਂ ਚੱਕ ਕੇ ਸਿੱਟੀਆਂ ਜੁੱਤੀਆਂ। ਉਹ
ਉਹ ਕਿਤੇ ਇਹ ਨਾ ਹੋਵੇ ਅਗਲਾ ਕਹਿੰਦਾ ਵੀ ਫਲਾਣੇ ਦੇ ਪੈਰਾਂ 'ਚ ਗ੍ਰਹਿ ਚੱਕਰ ਹੈ, ਉਹ ਪੈਰਾਂ ਦਾ ਗ੍ਰਹਿ ਲਾਉਣ ਲਈ ਜੁੱਤੀ ਦਾਨ ਨਾ ਕਰਦੇ ਹੁਣ। ਮੈਂ ਜੀ ਹੋਲਡ ਰੱਖਿਓ ਸੁਰਿੰਦਰ ਜੀ, ਹੋਲਡ ਰੱਖਿਓ ਇੱਕ ਮਿੰਟ ਜੀ। ਮੈਂ ਇੱਕ ਵਾਰੀ ਘਰੇ ਬੈਠਾ ਇੰਡੀਆ ਜੀ, ਇੱਕ ਕੋਈ ਲੇਡੀ ਆ ਗਈ ਸਾਡੇ ਘਰੇ, ਉਹ ਗੱਲਾਂ ਕਰਨ ਲੱਗ ਗਈ ਕਿਸੇ ਬਿਮਾਰੀ ਤੇ। ਉਹ ਕਹਿੰਦੀ ਫਲਾਣੇ ਬਾਬੇ ਦੇ ਜਾਓ। ਮੈਂ ਕਿਹਾ ਉਹ ਕੀ ਕਰਦਾ? ਉਹ ਕੁਛ ਨੀ ਕਹਿੰਦਾ, ਉਹ ਆਪਾਂ ਨੂੰ ਗੁਰਦੁਆਰਾ ਸਾਹਿਬ ਜਾਣ ਨੂੰ ਕਹਿੰਦਾ। ਮੈਂ ਕਿਹਾ ਤੁਹਾਨੂੰ ਮੰਦਿਰ ਜਾਣ ਨੂੰ ਕਹੂ, ਉਹ ਤੁਸੀਂ ਮੰਦਿਰ ਚਲੇ ਜਾਏਂਗੇ ਉਹਦੇ ਕਹੇ ਤੇ? ਕਿਉਂਕਿ ਇਹ ਆਪਾਂ ਨੂੰ ਭੇਜਦੇ ਹੀ ਉੱਥੇ ਨੇ ਜੀ, ਕਿਉਂਕਿ ਜਿੱਥੇ ਸਾਡੀ ਸ਼ਰਧਾ। ਅਗਲਾ ਕਹਿੰਦਾ ਸਾਨੂੰ ਤਾਂ ਬਾਬਾ ਗਲਤ ਦੱਸਦਾ ਹੀ ਨਹੀਂ, ਸਾਨੂੰ ਤਾਂ ਗੁਰਦੁਆਰੇ ਕਹਿੰਦਾ ਮਾਂ ਦੇ ਆਓ, ਸਾਨੂੰ ਤਾਂ ਗੁਰਦੁਆਰੇ ਕਹਿੰਦਾ ਜੁੱਤੀ ਚਾੜੇ ਆਓ। ਇਹ ਜਿਹੜੀ ਸਾਨੂੰ ਢਾਲਦੀ ਉਸ ਤੇ। ਹੁਣ ਜੇ ਤੁਹਾਨੂੰ ਮੈਂ ਕਹਿ ਮੈਂ ਬਾਬਾ ਮੈਂ ਤੁਹਾਨੂੰ ਕਹਾਂ ਵੀ ਮਸੀਤ ਜਾ ਕੇ ਆ ਚਾੜੇ ਆਓ, ਤੁਸੀਂ ਚਲੇ ਜਾਏਂਗੇ ਜਾਂ ਮੈਂ ਚਲੇ ਜਾਊਂਗਾ? ਇਹ ਇੱਕ ਨੇ ਸਾਡੇ ਇਸ ਤਰ੍ਹਾਂ ਇਹ ਸਾਡੇ ਡੈਂਟ ਪਾਉਂਦੇ ਨੇ ਤੇ ਸਾਨੂੰ ਜੋੜ ਤੋੜਦੇ ਵੀ ਨੇ ਉਹਦੇ ਨਾਲੋਂ। ਸਾਡੇ ਮਨ ਦੇ ਵਿੱਚ ਇਹ ਹੁੰਦਾ ਵੀ ਸਾਨੂੰ ਜੋੜਦੇ ਨੇ ਉਹਦੇ ਨਾਲ। ਮਤਲਬ ਮੈਂ ਤੁਹਾਨੂੰ ਅੱਖੀਂ ਦੇਖੀ ਗੱਲ ਦੱਸਦਾ। ਫਿਰ ਮੈਂ ਬਾਬੇ ਨੂੰ ਕਹਾਂ ਪਰ ਮਹਾਂ ਹੀ ਦਾ ਰੂਹ ਅਫਜਾ ਜੀ, ਮਤਲਬ ਫਿਰ ਜਿੱਦਣ ਸਾਡਾ ਲੰਗਰ ਸੀ, ਹੋਰ ਸੁਣੋ ਜੀ, ਮਾਤਾ ਆ ਗਈ ਰੂਹ ਅਫਜਾ ਲੈ ਕੇ, ਬਾਹਰ ਬਰਫ਼ ਪਈ ਹੋਈ। ਉਹ ਕਹੇ ਮੈਂ ਰੂਹ ਅਫਜਾ ਵਰਤਾਉਣਾ। ਮੈਂ ਸਮਝ ਗਿਆ, ਮੈਂ ਬੜੀ ਘੇਰੀ। ਮੈਂ ਕਿਹਾ ਕੋਈ ਨੀ ਮੈਂ ਵਰਤਾ ਦੂੰ। ਮੈਂ ਚੱਕੀ ਬੋਤਲ ਪਰੇ ਰੱਖਤੀ, ਉਹਨੇ ਫਿਰ ਆਪ ਲੋਕਾਂ ਨੂੰ ਵਰਤਾਇਆ। ਨਹੀਂ ਬੇਬੇ ਨੂੰ ਪਿਆਉਣਾ ਸੀ ਪਹਿਲਾਂ ਤਾਂ, ਜੱਗ ਭਰ ਕੇ ਕਿਹਾ ਬੇਬੇ ਤੂੰ ਜ਼ੁਕਾਮ ਕਰ ਪਹਿਲਾਂ ਤਾਂ, ਬਾਕੀ ਗੱਲ ਬਾਅਦ। ਉਹ ਆਏ ਸੀ ਜੀ ਅਸੀਂ ਹੁਣ ਜਿਵੇਂ ਹੁਣ ਗੁਰਦੁਆਰੇ ਚ ਇਨਵੋਲਵ ਹੋਣ, ਉਦੋਂ ਹੈ ਨਹੀਂ ਸੀ, ਇੱਕ ਯੰਗ ਸੀ ਟਵਾਣਾ ਸਾਹਿਬ। ਫਿਰ ਆਏ ਨੀ ਹੁੰਦਾ, ਕਮੇਟੀ ਵਾਲੇ ਡਾਂਗਾ ਲੈ ਕੇ ਸਾਡੇ ਮਗਰ ਪੈ ਜਾਂਦੇ। ਉਹ ਕਹਿੰਦੇ ਸੀ ਮੰਡੀਰ ਹੈ, ਇਹਦੀ ਮੱਤ ਖਰਾਬ ਹੋ ਗਈ। ਹੈ ਤਾਂ ਸੋਚ ਉਦੋਂ ਵੀ ਇਹੋ ਜਿਹੀ ਸੀ। ਪਰ ਚਲੋ ਜੁੱਤੀਆਂ ਬਾਰੇ ਨਾ ਸੁਰਿੰਦਰ ਵੀਰ ਇਨਪੁਟ ਦਿੰਦੇ ਆ, ਕੋਈ ਮੇਰੇ ਸਮਝੋ ਬਾਹਰ ਆ ਜੁੱਤੀਆਂ ਵਾਲੀ ਕਹਾਣੀ। ਚਲੋ ਭਾਈ ਸਾਨੂੰ ਭੇਜ ਦਿਓ, ਜੇ ਵਾਧੂ ਹੋ ਗਈਆਂ ਨਾ ਉਹਨਾਂ ਨੂੰ ਕਹੇ ਸਾਨੂੰ ਸ਼ੂਜ਼ ਭੇਜ ਦਿਓ। 95 ਦੀ ਗੱਲ ਆ ਟਵਾਣਾ ਸਾਹਿਬ, ਮੈਂ ਤੁਹਾਨੂੰ ਦੱਸਦਾ ਵੀ ਮਤਲਬ ਕੋਈ 2 ਬੋਰੇ ਜੁੱਤੀਆਂ ਦੇ ਸੀਗੇ। ਓ ਮਾਈ ਗॉड। ਚਲੋ ਹੋਰ ਵੀ ਕਿਤੇ ਜੁੱਤੀਆਂ ਚੜਦੀਆਂ ਹੁਣ ਦੱਸਿਓ ਸਾਨੂੰ। ਓ ਮਾਈ ਗॉड ਕੀ ਹੈ ਲੋਕਾਂ ਦਾ ਹਾਲਾਤ। ਤੇ ਸੁਰਿੰਦਰ ਵੀਰ ਇਹ ਜੁੱਤੀਆਂ ਵਾਲਾ ਕੀ ਮਸਲਾ? ਕਾਲ ਬਹੁਤ ਆ ਰਹੀਆਂ ਨੇ, ਉਹਦੇ ਤੇ ਗੱਲ ਕਰਦੇ ਆਪਾਂ। ਇਹ ਜੁੱਤੀਆਂ ਵਾਲਾ ਕੀ ਚੱਕਰ ਆ ਸੁਰਿੰਦਰ ਬਾਈ ਜੀ? ਹਾਂ ਮੈਂ ਆ ਗਿਆ ਲਾਈਨ ਤੇ ਕਿ ਨਹੀਂ? ਹਾਂ ਜੀ। ਉਹ ਮੈਂ ਨਾ ਔਜਲਾ ਸਾਹਿਬ ਨੂੰ ਸਵਾਲ ਕਰਨਾ ਸੀ। ਮੈਂ ਕਿਹਾ ਇਹ ਲੱਗਦਾ ਕਿਸੇ ਨਾ ਜੋਤਸ਼ੀ ਨੇ ਕਿਸੇ ਨੂੰ ਦੱਸਤਾ ਹੋਣਾ ਕਿ ਤੁਸੀਂ ਸਿੱਧੇ ਪੁੱਠੇ ਕੰਮ ਕਰਦੇ ਨਾ ਤੇ ਤੁਹਾਨੂੰ ਕਿਤੇ ਜੁੱਤੀਆਂ ਨਾ ਪੈਣ, ਪਹਿਲਾਂ ਹੀ ਬਾਬੇ ਦੇ ਜੁੱਤੀਆਂ ਚੜਾਓ ਤਾਂ ਕਿ ਜੁੱਤੀਆਂ ਤੋਂ ਤੁਹਾਡਾ ਖਹਿੜਾ ਛੁੱਟ ਜਵੇ। ਇਹ ਕੋਈ ਏਦਾਂ ਦੀ ਕਵਾਇਤ ਹੋਣੀ ਆ। ਕੋਲ ਵੀ 2-3 ਵਿਦਵਾਨਾਂ ਦੀਆਂ ਜੁੱਤੀਆਂ ਪਈਆਂ ਨੇ ਜਿਹੜੀਆਂ ਕਿਸੇ ਬੀਬੀ ਦੇ ਘਰੋਂ ਜੁੱਤੀ ਛੱਡ ਕੇ ਭੱਜੇ ਸੀ। ਮੈਂ ਵੀ ਵਿਦਵਾਨਾਂ ਦੀਆਂ ਜੁੱਤੀਆਂ ਰੱਖੀਆਂ ਹੋਈਆਂ। ਮੈਂ ਵੀ ਉਹ ਮੈਨੂੰ ਕੋਈ ਪੁੱਛਦਾ ਸੀਗਾ, ਬੰਦਾ ਆਪਣਾ ਮਿੱਤਰ ਹੀ ਆ ਅੱਜ ਕੱਲ, ਚਲੋ ਉਹਨੇ ਲੀਡਰ ਬਣਿਆ ਹੋਇਆ। ਮੈਨੂੰ ਕਹਿੰਦਾ ਜੀ ਵੀ ਉਹ ਕੀ ਰੌਲਾ ਸੀਗਾ? ਮੈਂ ਕਿਹੜਾ? ਕਹਿੰਦਾ ਜਿਹੜੀਆਂ ਤੁਸੀਂ ਜੁੱਤੀਆਂ ਰੱਖੀਆਂ। ਮੈਂ ਕਿਹਾ ਯਾਰ ਉਹ ਪੰਥ ਦੀ ਮਾਨਤਾ। ਕਹਿੰਦਾ ਪੰਥ ਦੀ ਕਿੱਦਾਂ ਮਾਨਤਾ? ਮੈਂ ਕਿਹਾ ਭਾਈ ਉਹ ਪੰਥਕ ਆਗੂ ਸੀਗੇ, ਪੰਥ ਨੇ ਉਹਨਾਂ ਨੂੰ ਏਡੇ ਅਹੁਦੇ ਦਿੱਤੇ ਆ, ਤੇ ਜੇ ਉਹ 2 ਨੰਬਰ 'ਚ ਫੜੇ ਗਏ ਆ ਪੁੱਠੇ ਕੰਮ ਕਰਦੇ, ਤੇ ਹੁਣ ਜੇ ਜੁੱਤੀਆਂ ਮੈਂ ਸਾਂਭੀ ਬੈਠਾ ਤੇ ਮੈਂ ਕਿਹਾ ਅੱਜ ਕਿਤੇ ਥੋੜੀ ਮੈਂ ਕਿਹਾ ਸਾਲ ਤਾਂ ਦੇਖੋ ਕਿੰਨੇ ਹੋ ਗਏ, 35-37 ਸਾਲ ਤੋਂ ਜੇ ਮੈਂ ਸਾਂਭੀਆਂ। ਇਹਦਾ ਮਤਲਬ ਵੀ ਉਹ ਪੰਥ ਦੀ ਮਾਨਤਾ ਨਾ, ਤੇ ਮੈਂ ਪੰਥ ਦੀ ਮਾਨਤਾ ਸਾਂਭ ਕੇ ਬੈਠਾ ਹਾਂ, ਪਰ ਮੈਂ ਗਲਤ ਯੂਜ਼ ਨਹੀਂ ਕਰੂੰਗਾ, ਬਸ ਇੰਨਾ ਵਾਅਦਾ, ਪਰ ਦਊਂਗਾ ਕਿਸੇ ਨੂੰ ਨਹੀਂਗਾ। ਕਿਤੇ ਇਹ ਨਾ ਹੋਵੇ ਨਾ ਜਿਹੜੇ ਜੁੱਤੀਆਂ ਖਾਂਦੇ ਨੇ ਉਹ ਕਹਿੰਦੇ ਹੁਣੇ ਭਾਈ ਦਾਨ ਕਰ ਦਿਓ, ਤੁਹਾਡੇ ਸਿਰ ਪੈਣੋਂ ਹਟ ਜਾਣਗੀਆਂ ਜੁੱਤੀਆਂ, ਤੁਹਾਡੇ ਲਈ ਸਤਿਕਾਰਤ ਹੋ ਜਾਣਗੀਆਂ। ਨਹੀਂ ਇੱਕ ਗੱਲ ਹੋਰ ਦੱਸਦਾ, ਕੱਲਾ ਇਹੀ ਨਹੀਂ, ਬਹੁਤੇ ਲੋਕ ਜਿਹੜੇ ਨਾ ਜਿਹਨੂੰ ਕੋਈ ਨਾ ਜੋਤਸ਼ੀ ਦੱਸ ਦਿੰਦਾ ਕਿ ਤੇਰੇ ਨਾ ਜੇਲ੍ਹ ਦਾ ਜੋਗ ਲਿਖਿਆ, ਉਹ ਜੇਲ੍ਹਾਂ 'ਚ ਰੋਟੀਆਂ ਮੰਗਾ ਖਾਂਦੇ ਆ। ਜੇਲ੍ਹ ਵਾਲਿਆਂ ਦਾ ਬਿਜ਼ਨਸ ਬਣਿਆ ਹੋਇਆ। ਇੱਥੇ ਆਪਣੇ ਨਾ ਕੰਟੀਨ ਖੋਲੀ ਆ, ਬਹੁਤ ਲੋਕਾਂ ਨੇ ਜੇਲ੍ਹ 'ਚ ਰੋਟੀਆਂ ਮੰਗਾ ਖਾਧੀਆਂ ਨੇ। ਤੇ ਪਟਿਆਲੇ ਜੇਲ੍ਹ ਦੀ ਘਟਨਾ ਹੈ। ਤਾਂ ਇੱਕ ਕਾਲਰ ਜੁੜੇ ਨੇ ਸੁਰਿੰਦਰ, ਫਿਰ ਆਪਾਂ ਕੰਟੀਨਿਊ ਕਰਦੇ ਹਾਂ ਜੀ। ਸਵਾਗਤ ਹੈ ਤੁਹਾਡਾ ਔਨ 에ਅਰ, ਵੈਲਕਮ ਅਮਨਪ੍ਰੀਤ ਜੀ। ਥੈਂਕ ਯੂ। ਸਿੱਧੂ ਸਾਹਿਬ ਵੀਰ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਵੀਰ ਜੀ ਮੈਂ ਮੋਗੇ ਤੋਂ ਬੋਲਦਾ। ਹਾਂਜੀ ਸਿੱਧੂ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਵੀਰ ਜੀ, ਮੈਂ ਤੁਹਾਡਾ ਪ੍ਰੋਗਰਾਮ ਬਹੁਤ ਦੇਰ ਤੋਂ ਦੇਖਦਾ। ਹਾਂ, ਕਾਲ ਪਹਿਲੀ ਵਾਰੀ ਕਰ ਰਿਹਾ। ਅੱਛਾ ਥੈਂਕ ਯੂ, ਵੈਲਕਮ। ਹਾਂਜੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ, ਜੋ ਤੁਸੀਂ ਲਾਈਨ ਫੜੀ ਆ ਬਹੁਤ ਵਧੀਆ ਉਹ। ਥੈਂਕ ਯੂ। ਹਾਂ, ਇਹਦੇ ਕਰਕੇ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਵੀ ਘਬਰਾਓ ਨਾ, ਅਸੀਂ ਤੁਹਾਡੇ ਨਾਲ ਆ। ਮਿਹਰਬਾਨੀ। ਕਿਸੇ ਵੀ ਜਗ੍ਹਾ ਤੇ, ਕਿਸੇ ਵੀ ਲੋੜ, ਕਿਸੇ ਵੀ ਸਮੇਂ ਤੇ ਸਾਨੂੰ ਸਾਡੀ ਲੋੜ ਹੋਵੇ, ਅਸੀਂ ਤੁਹਾਡੇ ਨਾਲ ਆ। ਥੈਂਕ ਯੂ ਬਾਈ ਜੀ, ਬਹੁਤ ਧੰਨਵਾਦ ਸਿੱਧੂ ਸਾਹਿਬ, ਮਿਹਰਬਾਨੀ। ਜ਼ਰਾ ਨਵਾਜ਼ ਥੈਂਕ ਯੂ। ਮੇਰੀ ਬੇਟੀ ਦੇ ਨਾਮ ਤੇ ਅਕਾਊਂਟ ਆ, ਮੈਂ ਉਹਦਾ ਫਾਦਰ ਬੋਲ ਰਿਹਾ। ਅੱਛਾ ਓਕੇ। ਹਾਂ ਬਿਲਕੁਲ। ਮੈਂ ਤੁਹਾਨੂੰ ਕਮੈਂਟ ਵੀ ਕਰਦਾ ਹੁੰਦਾ। ਠੀਕ ਹੈ। ਕਿਸ ਨਾਂ ਤੇ ਹੈ ਤੁਹਾਡਾ ਅਕਾਊਂਟ? ਅਮਨਪ੍ਰੀਤ ਦੇ ਨਾਂ ਤੇ ਜੀ। ਅੱਛਾ ਅਮਨਪ੍ਰੀਤ, ਓਕੇ। ਅੱਛਾ ਤੁਸੀਂ ਉਹ ਪਦਮ ਬਾਰੇ ਦੱਸਿਆ ਸੀ। ਥੈਂਕ ਯੂ ਸਿੱਧੂ ਸਾਹਿਬ। ਬਿਲਕੁਲ ਕੈਰੀ ਔਨ। ਤੁਸੀਂ ਬਹੁਤ ਵਧੀਆ ਪ੍ਰੋਗਰਾਮ ਕਰ ਰਹੇ ਆ, ਬੇਫਿਕਰ ਹੋ ਕੇ, ਕਿਸੇ ਵੀ ਗੱਲਬਾਤ ਤੋਂ ਘਬਰਾਉਣ ਦੀ ਲੋੜ ਨਹੀਂ। ਤੁਸੀਂ ਆਪਣਾ ਪ੍ਰੋਗਰਾਮ ਕਰੋ। ਮਿਹਰਬਾਨੀ। ਥੈਂਕ ਯੂ ਜੀ, ਥੈਂਕ ਯੂ।
ਸਤਿ ਸ਼੍ਰੀ ਅਕਾਲ ਅਮਨਪ੍ਰੀਤ ਜੀ, ਸਤਿ ਸ਼੍ਰੀ ਅਕਾਲ। ਸੋ ਬਿਲਕੁਲ ਦੇਖੋ, ਇਹ ਗੱਲ ਨਹੀਂ ਕਿ ਅਸੀਂ ਕਿਸੇ ਵੀ, ਮੈਂ ਪਹਿਲਾਂ ਆਖਿਆ ਕਿ ਅਸੀਂ ਕਿਸੇ ਵੀ ਧਰਮ ਵਿਸ਼ੇਸ਼ ਦੇ ਖਿਲਾਫ ਨਹੀਂ ਆ। ਜਿੰਨੀਆਂ ਨੌਕਰੀਆਂ ਮੇਰੇ ਖਿਆਲ ਸੁਰਿੰਦਰ ਜੀ ਹੋਰਾਂ ਨੇ ਜਾਂ ਜਿੰਨੇ ਕੰਮ ਸਿੱਖਾਂ ਦੇ ਮੁੰਡਿਆਂ ਦੇ ਕਰਾਏ ਆ, ਸਿੱਖ ਭਾਈਚਾਰੇ ਦੇ ਕਰਾਏ ਆ, ਉਸ ਤੋਂ ਵੱਧ ਕੰਮ ਇਹਨਾਂ ਨੇ ਬ੍ਰਾਹਮਣ ਭਾਈਚਾਰੇ ਦੇ ਬੇਟਿਆਂ ਬੇਟੀਆਂ ਦੇ ਕਰਵਾਏ ਨੇ। ਯੂਨੀਵਰਸਿਟੀਆਂ 'ਚ, PCS ਦੇ ਵਿੱਚ, ਹੋਰ ਵੀ ਜਦੋਂ ਜਿੰਨੀ ਕੁ ਪਹੁੰਚ ਸੀ, ਜਿੰਨੀ ਕੁ ਹੈਸੀਅਤ, ਰਿਲੇਸ਼ਨ ਕਮਾਏ ਨੇ। ਅਜੇ ਤੱਕ ਨੋਟ ਨਹੀਂ ਕਮਾਏ, 100 ਰੁਪਈਏ ਨਹੀਂ ਕਮਾਏ, ਰਿਲੇਸ਼ਨ ਹੀ ਕਮਾਇਆ। ਬਹੁਤ ਲੋਕਾਂ ਨੂੰ ਰੁਜ਼ਗਾਰ ਦਿੱਤਾ, ਹੁਣ ਵੀ ਕਈਆਂ ਦੇ ਅੜੇ ਹੋਏ ਕੰਮ ਕਢਵਾਉਂਦੇ ਆ। ਸੋ ਇਹ ਨਹੀਂ ਕਿ ਅਸੀਂ ਕੋਈ ਜਾਤ ਜਾਂ ਧਰਮ ਵਿਸ਼ੇਸ਼ ਨੂੰ ਟਾਰਗੇਟ ਕਰ ਰਹੇ ਹਾਂ, ਪਰ ਗੱਲ ਜਦੋਂ ਇਹ ਹੈ ਨਾ ਕਿ ਜਦੋਂ ਕਿਸੇ ਵੀ ਧਰਮ ਵਿਸ਼ੇਸ਼ ਦੇ ਵਿੱਚ ਕੋਈ ਵੀ ਚੀਜ਼ ਗਲਤ ਹੈ, ਹੁਣ ਉਹ ਦਿੱਲੀ ਦੇ ਮੰਦਿਰ ਦੇ ਵਿੱਚ ਦਿੱਲੀ ਸ਼ਮਸ਼ਾਨ ਘਾਟ ਦੇ ਵਿੱਚ 9 ਵਰਿਆਂ ਦੀ ਬੱਚੀ ਨਾਲ ਜੇ ਇੱਕ ਪੁਜਾਰੀ ਬਲਾਤਕਾਰ ਕਰਦਾ, ਕੀ ਉਹ ਫਿਰ ਜਾਇਜ਼ ਹੈ? ਹੋਣਾ ਕੀ ਹੈ? ਵੋਟ ਦੀ ਨੀਤੀ ਹੈ, ਬ੍ਰਾਹਮਣ ਜੀ ਬਰੀ ਹੋ ਜਾਣਗੇ। ਸੋ ਇਸ ਕਰਕੇ ਇਸੇ ਤਰ੍ਹਾਂ ਸਾਧ ਧਨਵੰਤ ਹੈ, ਅਕਾਲ ਤਖਤ ਨੇ ਬਰੀ ਕਰ ਦਿੱਤਾ, ਅਦਾਲਤ ਨੇ ਸਜ਼ਾ ਸੁਣਾਈ ਹੈ। ਸੋ ਇਸ ਕਰਕੇ ਇਹ ਜਿਹੜਾ ਵਰਤਾਰਾ ਨਾ, ਇਹ ਕਦੇ ਨਹੀਂ ਸਮਝਣਾ ਚਾਹੀਦਾ ਕਿ ਆਪਾਂ ਧਰਮ, ਕਿਉਂਕਿ ਹਰ ਧਰਮ ਜਿਹੜਾ ਹੈਗਾ ਅਧਰਮ ਦੇ ਵਿਰੁੱਧ। ਹੁਣ ਕੌਰਵਾਂ ਪਾਂਡਵਾਂ ਦੀ ਜਿਹੜੀ ਲੜਾਈ ਸੀ, ਕਿਤੇ ਨਾ ਕਿਤੇ ਗੱਲ ਚੱਲੀ, ਜ਼ੋਰ ਜ਼ਿਆਦਤੀ ਹੋਈ, ਕੁਤਾਈਆਂ ਪਾਂਡਵਾਂ ਤੋਂ ਵੀ ਹੋਈਆਂ। ਇਸਤਰੀ ਨੂੰ ਦਾਅ ਤੇ ਲਾਉਣਾ ਸਿਆਣਪ ਨਹੀਂ ਸੀ, ਤੇ ਉਧਰੋਂ ਜਿਹੜਾ ਹੈਗਾ ਤੇ ਫਿਰ ਉਹਨਾਂ ਵੱਲੋਂ ਵੀ ਦਾਅ ਪੇਚ ਖੇਡੇ ਗਏ, ਸ਼ਕੁਨੀ ਪੈਦਾ ਹੋਏ। ਦ੍ਰੋਪਦੀ ਦਾ ਚੀਰ ਹਰਨ ਹੁੰਦਾ ਭਰੀ ਸਭਾ ਦੇ ਵਿੱਚ, ਉੱਥੇ ਦ੍ਰੋਣਾਚਾਰੀਏ ਵਰਗੇ ਬਜ਼ੁਰਗ ਨੀਵੀਂ ਪਾਈ ਬੈਠੇ ਨੇ, ਜਿਨ੍ਹਾਂ ਤੇ ਉਹਨੂੰ ਆਸ ਸੀ ਕਿ ਸ਼ਾਇਦ ਦ੍ਰੋਣਾਚਾਰੀਆ ਤਾਂ ਬੋਲੇਗਾ, ਸਹੁਰਿਆਂ ਪਤਿਓਰਿਆਂ ਦੇ ਥਾਂ ਲੱਗਦਾ, ਪਰ ਉਹ ਵੀ ਚੁੱਪ। ਤੇ ਫਿਰ ਜਦੋਂ ਆਬਰੂ ਲੁੱਟ ਰਹੀ ਹੈ ਕਿਸੇ ਔਰਤ ਦੀ, ਫਿਰ ਉਦੋਂ ਧਰਮ ਦੇ ਰੂਪ ਦੇ ਵਿੱਚ ਕ੍ਰਿਸ਼ਨ ਜੀ ਆਉਂਦੇ ਨੇ ਜੋ ਉਸ ਦਾ ਚੀਰ ਹਰਨ ਰੋਕਦੇ ਨੇ, ਹੈ ਨਾ। ਸੋ ਇਹ ਵਰਤਾਰੇ ਸਾਨੂੰ ਸਮਝਣੇ ਹੋਣਗੇ। ਅਸੀਂ ਕਿਸੇ ਵੀ ਧਰਮ, ਜਾਤ, ਵਰਗ ਵਿਸ਼ੇਸ਼ ਦੇ ਖਿਲਾਫ ਨਹੀਂ, ਪਰ ਧਰਮ ਦੇ ਨਾਂ ਤੇ ਜਿਹਦਾ ਕਿਤੇ ਵੀ ਇਹ ਧਰਮ ਹੋ ਰਿਹਾ, ਕੀ ਹੁਣ ਬ੍ਰਾਹਮਣ ਨਾਲ ਜਾਤੀ ਨਹੀਂ ਕਰਦਾ, ਹਿੰਦੂ ਨਾਲ ਜਾਤੀ ਨਹੀਂ ਕਰਦਾ, ਸਭ ਹੋ ਰਿਹਾ। ਕੀ ਬ੍ਰਾਹਮਣ ਪੁਜਾਰੀ ਬ੍ਰਾਹਮਣ ਸਮਾਜ ਦੇ ਲੋਕਾਂ ਦੀ ਲੁੱਟ ਨਹੀਂ ਕਰਦਾ ਧਰਮ ਦੀ ਆੜ ਦੇ ਵਿੱਚ, ਜੋਤਿਸ਼ ਦੀ ਆੜ ਦੇ ਵਿੱਚ? ਬੇਵਕੂਫ ਨਹੀਂ ਬਣਾਉਂਦਾ, ਸ਼ਰੇਆਮ ਬਣਾਉਂਦਾ। ਕਿੰਨੀਆਂ ਮਿਸਾਲਾਂ ਨੇ। ਸਵਾਗਤ ਹੈ ਸਰ ਤੁਹਾਡਾ, ਵੈਲਕਮ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਹਾਂਜੀ ਭਾਜੀ, ਜਗਜੀਤ ਬੋਲਦਾ ਬੈਲਜੀਅਮ ਤੋਂ। ਹਾਂਜੀ ਜਗਜੀਤ ਜੀ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਪ੍ਰੋਗਰਾਮ ਤੁਹਾਡਾ ਸੁਣਦੇ ਜਰਮਨ ਤੋਂ ਆਉਂਦਿਆ ਸੀ ਤੇ ਜਾਂਦਿਆਂ ਵੀ ਤੁਹਾਡਾ ਚਲਾਇਆ ਸੀ ਤੇ ਆਉਂਦਿਆਂ ਵੀ ਲੱਗਾ ਪ੍ਰੋਗਰਾਮ। ਤੇ ਮਿਹਰਬਾਨੀ, ਬਹੁਤ ਵਧੀਆ ਪ੍ਰੋਗਰਾਮ ਹੁੰਦਾ। ਬਾਕੀ ਤੁਸੀਂ ਜਿਹੜੀ ਗੱਲ ਕਰਦੇ ਨਾ ਭਾਜੀ ਪਖੰਡ ਦੀ, ਮੈਂ ਤੁਹਾਨੂੰ ਦੱਸਦਾ, ਮੈਂ ਨਾ ਆਇਆ ਸੀ 2009 ਦੇ ਵਿੱਚ ਇੰਡੀਆ ਆਇਆ ਸੀ, ਤੇ ਗੱਲ ਜੇ ਗੁਰੂ ਘਰ ਦੇ ਬਾਹਰ ਆਪਾਂ ਪਖੰਡ ਦੀ ਗੱਲ ਕਰਦੇ ਨਾ, ਆਪਾਂ ਉੱਥੇ ਬੈਠਾ ਸੀ ਕੋਈ ਜੋਗੀ, ਜਿੱਦਾਂ ਮਤਲਬ ਹੱਥ ਦੇਖਣ ਵਾਲੇ ਨੀ ਹੁੰਦੇ, ਤੇ ਉਹ ਲੱਗ ਪਿਆ ਕਹਿੰਦਾ ਬੇਟਾ ਹੱਥ ਦਿਖਾ ਤੇਰੀਆਂ, ਮੈਂ ਨਾ ਕਹਿੰਦਾ ਤੈਨੂੰ ਦੱਸਾਂ ਤੇਰੇ ਕੀ ਭਾਗਾਂ ਦੇ ਵਿੱਚ ਆ। ਮੈਂ ਕਿਹਾ ਬਾਬਾ ਜੀ ਮੈਨੂੰ ਬਾਹਰ ਭੇਜ ਦੋ, ਬਾਕੀ ਹੋਰ ਤੇ ਬਾਕੀ ਠੀਕ ਹੀ ਆ ਸਾਰਾ ਕੁਛ। ਹੱਥ ਦੇਖ ਕੇ ਮੈਨੂੰ ਕਹਿੰਦਾ ਕਾਕਾ ਤੂੰ ਜਹਾਜ਼ੇ ਚੜ ਜਾਣਾ, ਬਸ ਥੋੜਾ ਟਾਈਮ ਹੀ ਆ। ਮੈਂ ਕਿਹਾ ਹੋਰ ਬਾਬਾ ਕਿਹੜੇ ਜਹਾਜ਼ੇ ਚੜਾਉਣਾ, ਚੜਿਆ ਨੂੰ ਕਿੰਨੇ ਸਾਲ ਤੇ ਸਾਨੂੰ ਗਿਆਨ ਹੋ ਗਏ ਜੇ। ਇਸ ਕਰਕੇ ਪਖੰਡ ਕੋਈ ਵੀ ਧਰਮ ਨੀ ਮਾੜਾ ਹੁੰਦਾ, ਪਰ ਜੇ ਆਪਾਂ ਗੱਲ ਨਾ ਕਰਾਂਗੇ ਤੇ ਫਿਰ ਤੇ ਭਾਜੀ ਗਾਹ ਤੋਂ ਗਾਹ ਬੇੜਾ ਗਰਕੀ ਜਾਣਾ ਹੈ ਨਾ। ਥੈਂਕ ਯੂ ਗੱਲ ਕਰਨ ਨਾਲ ਵੀ ਕੋਈ ਚਾਹੀਦਾ। ਥੈਂਕ ਯੂ ਵੀਰ ਜੀ, ਮਿਹਰਬਾਨੀ। ਬਿਲਕੁਲ। ਸੋ ਸਾਰਾ ਇਹ ਵਰਤਾਰਾ ਬਨਵੈਤ ਸਾਹਿਬ ਹੋਰਾਂ ਦੀ ਕਾਲ ਲਗਾਤਾਰ ਕੱਟ ਰਹੀ ਹੈ, ਚਲੋ ਫਿਰ ਵਿੱਚ ਲਵਾਂਗੇ, ਕਈ ਕਾਲ ਉਹਨਾਂ ਦੀ ਮਿਸ ਹੋ ਗਈਆਂ ਤੇ ਅੱਜ ਵੀਕਐਂਡ ਆ, ਚਲੋ ਥੋੜਾ ਜਿਹਾ ਟਾਈਮ ਸਰੋਤਿਆਂ ਨੂੰ ਦੇ ਦਈਏ। ਸੁਰਿੰਦਰ ਵੀਰ ਬਹੁਤ ਵਿਚਾਰ ਆ ਰਹੇ ਨੇ। ਸਵਾਗਤ ਸਰ ਤੁਹਾਡਾ, ਵੈਲਕਮ। ਹਾਂਜੀ ਡੋਣਾ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਕੌਣ ਬੋਲ ਰਹੇ ਹੋ? ਨਾਮ ਜਤਿੰਦਰ ਸਿੰਘ ਛੱਤੀਸਗੜੀਆ, ਸਭ ਸੇ ਬੜੀਆ। अच्छा ਜਤਿੰਦਰ ਸਿੰਘ ਛੱਤੀਸਗੜੀਆ ਸਭ ਸੇ ਬੜੀਆ। ਪਰ ਮੈਂ ਨਾ ਤੁਹਾਡੀ ਅਕਸਰ ਆਲੋਚਨਾ ਕਰਦਾ, ਛੱਤੀਸਗੜ੍ਹ ਚ ਨਾ ਗਾਲ ਹੈ, ਛੱਤੀਸਗੜੀਆ ਕਹਿਣਾ ਕਿਸੇ ਨੂੰ, ਮੈਨੂੰ ਪਤਾ ਉਹ ਪਤਾ ਠੀਕ ਹੈ ਤੁਹਾਡੀ ਗੱਲ, ਪਰ ਕਹੀ ਜਾਂਦੇ ਲੋਕ ਕੀ ਕਰੀਏ, ਫਿਲਮ ਬਣੀ ਇੱਕ ਇਹਨਾਂ ਦੀ। अच्छा छत्तीसगढ़िया सब से बढ़िया कि जहाँ साला छत्तीसगढ़िया? छत्तीसगढ़िया सबसे बढ़िया। अच्छा पहला गाल भी सी ना कि छत्तीसगढ़िया कहते खराब है। ਜਿਹੜੀਆਂ ਗੱਡੀਆਂ ਤੇ ਕਚਰੇ ਵਾਲਾ ਆਇਆ, ਕਚਰਾ ਨਿਕਾਲ, ਕਚਰੇ ਵਾਲਾ ਆਇਆ, ਕਚਰਾ ਨਿਕਾਲ, ਤੇ ਇੱਕ ਨੇ ਨਾ ਲਾਤੀ ਟਿਊਨ, ਕਚਰੇ ਵਾਲਾ ਆਇਆ ਭਾਬੀ ਕਚਰਾ ਨਿਕਾਲ, ਤੇ ਉਹਨੂੰ ਛੁੱਪਾ ਵਾ ਫਿਰ। अच्छा उस फिल्म च ओके
ਜੀ 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 ਹਾਂਜੀ ਹਾਂਜੀ। ਤੇ ਮੈਂ ਗੱਲ ਕਰਨਾ ਵੀ ਇਹ ਜਿਹੜੀਆਂ ਗੱਲਾਂ ਆਪਾਂ ਕਰਦੇ ਆ, ਜਿੱਦਾਂ ਬੂਟਾਂ ਦੀਆਂ ਜੁੱਤੀਆਂ ਦੀਆਂ ਗੱਲਾਂ ਕਰਦੇ ਆ, ਇਹ ਲੋਕਾਂ ਨੂੰ ਭਰਮੀ ਆ, ਇਹ ਜਨਾਨੀਆਂ ਜ਼ਿਆਦਾ ਬੰਦਿਆਂ ਨੂੰ। ਅੱਛਾ, ਤੁਹਾਡੇ ਟਰਾਂਸਪੋਰਟ ਵਾਲੇ ਬੜਾ ਭਰਮ ਫੈਲਾਉਂਦੇ ਨੇ, ਆਹ ਨਿੰਬੂ ਟਾਇਰਾਂ ਥੱਲੇ ਰੱਖ ਕੇ ਨਿੰਬੂਆਂ ਨੂੰ ਟਾਇਰਾਂ ਗੱਡੀ ਥੱਲੇ ਰੱਖਦੇ ਨੇ, ਇਹ ਮਤਲਬ ਕਿਉਂਕਿ ਜਿਵੇਂ ਮੌਤ ਦੇ ਨਾਲ ਕਦੀ ਭਰਮ ਜਲਦ ਪਿਆ ਨਹੀਂ। ਤੇ ਨਾ ਇੱਕ ਵਾਰੀ ਅਮਰਾਵਤੀ ਜਿੱਥੋਂ ਸੰਤਰੇ ਆਉਂਦੇ ਆਪਣੇ, ਅਮਰਾਵਤੀ ਆਉਂਦੇ ਨਾ ਸੰਤਰੇ, ਨਾਗਪੁਰ ਤੋਂ ਮਸ਼ਹੂਰ ਆ ਪਰ ਆਉਂਦੇ ਅਮਰਾਵਤੀ ਨੂੰ ਆ। ਤੇ ਮੇਰੇ ਨਾਲ ਕਹਿੰਦਾ ਨਿੰਬੂ ਸਰਦਾਰ ਜੀ ਰੱਖ ਲਓ ਟਾਇਰੋਂ ਕੇ ਆ ਗਏ। ਉਹ ਚਾਰੇ ਟਾਇਰਾਂਗੇ, ਉਹ ਰਾਤੇ ਟਾਇਰ ਤੇ ਮੇਰੇ 4 ਟਾਇਰ ਪਾਸੇ ਇੱਕੇ ਚੱਕਰ ਜਿਹਦੇ ਨਾ ਚੰਗੇ ਨਿੰਬੂ ਰੱਖੇ, ਮੈਨੂੰ ਤੇ ਵਲੈਵੇਂ ਪੈ ਜਾ ਕੇ। ਕਿਉਂਕਿ ਜਿਹੜੀਆਂ ਜੋਬਾਂ ਨਾ ਜਤਿੰਦਰ ਵੀਰ, ਪਤਾ ਕੀ ਹੈ, ਜਿਹੜੀ ਜੋਬ 'ਚ ਜਿਵੇਂ ਟਰੱਕਿੰਗ 'ਚ ਰਿਸਕ ਬਹੁਤ ਹੈ, ਜਦੋਂ ਇਮਤਿਹਾਨ ਆਉਂਦਾ ਅਸੀਂ ਡੋਲ ਜਾਂਦੇ ਹਾਂ। ਜਿਹੜੇ ਕਮਜ਼ੋਰ ਮਨ ਵਾਲੇ ਲੋਕ ਨੇ, ਹੁਣ ਅੰਮ੍ਰਿਤ ਜੋ ਛਕਾਇਆ ਜਾਂ ਸੰਥਿਆ ਕੋਈ ਲੈਂਦਾ ਹੈਗਾ, ਦੀਕਸ਼ਾ ਲੈਂਦਾ ਹੈ, ਇਸਲਾਮ ਦੇ ਵਿੱਚ ਹਾਜੀ ਹੋ ਜਾਂਦੇ ਨੇ, ਉਹ ਤੁਹਾਡੀ ਵਿਲ ਪਾਵਰ ਨੂੰ ਸਟਰੋਂਗ ਕਰਦਾ ਉਹ ਪ੍ਰੋਸੈਸ। ਅਸੀਂ ਦੇਗ ਛਕ ਲੈਂਦੇ ਹਾਂ, ਮੱਥਾ ਟੇਕ ਲੈਂਦੇ ਹਾਂ, ਸਾਡੀ ਜਿਹੜੀ ਅੰਦਰੂਨੀ ਤਾਕਤ ਹੈ, ਮਨ ਦੀ ਇਕਾਗਰਤਾ ਤਕੜੀ ਹੋ ਜਾਂਦੀ ਹੈ। ਜੇ ਮਨ ਤਕੜਾ ਤਾਂ ਜੱਗ ਨੂੰ ਮੂਹਰੇ ਲਾ ਲੈਂਦੇ ਹੋ, ਮਨ ਜੀਤੇ ਜਗ ਜੀਤ। ਹੁਣ ਅੰਮ੍ਰਿਤਪਾਨ ਕਰਾਉਣ ਦਾ ਜਿਹੜਾ ਗੁਰੂ ਸਾਹਿਬ ਦਾ ਜੋ ਪ੍ਰੋਸੈਸ ਸੀਗਾ, ਉਹਦੇ 'ਚ ਸੀ ਕਿ ਭਾਈ ਜੀ ਨੇ ਸੀਸ ਤਲੀ ਤੇ ਰੱਖਣਾ, ਆ ਜਾਓ। ਉਹਨਾਂ ਨੇ ਇੱਕ ਕਰੀਮ ਚੁਣੀ, ਹੈ ਨਾ, ਤੇ ਉਹ ਇਨਸਪੀਰੇਸ਼ਨ ਸੀ ਜਿਹੜੀ ਬੰਦੇ ਨੂੰ ਲੜਨ ਮਰਨ ਦੇ ਵਾਸਤੇ ਜਾਂ ਜ਼ਿੰਦਗੀ ਦਾ ਹਰ ਜੋਖਮ ਚੁੱਕਣ ਦੇ ਵਾਸਤੇ ਸਟਰੋਂਗ ਕਰਦੀ ਹੈ। ਹੁਣ ਟਰੱਕਿੰਗ ਹੈ, ਦੁਕਾਨਦਾਰ ਹੈ, ਉਹ ਜਦੋਂ ਜਿਹੜੇ ਕਮਜ਼ੋਰ ਦਿਲ ਨੇ ਉਹ ਫਿਰ ਅਰਦਾਸ ਕਰਨਗੇ। ਉਹ ਕਹਿਣਗੇ, ਅਰਦਾਸ ਦਾ ਮਤਲਬ ਨਹੀਂ ਅਰਦਾਸ ਕਰੋ ਬਹੁਤ ਅੱਛੀ ਚੀਜ਼ ਹੈ, ਪਰ ਉਹ ਕਹਿਣਗੇ ਅੱਜ ਮੱਥਾ ਨਹੀਂ ਟੇਕਿਆ ਤਾਂ ਟਾਇਰ ਫਟ ਗਿਆ, ਅੱਜ ਨਿੰਬੂ ਨਹੀਂ ਦੜਿਆ ਤਾਂ ਟਾਇਰ ਫਟ ਗਿਆ। ਉਹ ਇਸ ਕਰਕੇ ਨਾ ਜਿਸ ਪੇਸ਼ੇ ਦੇ ਵਿੱਚ ਰਿਸਕ ਬਹੁਤ ਹੈ ਜਾਂ ਜਿਹੜੇ ਕਮਜ਼ੋਰ ਲੋਕ ਨੇ, ਉਹ ਫਿਰ ਇਸ ਤਰ੍ਹਾਂ ਦੇ ਪਖੰਡ ਦੀ ਜ਼ਿਆਦਾ ਭੇਂਟ ਚੜ੍ਹਦੇ ਨੇ, ਉਹ ਲੁੱਟੇ ਜ਼ਿਆਦਾ ਜਾਂਦੇ ਨੇ। ਜੀ ਬਹੁਤ ਜ਼ਿਆਦਾ ਰਿਸਕ ਆ ਜੀ, ਰਿਸਕ ਤਾਂ ਹੈਗਾ। ਬਾਕੀ ਲੋਕੀ ਪਖੰਡ ਵੀ ਜ਼ਿਆਦਾ ਕਰਦੇ ਆ, ਕੋਈ ਪਾਉਂਦੇ ਨਹੀਂ ਤੁਰਦਾ ਵੀ ਪਾਉਣਾ ਹੋ ਗਿਆ ਜਾਂ ਕਈ ਮੈਦਾਂ ਭਲੇਖੇ ਪਾਉਂਦੇ ਆ। ਅਸੀਂ ਤਾਂ ਪ੍ਰਵਾਹ ਨਹੀਂ ਕੀਤੀ, ਮਾਰ ਬਾਬੇ ਦਾ ਨਾਂ ਲੈ ਕੇ ਤੁਰ ਪੀਦਾ, ਗੁਰੂ ਨਾਨਕ ਦਾ ਨਾਂ ਲੈ ਕੇ ਚੜ੍ਹਦੀ ਕਲਾ। ਥੈਂਕ ਯੂ। 25 ਸਾਲ ਟਰੈਵਲਿੰਗ ਕਰਦਾ ਹੋ ਗਿਆ, ਇਹ ਗੱਲ ਤੇ ਮਾਰ ਦੀ ਕਿਰਪਾ ਹੀ ਹੈ। ਗਾਂ ਉਦੋਂ ਕੀ ਹੁੰਦਾ, ਉਹ ਬੰਦੇ ਵਾਲੇ ਮਿੰਟ ਦਾ ਨਹੀਂ ਪਤਾ ਆਪਣਾ ਟਵਾਣਾ ਸਾਹਿਬ। ਬਿਲਕੁਲ ਬਿਲਕੁਲ, ਥੈਂਕ ਯੂ ਬਾਈ ਜੀ। ਛੱਤੀਸਗੜ੍ਹ ਵਾਲੇ ਜਤਿੰਦਰ ਬਾਈ ਜੀ ਟਰਾਂਸਪੋਰਟਰ ਨੇ ਛੱਤੀਸਗੜ੍ਹ ਤੋਂ। ਲਓ